ਅੱਜ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਜਿਹੜੇ ਪ੍ਰਯੋਗ ਦਿਖਾਣੇ ਆ, ਜਿਹੜੇ ਤੁਹਾਨੂੰ ਮੈਥਮੈਟਿਕਸ ਦੀਆਂ ਚੀਜ਼ਾਂ ਦਿਖਾਣੀਆਂ, ਉਹਦੇ ਵਿੱਚ ਤੁਸੀਂ ਮਹਿਸੂਸ ਕਰੋਗੇ ਵੀ ਹਾਂ ਇੰਨਾ ਆਸਾਨ ਸੀਗਾ। ਤੁਸੀਂ ਦੱਸੋ ਸਨਮਜੀਤ ਜੀ ਕਿ 1 ਤੋਂ ਬਾਅਦ ਕਿੰਨਾ ਆਊਗਾ, ਤਾਂ ਅਸੀਂ ਹਮੇਸ਼ਾ ਹੀ ਕਹਿ ਦਿੰਦੇ 1 ਤੋਂ ਬਾਅਦ 2 ਆਏਗਾ, ਲੇਕਿਨ ਨਹੀਂ, ਅੱਜ ਦੀ ਕਲਾਸ ਤੋਂ ਬਾਅਦ ਤੁਸੀਂ ਕਹੋਗੇ ਨਹੀਂ ਸਰ ਨਹੀਂ, ਬਿਲਕੁਲ ਤੁਸੀਂ ਠੀਕ ਸੀ, ਸਾਡੇ ਗੁਰੂ ਠੀਕ ਸੀ, 1 ਤੋਂ ਬਾਅਦ 2 ਆਣਾ ਹੀ ਨਹੀਂ ਹੈ। ਇਸ ਦੇ ਵਿੱਚ ਦੇਖੋਗੇ ਤੁਹਾਨੂੰ ਸਾਹਮਣੇ ਬੈਠੀਆਂ ਹੋਈਆਂ ਚੀਜ਼ਾਂ ਉਲਟੀਆਂ ਨਜ਼ਰ ਆਉਣਗੀਆਂ, ਤਾਂ ਅਸੀਂ ਕੈਮਰੇ 'ਚ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਬੈਠੇ ਤਾਂ ਸਿੱਧੇ ਹੈ ਪਰ ਤੁਹਾਨੂੰ ਉਲਟੇ ਨਜ਼ਰ ਆ ਰਹੇ ਹੈ। ਬਿਲਕੁਲ ਹੈ ਕਮਾਲ ਦੀ ਗੱਲ ਕਿ ਨਹੀਂ? ਤੇ ਉਹ ਸਾਥੀ ਹੈ ਜਿਹੜੇ ਸਾਡੇ ਉਲਟੇ ਨਜ਼ਰ ਆਣਗੇ ਤੁਹਾਨੂੰ। ਤਾਂ ਮੈਂ ਇਸ ਬੱਚੇ ਨੂੰ ਕਹਿਣਾ ਕਿ ਇਹ ਜਿਹੜਾ ਹੈ ਪੰਪ ਮਾਰਨਾ ਸ਼ੁਰੂ ਕਰੇ। ਉਹ ਦੇਖੋ ਜੀ ਕਿੰਨੀ ਦੂਰ, ਲਗਭਗ 70-80 ਫੁੱਟ ਤੱਕ ਇਹ ਜਿਹੜੀ ਹੈ ਸਾਡੀ ਬੋਟਲ ਹੈ ਜਿਹੜੀ ਇਹ ਚੱਲੀ ਜਾਂਦੀ ਹੈ। ਇਹ ਸਾਰੇ ਦੀ ਸ਼ੁਰੂਆਤ ਕਿੱਥੋਂ ਹੋਈ? ਇਹ ਦੇਖੋ ਜੀ, ਕਿਸੇ ਟਾਈਮ ਦੇ ਉੱਤੇ ਮੈਂ ਇੱਕ ਦੁਕਾਨ ਦੇ ਉੱਤੇ ਕੰਮ ਕਰਦਾ ਹੁੰਦਾ ਸੀ ਤੇ ਮੈਂ 2-2 ਰੁਪਏ ਦੇ ਦੀਵੇ ਵੇਚਦਾ ਹੁੰਦਾ ਸੀ। ਹੁਣ ਇਸ ਡਿਸਕ ਨੂੰ ਜਦੋਂ ਅਸੀਂ ਤੇਜ਼ ਘੁਮਾਉਂਦੇ ਆ ਤਾਂ ਇਹ ਵਾਈਟ ਹੋ ਜਾਂਦੀ ਹੈ। ਹੋ ਸਕਦਾ ਕਈ ਵਾਰੀ ਕੈਮਰਾ ਜਿਹੜਾ ਉਸ ਨੂੰ ਕੈਚ ਕਰ ਲੈਂਦਾ ਵੀ ਵਾਈਟ ਨਹੀਂ ਦਿਖਾਉਂਦਾ, ਪਰ ਤੁਸੀਂ ਦੇਖੋਗੇ ਕਿ ਤੁਹਾਨੂੰ ਆਪਣੀ ਅੱਖਾਂ ਦੇ ਨਾਲ ਵਾਈਟ ਦਿਸੇਗੀ। ਜੀ ਬਿਲਕੁਲ ਵਾਈਟ ਹੀ ਦਿਖ ਰਹੀ ਹੈ, ਵਾਈਟ ਹੀ ਦਿਖ ਰਹੀ ਹੈ। ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਕੀ ਹੋਇਆ ਕਿ ਉਹ 7 ਰੰਗ ਮੌਜੂਦ ਹੈ, ਲੇਕਿਨ ਉਹ 7 ਰੰਗ ਮਿਲ ਕੇ ਵਾਈਟ ਬਣ ਗਿਆ। ਤਾਂ ਉਹ ਸਿੱਧ ਕਰਨ 'ਚ ਕਾਮਯਾਬ ਹੋ ਗਿਆ ਇਨਸਾਨ ਕਿ ਜਿਹੜਾ ਸਫੈਦ ਪ੍ਰਕਾਸ਼ ਹੈ ਉਹ 7 ਰੰਗਾਂ ਦਾ ਬਣਿਆ ਹੋਇਆ। ਜੋ ਤੁਹਾਨੂੰ ਨਜ਼ਰ ਆਵੇ ਇਮਾਨਦਾਰੀ ਦੇ ਨਾਲ ਸਾਨੂੰ ਦੱਸ ਦੇਣਾ। ਮੋਰੀ ਦੀ ਇਹ ਲੱਗ ਰਿਹਾ ਜਿਵੇਂ ਆ ਵਿੱਚੋਂ ਨਿਕਲ ਰਿਹਾ ਹੱਥ ਚੋਂ। ਹਾਂ, ਤਾਂ ਹੱਥ ਦੇ ਵਿੱਚ ਤੁਹਾਡੇ ਹੋਲ ਤੁਹਾਨੂੰ ਨਜ਼ਰ ਆਏਗਾ। ਇਹੀ ਵਾਲਾ ਜਿਹੜਾ ਹੋਲ ਹੈ ਇਹ ਤੁਹਾਡੇ ਹੱਥ ਦੇ ਵਿੱਚ ਆ ਗਿਆ ਹੋਇਆ ਹੈ ਨਾ ਕਮਾਲ? ਲੇਕਿਨ ਸਾਨੂੰ ਨਜ਼ਰ ਨਹੀਂ ਆ ਰਿਹਾ, ਤੁਹਾਨੂੰ ਕੱਲਿਆਂ ਨੂੰ ਨਜ਼ਰ ਆ ਰਿਹਾ। ਤਾਂ ਤੁਸੀਂ ਇਸ ਦੇ ਵਿੱਚੋਂ ਕੋਈ ਵੀ ਇੱਕ ਸਟ੍ਰਿਪ ਹੈ ਜਿਹੜੀ ਉਹ ਪਕੜ ਸਕਦੇ ਹੋ, ਹੱਥ ਦੇ ਵਿੱਚ ਪਕੜ ਲਓ। ਤੁਸੀਂ ਇਹ 5 ਨੂੰ ਪਕੜਿਆ ਤਾਂ ਇੱਧਰ ਕਿੰਨੀਆਂ ਰਹਿ ਗਈਆਂ ਜੀ? ਇੱਧਰ 4। ਇੱਧਰ ਕਿੰਨੀਆਂ ਰਹਿ ਗਈਆਂ ਜੀ? 5। ਤਾਂ ਇੱਕ ਪਾਸੇ 4 ਲਿਖ ਲਓ, ਇੱਕ ਪਾਸੇ 5 ਲਿਖੋ। 4 ਤੇ 5 45 ਹੋ ਗਿਆ ਜੀ। ਤਾਂ 9 ਦਾ ਪਹਾੜਾ ਜੀ, 9 5 ਕਿੰਨੇ ਹੁੰਦੇ ਜੀ? 45। ਇਹ ਦੇਖੋ, ਇਹ ਸੈਂਸਰ ਵਾਲਾ। ਅੱਛਾ, ਜਿਵੇਂ ਜਿਵੇਂ ਮੈਂ ਇਸ ਤੇ ਹੱਥ ਲਗਾਈ ਜਾਵਾਂਗੇ ਉੱਪਰ ਜਾਈ ਜਾਏਗਾ। ਆਹ ਦੇਖੋ, ਅੱਛਾ, ਬਸ ਜਿੱਥੇ ਟੱਚ ਹੋਈ ਜਾਊਗਾ, ਜਿੱਥੇ ਟੱਚ ਹੋਏਗਾ ਉੱਥੋਂ ਉੱਪਰ ਜਾਈ ਜਾਣਾ ਹੈ। ਪੈਰਾਂ ਦੇ ਵਿੱਚ 26 ਹੋਇਆ ਕਰਦੀਆਂ, ਹੱਥ ਦੇ ਵਿੱਚ 27 ਹੋਇਆ ਕਰਦੀਆਂ। ਇਸ ਹੱਥ 'ਚ ਵੀ 27 ਹੈ, ਇਸ 'ਚ ਵੀ 27 ਹੈ। ਇਹ ਜਿਹੜਾ ਉੱਪਰਲਾ ਪੋਰਸ਼ਨ ਹੋਇਆ ਕਰਦਾ ਇਸ 'ਚ 28 ਹੋਇਆ ਕਰਦੀਆਂ। ਤੇ ਆਹ ਜਿਹੜਾ ਇੰਨਾ ਪੋਰਸ਼ਨ ਹੋਇਆ ਕਰਦਾ ਤੁਹਾਡਾ, ਇਹ ਪੈਰਾਂ ਤੇ ਬੈਲੈਂਸ ਹੈ ਸਾਰਾ। 26 ਤੇ 26 52, ਇੱਥੇ ਵੀ 52 ਹੋਇਆ ਕਰਦੀਆਂ। ਤੇ ਬਾਕੀ ਤੁਹਾਡੀਆਂ ਹੁਣ ਰਹਿ ਗਈਆਂ ਬਾਹਾਂ, ਕਿਉਂਕਿ ਹੱਥ ਅਸੀਂ ਕਵਰ ਕਰ ਗਏ, ਪੈਰ ਵੀ ਕਵਰ ਕਰ ਗਏ, ਲੱਤਾਂ। ਇਸ 'ਚ ਵੀ 5, ਇਸ 'ਚ ਵੀ 5, ਇਸ 'ਚ ਵੀ 5, ਇਸ 'ਚ ਵੀ 5। ਲਓ ਜੀ, 1 ਮਿੰਟ ਤੋਂ ਪਹਿਲਾਂ ਤੁਹਾਡੀਆਂ 206 ਹੱਡੀਆਂ ਗਣਾਤੀਆਂ। ਚਾਹੇ ਤਾਂ ਤੁਸੀਂ ਇੱਧਰੋਂ ਜੋੜੋ, ਚਾਹੇ ਤੁਸੀਂ ਇੱਧਰੋਂ ਜੋੜੋ, ਚਾਹੇ ਤੁਸੀਂ ਇਸ ਤਰ੍ਹਾਂ ਜੋੜੋ ਐ ਲਾਈਨਾਂ ਦੇ ਵਿੱਚ, ਚਾਹੇ ਤੁਸੀਂ ਇੱਧਰ ਨੂੰ ਜੋੜੋ, ਚਾਹੇ ਤੁਸੀਂ ਇਹਦੇ ਆਹ ਵਾਲੇ ਅੱਖਰ ਜੋੜੋ, ਚਾਹੇ ਤੁਸੀਂ ਵਿੱਚ ਵਾਲੇ ਜੋੜੋ, ਪਰ ਜਵਾਬ ਹੈ ਜਿਹੜਾ ਇੱਕੋ ਜਿਹਾ ਆਉਣਾ ਚਾਹੀਦਾ। ਜਿਹੜਾ ਹਿੰਸਾ ਇੱਕ ਵਾਰੀ ਆਊਗਾ ਉਨਾ ਹੀ ਆਉਣਾ ਚਾਹੀਦਾ ਸਾਰਿਆਂ ਦੇ ਵਿੱਚ। ਉਸ ਨੂੰ ਮੈਜਿਕ ਸਕੁਏਅਰ ਕਿਹਾ ਜਾਂਦਾ। ਇਹਦੀਆਂ ਕੈਲਕੂਲੇਸ਼ਨਸ ਕਰ ਲੈਂਦੇ ਹਾਂ ਅਸੀਂ। ਤਾਂ ਇੱਥੇ 12 ਆਏਗਾ, ਇੱਥੇ ਜਿਹੜਾ 1 ਆਏਗਾ, ddx of 2x। ਤਾਂ ਡੈਰੀਵੇਟਿਵ ਜਦੋਂ 2x ਦਾ ਲਾਂਗੇ ਤਾਂ 2 ਆ ਜਾਏਗਾ। ਠੀਕ ਹੈ, ਤਾਂ ਇਹਦਾ ਵਿੱਚ ਵੀ ਸਿੱਖਿਆ ਇੱਕ ਕਿ ਟਾਈਮ ਦੇਖਣ ਦੇ ਲਈ ਉਹਦੇ ਲਈ 12 ਕੁਐਸਚਨ ਮੈਥਮੈਟਿਕਸ ਦੇ ਸੋਲਵ ਹੋ ਗਏ ਜੀ ਇੱਕ ਘੜੀ ਦੇ ਵਿੱਚ। ਮੈਂ ਸੋਚਦਾ ਹੁੰਨਾ ਔਰ ਬੱਚਿਆਂ ਨੂੰ ਆਪਣੇ ਨੂੰ ਦੱਸਦਾ ਕਿ ਉਹ ਸਮਾਂ ਯਾਦ ਕਰੋ ਬੱਚਿਓ, ਜਦੋਂ ਇਹ ਸਮਾਨ ਵੀ ਨਹੀਂ ਸੀਗਾ ਤੇ ਉਹਨਾਂ ਨੇ ਖੋਜਾਂ ਕੀਤੀਆਂ ਸੀ। ਇਹ ਇੱਕ ਪ੍ਰਕਾਸ਼ ਜਿਹੜਾ ਸੂਰਜ ਤੋਂ ਕਿਰਨਾਂ ਆ ਰਹੀਆਂ, ਉਹਦੇ ਵਿੱਚ ਦੱਸ ਦੇਣਾ ਵੀ ਇਹ ਇਕੱਲੀ ਸਫੈਦ ਪ੍ਰਕਾਸ਼ ਨਹੀਂ ਹੈ, ਇਹਦੇ 'ਚ 7 ਰੰਗ ਮਿਲੇ ਹੋਏ ਹੈ। ਸਤਿ ਸ਼੍ਰੀ ਅਕਾਲ, ਔਨ 에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸਨਮਜੀਤ ਸਿੰਘ ਪੱਲਾ। ਪਿੱਛੇ ਜੋ ਤਸਵੀਰ ਤੁਸੀਂ ਦੇਖੀ ਹੈ ਇਹ ਪੰਜਾਬ ਦੇ ਸਰਕਾਰੀ ਸਕੂਲ ਦੀ ਹੈ ਜੋ ਨਾਭਾ ਦੇ ਕਲਿਆਣ ਪਿੰਡ ਦੇ ਵਿੱਚ ਹੈ। ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਮਾਸਟਰ ਜੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਦਿਖਾ ਰਹੇ ਨੇ ਕਿ ਮਾਸਟਰ ਜੀ ਦੀ ਗੱਡੀ ਕਿਸ ਤਰ੍ਹਾਂ ਚੱਲਦੀ ਫਿਰਦੀ ਗੱਡੀ ਉਹਨਾਂ ਦੀ ਸਾਇੰਸ ਲੈਬ ਬਣੀ ਹੋਈ ਹੈ। ਤਾਂ ਅੱਜ ਅਸੀਂ ਉਹਨਾਂ ਮਾਸਟਰ ਜੀ ਨੂੰ ਹੀ ਇੱਥੇ ਮਿਲਣ ਆਏ ਹਾਂ। ਇਸੇ ਸਕੂਲ ਦੇ ਵਿੱਚ ਉਹ ਮਾਸਟਰ ਜੀ ਪੜ੍ਹਾਉਂਦੇ ਨੇ। ਸਰਕਾਰੀ ਸਕੂਲ ਦੇ ਅਧਿਆਪਕ ਲੋਕ ਕਹਿੰਦੇ ਨੇ ਕਿ ਪੜ੍ਹਾਉਂਦੇ ਨਹੀਂ ਆ, ਉਹਨਾਂ ਨੂੰ ਖੁਦ ਨੂੰ ਕੁਛ ਨਹੀਂ ਆਉਂਦਾ। ਤਾਂ ਉਸੇ ਸਕੂਲ ਦੇ ਹੀ ਉਹ ਅਧਿਆਪਕ ਨੇ ਡਾਕਟਰ ਜਸਵਿੰਦਰ ਸਿੰਘ, ਉਹਨਾਂ ਨੂੰ ਮਿਲਣ ਆਏ ਆ। ਤਾਂ ਉਹਨਾਂ ਦੀ ਗੱਡੀ ਇੱਥੇ ਆ ਗਈ ਹੈ। ਤਾਂ ਅੱਜ ਅਸੀਂ ਇਹਨਾਂ ਨੂੰ ਰਸਤੇ ਦੇ ਵਿੱਚ ਹੀ ਮਾਸਟਰ ਜੀ ਨੂੰ ਘੇਰ ਲੈਣਾ।
ਸਤਿ ਸ਼੍ਰੀ ਅਕਾਲ ਮਾਸਟਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਬਿਲਕੁਲ ਜੀ ਬਿਲਕੁਲ। ਬਹੁਤ ਚੱਲਦੀ ਫਿਰਦੀ ਤੁਹਾਡੀ ਸੁਣਿਆ ਸਾਇੰਸ ਲੈਬ ਹੈ ਗੱਡੀ, ਤੇ ਆਓ ਚਲੋ ਸਾਨੂੰ ਵੀ ਆਪਣੀ ਸਾਇੰਸ ਲੈਬ ਦੇ ਚੱਲਦੀ ਫਿਰਦੀ ਤੇ ਦਰਸ਼ਨ ਕਰਾਓ। ਜਰੂਰ ਜੀ ਆਇਆਂ ਨੂੰ ਜੀ। ਤੁਹਾਨੂੰ। ਤੁਸੀਂ ਇੱਥੇ ਪਹੁੰਚੇ, ਬੜਾ ਚੰਗਾ ਲੱਗਿਆ ਤੇ ਜਰੂਰ ਤੁਹਾਨੂੰ ਵੀ ਇਸ ਚੱਲਦੀ ਫਿਰਦੀ ਪ੍ਰਯੋਗਸ਼ਾਲਾ ਜੀ ਬਿਲਕੁਲ ਬਿਲਕੁਲ। ਅੱਜ ਅਸੀਂ ਬਹੁਤ ਦਿਲਚਸਪੀ ਨਾਲ ਦੇਖਣ ਆਏ ਹਾਂ ਤੇ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਦਿਲਚਸਪੀ ਹੈ ਕਿ ਕੋਈ ਇਹੋ ਜਿਹੀ ਚੀਜ਼ ਦੇਖਣ ਨੂੰ ਮਿਲੇ। ਤਾਂ ਇਹ ਮਾਸਟਰ ਜੀ ਦੀ ਹੁਣ ਗੱਡੀ ਅੰਦਰ ਚੱਲੀ ਹੈ। ਗੱਡੀ ਨਹੀਂ ਹੈਗੀ, ਇਹ ਚੱਲਦੀ ਫਿਰਦੀ ਸਾਇੰਸ ਲੈਬ ਹੈ। ਤਾਂ ਅੱਜ ਤੁਹਾਨੂੰ ਇਸੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਾ ਰਹੇ ਅਧਿਆਪਕ ਦੀ ਚੱਲਦੀ ਫਿਰਦੀ ਸਾਇੰਸ ਲੈਬ ਦਿਖਾਉਂਦੇ ਆ। ਤਾਂ ਚਲੋ ਤੁਸੀਂ ਵੀ ਸਾਡੇ ਨਾਲ। ਤਾਂ ਇਹ ਉਹ ਸਰਕਾਰੀ ਸਕੂਲ ਹੈ ਜੋ ਅਕਸਰ ਪੰਜਾਬ ਦੇ ਵਿੱਚ ਇੱਕ ਮਿੱਥ ਬਣਿਆ ਹੋਇਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਵਧੀਆ ਨਹੀਂ ਹੁੰਦੀ, ਸਰਕਾਰੀ ਸਕੂਲ ਦਾ ਇਨਫਰਾਸਟ੍ਰਕਚਰ ਵਧੀਆ ਨਹੀਂ ਹੁੰਦਾ। ਤਾਂ ਇਹ ਤੁਸੀਂ ਆ ਸਰਕਾਰੀ ਸਕੂਲ ਦੀ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨਾ ਕੁ ਵਧੀਆ ਇਹ ਸਰਕਾਰੀ ਸਕੂਲ ਬਣਾਇਆ ਹੋਇਆ, ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਿਹਾ। ਜਦੋਂ ਦਾ ਕਰੋਨਾ ਕਾਲ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚੋਂ ਜਦੋਂ ਫੀਸਾਂ ਦਾ ਰੌਲਾ ਪਿਆ ਤਾਂ ਲੋਕ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਏ ਸੀ। ਤਾਂ ਹੁਣ ਇਹ ਤਸਵੀਰ ਜੋ ਸਰਕਾਰੀ ਸਕੂਲ ਦੀ ਹੈ ਇਹ ਖੁਦ ਬੋਲ ਰਹੀ ਹੈ ਕਿ ਕਿੰਨਾ ਕੁ ਵਧੀਆ ਜਿਹੜਾ ਇਹ ਸਕੂਲ ਬਣ ਚੁੱਕਿਆ। ਤਾਂ ਜਿਹੜੇ ਅਧਿਆਪਕਾਂ ਦੀ ਅਸੀਂ ਗੱਲ ਕਰਦੇ ਹੁੰਦੇ ਸੀ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਜਿਹੜੇ ਨੇ ਉਹ ਪੜ੍ਹਾਉਂਦੇ ਨਹੀਂ ਚੱਜ ਦੇ ਨਾਲ, ਤਾਂ ਇਹ ਮਾਸਟਰ ਜਸਵਿੰਦਰ ਸਿੰਘ ਜੀ ਉਸੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਜਿਨ੍ਹਾਂ ਨੇ ਆਪਣੀ ਗੱਡੀ ਨੂੰ ਚੱਲਦੀ ਫਿਰਦੀ ਸਾਇੰਸ ਲੈਬ ਬਣਾਇਆ ਹੋਇਆ ਤੇ ਪੂਰੀ ਦੁਨੀਆ ਦੇ ਵਿੱਚ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਖੋਜਾਂ ਹੀ ਉਹਨਾਂ ਨੇ ਕੁਝ ਐਸੀਆਂ ਕਰ ਦਿੱਤੀਆਂ। ਤਾਂ ਤੁਸੀਂ ਦੇਖੋ ਹੁਣ ਸਾਇੰਸ ਲੈਬ ਤਿਆਰ ਹੋਣੀ ਸ਼ੁਰੂ ਹੋ ਗਈ ਹੈ। ਮਾਸਟਰ ਜੀ ਦੀ ਗੱਡੀ ਤੋਂ ਹੁਣ ਸਾਇੰਸ ਲੈਬ ਇਹ ਤਿਆਰ ਹੋ ਰਹੀ ਹੈ। ਕੁਝ ਹੀ ਮਿੰਟਾਂ ਦੇ ਵਿੱਚ ਇਹ ਗੱਡੀ ਤੋਂ ਸਾਇੰਸ ਲੈਬ ਬਣ ਜਾਂਦੀ ਹੈ। ਤਾਂ ਤੁਸੀਂ ਦੇਖੋ ਮਾਸਟਰ ਜੀ ਦੀ ਗੱਡੀ ਦੇ ਵਿੱਚ ਸਾਰਾ ਸਮਾਨ ਮਾਸਟਰ ਜੀ ਨੇ ਰੱਖਿਆ, ਨਾਲ ਉਹਨਾਂ ਦੇ ਸਟੂਡੈਂਟਸ ਵੀ ਨੇ। ਮਾਸਟਰ ਜੀ ਕਿੰਨੀ ਦੇਰ ਦੇ ਵਿੱਚ ਇਹ ਗੱਡੀ ਤੋਂ ਸਾਇੰਸ ਲੈਬ ਬਣ ਜਾਂਦੀ ਹੈ? 15 ਮਿੰਟ ਲੱਗਦੇ ਆ ਜੀ ਇਸ ਨੂੰ, ਕਿਉਂਕਿ ਮੈਨੂੰ ਇਸ ਦੇ ਲਈ ਕੋਈ ਵੱਖਰੇ 5 ਲੱਖ ਦੇ ਕਮਰੇ ਦੀ ਲੋੜ ਨਹੀਂ ਹੈ ਵੀ ਪਹਿਲਾਂ ਮੈਂ ਇੱਕ ਲੈਬ ਤਿਆਰ ਕਰਾਂ ਤੇ ਫਿਰ ਉਹਦਾ ਸਮਾਨ ਖਰੀਦਾਂ ਤੇ ਫਿਰ ਪ੍ਰਯੋਗ ਕਰਾਵਾਂ। ਮੇਰੇ ਕੋਲ ਇਹ ਲੈਬ ਹੈ ਜਿਹੜੀ ਚੱਲਦੀ ਫਿਰਦੀ ਇਸੇ ਲਈ ਹੈ। ਇਹ 15 ਮਿੰਟਾਂ ਦੇ ਵਿੱਚ ਅਸੀਂ ਇਹ ਤਿਆਰ ਕਰ ਦੇਣੇ ਕਿਉਂਕਿ ਇਹਦੇ ਵਿੱਚ ਵੀ ਸੀ ਨਾਲੇ ਲੈਬ ਬਣਾਉਣ ਨੂੰ ਕਹਿੰਦੇ ਬਹੁਤ ਪੈਸੇ ਲੱਗ ਜਾਂਦੇ, ਬਹੁਤ ਇਕਵਿਪਮੈਂਟ ਚਾਹੀਦਾ। ਤਾਂ ਨਹੀਂ ਨਹੀਂ, ਇਹ ਮੈਂ 10,000 ਰੁਪਏ ਦੇ ਨਾਲ ਸ਼ੁਰੂ ਕੀਤਾ ਸੀ ਤੇ ਅੱਜ 10,000 ਹੀ ਨਹੀਂ ਮੁੱਕਿਆ ਮੈਨੂੰ। ਅੱਛਾ। ਤੇ ਕਿਉਂਕਿ ਖੁਦ ਹੱਥੀਂ ਬਣਾਈਆਂ ਹੋਈਆਂ ਚੀਜ਼ਾਂ ਹੁੰਦੀਆਂ। ਤੁਸੀਂ ਦੇਖੋ ਵੀ ਇਹ ਹੁਣ ਜਿਹੜਾ ਸਿਸਟਮ ਅਸੀਂ ਲਗਾਇਆ ਹੋਇਆ ਇਹ ਸਿੰਪਲ ਇੱਕ ਮੈਗਨੇਟ ਲੱਗੇ ਹੋਏ ਪਿੱਛੇ ਤੇ ਉਸ ਮੈਗਨੇਟ ਦੇ ਨਾਲ ਹੀ ਇਸਨੇ ਫਿੱਟ ਹੋ ਜਾਣਾ ਜੀ। ਤੇ 15 ਮਿੰਟਾਂ ਦੇ ਵਿੱਚ ਇਹ ਸਾਰੀ ਲੈਬ ਅਸੀਂ ਹੁਣੇ ਤੁਹਾਡੇ ਸਾਹਮਣੇ ਤਿਆਰ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਪ੍ਰਯੋਗ ਦਿਖਾਣੇ ਸ਼ੁਰੂ ਕਰ ਦੇਣੇ ਆ। ਤੇ ਜਿਹੜੇ ਬੰਦੇ ਮਤਲਬ ਕਦੇ ਸਾਇੰਸ ਮੈਥ ਦੇ ਨੇੜੇ ਵੀ ਨਹੀਂ ਨਾ ਆਏ ਤਾਂ ਉਹ ਵੀ ਦੇਖ ਕੇ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿ ਅੱਜ ਸਾਨੂੰ ਸਾਇੰਸ ਦੇਖਣ ਦਾ ਮੌਕਾ ਮਿਲਿਆ ਆਪਣੇ। ਸਾਇੰਸ ਮੈਥ ਤੋਂ ਵਾਕਈ ਲੋਕ ਬਹੁਤ ਭਜਦੇ। ਮੈਂ ਖੁਦ ਮੈਥਸ ਤੋਂ ਬਹੁਤ ਭਜਦਾ। ਸਾਇੰਸ ਮੈਨੂੰ ਬਹੁਤ ਗੰਦਾ ਸਬਜੈਕਟ ਆਪਾਂ ਛੋਟੇ ਹੁੰਦੇ ਆ ਤਾਂ ਕਹਿੰਦੇ ਆ ਲੱਗਦਾ। ਤੁਸੀਂ ਗੰਦਾ ਤਾਂ ਦੇਖੋ, ਇਸ ਨੂੰ ਤੁਸੀਂ ਹੁਣ ਥੋੜੀ ਦੇਰ ਬਾਅਦ ਮੈਂ ਤੁਹਾਡਾ ਰਿਐਕਸ਼ਨ ਮਹਿਸੂਸ ਕਰੂੰਗਾ ਕਿ ਤੁਸੀਂ ਖੁਦ ਮੰਨੋਗੇ ਕਿ ਹਾਂ ਇਹ ਵਿਸ਼ਾ ਸਾਨੂੰ ਇਸ ਤਰ੍ਹਾਂ ਦੇ ਨਾਲ ਪ੍ਰੈਜ਼ੈਂਟ ਨਹੀਂ ਕੀਤਾ ਗਿਆ। ਤੇ ਜਦੋਂ ਇਹ ਪ੍ਰੈਜੈਂਟੇਸ਼ਨ 'ਚ ਤੁਸੀਂ ਆਓਗੇ ਦੇਖੋਗੇ ਤੁਹਾਨੂੰ ਇਹੀ ਸਾਇੰਸ ਹੈ ਜਿਹੜੀ ਬੜੀ ਇੰਟਰਸਟਿੰਗ ਲੱਗਣ ਲੱਗ ਜੂਗੀ। ਇਹੀ ਮੈਥਮੈਟਿਕਸ ਤੁਸੀਂ ਕਹੋਗੇ ਸਰ ਇਹ ਜੀ ਇੱਕ ਚੀਜ਼ ਹੋਰ ਕਰਾਓ ਜੀ, ਤੇ ਆਪਾਂ ਹੁਣੇ ਕਰਦੇ ਹਾਂ। ਤੇ ਮੈਨੂੰ 10-15 ਬਿਲਕੁਲ ਬਿਲਕੁਲ ਜ਼ਰੂਰ ਤੁਸੀਂ ਆਪਣੀ ਲੈਬ ਜ਼ਰੂਰ ਕਰੋ। ਤਾਂ ਤੁਸੀਂ ਦੇਖੋ ਕਿ 10 ਤੋਂ 15 ਮਿੰਟ ਦੇ ਵਿੱਚ ਇਹ ਗੱਡੀ ਲੈਬ ਬਣ ਜਾਂਦੀ ਹੈ। ਇਸ ਗੱਡੀ ਨੂੰ ਲੈਬ ਦੇ ਵਿੱਚ ਤਬਦੀਲ ਕਰਨ ਦੇ ਲਈ ਤੁਹਾਨੂੰ ਕੋਈ ਲੱਖਾਂ ਰੁਪਏ ਖਰਚਣ ਦੀ ਲੋੜ ਨਹੀਂ ਹੈਗੀ। ਜਿਸ ਦਾ ਮਾਸਟਰ ਜੀ ਨੇ ਦੱਸਿਆ ਕਿ ਕੇਵਲ 10,000 ਰੁਪਏ ਦੇ ਨਾਲ ਉਹਨਾਂ ਨੇ ਸ਼ੁਰੂ ਕੀਤੀ ਸੀਗੀ ਲੈਬ ਤੇ ਉਹ 10,000 ਰੁਪਈਆ ਹੀ ਹਜੇ ਤੱਕ ਨਹੀਂ ਮੁੱਕਿਆ। ਤਾਂ ਤੁਸੀਂ ਦੇਖਿਆ ਸਕੂਲ ਦੇ ਗੇਟ ਤੋਂ ਐਂਟਰ ਹੋਣ ਤੋਂ 15 ਮਿੰਟ ਦੇ ਬਾਅਦ ਮਾਸਟਰ ਜੀ ਦੀ ਗੱਡੀ ਜਿਹੜੀ ਆ ਉਹ ਲੈਬ ਦੇ ਵਿੱਚ ਤਬਦੀਲ ਹੋ ਗਈ ਹੈ। ਤਾਂ ਹੁਣ ਮਾਸਟਰ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ। ਮਾਸਟਰ ਜੀ ਬੜਾ ਹੀ ਘੱਟ ਸਮਾਂ ਲੱਗਦਾ ਹੈ ਇਸ ਨੂੰ ਗੱਡੀ ਤੋਂ ਲੈਬ ਬਣਾਉਣ ਦੇ ਵਿੱਚ? ਬਿਲਕੁਲ ਬਿਲਕੁਲ, ਤੁਹਾਡੇ ਸਾਹਮਣੇ ਹੀ ਦੇਖੋ ਜੀ 10 ਤੋਂ 15 ਮਿੰਟਾਂ ਦੇ ਵਿੱਚ ਜਿਹੜਾ ਹੈ, ਕਿਉਂਕਿ ਇਸ ਦੇ ਵਿੱਚ ਵੀ ਅਸੀਂ ਸਾਇੰਸ ਦਾ ਯੂਜ਼ ਕੀਤਾ। ਇਹਨਾਂ ਦੇ ਪਿੱਛੇ ਅਸੀਂ ਮੈਗਨੇਟ ਲਗਾਏ ਹੋਏ ਆ, ਨਾ ਤਾਂ ਤੁਹਾਡੀ ਕਾਰ ਜਿਹੜੀ ਉਹ ਖਰਾਬ ਹੁੰਦੀ ਹੈ। ਦੂਸਰਾ ਇਹ ਮੈਗਨੇਟ ਦੇ ਨਾਲ ਹੀ ਜਿਹੜੀ ਫਲੈਕਸ ਹੈ ਬਸ ਜਸਟ ਇਹਦੇ ਨਾਲ ਹੀ ਸਟਿਕ ਹੋ ਜਾਣੀਆਂ ਨੇ। ਇਸੇ ਤਰ੍ਹਾਂ ਹੀ ਉਤਾਰ ਕੇ ਇਸ ਨੂੰ ਫੋਲਡ ਕਰ ਲੈਣਾ। ਕੱਲੀ ਚੀਜ਼ ਦੇ ਵਿੱਚ ਸਾਇੰਸ ਯੂਜ਼ ਕਰਦੇ ਹੋ ਤੁਸੀਂ? ਬਿਲਕੁਲ ਬਿਲਕੁਲ, ਸਾਇੰਸ ਦੇ ਨਾਲ ਹੀ ਹੈ ਜੀ ਸਾਰਾ ਕੁਝ, ਕਿਉਂਕਿ ਸਾਇੰਸ ਹੀ ਸਾਨੂੰ ਮਾਰਗਦਰਸ਼ਨ ਕਰ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ। ਚਾਹੇ ਕਿਹੋ ਜਿਹਾ ਮਰਜ਼ੀ ਸਮਾਂ ਆਵੇ ਤਾਂ ਸਾਇੰਸਦਾਨਾਂ ਨੇ, ਵਿਗਿਆਨੀਆਂ ਨੇ ਹੀ ਇਹ ਖੋਜਾਂ ਕਰਕੇ ਸਾਨੂੰ ਅੱਗੇ ਰਾਹ ਪਾਇਆ। ਤਾਂ ਸਾਇੰਸ ਤੇ ਵੀ ਆਵਾਂਗੇ, ਪਰ ਮੈਂ ਪਹਿਲਾਂ ਤੁਹਾਡਾ ਇੱਥੇ ਪੜ੍ਹ ਰਿਹਾ, ਤੁਹਾਨੂੰ ਕਿੰਨੇ ਅਵਾਰਡਸ ਮਿਲੇ ਹੋਏ ਨੇ? ਇੱਕ ਆ ਤੁਸੀਂ ਆਪਣੇ ਇਹ ਗਣਿਤ ਦੇ ਜਿਹੜੇ ਆਹ ਸਾਰਾ ਕੁਝ ਲਿਖਿਆ, ਵਿਗਿਆਨ ਕੀ ਕਮਾਲ, ਇਹ ਸਾਰਾ ਕੁਝ ਸ਼ੁਰੂ ਕਿੱਥੋਂ ਹੋਇਆ? ਥੋੜਾ ਪਿਛੋਕੜ 'ਚ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਇਸ ਚੀਜ਼ ਤੇ, ਤਾਂ ਬਾਅਦ ਚ ਆਉਂਦੇ ਹਾਂ। ਇਹ ਸਾਰੇ ਦੀ ਸ਼ੁਰੂਆਤ ਕਿੱਥੋਂ ਹੋਈ? ਇਹ ਦੇਖੋ ਜੀ, ਕਿਸੇ ਟਾਈਮ ਦੇ ਉੱਤੇ ਮੈਂ
ਇੱਕ ਦੁਕਾਨ ਦੇ ਉੱਤੇ ਕੰਮ ਕਰਦਾ ਹੁੰਦਾ ਸੀ ਤੇ ਮੈਂ 2-2 ਰੁਪਏ ਦੇ ਦੀਵੇ ਵੇਚਦਾ ਹੁੰਦਾ ਸੀ। ਅੱਛਾ। ਤੇ ਸਟੋਵ ਠੀਕ ਕਰਨੇ ਮੇਰਾ ਕੀਤਾ ਸੀਗਾ ਤੇ ਮੈਂ ਸਟੋਵ ਆਪਣੇ ਹੱਥੀ ਠੀਕ ਕਰਦਾ ਸੀਗਾ ਤੇ ਲੋਕ ਆਂਦੇ ਸੀ ਮੇਰੇ ਕੋਲ ਸਟੋਵ ਠੀਕ ਕਰਾ ਕੇ ਲੈ ਕੇ ਜਾਂਦੇ ਸੀ। ਪਰ ਮੇਰੇ ਸਤਿਕਾਰਯੋਗ ਗਾਈਡ ਜੋ ਕਿ ਅੱਜਕੱਲ ਸੱਚਖੰਡ ਵਾਸੀ ਹੈ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰ ਕਲਾਂ ਵਾਲੇ, ਉਹਨਾਂ ਨੇ ਮੈਨੂੰ ਪ੍ਰੇਰਿਆ। ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਪੜ੍ਹਾਈ ਕਰ ਜਾ ਕੇ। ਮੈਂ ਕਿਹਾ ਜੀ ਮੈਨੂੰ ਪੜ੍ਹਾਈ ਕਰਨ ਦੀ ਲੋੜ ਨਹੀਂ, ਮੇਰੀ ਦੁਕਾਨ ਠੀਕ ਚੱਲ ਰਹੀ ਹੈ, ਮੈਂ ਸਟੋਵ ਠੀਕ ਕਰ ਲੈਣਾ, ਦੀਵੇ ਵੇਚ ਲੈਣਾ, ਤਾਂ ਮੈਨੂੰ ਹੋਰ ਕੀ ਚਾਹੀਦਾ। ਤਾਂ ਉਹਨਾਂ ਨੇ ਮੈਨੂੰ ਪੜ੍ਹਨ ਭੇਜਿਆ। ਮੈਨੂੰ ਜਦੋਂ ਮੈਂ DAV ਕਾਲਜ ਅਬੋਹਰ ਦੇ ਵਿੱਚ ਮੇਰਾ ਦਾਖਲਾ ਹੋਇਆ ਤਾਂ ਉਸ ਵਕਤ ਮੈਨੂੰ ਯਾਦ ਹੈ ਕਿ ਉਹ ਮੈਨੂੰ ਟਾਈਮ ਤੇ ਮੈਨੂੰ ਪ੍ਰੇਰਨਾ ਦਿੰਦੇ ਰਹੇ ਕਿ ਨਹੀਂ ਕਾਕੇ ਤੂੰ ਪੜ੍ਹ। ਤਾਂ ਮੈਂ ਆਪਣੀ ਪੜ੍ਹਾਈ ਸ਼ੁਰੂ ਕੀਤੀ। ਜਦੋਂ ਮੈਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਤਾਂ ਮੇਰਾ ਜਿਹੜਾ ਹੈਗਾ ਉਸ ਕਾਲਜ ਦੇ ਵਿੱਚ ਪਹਿਲਾ ਸਥਾਨ ਆਇਆ ਮੇਰਾ। ਅੱਛਾ। ਤੇ ਮੈਨੂੰ ਬੜਾ ਹੌਸਲਾ ਮਿਲਿਆ ਤੇ ਉਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਮੇਰਾ 14ਵਾਂ ਸਥਾਨ ਸੀ ਪੂਰੇ ਪੰਜਾਬ ਦੇ ਵਿੱਚੋਂ ਮੈਂ। ਤਾਂ ਮਤਲਬ ਉਸਨੇ ਮੈਨੂੰ ਇੰਨਾ ਉਤਸ਼ਾਹਿਤ ਕੀਤਾ ਕਿ ਮੇਰਾ ਇੱਕ ਜਿਹੜਾ ਰੀਅਲ ਸੈਂਸ ਦੇ ਵਿੱਚ ਮੇਰਾ ਗਾਈਡ ਮੈਨੂੰ ਮਿਲਿਆ, ਉਸਨੇ ਮੈਨੂੰ ਪ੍ਰੇਰਿਆ ਕਿ ਤੂੰ ਪੜ੍ਹਾਈ ਵਾਲੇ ਪਾਸੇ ਲੱਗ, ਤੂੰ ਆਪਣੀ ਦੁਕਾਨ ਨੂੰ ਛੱਡ ਦੇ। ਤਾਂ ਉੱਥੋਂ ਜੇ ਮੈਂ ਹੁਣ ਸੋਚਦਾ ਵੀ ਨਹੀਂ ਮੈਂ ਨਾ ਛੱਡਦਾ ਤਾਂ ਸ਼ਾਇਦ ਅੱਜ ਮੈਂ ਦੀਵੇ ਵੇਚਦੇ ਹੋਣਾ ਸੀ, ਸਟੋਵ ਠੀਕ ਕਰਦੇ ਹੋਣਾ ਸੀ। ਲੇਕਿਨ ਉੱਥੋਂ ਉਹਨਾਂ ਨੇ ਮੈਨੂੰ ਪੜ੍ਹਾਈ ਕਰਾਈ। ਉਸ ਤੋਂ ਬਾਅਦ ਫਿਰ ਮੈਂ MSc ਕੰਪਿਊਟਰ ਸਾਇੰਸ 'ਚ ਕੀਤੀ, ਫਿਰ MSc ਫਿਜ਼ਿਕਸ 'ਚ ਕੀਤੀ, ਫਿਰ ਮੈਂ MPhil ਕੀਤੀ, ਫਿਰ PhD ਕਰ ਲਈ। ਤਾਂ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਰੀਆਂ ਦੀਆਂ ਸਾਰੀਆਂ ਇੱਕ ਗਾਈਡ ਤੋਂ ਬਿਨਾ ਸੰਭਵ ਨਹੀਂ ਹੋ ਸਕਦੀਆਂ। ਤੇ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਰਹੀ ਕਿ ਹਰ ਟਾਈਮ ਦੇ ਉੱਤੇ ਜਦੋਂ ਵੀ ਪੜ੍ਹਾਈ ਦੇ ਵਿੱਚ ਜਾਣਾ ਤਾਂ ਪੜ੍ਹਾਈ ਦੇ ਵਿੱਚ ਅਵਲ ਹੀ ਆਣਾ, ਮਤਲਬ ਪਹਿਲੇ ਦਰਜੇ ਤੇ ਆਣਾ। ਤਾਂ ਮੈਨੂੰ ਹੁਣ ਕਾਲਜ ਦਾ ਤੁਸੀਂ ਸਮਾਂ ਯਾਦ ਕਰਾਤਾ, ਜਦੋਂ ਮੈਂ ਗਵਰਨਮੈਂਟ ਰਬਦਮਨ ਕਾਲਜ 90 ਦੇ ਵਿੱਚ ਪੜ੍ਹਾਈ ਕਰਿਆ ਕਰਦਾ ਸੀ ਤਾਂ ਉਸ ਵਕਤ ਮੈਂ ਆਪਣੀ ਜੇਬ ਦੇ ਪਿੱਛੇ 5 ਪੈਨ ਤਿਆਰ ਕਰਕੇ ਰੱਖੇ ਹੁੰਦੇ ਸੀ ਤੇ ਉਹਨਾਂ ਪੈਨਾਂ ਨੂੰ ਮੈਂ ਥੋੜਾ ਚਲਾ ਕੇ ਰੱਖਦਾ ਸੀ ਕਿ ਕਿਤੇ ਪੇਪਰ ਦੇ ਵਿੱਚ ਖੜ ਨਾ ਜਾਵੇ ਕੋਈ ਪੈਨ ਮੇਰਾ। ਤਾਂ ਉਹ 5 ਪੈਨ ਮੇਰੇ ਪਿੱਛੇ ਜਿਵੇਂ ਮਤਲਬ ਵੀ ਪਿਸਟਲ ਦੇ ਵਿੱਚ ਗੋਲੀਆਂ ਪਾਈਆਂ ਹੁੰਦੀਆਂ ਉਹ ਤਿਆਰ ਹੁੰਦੇ ਸੀ ਤੇ ਉਹ ਲਿਖਦੇ ਹੁੰਦੇ ਸੀ ਅਸੀਂ। ਤਾਂ ਮੈਨੂੰ ਯਾਦ ਹੈ ਅੱਜ ਵੀ 150 ਦੇ ਵਿੱਚੋਂ 148 ਨੰਬਰ ਮੇਰੇ ਮੈਥਮੈਟਿਕਸ ਦੇ ਵਿੱਚ ਆਏ ਸੀ। ਤੇ ਉੱਥੋਂ ਅਸੀਂ ਜਿਹੜਾ ਸਫ਼ਰ ਹੈ ਇਹ ਜਿਹੜਾ ਚੱਲਦਾ ਇਸ ਤਰ੍ਹਾਂ ਰੁਝਾਨ ਜਿਹੜਾ ਬਣਦਾ ਗਿਆ ਔਰ ਮਾਤਾ ਪਿਤਾ ਦੇ ਸੰਸਕਾਰ ਮਿਲੇ ਔਰ ਉਹਨਾਂ ਨੇ ਮੈਨੂੰ ਪ੍ਰੇਰਿਆ ਹਰ ਵਕਤ। ਮੇਰੀ ਵੱਡੀ ਭੈਣ ਪਰਮਿੰਦਰ ਕੌਰ ਉਹ ਸਾਇੰਸ ਟੀਚਰ ਸੀਗੇ, ਰਿਟਾਇਰ ਹੋਏ, ਉਹਨਾਂ ਨੇ ਮੈਨੂੰ ਬੜਾ ਪ੍ਰੇਰਨਾ ਦਿੱਤੀ ਕਿ ਹਾਂ ਤੂੰ ਇਧਰਲੇ ਪਾਸੇ ਰੁਝਾਨ ਲੈ। ਤੇ ਅੱਜ ਫਿਰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸੇ ਸਮੇਂ ਤੁਸੀਂ ਦੱਸਿਆ ਕਿ ਸਟੋਵ ਠੀਕ ਕਰਦੇ ਹੁੰਦੇ ਸੀ ਤੇ ਅੱਜ ਇੰਨੇ ਅਵਾਰਡ ਮਿਲੇ ਹੋਏ ਤੇ ਅੱਜ ਦੁਨੀਆ ਤੁਹਾਨੂੰ ਦੇਖ ਰਹੀ ਹੈ ਤੇ ਤੁਹਾਡੀ ਪ੍ਰਸ਼ੰਸਾ ਕਰ ਰਹੀ ਹੈ? ਨਹੀਂ, ਇਹ ਅਵਾਰਡ ਐਕਚੁਅਲੀ ਮੈਨੂੰ ਨਹੀਂ ਮਿਲੇ ਹੈਗੇ, ਇਹ ਇਸ ਕੰਮ ਨੂੰ ਮਿਲੇ ਆ, ਇਸ ਪੜ੍ਹਾਈ ਨੂੰ ਮਿਲੇ ਆ। ਕਿਉਂਕਿ ਮੈਂ ਤਾਂ ਹਰ ਵਕਤ ਇਹ ਕਹਿੰਦਾ ਵੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ, ਮੈਂ ਤਾਂ ਇੱਕ ਇਹਨਾਂ ਸਾਧਨਾਂ ਨੂੰ ਵਰਤਣ ਵਾਲਾ ਇੱਕ ਆਮ ਜਿਹਾ ਇਨਸਾਨ ਆ। ਕਿਉਂਕਿ ਇਹ ਸਾਧਨ ਜਿਨ੍ਹਾਂ ਨੇ ਬਣਾਏ, ਜੇ ਅਸੀਂ ਅੱਜ ਗੱਲ ਕਰੀਏ ਨਿਊਟਨ ਦੀ ਗੱਲ ਕਰੀਏ, ਆਰਕੀਮੀਡੀਜ਼ ਦੀ ਗੱਲ ਕਰੀਏ, ਸਰ CV ਰਮਨ ਦੀ ਗੱਲ ਕਰੀਏ, ਜਗਦੀਸ਼ ਚੰਦਰ ਬੋਸ ਦੀ ਗੱਲ ਕਰੀਏ ਜਿਨ੍ਹਾਂ ਦੀਆਂ ਮੈਂ ਜੀਵਨੀਆਂ ਪੜ੍ਹੀਆਂ ਤੇ ਉਹਨਾਂ ਤੋਂ ਪ੍ਰਭਾਵਿਤ ਹੋਇਆ, ਗੌਸ ਦੀ ਗੱਲ ਕਰੀਏ, ਸ੍ਰੀਨਿਵਾਸਨ ਰਾਮਾਨੁਜਨ ਦੀ ਗੱਲ ਕਰੀਏ, ਮਤਲਬ ਉਹਨਾਂ ਦੇ ਪਿਛੋਕੜ ਕੀ ਸੀ। ਸਾਡੇ ਕਲਾਮ ਸਾਹਿਬ ਅੱਜ ਤੁਸੀਂ ਦਿਖਾਉਂਦੇ ਹੋ, ਉਹਨਾਂ ਨੂੰ ਵੀ ਉਹਨਾਂ ਦਾ ਇੱਕ ਛੋਟਾ ਜਿਹਾ ਘਰ ਸੀ। ਮਤਲਬ ਉਹ ਗੱਲਾਂ ਨੇ ਪ੍ਰੇਰਿਆ। ਮੈਂ ਸੋਚਦਾ ਹੁੰਨਾ ਔਰ ਬੱਚਿਆਂ ਨੂੰ ਆਪਣੇ ਨੂੰ ਦੱਸਦਾ ਕਿ ਉਹ ਸਮਾਂ ਯਾਦ ਕਰੋ ਬੱਚਿਓ ਜਦੋਂ ਇਹ ਸਮਾਨ ਵੀ ਨਹੀਂ ਸੀਗਾ ਤੇ ਉਹਨਾਂ ਨੇ ਖੋਜਾਂ ਕੀਤੀਆਂ ਸੀ। ਇਹ ਇੱਕ ਪ੍ਰਕਾਸ਼ ਜਿਹੜਾ ਸੂਰਜ ਤੋਂ ਕਿਰਨਾਂ ਆ ਰਹੀਆਂ ਉਹਦੇ ਵਿੱਚ ਦੱਸ ਦੇਣਾ ਵੀ ਇਹ ਕੱਲੀ ਸਫੈਦ ਪ੍ਰਕਾਸ਼ ਨਹੀਂ ਹੈ, ਇਹਦੇ 'ਚ 7 ਰੰਗ ਮਿਲੇ ਹੋਏ ਹੈ। ਉਹ ਨਿਊਟਨ ਨੂੰ ਸਲੂਟ ਹੈ। ਤਾਂ ਉਹਨਾਂ ਵਿਗਿਆਨੀਆਂ ਨੇ ਜਿਹੜੇ ਕਾਰਨਾਮੇ ਕੀਤੇ, ਮੈਂ ਤਾਂ ਸਿਰਫ ਉਹ ਕਾਰਨਾਮਿਆਂ ਨੂੰ ਸਿਰਫ ਬੱਚਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਕੋਈ ਵੀ ਮੇਰਾ ਬੱਚਾ ਜਿਹੜਾ ਵਿਗਿਆਨ ਤੋਂ ਜਾਂ ਗਣਿਤ ਤੋਂ ਵਾਂਝਾ ਨਾ ਰਹਿ ਜੇ, ਇਸ ਗੱਲੋਂ ਨਾ ਰਹਿ ਜੇ ਕਿ ਹਾਂ ਬੜਾ ਔਖਾ ਗਣਿਤ ਵਿਸ਼ਾ ਬੜਾ ਔਖਾ ਹੈ ਜੀ, ਸਾਇੰਸ ਬੜਾ ਔਖਾ ਹੈ। ਨਹੀਂ, ਅੱਜ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਜਿਹੜੇ ਪ੍ਰਯੋਗ ਦਿਖਾਣੇ ਆ, ਜਿਹੜੇ ਤੁਹਾਨੂੰ ਮੈਥਮੈਟਿਕਸ ਦੀਆਂ ਚੀਜ਼ਾਂ ਦਿਖਾਣੀਆਂ, ਉਹਦੇ ਵਿੱਚ ਤੁਸੀਂ ਮਹਿਸੂਸ ਕਰੋਗੇ ਵੀ ਹਾਂ ਇੰਨਾ ਆਸਾਨ ਸੀਗਾ, ਇਹ ਅਸੀਂ ਪਹਿਲਾਂ ਕਿਉਂ ਨਹੀਂ ਪੜ੍ਹੇ। ਕਿਉਂਕਿ ਅੱਜ ਵੀ ਜਦੋਂ ਬੱਚੇ ਮਿਲਦੇ ਆ ਨਾ ਤੇ ਕਈ ਵਾਰੀ ਕਹਿ ਦਿੰਦੇ ਆ, ਹੁਣ ਮੈਂ ਆਪਣੇ ਮੂੰਹ ਤੋਂ ਤੁਹਾਨੂੰ ਉਹ ਲਫ਼ਜ਼ ਕਹਿ ਕੇ ਸੁਣਾਉਣ ਦੀ ਇੱਛਾ ਜ਼ਾਹਰ ਕਰ ਰਿਹਾ ਕਿ ਉਹ ਕਹਿੰਦੇ ਆ ਕਿ ਸਰ ਜੇ ਤੁਸੀਂ ਕਿਤੇ ਪਹਿਲਾਂ ਮਿਲੇ ਹੁੰਦੇ ਨਾ ਤਾਂ ਅਸੀਂ ਸਾਇੰਸ ਪੜ੍ਹ ਰਹੇ ਹੁੰਦੇ। ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਹਾਂ ਮੈਂ ਤਾਂ ਕੁਝ ਵੀ ਨਹੀਂ ਕਰ ਰਿਹਾ, ਲੇਕਿਨ ਮੈਂ ਉਹਨਾਂ ਨੂੰ ਇੱਕ ਸੇਧ ਦੇ ਰਿਹਾ। ਤਾਂ ਇਸ ਸੇਧ ਦੇ ਨਾਲ ਜੇ ਮੇਰੇ ਸਮਾਜ ਦਾ ਭਲਾ ਹੋ ਰਿਹਾ, ਮੇਰਾ ਦੇਸ਼ ਅੱਗੇ ਜਾ ਰਿਹਾ, ਮੇਰੀ ਕੌਮ ਅੱਗੇ ਜਾ ਰਹੀ ਹੈ, ਤਾਂ ਮੈਨੂੰ ਫਖਰ ਮਹਿਸੂਸ ਹੋਊਗਾ। ਬਚਪਨ 'ਚ ਪਹਿਲਾਂ ਕਦੀ ਪੜ੍ਹਾਈ ਤੋਂ ਭੱਜੇ ਸੀਗੇ ਜਿਸ ਤਰ੍ਹਾਂ ਛੋਟੇ ਹੁੰਦੇ ਆ? ਪੜ੍ਹਾਈ ਤੋਂ ਇਸ ਤਰ੍ਹਾਂ ਕਿ ਨਹੀਂ ਮੈਂ ਨਹੀਂ ਪੜ੍ਹਨਾ, ਖੇਡਾਂ ਦੇ ਵਿੱਚ ਬੜਾ ਸ਼ੌਂਕ ਹੋਇਆ ਕਰਦਾ ਸੀਗਾ। ਮੈਨੂੰ ਯਾਦ ਹੈ ਕਿ ਇੱਕ ਵਾਰੀ ਮੈਂ ਪੇਪਰ ਸੀ, ਮੇਰਾ ਕੈਮਿਸਟਰੀ ਦਾ ਪੇਪਰ ਸੀਗਾ ਤੇ ਉਸ ਵਕਤ ਮੈਂ ਮਾਤਾ ਜੀ ਨੂੰ ਕਹਿ ਕੇ ਚਲਾ ਗਿਆ ਕਿ ਮੈਂ ਆਪਣੇ ਦੋਸਤ ਦੇ ਘਰੇ ਪੜਨ ਚੱਲਿਆ। ਤੇ ਮੇਰੇ ਮਾਤਾ ਜੀ ਨੂੰ ਤਾਂ ਫਿਰ ਪਤਾ ਹੀ ਸੀਗਾ ਮੇਰਾ ਵੀ ਪੜਨ ਗਿਆ ਕਿ ਖੇਡਣ ਗਿਆ। ਤਾਂ ਉਹਨਾਂ ਨੇ ਜਾ ਕੇ ਮੈਨੂੰ ਗਰਾਊਂਡ ਦੇ ਵਿੱਚੋਂ ਕੰਨ ਤੋਂ ਫੜ ਕੇ ਲਿਆਂਦਾ ਵੀ ਤੇਰਾ ਕੱਲ ਨੂੰ ਪੇਪਰ ਹੈ ਤੇ ਤੂੰ ਇੱਥੇ ਖੇਡਦਾ ਫਿਰਦਾ। ਤਾਂ ਮੇਰੇ ਉਹ ਥੱਪੜ ਅੱਜ ਤੱਕ ਯਾਦ ਹੈ। ਮੇਰੇ ਖਿਆਲ ਤੇ ਮਾਤਾ ਪਿਤਾ ਦੇ ਉਹ ਥੱਪੜ ਪਏ ਹੋਏ ਜਿਹੜੇ ਹੈ ਉਹ ਸਾਨੂੰ ਕਿਤੇ ਨਾ ਕਿਤੇ ਬਹੁਤ ਦੂਰ ਤੱਕ ਪਹੁੰਚਾ ਦਿੰਦੇ ਆ। ਔਰ ਉਹਨਾਂ ਮਾਤਾ ਪਿਤਾ ਦਾ ਐਡਾ ਵੱਡਾ ਹੱਥ ਹੈ ਕਿ ਉਹਨਾਂ ਨੇ ਸਾਨੂੰ ਜੇ ਸੇਧ ਨਾ ਦਿੱਤੀ ਹੁੰਦੀ ਸ਼ਾਇਦ ਅਸੀਂ ਰੁਲ ਰਹੇ ਹੁੰਦੇ। ਮੈਨੂੰ ਯਾਦ ਹੈ ਵੀ ਮੇਰੇ ਪਿਤਾ ਜੀ ਕੋਲ ਇੱਕ ਸਾਈਕਲ ਜਿਹਾ ਹੁੰਦਾ ਸੀਗਾ,
ਉਹਦੇ ਅੱਗੇ ਟੋਕਰੀ ਲੱਗੀ ਹੁੰਦੀ ਸੀ ਜਿਸ ਤੇ ਅਸੀਂ ਸਾਈਕਲ ਚਲਾਉਣਾ ਸਿੱਖਿਆ, ਫਿਰ ਅਸੀਂ ਇੱਕ ਮੋਪੜ ਲੈ ਲਈ, ਫਿਰ ਅਸੀਂ ਸਕੂਟਰ ਤੇ ਆ ਗਏ, ਤੇ ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜੇ ਅਸੀਂ ਇਹ ਪੜ੍ਹਾਈ ਕੀਤੀ ਹੈ ਤਾਂ ਕਾਰਾਂ ਦੇ ਵਿੱਚ ਘੁੰਮ ਰਹੇ ਹਾਂ। ਤਾਂ ਚਲੋ ਹੁਣ ਆਪਾਂ ਥੋੜੇ ਪ੍ਰਯੋਗ ਵੀ ਤੁਹਾਡੇ ਦੇਖੀਏ, ਤੁਹਾਡੇ ਬਾਰੇ ਤਾਂ ਜਾਣਕਾਰੀ ਲੈ ਲਈ ਕਿ ਕਿੱਥੋਂ ਤੁਸੀਂ ਸ਼ੁਰੂ ਕੀਤੀ, ਤਾਂ ਹੁਣ ਇਹ ਸਭ ਦੀ ਤੁਸੀਂ ਦੱਸੋ ਕਿ ਕੀ ਇਹ ਚੀਜ਼ ਹੈ, ਕੀ ਹੈ ਤੁਹਾਡੀ ਸਾਇੰਸ ਲੈਬ? ਇਹ ਸਾਇੰਸ ਲੈਬ ਮੈਂ ਚਲਦੀ ਫਿਰਦੀ ਇਸ ਲਈ ਬਣਾਈ ਕਿ ਮੈਨੂੰ ਵੱਖਰੇ ਤੌਰ ਦੇ ਉੱਤੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਇਹ ਨਾ ਕਹਿਣਾ ਪਵੇ ਕਿ ਹਾਂ ਵੀ ਤੁਸੀਂ ਸਾਇੰਸ ਪੜ੍ਹੋ, ਸਾਇੰਸ ਬੜੀ ਸੌਖੀ ਹੈ, ਪਰ ਮੈਂ ਉਹਨਾਂ ਨੂੰ ਕਹਾਂ ਸਿਖਾਵਾਂ ਤੇ ਉਹ ਖੁਦ ਕਹਿਣ ਕਿ ਵਾਕਈ ਸਰ ਸਾਇੰਸ ਬੜੀ ਸੌਖੀ ਹੈ, ਅਸੀਂ ਸਾਇੰਸ ਪੜ੍ਹਨਾ ਚਾਹੁੰਦੇ ਹਾਂ। ਪਰ ਆਮ ਤੌਰ ਤੇ ਕਹਿੰਦੇ ਕਿ ਸਾਇੰਸ ਬੜੀ ਔਖੀ ਹੈ, ਮੈਂ ਖੁਦ ਸਾਇੰਸ ਮੈਥ ਤੋਂ ਭੱਜਦਾ ਰਿਹਾ, ਨਹੀਂ ਮੈਂ ਇਸੇ ਕਰਕੇ ਆਰਟਸ ਲਈ ਕਿ ਮੇਰੇ ਤੋਂ ਮੈਥਸ ਨਹੀਂ ਹੁੰਦਾ। ਮੈਂ ਵਾਅਦਾ ਕਰਦਾ ਤੁਹਾਡੇ ਨਾਲ ਔਰ ਇਸ ਗੱਲ ਦਾ ਦਾਅਵਾ ਵੀ ਕਰ ਲੈਣਾ ਕਿ ਆਹ ਸ਼ੋਅ ਤੋਂ ਬਾਅਦ ਤੁਸੀਂ ਕਹੋਗੇ ਵੀ ਮੈਂ ਵੀ ਸਾਇੰਸ ਮੈਥ ਹੀ ਪੜ੍ਹਨਾ ਸੀ। ਆਪਾਂ ਹੁਣੇ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਾਂਗੇ ਤੇ ਉਸ ਦੇ ਵਿੱਚ ਤੁਸੀਂ ਦੇਖੋਗੇ ਕਿ ਹਾਂ ਵੀ ਸਾਇੰਸ ਔਰ ਮੈਥਮੈਟਿਕਸ ਹੈ ਜਿਹੜਾ ਇੱਕ ਵੰਡਰਫੁਲ ਸਬਜੈਕਟ ਹੈ। ਮੈਂ ਇੱਥੇ ਗੱਲ ਸ਼ੁਰੂ ਕਰੂੰਗਾ ਅੱਜ ਸਾਡੇ ਸ੍ਰੀ ਨਿਵਾਸਨ ਰਾਮਾਨੁਜਨ ਜੀ, ਜਿਹੜੇ ਇੱਕ ਬਹੁਤ ਵੱਡੇ ਮਹਾਨ ਵਿਗਿਆਨੀ ਹੋਏ, ਸਿਰਫ 32 ਸਾਲ ਜਿਉਂਦੇ ਰਹੇ ਇਸ ਸੰਸਾਰ ਦੇ ਵਿੱਚ, ਲੇਕਿਨ ਜਦੋਂ ਉਹ ਗੱਲਾਂ ਬਾਤਾਂ ਕਰਦੇ ਆ ਤਾਂ ਉਹ ਗੱਲ ਕਰਦੇ ਆ ਕਿ ਕਿਸੇ ਚੀਜ਼ ਦੀ ਪਾਵਰ ਨੂੰ ਜੇ ਜ਼ੀਰੋ ਕਰ ਦਈਏ ਤਾਂ ਉਹ 1 ਹੋ ਜਾਂਦਾ, ਤਾਂ ਉਹ ਉਸ ਨੂੰ ਪ੍ਰਮਾਤਮਾ ਦੇ ਨਾਲ ਜੋੜ ਦਿੰਦੇ ਆ। ਆਇਨਸਟਾਈਨ ਦੀ ਗੱਲ ਕਰਦੇ ਆ ਤਾਂ ਆਇਨਸਟਾਈਨ ਉਸ ਨੂੰ ਨੇਚਰ ਦੇ ਨਾਲ ਜੋੜ ਦਿੰਦਾ, ਕਹਿੰਦਾ ਜਿਵੇਂ ਜਿਵੇਂ ਮੈਂ ਪੜ੍ਹਾਈ ਕਰੀ ਜਾਂਦਾ ਸਾਇੰਸ ਦੀ, ਉਵੇਂ ਮੇਰਾ ਧਰਮ 'ਚ ਵਿਸ਼ਵਾਸ ਵਧੀ ਜਾਂਦਾ। ਤੇ ਅੱਜ ਕੱਲ ਇਹ ਗੱਲ ਅਸੀਂ ਇਹ ਬਣਾ ਦਿੱਤੀ ਹੋਈ ਹੈ ਕਿ ਧਰਮ ਤੇ ਸਾਇੰਸ ਦੀ ਕੰਟਰਾਡਿਕਸ਼ਨ ਹੈ, ਨਹੀਂ, ਲੇਕਿਨ ਐਸਾ ਨਹੀਂ ਹੈ। ਦੇਖੋ ਸਾਇੰਸ, ਇਹ ਲਿਖਿਆ ਹੋਇਆ ਕਿਤਾਬਾਂ ਦੇ ਵਿੱਚ ਕਿ ਵਾਟ ਇਜ਼ ਸਾਇੰਸ, ਵਾਟ ਇਜ਼ ਫਿਜ਼ਿਕਸ। ਸਾਇੰਸ ਔਰ ਫਿਜ਼ਿਕਸ ਇਜ਼ ਦਾ ਸਟੱਡੀ ਆਫ ਨੇਚਰ ਐਂਡ ਨੈਚੁਰਲ ਫਿਨੋਮੇਨਾ। ਹੁਣ ਨੈਚੁਰਲ ਫਿਨੋਮੇਨਾ ਤਾਂ ਨਹੀਂ ਨਾ ਅਸੀਂ ਬਣਾਏ, ਅਸੀਂ ਤਾਂ ਉਹਨਾਂ ਨੂੰ ਸਟੱਡੀ ਕਰ ਰਹੇ ਹਾਂ, ਪੜ੍ਹ ਰਹੇ ਹਾਂ ਕਿ ਇਹ ਸਾਰਾ ਕੁਝ ਹੈ ਕੀ। ਇੱਕ ਕੋਈ ਪੋਲ ਗੱਡਣਾ ਹੋਵੇ ਤਾਂ ਮੈਨੂੰ ਮਤਲਬ ਵੀ ਉਹਦੀ ਸਪੋਰਟ ਦੇ ਵਿੱਚ ਜਾਂ ਤਾਂ ਡੂੰਘਾ ਟੋਆ ਪੱਟਣਾ ਪੈਂਦਾ ਜਾਂ ਉਹਨੂੰ ਮੈਂ ਰੱਸੀ ਬੰਨਣੀ ਪੈਂਦੀ ਹੈ, ਪਰ ਆਹ ਸਰੀਰ ਤਾਂ ਇਸ ਤਰ੍ਹਾਂ ਹੀ ਖੜ ਜਾਂਦਾ, ਆਹ ਦਰਖਤ ਤਾਂ ਇਸ ਤਰ੍ਹਾਂ ਹੀ ਖੜੇ ਹੋ ਜਾਂਦੇ ਆ। ਲੇਕਿਨ ਇਹ ਚੀਜ਼ ਨੂੰ ਸਮਝਣਾ ਤੇ ਉਹਨਾਂ ਵਿਗਿਆਨੀਆਂ ਨੇ ਸਾਨੂੰ ਸਮਝਾਇਆ, ਤੇ ਉਸ ਵਿਗਿਆਨੀ ਨੂੰ ਸਲਾਮ ਹੈ ਜਿਸ ਨੇ ਸਾਨੂੰ ਇਹ ਦੱਸਿਆ ਕਿ ਜਦੋਂ ਮਨੁੱਖ ਆਪਣੀ ਪਾਵਰ 0 ਸਮਝਦਾ ਤਾਂ ਉਹ 1 ਦੇ ਬਰਾਬਰ ਹੋ ਜਾਂਦਾ। ਆਓ ਮੈਂ ਤੁਹਾਨੂੰ ਬੋਰਡ ਤੇ ਇਸ ਗੱਲ ਦਾ ਖੁਲਾਸਾ ਕਰਨਾ ਚਾਹੂੰਗਾ ਕਿ ਇਹ ਬੋਰਡ ਵੀ ਮੈਂ ਆਪਣੇ ਨਾਲ ਹੀ ਰੱਖਦਾ ਕਿਉਂਕਿ ਮੈਥਮੈਟਿਕਸ ਜਿਹੜਾ ਹੈ ਬੋਰਡ ਦੇ ਬਿਨਾ ਸੰਭਵ ਨਹੀਂ ਹੁੰਦਾ। ਤੇ ਚੌਕ ਤੇ ਬੋਰਡ ਤੇ ਜਿਵੇਂ ਕਲਾਮ ਸਾਹਿਬ ਨੇ ਦੱਸਿਆ ਸੀਗਾ ਕਿ ਇਹ 2 ਹੀ ਰੰਗ ਹੈ, ਇੱਕ ਬਲੈਕ ਤੇ ਇੱਕ ਵਾਈਟ, ਇਹਨਾਂ ਦਾ ਕੰਬੀਨੇਸ਼ਨ ਹੈ ਜਿਹੜਾ ਬੱਚਿਆਂ ਦੀ ਜ਼ਿੰਦਗੀ ਨੂੰ ਬਦਲ ਦਿੰਦਾ। ਤਾਂ ਹੁਣ ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਐਨੀਥਿੰਗ ਰੇਜ਼ ਟੂ ਪਾਵਰ 0 ਜਦੋਂ ਅਸੀਂ ਲਿਖਦੇ ਹਾਂ 1 ਹੋ ਜਾਂਦਾ, x ਦੀ ਪਾਵਰ 0 ਲਿਖਾਂਗੇ ਉਹ ਵੀ 1 ਹੋ ਜਾਊਗਾ। ਤਾਂ ਉਹ ਵਿਗਿਆਨੀ ਸਾਡਾ ਗਣਿਤ ਸ਼ਾਸਤਰੀ ਸੀ ਜਿਹੜਾ, ਉਹ ਕਹਿੰਦਾ ਕਿ ਕਿਸੇ ਵੀ ਚੀਜ਼ ਦੀ ਸ਼ਕਤੀ 0 ਕਰ ਦਈਏ ਤਾਂ ਉਹ 1 ਹੋ ਜਾਂਦਾ। ਇੱਕ ਵੱਖਰਾ ਵਿਸ਼ਾ ਵੀ ਇਹ 1 ਕਿਵੇਂ ਹੁੰਦਾ ਪ੍ਰੂਫ ਕਰਕੇ ਦਿਖਾ ਦਿੰਦੇ ਆ ਬਕਾਇਦਾ। ਲੇਕਿਨ ਇੱਥੇ ਮੈਂ ਉਸ ਗਣਿਤ ਸ਼ਾਸਤਰੀ ਦੀ ਗੱਲ ਕਰਦਾ, ਉਹ ਕਹਿੰਦਾ ਜੇ ਮਨੁੱਖ ਆਪਣੀ ਪਾਵਰ ਨੂੰ 0 ਸਮਝੇ, ਠੀਕ ਹੈ, ਐ ਨਾ ਸਮਝੇ ਮੈਂ ਬਹੁਤ ਵੱਡਾ ਬਣ ਗਿਆ, ਮੈਂ ਆ ਬਣ ਗਿਆ ਨਾ, ਜੇ ਉਹ ਆਪਣੀ ਪਾਵਰ ਨੂੰ 0 ਸਮਝਦਾ ਹੈ ਤਾਂ ਉਹ ਕਿਹਦੇ ਕੋਲ ਹੋ ਜਾਂਦਾ, ਨੇੜੇ ਹੋ ਜਾਂਦਾ, ਰੱਬ ਦੇ ਨੇੜੇ ਹੋ ਜਾਂਦਾ। ਕਿਉਂਕਿ ਅਸੀਂ ਇਹ ਵੀ ਪੜਿਆ ਗੋਡ ਇਜ਼ 1, ਬਿਲਕੁਲ। ਲੇਕਿਨ ਇੱਥੇ ਮੈਂ ਇੱਕ ਇਹ ਵੀ ਤਰਕ ਦਿੰਦਾ ਹੁੰਨਾ ਕਿ ਗੋਡ ਇਜ਼ 1 ਕਹਿਣ ਨਾਲੋਂ ਜੇ ਅਸੀਂ ਇਹ ਗੱਲ ਕਹੀਏ ਨਾ ਗੋਡ ਇਜ਼ ਯੂਨੀਕ ਤਾਂ ਉਹ ਜ਼ਿਆਦਾ ਵਧੀਆ ਹੋਊਗਾ। ਕਿਉਂਕਿ ਯੂਨੀਕ ਚੀਜ਼ ਉਹ ਹੋਇਆ ਕਰਦੀ ਹੈ ਜਿਹੜੀ ਕਿ ਇੱਕ ਤੇ ਸਿਰਫ ਇੱਕ ਹੁੰਦੀ ਹੈ। ਬਿਲਕੁਲ। 1 ਤਾਂ ਕੁਝ ਵੀ ਹੋ ਸਕਦਾ, 1 ਪੈਨਸਲ ਵੀ ਹੋ ਸਕਦੀ ਹੈ, 1 ਪੈਨ ਵੀ ਹੋ ਸਕਦਾ, 1 ਕਾਉ, ਮਤਲਬ, ਲੇਕਿਨ ਯੂਨੀਕ ਕੀ ਹੁੰਦਾ ਹੈ? ਯੂਨੀਕ 1 ਐਂਡ ਓਨਲੀ 1 ਐਂਡ ਦੈਟ ਇਜ਼ ਸਮਥਿੰਗ ਐਲਸ ਹੂ ਹੈਜ਼ ਕ੍ਰੀਏਟਡ ਅਸ ਆਲਮਾਈਟੀ। ਠੀਕ ਹੈ ਜੀ। ਤਾਂ ਹੁਣ ਮੈਂ ਉੱਥੇ ਯਾਦ ਕਰਦਾ ਕਿ ਸਾਡੇ ਗੁਰੂ, ਸਿੱਖਾਂ ਦੇ ਪਹਿਲੇ ਗੁਰੂ, ਜਗਤ ਗੁਰੂ, ਸਾਰਿਆਂ ਦੇ ਗੁਰੂ, ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪੜ੍ਹਨ ਪਾਇਆ ਨਾ ਤਾਂ ਉਹਨਾਂ ਨੂੰ ਕਹਿੰਦੇ ਜੀ 1 ਲਿਖੋ, ਤਾਂ ਉਹਨਾਂ ਨੇ 1 ਲਿਖਤਾ। ਬੱਚਿਆਂ ਨੂੰ ਕਹਿੰਦੇ ਜੀ ਫੱਟੀਆਂ ਤੇ 1 ਲਿਖੋ, ਉਹਨਾਂ ਨੇ 1 ਲਿਖ ਲਿਆ। ਫਿਰ ਕਹਿੰਦੇ ਜੀ ਹੁਣ ਕੁਝ ਦਿਨਾਂ ਬਾਅਦ ਤੁਹਾਡਾ 1 ਪੱਕ ਗਿਆ, ਹੁਣ 2 ਲਿਖੋ। ਗੁਰੂ ਨਾਨਕ ਸਾਹਿਬ ਨੇ 2 ਨਹੀਂ ਲਿਖਿਆ ਹੈ। ਇਹ ਮੈਂ ਆਪਣੀ ਸੋਚ ਦੇ ਨਾਲ ਸੋਚਿਆ ਕਿ ਉਹਨਾਂ ਨੇ 2 ਨਹੀਂ ਲਿਖਿਆ, ਤਾਂ ਉਹਨਾਂ ਨੇ 2 ਕਿਉਂ ਨਹੀਂ ਲਿਖਿਆ? ਕੀ ਉਹਨਾਂ ਨੇ ਆਪਣੇ ਜਿਹੜੇ ਹੈਗੇ ਪਾਂਧਾ ਜੀ ਉਸ ਵਕਤ ਦੇ ਟੀਚਰ ਸੀ, ਉਹਨਾਂ ਦੀ ਅਵੱਗਿਆ ਕੀਤੀ? ਨਾ ਨਾ ਨਾ, ਹੱਥ ਜੋੜ ਕੇ ਖੜੇ ਹੋ ਗਏ। ਬੱਚਿਆਂ ਨੇ ਸ਼ਿਕਾਇਤ ਲਗਾਤੀ ਕਿ ਨਾਨਕ 2 ਨਹੀਂ ਲਿਖਦੇ ਹੈ, ਅਸੀਂ ਸਾਰਿਆਂ ਨੇ 1 ਲਿਖ ਲਿਆ, 1 ਤੋਂ ਬਾਅਦ ਤੁਸੀਂ ਕਿਹਾ 2 ਲਿਖ ਲਓ, ਅਸੀਂ 2 ਵੀ ਲਿਖ ਲਿਆ, ਨਾਨਕ ਨੇ 2 ਨਹੀਂ ਲਿਖਿਆ ਹੈ। ਤਾਂ ਉਸ ਵਕਤ ਪਾਂਧਾ ਜੀ ਨੇ ਬੁਲਾਇਆ, ਨਾਨਕ ਇੱਧਰ ਆਓ, ਤੁਸੀਂ 2 ਕਿਉਂ ਨਹੀਂ ਲਿਖਦੇ ਹੋ? ਮੈਂ ਆਪਣੇ ਮਨੋ ਮਨੀ ਵਾਰਤਾਲਾਪ ਸੋਚਦਾ ਤਾਂ ਗੁਰੂ ਨਾਨਕ ਸਾਹਿਬ ਕਹਿ ਰਹੇ ਸੀ, ਪਾਂਧਾ ਜੀ ਬੇਨਤੀ ਕਰਦੇ ਆ ਕਿ ਸਾਨੂੰ ਤਾਂ ਹਾਲੇ 1 ਦੀ ਸਮਝ ਨਹੀਂ ਆਈ, 1 ਦੀ ਸਮਝ ਆਵੇ ਤਾਂ 2 ਲਿਖੀਏ ਨਾ। ਤਾਂ ਕਿੱਡਾ ਵੱਡਾ ਉਹਨਾਂ ਦਾ ਮਤਲਬ ਸਾਡੇ ਲਈ ਦੇਣ ਸੀ। ਐਵੇਂ ਤਾਂ ਨਹੀਂ ਉਹਨਾਂ ਨੂੰ ਗੁਰੂ ਕਰਕੇ ਪੂਜਿਆ ਜਾਂਦਾ, ਜਗਤ ਗੁਰੂ ਕਰਕੇ, ਕਿਉਂਕਿ 1 ਤੋਂ ਬਾਅਦ 2। ਹੁਣ ਮੈਂ ਅੱਜ ਬੱਚਿਆਂ ਨਾਲ ਗੱਲ ਕਰਦਾ ਵੀ ਤੁਹਾਨੂੰ ਕੀ ਲੱਗਦਾ 1 ਤੋਂ ਬਾਅਦ 2 ਆ ਜਾਊਗਾ? ਕਿੰਨਾ ਆਉਂਦਾ 1 ਤੋਂ ਬਾਅਦ? ਤੁਸੀਂ ਦੱਸੋ ਸਨਮਜੀਤ ਜੀ ਕਿ 1 ਤੋਂ ਬਾਅਦ ਕਿੰਨਾ ਆਊਗਾ? ਤਾਂ ਅਸੀਂ ਹਮੇਸ਼ਾ ਹੀ ਕਹਿ ਦਿੰਦੇ 1 ਤੋਂ ਬਾਅਦ 2 ਆਏਗਾ। ਲੇਕਿਨ ਨਹੀਂ, ਅੱਜ ਦੀ ਕਲਾਸ ਤੋਂ ਬਾਅਦ ਤੁਸੀਂ ਕਹੋਗੇ ਨਹੀਂ ਸਰ ਨਹੀਂ, ਬਿਲਕੁਲ ਤੁਸੀਂ ਠੀਕ ਸੀ, ਸਾਡੇ ਗੁਰੂ ਠੀਕ ਸੀ, 1 ਤੋਂ ਬਾਅਦ 2 ਆਣਾ ਹੀ ਨਹੀਂ ਹੈ।
ਕਿਉਂ ਨਹੀਂ ਆਣਾ ਹੈ? 1 ਤੋਂ ਬਾਅਦ ਤਾਂ 1.1 ਆਊਗਾ, 1.2 ਆਊਗਾ, 1.5 ਆਊਗਾ, 1.8 ਆਊਗਾ, 1.9 ਆਊਗਾ, ਫਿਰ ਕਿਤੇ ਜਾ ਕੇ 2 ਨੇ ਆਣਾ ਹੈ। ਤਾਂ ਤੁਹਾਨੂੰ ਕੀ ਲੱਗਦਾ ਵੀ 1 ਤੋਂ ਬਾਅਦ 1.1 ਆ ਜਾਊਗਾ? ਨਹੀਂ ਆਏਗਾ, ਕਿਉਂਕਿ 1 ਤੇ 1.1 ਤੱਕ ਪਹੁੰਚਣ ਲਈ ਇੱਥੇ 1.01 ਆਏਗਾ, 1.02 ਆਏਗਾ, 1.09 ਆਏਗਾ, ਤੇ ਫਿਰ ਕਿਤੇ ਜਾ ਕੇ 1.1 ਬਣੇਗਾ। ਤਾਂ ਤੁਹਾਨੂੰ ਕੀ ਲੱਗਦਾ ਵੀ ਇਹ ਆ ਜਾਏਗਾ? ਤਾਂ ਬੱਚੇ ਕਹਿੰਦੇ ਨਹੀਂ ਸਰ, ਇਹ ਵੀ ਨਹੀਂ ਆਏਗਾ, ਕਿਉਂਕਿ 1 ਤੋਂ ਬਾਅਦ 1.01 ਲਿਆਉਣ ਦੇ ਲਈ 1.001 ਲਿਆਣਾ ਪਏਗਾ। ਇਸ ਤਰ੍ਹਾਂ देयर आर ਇਨਫਾਈਨਾਈਟ ਨੰਬਰਸ ਇਨ ਬਿਟਵੀਨ 1 ਐਂਡ 2, ਯੂ ਕੈਨ ਸੇ ਦੈਟ। ਤਾਂ ਜੇ 1 ਤੇ 2 ਦੇ ਵਿੱਚ ਹੀ ਅਨੰਤ ਨੰਬਰ ਹੈ, 1 ਤੋਂ ਬਾਅਦ 2 ਆਉਂਦਾ ਹੀ ਨਹੀਂ ਹੈ, ਤਾਂ ਗੁਰੂ ਸਾਹਿਬ ਕਹਿੰਦੇ ਪਹਿਲਾਂ ਮੈਨੂੰ 1 ਤਾਂ ਸਮਝ ਲੈਣ ਦਿਓ ਵੀ 1 ਹੈ ਕੀ। ਤਾਂ ਉਹ 1 ਦੀ ਸਮਝ ਦੇ ਵਿੱਚ ਹੀ ਉਹ ਜਗਤ ਗੁਰੂ ਸਾਡੇ ਜਿਹੜੇ ਆ ਸਾਨੂੰ ਸਿੱਖਿਆ ਦੇਗੇ। ਤਾਂ ਇਹ ਜਿਹੜਾ ਗਣਿਤ ਵਿਸ਼ਾ ਨਾ ਜੀ, ਇਹ ਇੰਨਾ ਜ਼ਿਆਦਾ ਮਤਲਬ ਵੀ ਇੰਪੋਰਟੈਂਟ ਵਿਸ਼ਾ ਹੈ। ਮੈਂ ਅਕਸਰ ਇਹ ਕਹਿੰਦਾ, ਬੱਚਿਆਂ ਨੂੰ ਕਹਿੰਦਾ, ਕਲਾਸ ਦੇ ਵਿੱਚ ਕਹਿੰਦਾ ਕਿ ਬੱਚਿਓ ਘਰ ਦੇ ਵਿੱਚ ਲੱਭੋ, ਤੁਹਾਡੇ ਘਰ ਦੇ ਵਿੱਚ ਇੱਕ ਵਿਗਿਆਨੀ ਬੈਠਾ ਹੈ, ਇੱਕ ਗਣਿਤ ਸ਼ਾਸਤਰੀ ਹੈ। ਸਰ ਸਾਡੇ ਘਰੇ ਨਹੀਂ, ਸਾਡੇ ਘਰੇ ਤਾਂ ਸਾਡੇ ਮਾਤਾ ਪਿਤਾ ਉਹ ਵੀ ਪੜ੍ਹੇ ਲਿਖੇ ਨਹੀਂ ਹੈ। ਮੈਂ ਕਿਹਾ ਜਿਨ੍ਹਾਂ ਨੂੰ ਤੁਸੀਂ ਪੜ੍ਹੇ ਲਿਖੇ ਨਹੀਂ ਸਮਝਦੇ, ਉਹਨਾਂ ਨੇ ਤਾਂ ਸਾਰੀਆਂ ਚੀਜ਼ਾਂ ਬਣਾਈਆਂ। ਤੁਸੀਂ ਦੱਸੋ ਅੱਜ ਕੀ ਬਣਾਇਆ? ਤੁਹਾਡੇ ਮਾਤਾ ਪਿਤਾ ਨੇ ਸਾਰੇ ਮੁਹਾਵਰੇ ਬਣਾਏ, ਹੋਰ ਚੀਜ਼ਾਂ, ਤੁਸੀਂ ਕੀ ਬਣਾਇਆ? ਤਾਂ ਕਹਿੰਦੇ ਸਰ ਹਾਂ ਇਹ ਗੱਲ ਤਾਂ ਠੀਕ ਹੈ ਤੁਹਾਡੀ, ਤੇ ਵਿਗਿਆਨੀ ਦੱਸੋ ਕੌਣ ਹੈ? ਮੈਂ ਕਿਹਾ ਤੁਹਾਡੇ ਮਾਤਾ ਜੀ ਤੁਹਾਡੇ ਵਿਗਿਆਨੀ ਹੈ। ਕਹਿੰਦੇ ਨਹੀਂ ਨਹੀਂ, ਉਹ ਤਾਂ ਸਵੇਰੇ ਸਵੇਰੇ ਉਠਾ ਦਿੰਦੇ ਆ ਸਾਨੂੰ ਤੇ ਕਹਿੰਦੇ ਆ ਚਾਹ ਬਣਾਉਣੀ ਆ। ਮੈਂ ਤਾਂ ਉੱਠ ਜਾ, ਮੂੰਹ ਹੱਥ ਧੋ ਲੈ, ਨਹਾ ਲੈ, ਤੂੰ ਜਾਣਾ ਹੋਊਗਾ ਸਕੂਲ। ਮੈਂ ਕਿਹਾ ਉਹ ਵਿਗਿਆਨੀ ਕਿਵੇਂ ਹੋਏ? ਮੈਂ ਕਿਹਾ ਦੇਖੋ, ਸਭ ਤੋਂ ਪਹਿਲਾਂ ਉਹ ਅੱਗ ਬਾਲਦੇ ਆ। ਜਦੋਂ ਉਹ ਅੱਗ ਬਾਲਦੇ ਆ ਤਾਂ ਪਹਿਲਾ ਪ੍ਰਯੋਗ ਹੋ ਜਾਂਦਾ। ਉਸ ਤੋਂ ਬਾਅਦ ਜਦੋਂ ਪਤੀਲੇ ਦੇ ਵਿੱਚ ਪਾਣੀ ਪਾ ਕੇ ਰੱਖਦੇ ਆ ਅੱਗ ਦੇ ਉੱਤੇ, ਤਾਂ ਦੂਸਰਾ ਪ੍ਰਯੋਗ ਹੋ ਜਾਂਦਾ ਹੈ। ਪਾਣੀ ਉਬਾਲੇ ਮਾਰਨ ਲੱਗ ਜਾਂਦਾ ਹੈ। ਪਾਣੀ ਦਾ ਜਿਹੜਾ ਬੋਇਲਿੰਗ ਟੈਂਪਰੇਚਰ ਹੈ ਉਹ ਨੋਟ ਕਰਕੇ ਬੱਚਾ ਦੇਖ ਸਕਦਾ ਵੀ 100 ਡਿਗਰੀ ਸੈਲਸੀਅਸ ਤੇ ਵਾਟਰ ਬੋਇਲ ਕਰਦਾ। ਉਸ ਤੋਂ ਬਾਅਦ ਜਦੋਂ ਉਹ ਮਾਤਾ ਜੀ ਹੈ ਜਿਹੜੇ, ਉਸ ਦੇ ਵਿੱਚ ਚੀਨੀ ਨੂੰ ਘੋਲ ਦਿੰਦੇ ਆ, ਤਾਂ ਕਹਿੰਦੇ ਚੀਨੀ ਗਾਇਬ ਹੋ ਗਈ। ਸਾਨੂੰ ਜਾਦੂ ਲੱਗਦਾ ਹੋਊਗਾ, ਪਰ ਵਿਗਿਆਨ ਇੱਥੇ ਤਰਕ ਦਿੰਦਾ ਹੈ ਕਿ ਉਹ ਜਾਦੂ ਨਹੀਂ ਹੈ, ਉਹ ਕੀ ਹੈ? ਵਿਗਿਆਨ ਦਾ ਇੱਕ ਕਰਤੱਵ ਹੈ ਕਿ ਕਿਹੜੇ ਜਿਹੜੇ ਸਾਲਟ ਹੈ ਪੂਰੇ ਸੋਲੇਬਲ ਹੋ ਜਾਂਦੇ ਆ ਉਸ ਦੇ ਵਿੱਚ। ਤਾਂ ਸ਼ੂਗਰ ਹੈ ਜਿਹੜੀ ਉਹਦੇ ਵਿੱਚ ਘੁਲ ਗਈ ਹੋਈ ਹੈ। ਸੈਚੂਰੇਸ਼ਨ, ਇਨ ਸੈਚੂਰੇਸ਼ਨ ਅਸੀਂ ਪੜ੍ਹਾ ਦਿੰਦੇ ਆ ਕਿ ਕਿਹੜੇ ਹੁੰਦੇ ਆ ਸੈਚੂਰੇਟਿਡ ਜਿਹੜੇ ਸੋਲੂਸ਼ਨਸ ਬਣ ਜਾਂਦੇ ਆ ਸਾਡੇ। ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਆ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਭ ਤੋਂ ਵੱਡਾ ਐਕਸਪੈਰੀਮੈਂਟ ਜਿਹੜੇ ਮੇਰੇ ਮਾਤਾ ਜੀ ਡੇਲੀ ਕਰਦੇ ਆ, ਜਦੋਂ ਉਸ ਦੇ ਵਿੱਚ ਚਾਹ ਪੱਤੀ ਪਾਉਂਦੇ ਆ ਨਾ, ਤਾਂ ਉਸ ਵਕਤ ਦੇਖਣ ਵਾਲਾ ਹੁੰਦਾ ਉਹ ਸੀਨ ਤੇ ਯਾਦ ਕਰਨ ਵਾਲਾ ਹੁੰਦਾ। ਜੇ ਕਿਤੇ ਬੱਚੇ ਨੂੰ ਮੈਂ ਸਮਝਾਇਆ ਹੁੰਦਾ ਕਿ ਬੱਚਿਆ ਤੇਰੀ ਮਾਤਾ ਵਿਗਿਆਨੀ ਆ, ਤੂੰ ਘਰੇ ਦੇਖਿਆ ਕਰ ਪ੍ਰਯੋਗ ਕਿਵੇਂ ਕਰਦੇ ਆ, ਤਾਂ ਉਸ ਵਕਤ ਜਦੋਂ ਉਹ ਦੁੱਧ ਪਾਉਂਦੇ ਆ ਨਾ ਜੀ, ਤਾਂ ਦੁੱਧ ਦਾ ਰੰਗ ਤਾਂ ਚਿੱਟਾ ਸੀਗਾ, ਪਰ ਦੁੱਧ ਦਾ ਰੰਗ ਬਦਲ ਗਿਆ। ਤਾਂ ਅੱਜ ਮੈਂ ਕੈਮਿਸਟਰੀ ਲੈਬ ਦੇ ਵਿੱਚ ਕੀ ਕਰ ਰਿਹਾ? ਇਹੀ ਤਾਂ ਕਰ ਰਿਹਾ ਹੈ। ਟੇਕ ਅ ਟੈਸਟ ਟਿਊਬ, ਪੁੱਟ ਅਪ ਦਾ ਸੋਲੂਸ਼ਨ, ਆਇਓਡੀਨ ਸੋਲੂਸ਼ਨ, then starch test, the color of this starch changes। ਜੇ ਕਲਰ ਚੇਂਜ ਹੋ ਰਿਹਾ, ਉੱਥੇ ਵੀ ਤਾਂ ਕਲਰ ਚੇਂਜ ਹੋ ਰਿਹਾ, ਘਰੇ ਵੀ ਕਲਰ ਚੇਂਜ ਹੋ ਰਿਹਾ, ਤਾਂ ਦੱਸੋ ਕਿੱਥੇ ਵਿਗਿਆਨੀ ਦੀ ਘਾਟ ਹੈ? ਤਾਂ ਕਹਿੰਦੇ ਸਰ ਇਹ ਤਾਂ ਗੱਲ ਠੀਕ ਹੈ ਵੀ ਮੇਰੇ ਮੰਮਾ ਜਿਹੜੇ ਵਿਗਿਆਨੀ ਹੈ, ਪਰ ਇਹ ਵੀ ਦੱਸ ਦਿਓ ਹੁਣ ਪਾਪਾ ਜਿਹੜੇ ਆ ਗਣਿਤ ਸ਼ਾਸਤਰ। ਮੈਂ ਕਿਹਾ ਮੈਨੂੰ ਦੱਸਣ ਦੀ ਲੋੜ ਨਹੀਂ, ਅੱਜ ਜਾ ਕੇ 100 ਰੁਪਏ ਮੰਗ ਲਈ। ਬਸ ਤੂੰ 100 ਰੁਪਏ ਜਦੋਂ ਮੰਗਣਾ ਹੈ ਨਾ ਆਪਣੇ ਪਾਪਾ ਤੋਂ, ਤਾਂ ਉਹਨਾਂ ਨੇ ਪਿਛਲਾ ਸਾਰਾ ਹਿਸਾਬ, ਪੁੱਤ ਉਦੋਂ ਵੀ ਲੈ ਕੇ ਗਿਆ ਸੀ, ਤੂੰ 100 ਰੁਪਏ ਲਿਆ ਕੱਢ, ਉਹ ਪਹਿਲਾਂ ਕਿੱਥੇ ਖਰਚੇ ਆ। ਮੈਂ ਕਿਹਾ ਇਸ ਤੋਂ ਵੱਡਾ ਗਣਿਤ ਸ਼ਾਸਤਰੀ ਕੌਣ ਹੋ ਸਕਦਾ ਸਾਡੇ ਪਿਤਾ ਜੀ ਤੋਂ ਬਿਨਾਂ? ਤਾਂ ਮਤਲਬ ਹਰ ਘਰ ਦੇ ਵਿੱਚ ਇੱਕ ਵਿਗਿਆਨੀ ਔਰ ਇੱਕ ਗਣਿਤ ਸ਼ਾਸਤਰੀ ਛੁਪਿਆ ਪਿਆ, ਅਸੀਂ ਉਸ ਨੂੰ ਦਿਖਾ ਨਹੀਂ ਸਕੇ ਹਾਂ। ਆਓ ਆਪਾਂ ਰਲ ਮਿਲ ਕੇ ਹੰਬਲਾ ਮਾਰੀਏ ਤੇ ਸਾਰੀ ਦੁਨੀਆ ਨੂੰ ਦੱਸੀਏ ਕਿ ਇਹ ਇੱਕ ਵਿਗਿਆਨ ਕੀ ਹੈ, ਗਣਿਤ ਕੀ ਹੈ ਜੀ। ਤਾਂ ਹੁਣ ਇਸ ਦੇ ਨਾਲ ਹੀ ਮੈਂ ਤੁਹਾਨੂੰ ਅੱਗੇ ਲੈ ਕੇ ਚੱਲਦਾ ਕਿ ਇੱਕ ਸਾਡੇ ਬਹੁਤ ਹੀ ਮਸ਼ਹੂਰ ਜਿਹੜੇ ਹੈਗੇ ਆ ਗਣਿਤ ਸ਼ਾਸਤਰੀ ਹੋਏ ਆ, ਜਿਨ੍ਹਾਂ ਦਾ ਨਾਮ ਆਇਆ ਗੌਸ ਕਰਕੇ। ਜਿੱਥੇ ਮੈਂ ਸ੍ਰੀਨਿਵਾਸਨ ਰਾਮਾਨੁਜਨ ਦਾ ਨਾਮ ਲਿੱਤਾ, ਉੱਥੇ ਮੈਂ ਗੌਸ ਨੂੰ ਵੀ ਜ਼ਰੂਰ ਕਰਦਾ ਯਾਦ, ਕਿਉਂਕਿ ਗੌਸ ਇੱਕ ਜਰਮਨੀ ਗਣਿਤ ਸ਼ਾਸਤਰੀ ਸੀਗੇ ਔਰ ਉਹਨਾਂ ਨੇ ਇੰਨਾ ਜ਼ਬਰਦਸਤ ਕੰਮ ਕੀਤਾ ਸੀ। ਜਦੋਂ 8ਵੀਂ ਜਮਾਤ ਦੇ ਵਿੱਚ ਪੜ੍ਹਦੇ ਆ, ਜਦੋਂ ਅਸੀਂ ਬੱਚਿਆਂ ਨੂੰ ਇਹ ਜਿਹੀਆਂ ਗੱਲਾਂ ਦੱਸਦੇ ਆ ਨਾ, ਤਾਂ ਬੱਚੇ ਇੰਟਰਸਟ ਲੈਂਦੇ ਆ। ਬਿਲਕੁਲ। ਤਾਂ ਉਹ ਕਹਿੰਦੇ ਜੀ ਟੀਚਰ ਆਏ ਕਲਾਸ ਦੇ ਵਿੱਚ, ਤੇ ਟੀਚਰ ਨੇ ਆ ਕੇ ਸਾਰੀ ਕਲਾਸ ਨੂੰ ਚੁੱਪ ਕਰਾਉਣ ਦੇ ਮਾਰਿਆਂ ਨੇ ਕਿਹਾ ਵੀ ਮੈਂ ਵੀ ਥੋੜਾ ਜਿਹਾ ਕੰਮ ਕਰ ਲਵਾਂ ਤੇ ਤੁਸੀਂ ਇਸ ਕੰਮ ਤੇ ਲੱਗ ਜਾਓ, ਵੀ ਤੁਹਾਨੂੰ ਪੜ੍ਹਾਉਣਾ ਵੀ ਜ਼ਰੂਰੀ ਹੈ, ਤੇ 1 ਤੋਂ ਲੈ ਕੇ 100 ਤੱਕ ਜੋੜ ਕੇ ਦਿਖਾਓ। ਤਾਂ ਬੱਚੇ ਤਾਂ ਬੜੇ ਹੈਰਾਨ ਪਰੇਸ਼ਾਨ ਹੋ ਗਏ ਵੀ 1 ਤੋਂ ਲੈ ਕੇ 100 ਤੱਕ ਜੋੜਨਾ ਕਿਹੜਾ ਸੁੱਖ ਹੈ। 1 ਚ 2 ਜੋੜਾਂਗੇ 3 ਬਣ ਜੂਗਾ, 3 ਚ 3 ਜੋੜਾਂਗੇ 6 ਬਣ ਜੂਗਾ, 6 ਚ 4 ਜੋੜਾਂਗੇ 10 ਬਣ ਜੂਗਾ, 10 ਚ 5 ਜੋੜਾਂਗੇ 15 ਬਣ ਜੂਗਾ, 15 6 21 7 28 ਤੇ 8 36 9 45 10 55। ਮੈਂ ਤਾਂ 1 ਤੋਂ ਲੈ ਕੇ 10 ਤੱਕ ਜੋੜਿਆ ਤੇ 1 ਤੋਂ ਲੈ ਕੇ 10 ਤੱਕ ਦਾ ਜੋੜ 55 ਆਇਆ। ਲੇਕਿਨ ਉਸ ਗਣਿਤ ਸ਼ਾਸਤਰੀ ਨੂੰ ਸਲਾਮ ਹੈ ਮੇਰਾ ਕਿ ਜਿਸ ਨੇ 8ਵੀਂ ਜਮਾਤ ਚ ਪੜ੍ਹਦੇ ਹੋਏ ਜਦੋਂ ਉਹ ਪਿਛਲੇ ਬੈਂਚ ਤੇ ਬੈਠਾ ਹੋਇਆ ਉੱਠਦਾ ਤੇ ਟੀਚਰ ਨੂੰ ਕਹਿੰਦਾ ਹੈ, ਟੀਚਰ you have given us the sum, I have solved the sum, is this correct, please check it। ਜਦੋਂ ਮੈਮ ਕੋਲ ਜਾਂਦੇ ਆ ਆਪਣੇ ਕੋਲ ਔਰ ਉਹਨਾਂ ਨੂੰ ਕਾਪੀ ਨੋਟਬੁੱਕ ਦਿਖਾਉਂਦੇ ਆ, ਤਾਂ ਟੀਚਰ ਕਹਿੰਦਾ hey Gauss, this answer is correct, how have you solved this one? Ma'am, I have an idea।
ਤਾਂ ਗੌਸ ਕਹਿੰਦੇ ਮੇਰੇ ਕੋਲ ਇੱਕ ਆਈਡੀਆ ਹੈ। ਤਾਂ ਆਈਡੀਆ ਤਾਂ ਅੱਜ ਸਾਡੇ ਕੋਲ ਵੀ ਹੈ, ਪਰ ਉਹ ਸਾਡੀਆਂ ਜੇਬਾਂ ਦੇ ਵਿੱਚ ਮੋਬਾਈਲ ਦੇ ਵਿੱਚ ਪਾਇਆ ਹੋਇਆ ਆਈਡੀਆ ਹੈ। ਅਸੀਂ ਉਸ ਆਈਡੀਆ ਦੇ ਪਿੱਛੇ ਨਾ ਚੱਲੀਏ, ਅਸੀਂ ਆਈਡੀਆ ਐਸਾ ਡਿਵੈਲਪ ਕਰੀਏ ਜਿਸ ਦੇ ਨਾਲ ਕਿ ਅੱਜ ਕੱਲ ਤਾਂ ਆਪਾਂ ਮਿੰਟ 'ਚ ਕੈਲਕੂਲੇਟਰ ਕੱਢਦੇ ਆ, ਜਿਹੜੀਆਂ ਕਰਨੀਆਂ ਹੁੰਦੀਆਂ ਕਰ ਲੈਂਦੇ ਆ। ਲੇਕਿਨ ਉਸ ਬੰਦੇ ਕੋਲ ਉਦੋਂ ਕੈਲਕੂਲੇਟਰ ਨਹੀਂ ਸੀ। ਉਸਨੇ ਕਿਵੇਂ ਕੀਤਾ ਦੇਖੋ, ਕਹਿੰਦਾ ਮੈਂ ਇਸ ਤਰ੍ਹਾਂ ਕੀਤਾ ਵੀ ਪਹਿਲਾ ਤੇ ਅਖੀਰਲਾ ਜੋੜਿਆ, 1 ਤੇ 100 ਨੂੰ ਜੋੜਿਆ, ਕਹਿੰਦਾ ਮੈਂ ਸੋਚਿਆ 101 ਆ ਗਿਆ। ਕਹਿੰਦਾ ਮੈਂ 2 ਤੇ 99 ਜੋੜ ਲਏ, ਕਹਿੰਦਾ ਫੇਰ 101 ਆ ਗਿਆ। ਕਹਿੰਦਾ ਮੈਂ 3 ਤੇ 98 ਜੋੜ ਲਏ, ਕਹਿੰਦਾ ਫੇਰ 101 ਆ ਗਿਆ। ਕਹਿੰਦਾ ਮੈਂ ਕਿਹਾ ਕੰਮ ਬਣ ਗਿਆ। ਇਹ ਤਾਂ ਹਰ ਵਾਰੀ 101 ਆਈ ਜਾਂਦਾ। ਕਹਿੰਦਾ ਇਹਦਾ ਮਤਲਬ 1 ਤੋਂ 100 ਤੱਕ ਤੁਸੀਂ ਜੋੜਨ ਨੂੰ ਕਿਹਾ, ਇਹਦੇ 50 ਜੋੜੇ ਬਣ ਗਏ। ਜੇ ਮੈਂ 101 ਨੂੰ 50 ਨਾਲ ਗੁਣਾ ਕਰਦਾ ਤਾਂ 50 ਏਕਮ 50, 50 ਏਕਮ 50। ਕਹਿੰਦਾ ਲੋ ਜੀ ਚੈੱਕ ਕਰੋ ਮੇਰਾ ਜਵਾਬ। ਤਾਂ ਉਸ ਵਕਤ ਚੈੱਕ ਕੀਤਾ ਗਿਆ, ਜਵਾਬ ਬਿਲਕੁਲ ਸਹੀ ਸੀ। 1 ਤੋਂ ਲੈ ਕੇ 100 ਤੱਕ ਜੋੜਨਾ। ਅੱਜ ਜੇ ਮੈਂ ਬੱਚੇ ਨੂੰ ਕਹਿੰਦਾ ਤੂੰ 99 ਦੇ ਵਿੱਚ 98 ਜੋੜ ਕੇ ਦਿਖਾ ਦੇ, ਤਾਂ ਉਹ ਮੇਰੇ ਖਿਆਲ ਤੇ ਉਨਾ ਟਾਈਮ ਲਾ ਦੂਗਾ। ਪਰ ਉਨੇ ਸਮੇਂ ਦੇ ਵਿੱਚ ਮੇਰੇ ਗੌਸ ਵਿਗਿਆਨੀ ਨੇ, ਗਣਿਤ ਸ਼ਾਸਤਰੀ ਨੇ 1 ਤੋਂ ਲੈ ਕੇ 100 ਤੱਕ ਜੋੜ ਕੇ ਦਿਖਾਤੇ ਸੀਗੇ, ਜਿਹਨੂੰ 50 ਆਨਸਰ ਹੈ। ਉਸ ਤੋਂ ਬਾਅਦ ਜੋੜਨ ਤੋਂ ਬਾਅਦ ਇੱਥੇ ਹੀ ਸੀਮਤ ਨਹੀਂ ਰਿਹਾ। ਉਸਨੇ ਇੱਕ ਸਿਧਾਂਤ ਦਿੱਤਾ, ਜਿਹੜਾ ਸਿਧਾਂਤ ਅੱਜ ਅਸੀਂ ਵੱਡੀਆਂ ਕਲਾਸਾਂ ਦੇ ਵਿੱਚ ਪੜ੍ਹਾਉਂਦੇ ਆ, +1 ਦੇ ਵਿੱਚ ਜਾ ਕੇ 11ਵੀਂ ਦੇ ਵਿੱਚ ਪੜ੍ਹਾਉਂਦੇ ਆ। ਉਸਨੇ ਸਿਧਾਂਤ ਦਿੱਤਾ, ਕਹਿੰਦਾ ਸਮ ਆਫ n ਨੰਬਰਸ is equal to n into n plus 1 whole divided by 2। ਦੇਖੋ ਜੀ, ਇਹ ਸਿਧਾਂਤ ਉਹੀ ਹੈ ਜਿਹੜਾ ਉਸਨੇ ਲੱਭਿਆ ਸੀ। ਇਸ ਦੇ ਵਿੱਚ ਕੀ ਹੈ, ਉਹ n ਨੂੰ ਕੀ ਮੰਨਦਾ, 100 ਮੰਨਦਾ। ਜੇ ਅੱਜ ਅਸੀਂ 1000 ਮੰਨ ਲਈਏ, ਲੱਖ ਮੰਨ ਲਈਏ, ਤਾਂ ਉਹਦੇ ਨਾਲ ਵੀ ਸੋਲਵ ਕਰ ਸਕਦੇ। ਉਹਨੇ ਇੱਕ ਜਨਰਲਾਈਜ਼ ਕਰਤਾ ਫਾਰਮੂਲਾ। ਤਾਂ ਹੁਣ n ਨੂੰ ਜੇ ਅਸੀਂ 100 ਮੰਨਿਆ ਤਾਂ ਇੱਥੇ 100 ਲਿਖਦੇ ਆ, ਤਾਂ ਇਹ 100 ਜਮਾ 1 ਬਣ ਗਿਆ ਜੀ। ਤੇ ਬਟਾ ਕਿੰਨਾ ਆ ਗਿਆ ਜੀ, 2। 2 ਨੂੰ ਇੱਥੇ ਕੱਟਿਆ ਜੀ, ਇਹ 50 ਆ ਗਿਆ। 50 ਨੂੰ 101 ਨਾਲ ਗੁਣਾ ਕਰਤਾ ਜੀ, ਤੇ 50 ਨੂੰ 101 ਨਾਲ ਗੁਣਾ ਕਰਨਾ, 50 ਏਕਮ 50, 50 ਏਕਮ 50, ਤੇ ਇਹ ਜਿਹੜਾ ਹੈਗਾ ਸਾਡਾ ਜਵਾਬ ਆ ਜਾਇਆ ਕਰ। ਕੀ ਬਾਤ। ਇਹ ਹੈ ਜੀ ਗੌਸ। ਇਹ ਹੈ ਜੀ 8ਵੀਂ ਜਮਾਤ 'ਚ ਪੜ੍ਹਦਾ ਮੇਰਾ ਵਿਦਿਆਰਥੀ। ਜੇ ਮੈਂ ਆਪਣੇ ਵਿਦਿਆਰਥੀ ਵੱਲ ਦੇਖਦਾ ਕਿ ਉਹ ਅੱਜ 8ਵੀਂ 'ਚ ਪੜ੍ਹ ਰਿਹਾ, 9ਵੀਂ 'ਚ ਪੜ੍ਹ ਰਿਹਾ, 10ਵੀਂ 'ਚ ਪੜ੍ਹ ਰਿਹਾ, ਪਰ ਉਹ ਮੈਥ ਤੋਂ ਭੱਜ ਰਿਹਾ। ਬਿਲਕੁਲ। ਕਿਉਂ ਭੱਜ ਰਿਹਾ? ਉਹਦਾ ਕਾਰਨ ਕੀ ਹੈ? ਕਿਉਂਕਿ ਉਹਦੀ ਅਸੀਂ ਦਿਲਚਸਪੀ ਪੈਦਾ ਕਰਨ ਦੇ ਵਿੱਚ ਸਫਲ ਨਹੀਂ ਹੋ ਪਾਇਆ। ਤਾਂ ਇਸ ਕਰਕੇ ਮੈਂ ਇਹ ਸ਼ੁਰੂ ਕੀਤੀ ਹੈ ਮੁਹਿੰਮ ਕਿ ਮੈਂ ਘਰ ਘਰ ਜਾ ਕੇ ਦੱਸਾਂ, ਜਗ੍ਹਾ ਜਗ੍ਹਾ ਤੇ ਜਾ ਕੇ ਦੱਸਾਂ ਕਿ ਆਓ ਬੱਚਿਓ ਸਿੱਖੋ ਮੈਥ। ਤੇ ਇੰਨਾ ਆਸਾਨ ਹੈ ਇਹ, ਜਿਹੜਾ ਕਿ ਸਾਡਾ ਆਧਾਰ ਹੈ, ਸਾਡੇ ਜੀਵਨ ਦਾ ਆਧਾਰ ਹੈ। ਅੱਜ ਕੱਲ ਤਾਂ ਬੱਚੇ ਵੀ ਕਹਿੰਦੇ ਕਿ ਅਲਫਾ ਬੀਟਾ ਹੋਲ ਸਕੁਅਰ, ਇਹ ਉਹ, ਅਸੀਂ ਲੈਣਾ ਕੀ ਹੈ ਇਹਨਾਂ ਚੀਜ਼ਾਂ ਤੋਂ। ਬਿਲਕੁਲ, ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀਆਂ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾਂਦਾ ਉਹਦਾ ਮੰਤਵ ਕੀ ਆ, ਉਹ ਅੱਗੇ ਜਾ ਕੇ ਕੰਮ ਦਾ ਕੋਈ ਆਉਂਦਾ ਨਹੀਂ। ਨਹੀਂ, ਬਿਲਕੁਲ ਇਹ ਚੀਜ਼ਾਂ ਕੰਮ ਆਉਂਦੀਆਂ। ਔਰ ਜਿਹੜੇ ਥੀਟੇ ਪੜ੍ਹਾਏ ਸੀ ਅਸੀਂ, ਸਾਈਨ ਥੀਟਾ, ਟੈਨ ਥੀਟਾ, ਅੱਜ ਉਹਦੇ ਨਾਲ ਦੂਰੀਆਂ ਮਾਪੀਆਂ ਜਾਂਦੀਆਂ। ਕਿਵੇਂ ਅਸੀਂ ਦੱਸਣ 'ਚ ਸਫਲ ਹੋ ਗਏ ਕਿ ਜਿਹੜਾ ਸੂਰਜ ਹੈ ਸਾਡੀ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ, ਜਿਹੜੀ ਸੂਰਜ ਤੋਂ ਕਿਰਨ ਚੱਲੀ ਹੈ ਉਹ 8 ਮਿੰਟਾਂ ਦੇ ਵਿੱਚ ਧਰਤੀ ਤੇ ਪਹੁੰਚੂਗੀ। ਇਹ ਕਿਵੇਂ ਸਫਲ ਹੋਇਆ? ਸਾਡੇ ਕੋਲ ਗਣਨਾਵਾਂ ਕੀਤੀਆਂ, ਮੈਥਮੈਟਿਕਸ ਨਾਲ ਅਸੀਂ ਯੂਜ਼ ਕੀਤਾ, ਮੈਥਮੈਟਿਕਸ ਨਾਲ ਕੈਲਕੂਲੇਸ਼ਨ ਕਰਕੇ ਉਹ ਸਾਰੀਆਂ ਚੀਜ਼ਾਂ ਠੀਕ ਆ ਰਹੀਆਂ। ਤਾਂ ਇਹਦਾ ਮਤਲਬ ਅਸੀਂ ਸਿੱਧ ਕਰ ਦਿੰਦੇ ਹਾਂ ਉਹਨਾਂ ਚੀਜ਼ਾਂ ਨੂੰ। ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਤਾਂ ਹੁਣ ਤੁਹਾਡੇ ਸਾਹਮਣੇ ਮੈਂ ਇੱਕ ਹੋਰ ਚੀਜ਼ ਦਿਖਾਵਾਂ ਕਿ ਜਿੱਥੇ ਅਸੀਂ ਮੈਥਮੈਟਿਕਸ ਦੀਆਂ ਗੱਲਾਂ ਕਰ ਰਹੇ ਹਾਂ, ਉੱਥੇ ਮੈਥਮੈਟਿਕਸ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਤਰਜੀਹ ਦਿੱਤੀ ਗਈ ਹੈ ਮੈਜਿਕ ਸਕੁਅਰ ਨੂੰ। ਇਹਦਾ ਨਾਮ ਬੇਸ਼ੱਕ ਮੈਜਿਕ ਸਕੁਅਰ ਹੈ, ਪਰ ਇਹਦੇ ਪਿੱਛੇ ਲੌਜਿਕ ਬੜਾ ਵੱਡਾ ਹੈ। ਇਹ ਮੈਂ ਤੁਹਾਡੇ ਸਾਹਮਣੇ ਕੋਸ਼ਿਸ਼ ਕਰੂੰਗਾ ਕਿ ਆਪਾਂ ਇਸ ਲੌਜਿਕ ਦਾ ਵੀ ਆਨੰਦ ਮਾਣੀਏ, ਜਿਹੜਾ ਕਿ 1624 ਦੇ ਵਿੱਚ ਬਣਾਇਆ ਦੱਸਿਆ ਜਾਂਦਾ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਵੀ ਇਹ ਚੀਜ਼ਾਂ ਤਾਂ ਮੈਂ ਉਹਨਾਂ ਵਿਗਿਆਨੀਆਂ ਦੀਆਂ ਬਣਾਈਆਂ ਹੋਈਆਂ ਯੂਜ਼ ਕਰ ਰਿਹਾ, ਇੱਕ ਉਹਨਾਂ ਨੂੰ ਦੱਸ ਰਿਹਾ, ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਵੀ ਅੱਜ ਕੀ ਕੁਝ ਬਣਿਆ ਹੋਇਆ। ਸਾਨੂੰ ਇਹੀ ਨਹੀਂ ਪਤਾ ਹੈ ਕਿ ਸਾਡੇ ਗਵਾਂਢ ਦੇ ਵਿੱਚ ਕੀ ਹੋ ਰਿਹਾ, ਇੰਨੇ ਅਸੀਂ ਬਿਜ਼ੀ ਕਰ ਲਿਆ ਆਪਣੇ ਆਪ ਨੂੰ। ਤਾਂ ਉਹ ਚੀਜ਼ਾਂ ਤੁਹਾਡੇ ਸਾਹਮਣੇ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਮੈਂ ਲੱਗਿਆ ਹੋਇਆ। ਤਾਂ ਇੱਕ ਸਾਡੇ ਕੋਲ ਸਕੁਅਰ ਹੈ, ਇਸ ਸਕੁਅਰ ਦੇ ਵਿੱਚ ਅਸੀਂ ਆਹ ਨੰਬਰ ਲਿਖ ਲਏ ਹੋਏ ਆ। ਹੁਣ ਜਿਹੜਾ ਸਕੁਅਰ, ਜਿਸ ਨੂੰ ਅਸੀਂ ਮੈਜਿਕ ਸਕੁਅਰ ਦਾ ਨਾਮ ਦੇ ਦਿੰਨੇ ਆ ਕਿ ਇਹ ਮੈਜਿਕ ਸਕੁਅਰ ਹੈ, ਠੀਕ ਹੈ ਜੀ, ਤਾਂ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਵੀ ਚਾਹੇ ਤਾਂ ਤੁਸੀਂ ਇਧਰੋਂ ਜੋੜੋ, ਚਾਹੇ ਤੁਸੀਂ ਇਧਰੋਂ ਜੋੜੋ, ਚਾਹੇ ਤੁਸੀਂ ਇਸ ਤਰ੍ਹਾਂ ਜੋੜੋ ਇਹ ਲਾਈਨਾਂ ਦੇ ਵਿੱਚ, ਚਾਹੇ ਤੁਸੀਂ ਇੱਧਰ ਨੂੰ ਜੋੜੋ, ਚਾਹੇ ਤੁਸੀਂ ਇਹਦੇ ਆਹ ਵਾਲੇ ਅੱਖਰ ਜੋੜੋ, ਚਾਹੇ ਤੁਸੀਂ ਵਿੱਚ ਵਾਲੇ ਜੋੜੋ, ਪਰ ਜਵਾਬ ਹੈ ਜਿਹੜਾ ਇੱਕੋ ਜਿਹਾ ਆਉਣਾ ਚਾਹੀਦਾ। ਜਿਹੜਾ ਹਿੰਸਾ ਇੱਕ ਵਾਰੀ ਆਊਗਾ ਉਨਾ ਹੀ ਆਉਣਾ ਚਾਹੀਦਾ ਸਾਰਿਆਂ ਦੇ ਵਿੱਚ, ਉਸ ਨੂੰ ਮੈਜਿਕ ਸਕੁਅਰ ਕਿਹਾ ਜਾਂਦਾ। ਠੀਕ ਹੈ। ਇਹ ਸਾਡੇ ਸਰ ਸ੍ਰੀਨਿਵਾਸਨ ਰਾਮਾਨੁਜਨ ਸੀ ਜਿਹੜੇ, ਉਹ ਬੱਚਿਆਂ ਨੂੰ ਇਹ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ, ਦੱਸਣੀਆਂ ਚਾਹੀਦੀਆਂ। ਉਹਨਾਂ ਨੇ ਆਪਣੀ ਜਨਮ ਮਿਤੀ ਨੂੰ ਮੈਜਿਕ ਸਕੁਅਰ ਬਣਾਇਆ ਸੀ। ਉਹਨਾਂ ਦੀ ਜਨਮ ਮਿਤੀ ਸੀ 22/12/1887। ਮੈਂ ਫਿਰ ਇੱਥੇ ਇਹ ਵੀ ਜੋੜਦਾ ਉਹਨਾਂ ਨਾਲ ਗੱਲ ਕਿ 22 ਦਸੰਬਰ ਨੂੰ ਹੀ ਅਸੀਂ ਨੈਸ਼ਨਲ ਮੈਥਮੈਟਿਕਸ ਡੇ ਇਸੇ ਲਈ ਮਨਾਉਂਦੇ ਹਾਂ ਹਰ ਸਾਲ, ਕਿ 22/12/1887 ਨੂੰ ਸ੍ਰੀਨਿਵਾਸਨ ਰਾਮਾਨੁਜਨ ਜੀ ਦਾ ਜਨਮ ਦਿਨ ਸੀ। ਉਸ ਦਿਨ ਨੂੰ ਸਮਰਪਿਤ ਕੀਤਾ ਸਾਡੇ ਦੇਸ਼ ਨੇ, ਠੀਕ ਹੈ ਜੀ। ਤਾਂ ਹੁਣ 22/12 ਇੱਥੇ ਜੇ ਅਸੀਂ ਲਿਖ ਦਈਏ 22/12/1887, ਉਸ ਬੰਦੇ ਨੇ ਇਸੇ ਤੇ ਕੰਮ ਕਰਤਾ। ਤੁਸੀਂ ਕਹੋ ਜੀ ਉਹਦੇ ਕੋਲ ਤਾਂ ਟਾਈਮ ਬੜਾ ਸੀ, ਸਾਡੇ ਕੋਲ ਟਾਈਮ ਨਹੀਂ ਹੈ। ਨਹੀਂ, ਉਹ ਤਾਂ ਸਿਰਫ 32 ਸਾਲ ਜਿਉਂਦੇ ਰਹੇ ਤੇ ਐਸੇ ਕਾਰਨਾਮੇ ਕਰ ਗਏ ਜਿਹੜੇ ਕਿ ਅੱਜ ਤੱਕ ਸਾਡੇ ਤੋਂ ਸਿੱਧ ਨਹੀਂ ਹੋਏ।
ਤਾਂ ਅਸੀਂ ਵੀ ਬਹੁਤ ਕੁਝ ਕਰ ਸਕਦੇ ਹਾਂ, ਪਰ ਅਸੀਂ ਉਸ ਰਾਹ ਤੇ ਤੁਰੇ ਨਹੀਂ ਹਾਲੇ। ਤਾਂ ਉਹ ਤੁਰਨ ਦੇ ਉਸੇ ਲਾਈਨ ਦੇ ਵਿੱਚ ਮੈਂ ਲੱਗਿਆ ਹੋਇਆ ਵੀ ਉਹਨਾਂ ਨੂੰ ਤੋਰਿਆ ਜਾਵੇ। ਤਾਂ ਤੁਸੀਂ ਦੇਖੋ ਇੱਥੇ ਇਹਨਾਂ ਦਾ ਜੋੜ ਕਰੀਏ 4 ਤੇ 7 2 9 ਤੇ 10 ਬਣਦਾ, ਪਰ ਇੱਥੇ ਤਾਂ ਪਹਿਲਾਂ ਹੀ ਵੱਡੇ ਨੰਬਰ ਬੈਠੇ ਆ। ਇਹਨੂੰ ਕਿਵੇਂ ਜੋੜਿਆ ਜਾਵੇ? ਤਾਂ ਇਸ ਨੂੰ ਜੋੜਨ ਦੇ ਲਈ ਅਸੀਂ ਕੀ ਕਰਦੇ ਹਾਂ ਕਿ ਸਾਨੂੰ ਇਹ ਪਤਾ ਲੱਗ ਗਿਆ ਵੀ ਉੱਪਰ ਛੋਟੇ ਨੰਬਰ ਹੈ, ਥੱਲੇ ਵੱਡੇ ਨੰਬਰ ਹੈ। ਤਾਂ ਦੇਖੋ ਮੈਂ ਇੱਥੇ ਗੱਲ ਜੋੜਦਾ ਹੁੰਨਾ ਵੀ ਰਿਸਪੈਕਟ ਯੂਰ ਐਲਡਰਸ। ਵੱਡਿਆਂ ਨੂੰ ਤਾਂ ਤੁਸੀਂ ਪਿੱਛੇ ਬਿਠਾ ਰਹੇ ਆਪ ਤੁਸੀਂ ਮੂਰਲੀਆਂ ਕੁਰਸੀਆਂ ਤੇ ਬੈਠ ਗਏ ਤਾਂ ਕੰਮ ਨਹੀਂ ਨਾ ਚੱਲਣਾ। ਤਾਂ 2 ਜਣਿਆਂ ਨੂੰ ਆਪਾਂ ਸਤਿਕਾਰ ਸਹਿਤ ਉੱਪਰ ਲੈ ਕੇ ਜਾਓ। ਤਾਂ ਇੱਥੇ ਜਿਹੜਾ 14 ਆ ਜਾਂਦਾ, ਇੱਥੇ 3 ਆ ਜਾਂਦਾ, ਇਹ 15 ਨੂੰ ਅਸੀਂ ਇੱਥੇ ਲੈ ਕੇ ਜਾਂਦੇ ਆ ਤਾਂ ਇਹਦੀ ਜਗ੍ਹਾ ਤੇ 2 ਆ ਜਾਂਦਾ। ਤਾਂ ਬੱਚੇ ਮੈਨੂੰ ਕੁਐਸਚਨ ਕਰਦੇ ਆ ਕਿ ਸਰ ਇਹ ਫਿਰ 2 ਕਿਉਂ ਛੱਡਤੇ, ਇਹਨਾਂ ਨੂੰ ਵੀ ਥੱਲੇ ਲਿਆਓ। ਮੈਂ ਕਿਹਾ ਨਹੀਂ ਭਾਈ, ਉਹਨਾਂ ਦੀ ਸੇਵਾ ਲਈ 2 ਛੋਟੇ ਵੀ ਚਾਹੀਦੇ। ਤਾਂ ਹੁਣ ਤੁਸੀਂ ਦੇਖੋ 15 ਤੇ 1 16, 16 ਤੇ 14 30, 30 ਤੇ 4 34। ਤਾਂ ਹੁਣ ਇਹਦਾ ਜੋੜ 34 ਬਣ ਗਿਆ। ਠੀਕ ਹੈ। 16 ਤੋਂ 18 ਤੇ 21 ਤੇ 13 34। ਲਓ ਜੀ ਅਸੀਂ ਕਾਮਯਾਬ ਹੋ ਗਏ ਇੰਨਾ ਕੁ ਕੰਮ ਕਰਨ ਦੇ ਵਿੱਚ, ਲੇਕਿਨ ਪੂਰਾ ਕਾਮਯਾਬ ਨਹੀਂ ਹੋਏ। 2 ਹਲੇ ਵੀ ਰਹਿੰਦੇ ਆ ਤਾਂ ਇਹਨਾਂ ਨੂੰ ਵੀ ਕਰਾਂਗੇ। 5 6 11 7 18 8 26 ਬਣ ਰਿਹਾ ਹਲੇ, ਲੇਕਿਨ ਅਸੀਂ ਇਸ ਨੂੰ 34। ਫਿਰ ਉਹੀ ਗੱਲ, ਇਸ ਨੂੰ ਕਹਿੰਦੇ ਆ ਐਡਜਸਟਮੈਂਟ ਇਨ ਦਾ ਲਾਈਫ। ਬੱਚਿਆਂ ਨੂੰ ਮੈਂ ਸਿਖਾਉਂਦਾ ਹੁੰਨਾ ਕਿ ਕਦੇ ਵੀ ਕਿਸੇ ਦੇ ਅੱਗੋਂ ਨਹੀਂ ਬੋਲਣਾ, ਕਦੇ ਵੀ ਕਿਸੇ ਦੇ ਸਤਿਕਾਰ 'ਚ ਕਮੀ ਨਹੀਂ ਆਣ ਦੇਣੀ। ਐਡਜਸਟਮੈਂਟ ਹੈ ਜਿਹੜੀ ਕਰੋ। ਠੀਕ ਹੈ, ਕੋਈ ਸਮਾਂ ਇਹੋ ਜਿਹਾ ਹੋਊਗਾ ਜਿਸ ਦੇ ਵਿੱਚ ਤੁਹਾਨੂੰ ਝੁਕਣਾ ਵੀ ਪੈ ਸਕਦਾ, ਤਾਂ ਕੋਈ ਦਿੱਕਤ ਨਹੀਂ ਹੈ, ਕਿਉਂਕਿ ਝੁਕੇ ਹੋਏ ਜਿਹੜੇ ਦਰਖਤ ਹੁੰਦੇ ਆ ਨਾ, ਟਹਿਣੀਆਂ ਹੁੰਦੀਆਂ, ਉਹਨਾਂ ਨੂੰ ਹੀ ਫਲ ਲੱਗਦੇ ਆ ਤੇ ਇਸੇ ਕਰਕੇ ਉਹਨਾਂ ਨੂੰ ਹੀ ਵੱਟੇ ਪੈਂਦੇ ਆ। ਤੁਸੀਂ ਇਸ ਗੱਲ ਤੋਂ ਨਹੀਂ ਡਰਨਾ ਹੈ। ਤਾਂ ਇਹ 5 ਦੀ ਜਗ੍ਹਾ ਅਸੀਂ ਕੀ ਫਿਰ ਉਸੇ ਤਰ੍ਹਾਂ ਚੇਂਜ ਲਿਆਂਦੀ, ਇੱਥੇ 12 ਕਰਤਾ, ਇੱਥੇ ਕੀ ਕਰਤਾ ਅਸੀਂ ਨੇ 9 ਕਰਤਾ, ਇੱਥੇ 8 ਲਿਆਏ। ਤਾਂ ਦੇਖੋ 12 ਤੇ 6 18 ਤੇ 7 25 ਤੇ 9 34, 11 ਤੇ 5 16 10 26 ਤੇ 8 34, 9 ਤੇ 4 13 ਤੇ 5 18 ਤੇ 16 34, 11 ਤੋਂ 13 7 20 ਤੇ 14, 10 3 13 6 19 ਤੇ 15 13 ਤੇ 8 21 ਤੇ 22 ਤੇ 12 34, 13 10 23 ਤੇ 7 30 ਤੇ 4 34, 16 ਤੇ 11 27 6 33 ਤੇ 1 34, 1 ਤੇ 4 5 ਤੇ 16 21 ਤੇ 13 6 ਤੇ 7 13 ਤੇ 11 24 ਤੇ 10 1 ਤੇ 15 16 ਤੇ 6 22 ਤੇ 12 14 ਤੇ 4 18 ਤੇ 7 25 ਤੇ 9। ਜਿੱਧਰੋਂ ਮਰਜ਼ੀ ਕਰ ਲਓ 34 ਹੀ ਆਨਸਰ ਆਣਾ। ਤੇ ਤੁਹਾਡੇ ਸਾਹਮਣੇ ਮੈਂ ਕੁਝ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ ਵੀ ਦਿਖਾਵਾਂ ਤੁਹਾਨੂੰ ਵੀ ਸਾਡੇ ਵਿਗਿਆਨੀ ਕੀ ਕੀ ਸੋਚਦੇ ਸੀਗੇ, ਉਹ ਗਣਿਤ ਕਿਵੇਂ ਸੋਲਵ ਕਰਦੇ ਸੀਗੇ, ਕੀ ਉਹਨਾਂ ਦੇ ਮਤਲਬ ਵੀ ਮਨਸੂਬੇ ਸੀਗੇ, ਕੀ ਉਹ ਚਾਹੁੰਦੇ ਸੀ ਆਪਣੇ ਦੇਸ਼ ਨੂੰ ਕਿੱਥੇ ਤੱਕ ਲੈ ਜਾਣਾ, ਆਪਣੀ ਦੁਨੀਆ ਨੂੰ ਕਿੱਥੇ ਕੀ ਦਿਖਾਣਾ ਚਾਹੁੰਦੇ ਸੀ। ਬਾਬਾ ਨਾਨਕ ਜੀ ਕਹਿੰਦੇ ਜੀ ਉਦੋਂ ਕੋਈ ਜਹਾਜ਼ ਨਹੀਂ ਸੀ, ਕੁਝ ਨਹੀਂ ਸੀ ਜੀ, ਇੰਨੇ ਕਿਲੋਮੀਟਰ ਅਸੀਂ ਤਾਂ ਇਹ ਵੀ ਨਹੀਂ ਲੱਭ ਸਕੇ ਵੀ ਉਹ ਗਏ ਕਿਵੇਂ ਹੈ। ਬਿਲਕੁਲ, ਸਾਧਨ ਤਾਂ ਵੱਖਰੀ ਗੱਲ ਹੈ, ਲੇਕਿਨ ਉਹ ਗਏ ਤਾਂ ਹੈ ਨਾ, ਇਸ ਨੂੰ ਤਾਂ ਮੁਨਕਰ ਨਹੀਂ ਹੋ ਸਕਦੇ ਅਸੀਂ ਵੀ ਕਿੱਥੇ ਬਗਦਾਦ ਹੈ ਕਿੱਥੇ ਕੀ ਹੈ ਨਾ। ਤੋ ਇਸ ਕਰਕੇ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਾਨੂੰ ਪੜ੍ਹਾਈ ਜਿਹੜੀ ਹੈ ਮੈਥਮੈਟਿਕਸ ਦੀ ਔਰ ਸਾਇੰਸ ਦੀ ਇਸ ਗੱਲ ਵੱਲ ਲੈ ਕੇ ਜਾਂਦੀ ਹੈ ਕਿ ਹਾਂ ਆਓ ਆਪਾਂ ਕੁਝ ਸਿੱਖੀਏ, ਕੁਝ ਨਵਾਂ ਕਰੀਏ। ਜੇ ਜ਼ਿੰਦਗੀ ਮਿਲੀ ਹੈ ਦੁਬਾਰਾ ਤਾਂ ਮਿਲਣੀ ਨਹੀਂ ਹੈ, ਇਸ ਕਰਕੇ ਇਸ ਨੂੰ ਪੂਰਾ ਯੂਟਿਲਾਈਜ਼ ਕਰੋ। ਜਿੰਨੇ ਮਿੰਟ ਸਕਿੰਟ ਤੁਹਾਨੂੰ ਮਿਲੇ ਉਹਨੂੰ ਪੂਰੇ ਦੇ ਪੂਰਾ ਯੂਟਿਲਾਈਜ਼ ਕਰ ਦਿਓ ਤਾਂ ਕਿ ਉਹਦੇ ਵਿੱਚ ਤੁਹਾਨੂੰ ਆਨੰਦ ਆਵੇ। ਤਾਂ ਉਸ ਆਨੰਦ ਨੂੰ ਲੈਣ ਦੀ ਖਾਤਰ ਮੈਂ ਸਾਰਾ ਕੁਝ ਕਰਦਾ। ਤੇ ਹੁਣ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਕਿ ਮੇਰੇ ਵਿਦਿਆਰਥੀ ਦੇ ਬੈਗ ਦੇ ਵਿੱਚ ਜਦੋਂ ਉਹ 6ਵੀਂ ਜਮਾਤ 'ਚ ਹੋਇਆ ਸੀਗਾ ਜਾਂ ਜਦੋਂ ਉਹ 4ਥੀ ਜਮਾਤ 'ਚ ਹੋ ਜਾਂਦਾ, ਇੱਕ ਜਿਓਮੈਟਰੀ ਬਾਕਸ ਪਾ ਦਿੱਤਾ ਜਾਂਦਾ ਵੀ ਲੈ ਪੁੱਤ ਤੂੰ ਚੱਲਿਆ ਸਕੂਲ, ਆ ਤੇਰਾ ਜਿਓਮੈਟਰੀ ਬਾਕਸ ਹੈ। ਤੇ ਉਹ ਜਦ ਤੱਕ 12ਵੀਂ ਕਰਕੇ ਆਇਆ ਜਾਂ 10ਵੀਂ ਕਰਕੇ ਮੇਰੇ ਕੋਲ ਪਹੁੰਚਿਆ ਤਾਂ ਉਹੀ ਅਧਿਆਪਕ ਜਿਹਨੇ 4ਥੀ ਜਮਾਤ 'ਚ ਜਿਓਮੈਟਰੀ ਬਾਕਸ ਉਹਦੇ ਬੈਗ 'ਚ ਪਾਇਆ ਸੀ, ਅੱਜ ਜਦੋਂ ਉਹ 11ਵੀਂ ਜਮਾਤ 'ਚ ਆਉਂਦਾ ਤੇ ਉਹਨੂੰ ਪੁੱਛਦਾ ਵੀ ਪੁੱਤ ਤੈਨੂੰ ਜਿਓਮੈਟਰੀ ਬਾਕਸ ਸਾਂਭੇ ਨੂੰ ਅੱਜ 8 ਸਾਲ ਹੋ ਗਏ, 10 ਸਾਲ ਹੋ ਗਏ, ਕਿੰਨਾ ਕੁਝ ਜਾਣਦਾ ਇਹਦੇ ਬਾਰੇ, ਅੱਜ ਆਪਾਂ ਗੱਲ ਕਰੀਏ। ਤਾਂ ਉਹ ਉਸ ਦੇ ਬਾਰੇ ਬਿਲਕੁਲ ਜਾਣਕਾਰੀ ਨਹੀਂ ਰੱਖਦਾ। ਕਿਉਂ ਨਹੀਂ ਰੱਖਦਾ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਇਹ ਇੱਕ ਸਕੇਲ ਹੈ ਮੇਰੇ ਕੋਲ। ਤਾਂ ਮੈਂ ਬੱਚਿਆਂ ਨੂੰ ਪੁੱਛਦਾ ਕਿ ਬੇਟੇ ਇਸ ਸਕੇਲ ਦੇ ਵਿੱਚ ਤੁਸੀਂ ਇਹ ਦੱਸੋ ਵੀ ਇੱਧਰਲੇ ਪਾਸੇ ਸਰ ਸੈਂਟੀਮੀਟਰ ਹੈ। ਮੈਂ ਕਿਹਾ ਵੀ ਵਿਚਲੇ ਪਾਸੇ ਕੀ ਹੈ, ਕਹਿੰਦੇ ਜੀ ਛੋਟੇ ਛੋਟੇ ਹੋਰ ਡਿਵੀਜ਼ਨਸ ਹੈਗੀਆਂ, ਉਹਨਾਂ ਨੂੰ ਮਿਲੀਮੀਟਰ ਕਹਿ ਦਿੰਦੇ ਆ। ਮੈਂ ਕਿਹਾ ਬਿਲਕੁਲ ਠੀਕ ਹੈ। ਮੈਂ ਕਿਹਾ ਇੱਥੋਂ ਤੱਕ ਤਾਂ ਤੁਸੀਂ ਸਾਰਾ ਜਾਣਿਆ। ਹਾਂਜੀ ਸਰ, ਹਾਂਜੀ ਹਾਂਜੀ, ਕਿਉਂ ਨਹੀਂ ਜਾਣਿਆ। ਮੈਂ ਕਿਹਾ ਚਲੋ ਆ ਦੂਜਾ ਪਾਸਾ ਕਰਨ ਲੱਗਿਆ, ਇੱਧਰ ਵੀ ਹੈਗੀਆਂ ਡਿਵੀਜ਼ਨ ਤਾਂ 1 2 3 4, ਇੱਧਰਲੇ ਪਾਸੇ ਵੀ ਛੋਟੀਆਂ ਛੋਟੀਆਂ ਡਿਵੀਜ਼ਨਸ ਹੈ। ਤਾਂ ਇਹਨਾਂ ਨੂੰ ਕੀ, ਜੇ ਇਹਨਾਂ ਨੂੰ ਸੈਂਟੀਮੀਟਰ ਕਹਿੰਦੇ ਆ, ਇਹਨਾਂ ਨੂੰ ਕੀ ਕਹਿੰਦੇ ਆ। ਸਰ ਜੀ ਇਹ ਤਾਂ ਸਾਨੂੰ ਨਹੀਂ ਪਤਾ ਹੈ। ਮੈਂ ਕਿਹਾ ਫਿਰ ਤੁਸੀਂ ਪੁੱਛਿਆ ਨਹੀਂ ਆਪਣੇ ਅਧਿਆਪਕ ਨੂੰ। ਇਹ ਨਾ ਸੋਚੋ ਵੀ ਅਧਿਆਪਕ ਨੂੰ ਨਹੀਂ ਪਤਾ ਸੀ, ਅਧਿਆਪਕ ਨੂੰ ਪਤਾ ਹੈ, ਲੇਕਿਨ ਜੇ ਤੁਸੀਂ ਜਦ ਤੱਕ ਪ੍ਰਸ਼ਨ ਨਹੀਂ ਨਾ ਕਰੋਗੇ ਉਦੋਂ ਤੱਕ ਤੁਹਾਡੇ ਪੱਲੇ ਨਹੀਂ ਪਊਗੀ ਕੋਈ ਗੱਲ। ਪ੍ਰਸ਼ਨ ਕਰੋ। ਜਮਾਤ ਦੇ ਵਿੱਚ ਜੇ ਕੋਈ ਬੱਚਾ ਪ੍ਰਸ਼ਨ ਕਰਦਾ ਹੈ ਨਾ ਤਾਂ ਉਸ ਦਾ ਮੁੱਲ ਪੈਂਦਾ ਵੀ ਹਾਂ ਵੀ ਇਹ ਕੁਝ ਨਾ ਕੁਝ ਪੜ੍ਹ ਕੇ ਆਇਆ, ਇਹ ਤਾਂ ਹੀ ਪ੍ਰਸ਼ਨ ਕਰਦਾ। ਤਾਂ ਉਸ ਨੇ ਜਦੋਂ ਪ੍ਰਸ਼ਨ ਕਰਨਾ ਸੀ ਤਾਂ ਉਸ ਨੂੰ ਪਤਾ ਲੱਗਣਾ ਸੀਗਾ ਕਿ ਮੈਂ ਫਿਰ ਇਹ ਗੱਲ ਇਥੋਂ ਖੋਜ ਕਰਕੇ ਲਿਆਇਆ ਕਿ ਇਹ ਜਿਹੜਾ ਇੰਚ ਹੈ ਇੱਥੋਂ ਤੱਕ ਅਸੀਂ ਦੱਸਿਆ ਉਹਨੂੰ, ਲੇਕਿਨ ਇੰਚ ਦੇ ਵਿੱਚ ਕੀ ਹੈ ਇਹ ਨਹੀਂ ਦੱਸਿਆ। ਤਾਂ ਮੈਂ ਕਿਹਾ ਇੱਕ ਮੇਰਾ ਅਨਪੜ੍ਹ ਜਿਹੜਾ ਬੰਦਾ ਹੈ ਜਾਂ ਥੋੜਾ ਘੱਟ ਪੜ੍ਹਿਆ ਹੋਇਆ ਬੰਦਾ ਹੈ, ਉਹ ਘਰ ਦੇ ਵਿੱਚ ਮੈਨੂੰ ਕਹਿੰਦਾ ਸਰਦਾਰ ਜੀ
ਘਰ ਬਣਾ ਰਹੇ ਹੋ ਨਾ ਤੇ ਐਂ ਕਰੋ 4 ਸੂਤ ਦਾ ਸਰੀਆ ਲੈ ਕੇ ਆਓ। ਹਾਂ ਮੈਂ ਕਿਹਾ 4 ਸੂਤ ਦਾ ਕੀ, ਸੂਤ ਕੀ ਹੁੰਦਾ? ਤਾਂ ਮੈਨੂੰ ਸੂਤ ਜਦ ਪੜਾਇਆ ਹੀ ਨਹੀਂ ਤਾਂ ਮੈਂ ਕੀ ਦੱਸੂਗਾ ਸੂਤ ਕੀ ਹੁੰਦਾ? ਤਾਂ ਫਿਰ ਮੈਂ ਸਰੀਏ ਇਕੱਠੇ ਕੀਤੇ। ਮੈਂ ਜਦੋਂ ਇਹ ਸਰੀਏ ਇਕੱਠੇ ਕੀਤੇ ਤਾਂ ਮੈਨੂੰ ਕਹਿੰਦਾ ਵੀ ਆ ਸਰਦਾਰ ਜੀ ਤੁਸੀਂ ਇਹ ਟੁਕੜਿਆਂ ਦਾ ਕੀ ਕਰੋਗੇ? ਮੈਂ ਕਿਹਾ ਜੀ ਮੈਂ ਤਾਂ ਪ੍ਰਯੋਗੀ ਬੰਦਾ, ਪ੍ਰਯੋਗ ਕਰਦਾ ਰਹਿਣਾ ਤੇ ਮੈਂ ਤਾਂ ਪ੍ਰਯੋਗ ਕਰਨਾ ਚਾਹੁੰਦਾ। ਕਹਿੰਦਾ ਕਿਵੇਂ ਕਰੋਗੇ ਪ੍ਰਯੋਗ? ਤਾਂ ਮੈਂ ਆ ਕੇ ਪ੍ਰਯੋਗ ਕੀਤਾ ਤਾਂ ਮੈਂ ਦੇਖਿਆ ਵੀ ਜਿਹੜਾ 2 ਸੂਤ ਦਾ ਸਰੀਆ ਹੈ ਉਹ ਕਿੰਨਾ ਆਪਣੀ ਮੋਟਾਈ ਰੱਖਦਾ ਹੈ ਨਾ ਜੀ। ਉਹਨੂੰ 2 ਸੂਤ ਦਾ ਕਿਉਂ ਕੀਤਾ ਕਿਹਾ ਜਾਂਦਾ? ਫਿਰ ਮੈਨੂੰ ਜਦੋਂ ਮੈਂ ਕਿਤਾਬਾਂ ਪੜ੍ਹੀਆਂ ਤਾਂ ਪਤਾ ਲੱਗਿਆ 1 ਇੰਚ ਦੇ ਵਿੱਚ 8 ਸੂਤ ਹੁੰਦੇ ਆ। ਜੇ 1 ਇੰਚ 8 ਸੂਤ ਹੈ ਤਾਂ ਤੁਸੀਂ ਇਹ ਦੇਖੋ ਵੀ ਉਹ 8 ਸੂਤ ਦਾ ਸਰੀਆ ਐਡਾ ਮੋਟਾ ਹੋਊਗਾ ਤੇ 4 ਸੂਤ ਦਾ ਉਹਦਾ ਅੱਧਾ ਹੋਊਗਾ ਤੇ 2 ਸੂਤ ਦਾ ਉਹ ਤੋਂ ਅੱਧਾ ਹੋਊਗਾ। ਤਾਂ ਇਹ ਮੈਂ ਦੱਸਣ 'ਚ ਸਫਲ ਹੋ ਗਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਡਿਵੀਜ਼ਨਸ ਕਿਸ ਤਰ੍ਹਾਂ ਹੁੰਦੀਆਂ। ਇੱਥੋਂ ਫਿਰ ਅੱਗੇ ਸ਼ੁਰੂ ਕਰਦੇ ਕਰਦੇ ਅਸੀਂ ਗੱਲ ਕਰਦੇ ਹਾਂ ਲੀਸਟ ਕਾਊਂਟ ਕੀ ਹੁੰਦਾ। ਜਦੋਂ ਅਸੀਂ ਉਹਨਾਂ ਨੂੰ ਲੀਸਟ ਕਾਊਂਟ ਤੱਕ ਲੈ ਕੇ ਜਾਂਦੇ ਆ, ਕਿਉਂਕਿ ਮੇਰੇ ਕੋਲ ਜਦੋਂ ਵਿਦਿਆਰਥੀ ਪੜ੍ਹਨ ਆਣਗੇ ਤਾਂ ਉਹਨਾਂ ਨੂੰ ਗਲਵੈਨੋਮੀਟਰ, ਐਮ ਮੀਟਰ, ਉਹਦੇ ਲੀਸਟ ਕਾਊਂਟ ਕੱਢਣੇ ਪੈਣਗੇ। ਸਕਰੂ ਗਾਜ ਹੈ, ਵਰਨੀਅਰ ਕੈਲੀਪਰ ਹੈ ਨਾ, ਸਫੀਰੋਮੀਟਰ ਹੈ, ਉਹਦੇ ਲੀਸਟ ਕਾਊਂਟ ਕੱਢਣੇ ਆ ਅਸੀਂ। ਤਾਂ ਉਹਦਾ ਲੀਸਟ ਕਾਊਂਟ ਕੀ ਹੈ ਕਿ ਇਹ ਇੱਕ ਸਕੇਲ ਹੈ। ਇਸ ਸਕੇਲ ਦੇ ਵਿੱਚ ਜੇ ਇੱਥੇ 0 ਹੈ ਸਾਡੇ ਕੋਲ, ਇੱਥੇ 1 ਲਿਖਿਆ ਹੋਇਆ ਹੈ, ਤਾਂ ਇੱਥੇ ਜਿਹੜਾ ਹੈ 1 2 3 4 1 2 3 4 ਤਾਂ ਇਹ ਬਣੇ ਹੋਈਆਂ ਸੈਗਮੈਂਟਸ ਬਣੇ ਹੋਏ। ਤਾਂ ਮੈਂ ਉਹਨਾਂ ਨੂੰ ਪੁੱਛਦਾ ਕਿ ਇਹਨਾਂ ਸੈਗਮੈਂਟਸ ਨੂੰ ਇਹ ਦੱਸੋ ਵੀ 0 ਤੋਂ ਲੈ ਕੇ 1 ਤੱਕ ਕਿੰਨੇ ਜਿਹੜੇ ਹੈਗੇ ਆ ਸੈਂਟੀਮੀਟਰ ਹੈ। ਤਾਂ ਉਹਨਾਂ ਦਾ ਸਹਿਜੀ ਜਵਾਬ ਹੁੰਦਾ ਜੀ 10 ਮਿਲੀਮੀਟਰ। 1 ਸੈਂਟੀਮੀਟਰ ਦੇ ਵਿੱਚ 10 ਮਿਲੀਮੀਟਰ। ਮੈਂ ਕਿਹਾ 10 ਮਿਲੀਮੀਟਰ ਤਾਂ ਹੈਗੇ ਆ, ਪਰ ਇਹ ਦੱਸੋ ਵੀ ਆ ਛੋਟੇ ਛੋਟੇ ਲਾਈਨ ਸੈਗਮੈਂਟ ਕਿੰਨੇ ਆ? ਕੋਈ ਕਹਿੰਦਾ ਜੀ 8 ਹੈ, ਕੋਈ ਕਹਿੰਦਾ 9 ਹੈ। ਮੈਂ ਕਿਹਾ ਗਿਣੋ। ਜਦ ਗਿਣਦੇ ਆ ਤਾਂ 9 ਨਿਕਲਦੇ ਆ, ਕਿਉਂਕਿ 1 2 3 4 5 6 7 8 ਤੇ 9। ਤਾਂ ਫਿਰ ਇੱਥੋਂ ਪਤਾ ਲੱਗਦਾ ਹੈ ਵੀ ਆ 1 2 3 4 5 6 7 8 9 ਤੇ ਆਹ ਵਾਲਾ 10 ਬਣ ਗਿਆ। ਵੀ ਇਹ ਜਿਹੜੇ ਸੈਗਮੈਂਟ ਹੈਗੇ ਆ ਇਹ ਸੈਗਮੈਂਟ ਮਿਲੀਮੀਟਰ ਨਹੀਂ ਹੈ, ਇਹਨਾਂ ਦੇ ਵਿਚਕਾਰ ਦੀ ਜਿਹੜੀ ਆ ਦੂਰੀ ਹੈ, ਆ ਦੂਰੀ ਹੈ, ਇਹਨੂੰ ਮਿਲੀਮੀਟਰ ਕਿਹਾ ਗਿਆ। ਮਿਲੀਮੀਟਰ ਦੀ ਪਰਿਭਾਸ਼ਾ ਤਾਂ ਉਹ ਇਨਸਟਰੂਮੈਂਟ ਜਿਹੜਾ ਕਿ ਘੱਟ ਤੋਂ ਘੱਟ ਚੀਜ਼ ਨੂੰ ਮਾਪ ਸਕਦਾ ਉਹਦਾ ਅਲਪਤਮ ਅੰਕ ਹੁੰਦਾ, ਲੀਸਟ ਕਾਊਂਟ ਹੋਇਆ ਕਰਦਾ। ਤਾਂ ਹੁਣ ਬੱਚਾ ਉਹ ਸਹਿਜੀ ਕਰ ਲੈਂਦਾ। ਫਿਰ ਮੈਂ ਉਹਨਾਂ ਨਾਲ ਦੀ ਨਾਲ ਦੂਜਾ ਪ੍ਰਸ਼ਨ ਕਰ ਦਿੰਦਾ ਕਿ 0 ਤੋਂ 1 ਦੇ ਵਿੱਚ ਵਿੱਚ ਤੁਸੀਂ ਦੱਸਤੇ, ਹੁਣ 0 ਤੋਂ ਲੈ ਕੇ 1 ਤੱਕ ਕਿੰਨੇ ਆ? ਤਾਂ ਕਹਿੰਦਾ ਜੀ ਪਹਿਲਾਂ 9 ਸੀਗੇ, ਹੁਣ 1 ਆ ਜੋੜ ਲਓ, 1 ਆ 11 ਹੋ ਗਏ। ਤਾਂ ਫਿਰ ਉਹਦਾ ਮਤਲਬ ਬ੍ਰੇਨ ਹੈ ਜਿਹੜੇ ਉਹ ਕੰਟੀਨਿਊਸਲੀ ਵਰਕਿੰਗ 'ਚ ਆ ਜਾਂਦਾ ਹੈ, ਉਹਦੇ ਨਿਊਰੋਨਸ ਹੈ ਜਿਹੜੇ ਉਹ ਕੰਮ ਕਰਨ ਲੱਗ ਜਾਂਦੇ ਆ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਅਸੀਂ ਹੈ ਨਾ, ਸੈਟ ਸਕੁਏਅਰ ਕੀ ਹੈ, ਡੀ ਕੀ ਹੈ, ਡੀ ਕਿਵੇਂ ਕੰਮ ਕਰਦੀ ਹੈ, ਪ੍ਰੋਟੈਕਟਰ ਕਿਸ ਨੂੰ ਕਿਹਾ ਗਿਆ ਹੈ ਨਾ, ਤਾਂ ਉਹ ਜਿਹੜੀ ਹੈਗੇ ਸਾਡੇ ਕੋਲ ਕੰਪਸ ਕਿਵੇਂ ਕੰਮ ਕਰਦੀ ਹੈ, ਤਾਂ ਉਹ ਡਿਵਾਈਡਰ ਹੈ ਜਿਹੜਾ ਕਿ ਉਹ ਤਿੱਖੀ ਜੀ ਸੂਈ ਖਵਾਉਣ ਦੇ ਕੰਮ ਆਇਆ ਕਰਦਾ ਸੀਗਾ ਹੈ ਨਾ ਜੀ। ਪਰ ਉਸ ਡਿਵਾਈਡਰ ਨੂੰ ਅਸੀਂ ਨੇ ਜਦੋਂ ਦੇਖਿਆ ਤਾਂ ਉਸ ਡਿਵਾਈਡਰ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਕਿਸ ਤਰ੍ਹਾਂ ਦੇ ਨਾਲ ਬਰਾਬਰ ਸੈਗਮੈਂਟ ਨੂੰ ਡਿਵਾਈਡ ਕਰਦਾ। ਤਾਂ ਇਹ ਜੀਆਂ ਗੱਲਾਂ ਜਿਹੜੀਆਂ ਮੈਥਮੈਟਿਕਸ ਦੀਆਂ ਅਸੀਂ ਤੁਹਾਡੇ ਨਾਲ ਕਰਦੇ ਰਾਂਗੇ। ਆਹ ਹੁਣ ਤੁਹਾਨੂੰ ਥੋੜਾ ਜਿਹਾ ਸਾਇੰਸ ਦੀਆਂ ਗੱਲਾਂ ਵੱਲ ਵੀ ਲੈ ਕੇ ਚੱਲਾਂ। ਆਹ ਤੁਹਾਨੂੰ ਥੋੜਾ ਸਾਇੰਸ ਵੱਲ ਵੀ ਲੈ ਕੇ ਚੱਲੀਏ। ਦਿਖਾਓ ਹੁਣ ਸਾਇੰਸ ਵੀ ਥੋੜਾ ਜਿਹਾ ਦਿਖਾਓ, ਮੈਥਸ ਬਹੁਤ ਦੇਖ ਲਿਆ ਅਸੀਂ। ਤਾਂ ਹਾਂ ਹੁਣ ਤੁਹਾਨੂੰ ਸਾਇੰਸ ਵੱਲ ਲੈ ਚੱਲਦੇ ਹਾਂ। ਜਦੋਂ ਅਸੀਂ ਗੱਲ ਕੀਤੀ ਸੀਗੀ ਕਿ ਪ੍ਰਕਾਸ਼ ਹੈ ਜਿਹੜਾ 7 ਰੰਗਾਂ ਦਾ ਬਣਿਆ ਹੋਇਆ, ਇਹ ਨਿਊਟਨ ਨੇ ਡਿਸਕ ਬਣਾਈ ਜਿਸ ਨੂੰ ਅਸੀਂ ਨਿਊਟਨਸ ਕਲਰ ਡਿਸਕ ਕਹਿੰਦੇ ਆ। ਤਾਂ ਇਹ ਤੁਸੀਂ ਦੇਖੋ ਕਿ ਇਹਦੇ ਵਿੱਚ 7 ਰੰਗ ਬਣਾਏ ਹੋਏ ਆ, ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਐਂਡ ਰੈੱਡ। ਫਿਰ ਦੇਖ ਲਓ ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੇਂਜ ਐਂਡ ਰੈੱਡ। ਇਹ 7 ਰੰਗਾਂ ਤੋਂ ਡਿਸਕ ਬਣਾਈ ਗਈ ਹੈ। ਹੁਣ ਇਸ ਡਿਸਕ ਨੂੰ ਜਦੋਂ ਅਸੀਂ ਤੇਜ਼ ਘੁਮਾਉਂਦੇ ਆ ਤਾਂ ਇਹ ਵਾਈਟ ਹੋ ਜਾਂਦੀ ਹੈ। ਹੋ ਸਕਦਾ ਕਈ ਵਾਰੀ ਕੈਮਰਾ ਜਿਹੜਾ ਉਸ ਨੂੰ ਕੈਚ ਕਰ ਲੈਂਦਾ ਵੀ ਵਾਈਟ ਨਹੀਂ ਦਿਖਾਉਂਦਾ, ਪਰ ਤੁਸੀਂ ਦੇਖੋਗੇ ਕਿ ਤੁਹਾਨੂੰ ਆਪਣੀ ਅੱਖਾਂ ਦੇ ਨਾਲ ਵਾਈਟ ਦਿਸੇਗੀ। ਜੀ ਬਿਲਕੁਲ ਵਾਈਟ ਹੀ ਦਿਖ ਰਹੀ ਹੈ, ਵਾਈਟ ਹੀ ਦਿਖ ਰਹੀ ਹੈ। ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਕੀ ਹੋਇਆ ਕਿ ਉਹ 7 ਰੰਗ ਮੌਜੂਦ ਹੈ, ਲੇਕਿਨ ਉਹ 7 ਰੰਗ ਮਿਲ ਕੇ ਵਾਈਟ ਬਣ ਗਿਆ। ਤਾਂ ਉਹ ਸਿੱਧ ਕਰਨ 'ਚ ਕਾਮਯਾਬ ਹੋ ਗਿਆ ਇਨਸਾਨ ਕਿ ਜਿਹੜਾ ਸਫੈਦ ਪ੍ਰਕਾਸ਼ ਹੈ ਉਹ 7 ਰੰਗਾਂ ਦਾ ਬਣਿਆ ਹੋਇਆ। ਦੇਖੋ ਕਿੱਡੀ ਵੱਡੀ ਖੋਜ ਸੀ ਉਸ ਵਕਤ ਉਸ ਵਿਗਿਆਨੀ ਦੀ। ਉਹਦੇ ਕੋਲੇ ਪਰ ਕਈ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਇਹ ਅਸਮਾਨ 7 ਰੰਗ ਦੇ ਨਾਲ ਕੀ ਬਣੇ, ਕਿਉਂ ਕਹਿੰਦੇ ਨੇ। ਹੁਣ ਗੱਲ ਚੱਲਦੀ ਹੈ ਵੀ ਇਹ ਨੀਲਾ ਰੰਗ ਨੀਲਾ ਕਿਉਂ ਦਿਖ ਰਿਹਾ, ਘਾਹ ਹਰਾ ਤਾਂ ਹਰਾ ਕਿਉਂ ਦਿਖਦਾ, ਇਹ ਪ੍ਰਸ਼ਨ ਹੈ। ਗੁਲਾਬ ਦਾ ਫੁੱਲ ਜੇ ਲਾਲ ਹੈ ਤਾਂ ਲਾਲ ਕਿਉਂ ਦਿਖਦਾ? ਤਾਂ ਉਹਦਾ ਸਹਿਜੀ ਜਵਾਬ ਬੱਚੇ ਨੂੰ ਆਪਣੇ ਆਪ ਹੀ ਮਿਲ ਜਾਣਾ ਵੀ ਜਿਹੜੀ ਚੀਜ਼ ਦਾ ਜਿਹੜਾ ਰੰਗ ਹੈ ਉਹ ਉਸ ਰੰਗ ਨੂੰ ਛੱਡ ਰਿਹਾ, ਬਾਕੀ ਰੰਗਾਂ ਨੂੰ ਸੋਖ ਰਿਹਾ, ਬਾਕੀਆਂ ਨੂੰ ਅਬਜ਼ੌਰਬ ਕਰ ਲੈਂਦਾ, ਉਸ ਰੰਗ ਨੂੰ ਛੱਡ ਰਿਹਾ ਹੁੰਦਾ, ਇਸ ਕਰਕੇ ਉਹ ਰੰਗ ਨਜ਼ਰ ਆ ਰਿਹਾ। ਤਾਂ ਇਹ ਦੇਖੋ ਕੁਦਰਤ ਦੇ ਵਰਤਾਰੇ। ਮੈਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਹੈ ਵੀ ਕੁਦਰਤ ਤੇ ਕੁਦਰਤ ਦੇ ਵਰਤਾਰਿਆਂ ਨੂੰ ਪੜ੍ਹਨਾ ਹੀ ਵਿਗਿਆਨ ਹੈ। ਤੇ ਅੱਜ ਜੇ ਸਾਡਾ ਵਿਗਿਆਨ ਦਾ ਬੱਚਾ ਜਦੋਂ ਉਹਦੇ ਤੱਕ ਇਹ ਸਿਧਾਂਤ ਪਹੁੰਚਣਗੇ ਤਾਂ ਉਹ ਕਦੇ ਵੀ ਜਾਊਗਾ ਨਹੀਂ, ਉਹ ਕਹੂਗਾ ਹਾਂ ਸਰ ਇੱਕ ਗੱਲ ਹੋਰ ਦੱਸੋ ਮੈਨੂੰ ਇਹ ਜੀ। ਤਾਂ ਆਓ ਫਿਰ ਤੁਹਾਨੂੰ ਵੀ ਇੱਕ ਗੱਲ ਹੋਰ ਦੱਸਦੇ ਆਂ ਇਹ ਜੀ, ਸਾਰੀਆਂ ਸੁਣ ਕੇ ਜਾਣੀਆਂ ਅੱਜ। ਨਹੀਂ ਤੁਹਾਨੂੰ ਇਹ ਜਿਹੜੀਆਂ ਚੀਜ਼ਾਂ ਅਸੀਂ ਦਿਖਾ ਰਹੇ ਹਾਂ ਤਾਂ ਵੈਸੇ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ
ਅਸੀਂ ਇੱਕ ਲੈਂਜ਼ ਲਗਾਈਏ ਤਾਂ ਲੈਂਜ਼ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਉਲਟੀਆਂ ਨਜ਼ਰ ਆਉਂਦੀਆਂ। ਆਹ ਦੇਖੋ ਮੈਂ ਇੱਕ ਯੰਤਰ ਤਿਆਰ ਕੀਤਾ ਹੋਇਆ ਹੈ, ਜਿਸ ਤਰ੍ਹਾਂ ਉਹ ਮੇਰੇ ਕੋਲ ਟੈਲੀਸਕੋਪ ਪਈ ਹੈ, ਠੀਕ ਹੈ। ਇੱਕ ਤੁਹਾਨੂੰ ਇੱਥੇ ਇੰਸਟੈਂਸ ਵੀ ਮੈਨੂੰ ਯਾਦ ਆ ਰਿਹਾ ਕਿ ਮੈਂ ਇੱਕ ਜਗ੍ਹਾ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਬਾਹਰ ਲਗਾਈ ਹੋਈ ਸੀ ਆਪਣੀ ਕਾਰ, ਡਿਸਪਲੇ ਕੀਤੀ ਹੋਈ ਸੀ, ਤਾਂ ਇੱਕ ਜੈਂਟਲਮੈਨ ਆਏ ਤੇ ਮੈਨੂੰ ਪੁੱਛਦੇ ਜੀ ਉਹ ਮਾਈਕਰੋਸਕੋਪ ਦਿਖਾਓ। ਮੈਨੂੰ ਬੜੀ ਹੈਰਾਨੀ ਹੋਈ। ਮੈਂ ਕਿਹਾ ਪਹਿਲਾਂ ਮੈਂ ਇਹ ਪੁੱਛਿਆ, ਮੈਂ ਕਿਹਾ ਸਰਦਾਰ ਜੀ ਇੱਕ ਬੇਨਤੀ ਹੈ, ਮਾਈਂਡ ਨਾ ਕਰਿਓ, ਤੁਹਾਡੀ ਉਮਰ ਕਿੰਨੀ ਹੋ? ਕਹਿੰਦੇ ਮੈਂ 55 ਸਾਲ ਦਾ ਹੋ ਗਿਆ। ਤਾਂ ਮੈਨੂੰ ਬੜੀ ਸ਼ਰਮ ਮਹਿਸੂਸ ਹੋਈ ਵੀ ਇੱਕ 55 ਸਾਲ ਦਾ ਵਿਅਕਤੀ ਹੋ ਗਿਆ ਇਸ ਸੰਸਾਰ ਦੇ ਵਿੱਚ, ਤੇ ਮੈਂ ਇੱਕ ਅਧਿਆਪਕ ਹੋਣ ਦੇ ਨਾਤੇ ਅੱਜ ਤੱਕ ਉਹਨੂੰ ਇਹ ਨਹੀਂ ਦੱਸ ਸਕਿਆ ਵੀ ਮਾਈਕਰੋਸਕੋਪ ਕੀ ਹੈ ਤੇ ਟੈਲੀਸਕੋਪ ਕੀ ਹੈ, ਤਾਂ ਮੈਂ ਇੱਥੇ ਕਰਨ ਕੀ ਆਇਆ। ਤਾਂ ਇਸ ਕਰਕੇ ਤਾਂ ਉਹਨਾਂ ਨੂੰ ਸਾਰਾ ਇਸ ਨੂੰ ਹੱਥੀ ਫੜਾ ਕੇ ਦਿਖਾਇਆ ਗਿਆ ਕਿ ਟੈਲੀਸਕੋਪ ਹੈ, ਟੈਲੀਸਕੋਪ ਦੂਰ ਦੀਆਂ ਚੀਜ਼ਾਂ ਨੂੰ ਦੇਖਣ ਲਈ ਕੰਮ ਕਰਦੀ ਹੈ, ਮਾਈਕਰੋਸਕੋਪ ਹੈ ਜਿਹੜੀ ਉਹ ਨੇੜੇ ਦੀਆਂ ਚੀਜ਼ਾਂ ਨੂੰ ਦੇਖਣ ਲਈ ਵੱਡਾ ਕਰਕੇ ਦਿਖਾਉਂਦੀ ਹੈ। ਤਾਂ ਉਸ ਤਰ੍ਹਾਂ ਦੇ ਯੰਤਰ ਹੈ ਜਿਹੜੇ ਉਹ ਦਿਖਾਏ। ਤਾਂ ਇਹ ਇੱਕ ਘਰੇ ਤਿਆਰ ਕੀਤਾ ਹੋਇਆ ਯੰਤਰ ਹੈ ਕਿ ਜਿਸ ਦੇ ਵਿੱਚ 2 ਸਿਲੰਡਰੀਕਲ ਪਾਈਪਾਂ ਲਗਾ ਕੇ ਇੱਕ ਲੈਂਸ ਅੱਗੇ ਲਗਾਇਆ ਜਾਂਦਾ ਹੈ, ਇੱਕ ਲੈਂਸ ਪਿੱਛੇ ਲਗਾਇਆ ਜਾਂਦਾ ਹੈ। ਇਸ ਦੇ ਵਿੱਚ ਦੇਖੋਗੇ ਤੁਹਾਨੂੰ ਸਾਹਮਣੇ ਬੈਠੀਆਂ ਹੋਈਆਂ ਚੀਜ਼ਾਂ ਉਲਟੀਆਂ ਨਜ਼ਰ ਆਉਣਗੀਆਂ। ਤਾਂ ਅਸੀਂ ਕੈਮਰੇ 'ਚ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਬੈਠੇ ਤਾਂ ਸਿੱਧੇ ਹੈ ਪਰ ਤੁਹਾਨੂੰ ਉਲਟੇ ਨਜ਼ਰ ਆ ਰਹੇ ਹੈ। ਬਿਲਕੁਲ ਹੈ ਕਮਾਲ ਦੀ ਗੱਲ ਕਿ ਨਹੀਂ? ਤੇ ਉਹ ਸਾਥੀ ਆ ਜਿਹੜੇ ਸਾਡੇ ਉਲਟੇ ਨਜ਼ਰ ਆਣਗੇ ਤੁਹਾਨੂੰ। ਕੈਮਰੇ 'ਚ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੇ ਸਾਹਮਣੇ ਲੋਕ ਸਿੱਧੇ ਬੈਠੇ ਨੇ ਉਹ ਇਸ ਦੇ ਵਿੱਚ ਉਲਟੇ ਨਜ਼ਰ ਆ ਰਹੇ ਨੇ। ਤਾਂ ਇਹ ਤੁਸੀਂ ਮਾਸਟਰ ਜੀ ਦਾ ਸਾਇੰਸ ਦੇਖੋ ਕਿ ਕਿਹੜੀਆਂ ਚੀਜ਼ਾਂ ਦੇ ਨਾਲ ਕੀ ਕੁਝ ਕਰ ਲੈਂਦੇ ਨੇ ਇਹ। ਤਾਂ ਮੈਂ ਇੱਥੇ ਇੱਕ ਗੱਲ ਜੋੜਨਾ ਚਾਹਾਂਗਾ ਸਨਮ ਜੀ, ਤੁਹਾਨੂੰ ਕੱਟਦੇ ਹੋਏ ਤੁਹਾਡੀ ਗੱਲ ਨੂੰ, ਕਿ ਇਹ ਉਲਟਾ ਕਿਉਂ ਨਜ਼ਰ ਆਇਆ। ਵਿਦਿਆਰਥੀ ਨੂੰ ਇਹ ਪੁੱਛਣਾ ਹੀ ਸਾਇੰਸ ਸਮਝਾਣੀ ਹੈ ਕਿ ਉਹ ਬੰਦਾ ਤਾਂ ਸਿੱਧਾ ਬੈਠਾ ਸੀ ਪਰ ਉਹ ਤੈਨੂੰ ਇਸ ਯੰਤਰ ਦੇ ਰਾਹੀਂ ਉਲਟਾ ਦਿਸ ਰਿਹਾ ਸੀ। ਤਾਂ ਉਹ ਕੀ ਉਹ ਬੰਦਾ ਪੁੱਠਾ ਹੋਇਆ ਸੀ? ਨਾ 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 ਨਾ, ਇਹੀ ਤਾਂ ਚੀਜ਼ ਸਮਝਾਣੀ ਸੀ ਵਿਗਿਆਨ ਦੇ ਵਿੱਚ। ਉਹ ਇਨਸਾਨ ਪੁੱਠਾ ਨਹੀਂ ਸੀ ਹੋਇਆ, ਉਸ ਦਾ ਪ੍ਰਤੀਬਿੰਬ ਪੁੱਠਾ ਹੋਇਆ ਸੀ, ਜਿਹੜਾ ਕਿ ਇਸ ਦੇ ਵਿੱਚ ਉਸ ਦਾ ਪ੍ਰਤੀਬਿੰਬ ਬਣ ਰਿਹਾ ਸੀ, ਇਮੇਜ ਬਣ ਰਿਹਾ ਸੀ, ਇਮੇਜ ਫਾਰਮ ਹੋ ਰਿਹਾ ਸੀ, ਉਹ ਪੁੱਠਾ ਹੋਇਆ ਸੀਗਾ। ਤਾਂ ਉਹ ਪੁੱਠਾ ਕਿਵੇਂ ਹੁੰਦਾ ਉਸ ਨੂੰ ਸਮਝਾਉਣ ਦੇ ਲਈ ਇੱਕ ਹੋਰ ਯੰਤਰ ਤਿਆਰ ਕੀਤਾ ਗਿਆ ਜਿਸ ਨੂੰ ਕਿ ਪਿਨ ਹੋਲ ਕੈਮਰਾ ਕਿਹਾ ਜਾਂਦਾ। ਤਾਂ ਤੁਸੀਂ ਇੱਥੇ ਜ਼ਹਿਜੀ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਸਿਰਫ ਇੱਕ ਮੋਰੀ ਕੀਤੀ ਹੋਈ ਹੈ, ਇਸ ਦੇ ਵਿੱਚ ਸਿਰਫ ਇੱਕ ਹੋਲ ਹੈ। ਤਾਂ ਉਹ ਹੋਲ ਹੈ ਜਿਹੜਾ ਉਹੀ ਕੰਮ ਕਰਦਾ ਹੈ, ਇਹਦੇ ਵਿੱਚ ਕੋਈ ਲੈਂਸ ਨਹੀਂ ਹੈ। ਬਿਲਕੁਲ ਇਸ ਦੇ ਵਿੱਚ ਅਸੀਂ ਲੈਂਸ ਲਗਾਇਆ ਸੀ ਲੇਕਿਨ ਇਸ ਦੇ ਵਿੱਚ ਕੋਈ ਲੈਂਸ ਨਹੀਂ ਹੈ, ਤੁਸੀਂ ਦੇਖ ਸਕਦੇ ਹੋ। ਇਸ ਦੇ ਅੱਗੇ ਇੱਕ ਟਰੇਸ ਪੇਪਰ ਲਗਾਇਆ ਮੈਂ ਇੱਕ। ਤਾਂ ਉਹ ਜਿਹੜਾ ਪੇਪਰ ਲਗਾਇਆ ਉਸ ਦੇ ਨਾਲ ਹੁਣ ਮੈਂ ਜਦੋਂ ਇੱਥੇ ਦੇਖਦਾ ਤਾਂ ਤੁਸੀਂ ਦੇਖੋ ਵੀ ਤੁਹਾਨੂੰ ਬਗੈਰ ਲੈਂਸ ਤੋਂ ਸਾਹਮਣੇ ਦਾ ਜਿਹੜਾ ਦਰਖਤ ਹੈ ਉਲਟਾ ਨਜ਼ਰ ਆਏਗਾ। ਤੁਸੀਂ ਦੇਖੋ ਬਿਲਕੁਲ ਫੋਕਸਿੰਗ ਦੇ ਲਈ ਅੱਗੇ ਪਿੱਛੇ ਕਰ ਸਕਦੇ ਹੋ ਤੁਸੀਂ ਉਸ ਨੂੰ। ਤਾਂ ਇੱਕ ਸ਼ਟਲ ਬਾਕਸ ਹੈ ਜਿਹੜਾ ਕਿ ਅਸੀਂ ਬੈਡਮਿੰਟਨ ਖੇਡਦੇ ਹਾਂ ਤੇ ਉਸ ਦਾ ਇੱਕ ਬਾਕਸ ਲੈ ਕੇ ਉਹਦੇ 'ਚ ਇੱਕ ਮੋਰੀ ਕਰਕੇ ਤੇ ਬੱਚਾ ਘਰੇ ਬੈਠਾ ਵਿਗਿਆਨੀ ਬਣ ਸਕਦਾ ਕਿ ਨਹੀਂ ਬਣ ਸਕਦਾ? ਬਿਲਕੁਲ ਬਣ ਸਕਦਾ। ਤਾਂ ਉਸ ਨੂੰ ਸਿਧਾਂਤ ਵੀ ਸਮਝ ਆਏਗਾ ਕਿ ਇਹਦੇ ਪਿੱਛੇ ਪ੍ਰਿੰਸੀਪਲ ਕੀ ਹੈ। ਅੱਛਾ ਜੇ ਕੋਈ ਪੁੱਛ ਲੈਂਦਾ ਤੇ ਪਿੱਛੇ ਸਿਧਾਂਤ ਕੀ ਹੈ, ਇਹਦੇ ਪਿੱਛੇ ਸਿਧਾਂਤ ਹੈ ਪ੍ਰਕਾਸ਼ ਸਿੱਧੀਆਂ ਰੇਖਾਵਾਂ ਦੇ ਵਿੱਚ ਚੱਲਦਾ, ਕਿਉਂਕਿ ਜਿਹੜੀ ਕਿਰਨ ਉੱਥੋਂ ਚੱਲੀ ਸੀ ਉਹ ਹੇਠਾਂ ਨੂੰ ਆ ਗਈ, ਜਿਹੜੀ ਉੱਥੋਂ ਚੱਲੀ ਸੀ ਉਹ ਇੱਧਰ ਨੂੰ ਆ ਗਈ, ਸਿੱਧੀਆਂ ਰੇਖਾਵਾਂ 'ਚ ਕੱਟ ਗਈਆਂ, ਕੱਟਣ ਦੇ ਨਾਲ ਉਹਦਾ ਉਲਟਾ ਇਮੇਜ ਬਣ ਗਿਆ। ਤਾਂ ਮਤਲਬ ਗੱਲਾਂ ਜਿਹੜੀਆਂ ਸਮਝਾਣੀਆਂ ਬੱਚਿਆਂ ਨੂੰ ਪ੍ਰੈਕਟੀਕਲੀ ਜਦ ਤੱਕ ਨਹੀਂ ਸਮਝਾਵਾਂਗੇ ਉਹਨਾਂ ਦੇ ਗੱਲ ਨਹੀਂ ਪਤਾ ਲੱਗੂਗੀ ਉਹਨਾਂ ਨੂੰ। ਅੱਜ ਕੱਲ ਤਾਂ ਬੱਚੇ ਨੂੰ ਹੁੰਦਾ ਕਿ ਰੱਟਾ ਮਾਰ ਲਓ, ਜੋ ਕਿਤਾਬ 'ਚ ਹੈਗਾ ਯਾਦ ਕਰ ਲਓ, ਉਦਾਂ ਹੀ ਚੇਪ ਦਿਓ ਤੇ ਨੰਬਰ ਆ ਜਾਂਦੇ ਨੇ। ਹਾਂ ਪਰ ਇਹ ਗਲਤ ਹੈ ਨਾ। ਮੈਂ ਚਾਹੁੰਦਾ ਵੀ ਉਹਦਾ ਬੇਸ ਸਟਰੋਂਗ ਕੀਤਾ ਜਾਵੇ। ਜੇ ਅਸੀਂ ਆਪਣੇ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਹਾਂ ਤਾਂ ਸਾਡੇ ਦੇਸ਼ ਦੇ ਵਿੱਚ ਹੁਣ 1928 ਤੋਂ ਬਾਅਦ ਸਰ ਸੀਵੀ ਰਮਨ ਨੂੰ 1928 ਦੇ ਵਿੱਚ ਜਿਹੜਾ ਹੈ ਪੁਰਸਕਾਰ ਮਿਲਿਆ ਹੈ ਨਾ ਜੀ। ਤਾਂ ਉਸ ਵਕਤ ਤੋਂ ਲੈ ਕੇ ਅੱਜ ਤੱਕ 100 ਸਾਲ ਹੋ ਗਏ, ਕਿਉਂ ਨਹੀਂ ਸਾਡਾ ਨੋਬਲ ਪੁਰਸਕਾਰ ਆਇਆ? ਕਾਰਨ ਕੀ ਹੈ? ਕਾਰਨ ਲੱਭੀ ਅਸੀਂ, ਲੇਕਿਨ ਉਸ ਦੇ ਪਿੱਛੇ ਇਹ ਹੈ ਵੀ ਅਸੀਂ ਉਹਨਾਂ ਨੂੰ ਵਿਗਿਆਨ ਪੜ੍ਹਾਉਣ ਦੇ ਤਰੀਕੇ ਨਹੀਂ ਬਦਲੇ ਸਾਡੇ, ਤਾਂ ਉਹਨਾਂ ਨੂੰ ਬਦਲਣਾ ਹੀ ਪੈਣਾ ਹੈ। ਔਰ ਅੱਜ ਸਾਡੀਆਂ ਸਰਕਾਰਾਂ ਜਿਹੜੀਆਂ ਇਸ ਲਈ ਤੇ ਚੱਲੀਆਂ ਹੋਈਆਂ, ਤਾਂ ਆਹ ਦੇਖੋ ਜਿਹੜੀ ਫਾਰਮੇਸ਼ਨ ਆਫ ਇਮੇਜ ਹੈ ਉਹ ਮੈਂ ਇੱਕ ਤੀਲਿਆਂ ਦੀ ਮਦਦ ਦੇ ਨਾਲ ਦਿਖਾ ਦਿੰਦਾ ਕਿ ਉਹ ਕਿਸ ਤਰ੍ਹਾਂ ਦੇ ਨਾਲ ਜਿਹੜੀ ਇਮੇਜ ਫਾਰਮੇਸ਼ਨ ਹੁੰਦੀ ਹੈ। ਤਾਂ ਇਸ ਦੇ ਵਿੱਚ ਮੈਂ ਇੱਕ ਉੱਤਲ ਲੈਂਸ ਬਣਾਇਆ ਹੋਇਆ। ਤਾਂ ਹੁਣ ਉੱਤਲ ਲੈਂਸ ਦੇ ਵਿੱਚ ਇੱਥੇ ਜਿਹੜਾ ਆਬਜੈਕਟ ਰੱਖਿਆ ਹੋਇਆ ਉਹ ਆਬਜੈਕਟ ਤੋਂ ਜਿਹੜੀ ਕਿਰਨ ਚੱਲਦੀ ਹੈ ਉਹ ਚੱਲ ਕੇ ਇੱਧਰ ਨੂੰ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜੇ ਮੈਂ ਉਸ ਨੂੰ ਫੋਕਸ ਤੇ ਪ੍ਰਿੰਸੀਪਲ ਇਹਦੇ ਪੋਲ ਦੇ ਵਿੱਚ ਰੱਖ ਲੈਣਾ, ਪ੍ਰਿੰਸੀਪਲ ਐਕਸਿਸ ਦੇ ਉੱਤੇ ਪੋਲ ਹੈ, ਪੋਲ ਤੇ ਫੋਕਸ ਹੈ, ਉਹਦੇ ਵਿੱਚ ਰੱਖ ਲੈਣਾ, ਤਾਂ ਉਹਦਾ ਜਿਹੜਾ ਇਮੇਜ ਹੈ ਉਹ ਇੱਥੇ ਜਾ ਕੇ ਬਣ ਜਾਂਦਾ। ਜਿੱਥੇ ਮਿਲਣਗੀਆਂ ਉੱਥੇ ਇਮੇਜ ਫਾਰਮੇਸ਼ਨ ਹੁੰਦੀ ਹੈ। ਜਦੋਂ ਇੱਥੇ ਇਮੇਜ ਬਣ ਜਾਂਦਾ ਤਾਂ ਇਮੇਜ ਸਿੱਧਾ ਬਣਦਾ। ਤਾਂ ਉਸ ਦੀ ਨੇਚਰ ਅਸੀਂ ਦੱਸ ਸਕਦੇ ਹਾਂ ਕਿ ਇਹ ਸਿੱਧਾ ਹੈ, ਆਬਜੈਕਟ ਐਡਾ ਸੀਗਾ ਇਹ ਵੱਡਾ ਬਣਿਆ, ਤਾਂ ਇਹ ਸਿੱਧਾ ਵੀ ਬਣਿਆ ਤੇ ਵੱਡਾ ਵੀ ਬਣਿਆ। ਤਾਂ ਹੁਣ ਜਦੋਂ ਇਹਦੀ ਪੋਜੀਸ਼ਨ ਚੇਂਜ ਕਰਾਂਗੇ, ਦੇਖੋ ਹੁਣ ਜੇ ਇਸ ਨੂੰ ਫੋਕਸ ਤੇ ਰੱਖ ਦਈਏ ਤਾਂ ਹੁਣ ਇਹ ਕਿਤੇ ਵੀ ਮਿਲ ਨਹੀਂ ਰਹੀਆਂ। ਤਾਂ ਇਹ ਕਿੱਥੇ ਚਲਾ ਗਿਆ ਇਮੇਜ? ਸਾਡਾ ਇਨਫਿਨਿਟੀ ਤੇ, ਸਾਨੂੰ ਨਜ਼ਰ ਹੀ ਨਹੀਂ ਆਏਗਾ, ਬਣਿਆ ਹੀ ਨਹੀਂ ਹੈ ਇਮੇਜ। ਤਾਂ ਮਤਲਬ ਸਹਿਜੇ ਹੀ ਮੈਨੂੰ ਪਤਾ ਲੱਗ ਜਾਏਗਾ। ਹੁਣ ਜੇ f ਤੇ 2f ਦੇ ਵਿਚਕਾਰ ਰੱਖਦੇ ਹਾਂ ਅਸੀਂ, ਹੁਣ ਜੇ ਅਸੀਂ ਇਸ ਨੂੰ ਆਬਜੈਕਟ ਨੂੰ ਇੱਥੇ ਰੱਖਤਾ ਹੋਇਆ ਜੀ, ਆ ਦੇਖੋ ਮੈਂ ਤੁਹਾਨੂੰ ਦਿਖਾਣਾ, ਬੜਾ ਆਸਾਨ ਜਿਹਾ ਬਣਾਉਣਾ ਵੀ ਇਹਨੂੰ ਆਸਾਨ ਹੈ, ਕੋਈ ਐਡੀ ਗੱਲ ਨਹੀਂ ਹੈ ਕਿ ਇਸ ਨੂੰ ਜੇ ਅਸੀਂ ਇੱਥੇ
ਸ਼ਿਫਟ ਕਰ ਦਿੰਨੇ ਆ ਇਸ ਤੇ, ਤਾਂ ਇਹ ਹੁਣ F ਤੇ 2F ਦੇ ਵਿਚਕਾਰ ਆ ਗਿਆ ਹੋਇਆ। ਤਾਂ ਹੁਣ ਇਹ ਜਿਹੜੀਆਂ ਰੇਖਾਵਾਂ ਇੱਥੇ ਜਾ ਕੇ ਮਿਲਦੀਆਂ ਤਾਂ ਇਹ 2F ਤੋਂ ਪਰੇ ਜਾ ਕੇ ਮਿਲ ਰਹੀਆਂ, ਇੱਥੇ ਮਿਲ ਰਹੀਆਂ, ਤਾਂ ਇਹ ਇਮੇਜ ਫਾਰਮੇਸ਼ਨ ਇਹਦੀ ਇੱਥੇ ਆ ਗਈ। ਜੇ ਆਬਜੈਕਟ ਨੂੰ F ਤੇ 2F ਦੇ ਵਿਚਕਾਰ ਰੱਖਿਆ ਜਾਂਦਾ ਹੈ ਤਾਂ ਉਹਦਾ ਜਿਹੜਾ ਇਮੇਜ ਹੈ 2F ਤੋਂ ਪਰੇ ਬਣ। ਇਸ ਤਰ੍ਹਾਂ 6 ਦੇ 6 ਕੇਸ ਇੱਕ ਅਤੀਲਿਆਂ ਦੀ ਮਦਦ ਦੇ ਨਾਲ ਪੜ੍ਹਾਉਣ ਦੇ ਵਿੱਚ ਅਸੀਂ ਸਫਲ ਹੋ ਜਾਂਦੇ ਹਾਂ। ਇਹ ਘਰੇ ਬੱਚਾ ਆਪ ਬਣਾ ਸਕਦਾ। ਤੋ ਇਹ ਛੋਟੀਆਂ-ਛੋਟੀਆਂ ਚੀਜ਼ਾਂ ਲੱਗਦੀਆਂ ਹੋਣਗੀਆਂ ਸਾਨੂੰ, ਲੇਕਿਨ ਇਹ ਕਨਸੈਪਟ ਬੜੇ ਵੱਡੇ-ਵੱਡੇ ਆ। ਇਹਨਾਂ ਵੱਡੇ-ਵੱਡੇ ਕਨਸੈਪਟਸ ਨੂੰ ਹੱਲ ਕਰਨ ਦੇ ਲਈ ਕੋਈ ਬਹੁਤ ਹੀ ਵੱਡੀ ਲੰਬੀ ਚੌੜੀ ਪੜ੍ਹਾਈ ਕਰਨ ਦੀ ਲੋੜ ਨਹੀਂ ਹੈ। ਬਸ ਲੋੜ ਹੈ ਤਾਂ ਇੱਕ ਅਧਿਆਪਕ ਦੀ ਜਮਾਤ ਦੇ ਵਿੱਚ ਆ ਕੇ ਸਹਿਜੇ ਹੀ ਬੈਠਣ ਦੀ ਲੋੜ ਹੈ, ਆਰਾਮ ਦੇ ਨਾਲ ਬੈਠਣ ਦੀ ਲੋੜ ਹੈ, ਸਮਝਣ ਦੀ ਲੋੜ ਹੈ ਕਿ ਉਹ ਕੀ ਕਰ ਰਿਹਾ ਅਧਿਆਪਕ। ਠੀਕ ਹੈ ਜੀ। ਤਾਂ ਇਸ ਕਰਕੇ ਸਾਨੂੰ ਇਹ ਚੀਜ਼ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਅਧਿਆਪਕ ਤੁਹਾਨੂੰ ਪੜ੍ਹਾ ਰਿਹਾ ਜਮਾਤ ਦੇ ਵਿੱਚ, ਤਾਂ ਉਹ ਕਹਿੰਦਾ ਕੀ ਹੈ ਸਾਨੂੰ, ਜਮਾਤ ਦੇ ਵਿੱਚ ਕੀ ਕਹਿ ਰਿਹਾ ਸੀ ਅਧਿਆਪਕ। ਮੈਂ ਕਿਹਾ ਬੱਚਿਓ, ਕਦੇ ਤੁਸੀਂ ਸੁਣਿਆ ਘਰ ਦੇ ਵਿੱਚ ਤੁਹਾਡੇ ਮਾਤਾ ਪਿਤਾ ਕੀ ਕਹਿੰਦੇ ਆ? ਕਦੇ ਤੁਸੀਂ ਸੁਣਿਆ ਤੁਹਾਨੂੰ ਜਮਾਤ ਦੇ ਵਿੱਚ ਅਧਿਆਪਕ ਨੇ ਕੀ ਕਿਹਾ? ਕਹਿੰਦੇ ਨਹੀਂ ਜੀ ਹੁਣ ਅਸੀਂ ਸੁਣਾਂਗੇ। ਮੈਂ ਕਿਹਾ ਫਿਰ ਸੁਣ ਕੇ ਮੈਨੂੰ ਦੱਸਿਓ ਕੀ ਕਿਹਾ। ਅਗਲੇ ਦਿਨ ਬੱਚੇ ਆਏ, ਮੈਂ ਕਿਹਾ ਜੀ ਅਧਿਆਪਕ ਨੇ ਕੀ ਕਿਹਾ ਸੀ? ਕਹਿੰਦੇ ਜੀ ਸਾਡੇ ਅਧਿਆਪਕ ਤਾਂ ਸਾਨੂੰ ਇਹ ਕਹਿ ਰਹੇ ਸੀ ਧਿਆਨ ਨਾਲ ਸੁਣੋ। ਮੈਂ ਕਿਹਾ ਫਿਰ ਤੁਸੀਂ ਕੀ ਸਮਝਿਆ? ਕਹਿੰਦੇ ਸਾਨੂੰ ਤਾਂ ਕੁਝ ਸਮਝ ਨਹੀਂ ਆਈ, ਉਹ ਕਹਿੰਦੇ ਧਿਆਨ ਨਾਲ ਸੁਣੋ। ਮੈਂ ਕਿਹਾ ਘਰੇ ਗਿਆ ਤਾਂ ਘਰੇ ਮੇਰੇ ਮਾਤਾ ਜੀ ਕਹਿੰਦੇ ਉਹ ਧਿਆਨ ਨਾਲ ਲਿਖ ਲੈ, ਧਿਆਨ ਨਾਲ ਕਰ ਲੈ। ਮੈਂ ਕਿਹਾ ਕੀ ਤੁਸੀਂ ਪ੍ਰਸ਼ਨ ਕੀਤਾ ਆਪਣੇ ਅਧਿਆਪਕ ਨੂੰ ਜਾਂ ਆਪਣੇ ਮਾਤਾ ਪਿਤਾ ਨੂੰ ਵੀ ਇਹ ਧਿਆਨ ਕੀ ਹੈ? ਫਿਰ ਮੈਂ ਉਹਨਾਂ ਨੂੰ ਸਮਝਾਇਆ ਕਿ ਧਿਆਨ ਤੇ ਸੁਣਨਾ ਦੋ ਚੀਜ਼ਾਂ, ਇਹਨਾਂ ਦੋਨਾਂ ਨੂੰ ਜਿਹੜਾ ਵਿਦਿਆਰਥੀ ਇਕੱਠੀਆਂ ਕਰਨ ਦੇ ਵਿੱਚ ਸਫਲ ਹੋ ਜਾਊਗਾ ਉਹ ਵਿਦਿਆਰਥੀ ਹੈ ਜਿਹੜਾ ਰਹਿੰਦੀ ਦੁਨੀਆ ਤੱਕ ਆਪਣਾ ਨਾਮ ਚਮਕਾ ਜਾਊਗਾ। ਕਿਉਂਕਿ ਧਿਆਨ ਅਲੱਗ ਚੀਜ਼ ਹੈ, ਸੁਣਨਾ ਅਲੱਗ ਚੀਜ਼ ਹੈ। ਕਈ ਵਾਰੀ ਵਿਦਿਆਰਥੀ ਨੂੰ ਅਧਿਆਪਕ ਕਹਿ ਦਿੰਦਾ ਹੋ ਖੜਾ ਹੋ ਤੂੰ ਦੱਸ। ਹਾਂਜੀ ਮੈਂ ਜੀ, ਉਹਨੂੰ ਪਤਾ ਤਾਂ ਲੱਗ ਗਿਆ ਹੁੰਦਾ ਵੀ ਮੈਨੂੰ ਪੁੱਛ, ਉਹ ਅਣਜਾਣ ਜਾਂ ਬਣ ਕੇ, ਕਿਉਂਕਿ ਉਹਦਾ ਜਿਹੜਾ ਧਿਆਨ ਤੇ ਸਮਝ ਹੈ ਜਿਹੜੀ ਇਕੱਠੀ ਨਹੀਂ ਹੋਈ ਹੁੰਦੀ। ਤੇ ਇਸ ਕਰਕੇ ਜਿਹੜਾ ਧਿਆਨ ਤੇ ਸੁਣਨਾ ਜਦੋਂ ਇਕੱਠੇ ਹੋਣਗੇ ਤਾਂ ਸਮਝ ਬਣੂਗੀ, ਔਰ ਜਦੋਂ ਸਮਝ ਆ ਜੂਗੀ ਤਾਂ ਸਮਝ ਇਕੱਠੀ ਹੋਊਗੀ, ਔਰ ਜਿਹੜੀ ਉਹ ਸਮਝ ਇਕੱਠੀ ਹੁੰਦੀ ਹੈ ਉਹ ਗਿਆਨ ਬਣਦੀ ਹੈ, ਔਰ ਉਹ ਜਿਹੜਾ ਗਿਆਨ ਹੈ ਉਹ ਤੁਹਾਡੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਦਾ ਹੈ, ਔਰ ਉਸ ਆਤਮ ਵਿਸ਼ਵਾਸ ਦੇ ਨਾਲ ਤੁਸੀਂ ਸਫਲਤਾ ਤੋਂ ਕਦੇ ਵੀ ਦੂਰ ਨਹੀਂ ਰਹਿੰਦੇ। ਤਾਂ ਇਹ ਚੀਜ਼, ਇਹ ਸਬਜੈਕਟ, ਇਹ ਲੈਸਨ ਮੈਂ ਪਹਿਲਾਂ ਦੇਣਾ ਸੀ ਬੱਚੇ ਨੂੰ, ਕਲਾਸ ਦੇ ਵਿੱਚ ਆਇਆ ਵੀ ਧਿਆਨ ਨਾਲ ਸੁਣਿਆ ਕਰ। ਬਸ ਜੇ ਤੂੰ ਧਿਆਨ ਨਾਲ ਮੇਰੀ ਕਲਾਸ 'ਚ ਬੈਠਾ, ਤੈਨੂੰ ਕੋਈ ਤੇ ਟਿਊਸ਼ਨ ਜਾਣ ਦੀ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ, ਮੇਰੇ ਕੋਲ ਬੈਠ ਕੇ ਬਸ ਧਿਆਨ ਨਾਲ ਸੁਣ ਲਿਆ ਕਰ। ਜੋ ਮੈਂ ਕਹਿੰਦਾ ਉਹਨੂੰ ਜਾ ਕੇ ਦੁਬਾਰਾ ਘਰੇ ਕਰ ਲਿਆ ਕਰ, ਲੈ ਜ਼ਿੰਦਗੀ ਦੇ ਵਿੱਚ ਤੂੰ ਕਦੇ ਮਾਰ ਨਹੀਂ ਖਾਏਗਾ। ਤਾਂ ਇਹ ਚੀਜ਼ਾਂ ਜਿਹੜੀਆਂ ਹੈ ਅਸੀਂ ਉਹਨਾਂ ਬੱਚਿਆਂ ਤੱਕ ਪਹੁੰਚਾਈਏ, ਬੱਚਿਆਂ ਨੂੰ ਦੱਸੀਏ। ਤਾਂ ਇਹ ਵਿਗਿਆਨ ਦੇ ਜਿਹੜੇ ਸਿਧਾਂਤ ਹੈ ਇਹ ਤੁਹਾਡੇ ਨਾਲ ਮੈਂ ਸਾਂਝੇ ਕਰ ਰਿਹਾ। ਹੁਣ ਇਹਨਾਂ ਸਿਧਾਂਤਾਂ ਦੇ ਵਿੱਚ ਹੀ ਸਮਝੀ ਜੀ, ਮੈਂ ਤੁਹਾਡੇ ਹੱਥ 'ਚ ਮੋਰੀ ਕਰਕੇ ਦਿਖਾ ਦਿੰਦਾ, ਤੁਹਾਡੀਆਂ ਉਂਗਲਾਂ ਤੋੜ ਕੇ ਦਿਖਾ ਦਿੰਦਾ, ਤੁਹਾਡੀ ਇਸ ਉਂਗਲੀ ਨੂੰ ਛੋਟਾ ਕਰਕੇ ਦਿਖਾ ਸਕਦਾ। ਕਿਉਂ ਹੈਰਾਨੀ ਜੀ ਕਿਉਂ ਹੋ ਰਹੀ ਹੈ ਤੁਹਾਨੂੰ? ਇਹ ਕਿਸ ਤਰ੍ਹਾਂ? ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਵੀ ਇਹ ਕਿਸ ਤਰ੍ਹਾਂ। ਤਾਂ ਜਦੋਂ ਬੱਚੇ ਕਹਿੰਦੇ ਆ ਨਾ ਵੀ ਇਹ ਕਿਸ ਤਰ੍ਹਾਂ, ਤਾਂ ਮੇਰਾ ਮਨ ਕਰਦਾ ਵੀ ਮੈਂ ਹੁਣ ਸਾਰੀ ਗੱਲ ਖੋਲ ਕੇ ਦੱਸਦਾ ਇਹਨਾਂ ਨੂੰ, ਹੈਨਾ। ਤਾਂ ਉਹ ਕਿਵੇਂ ਦੱਸੀ ਜਾਂਦੀ ਹੈ? ਦੇਖੋ ਮੈਂ ਤੁਹਾਡੀ ਇਸ ਉਂਗਲੀ ਨੂੰ ਛੋਟਾ ਕਰਨਾ ਚਾਹੁੰਦਾ। ਇਸ ਉਂਗਲੀ ਨੂੰ ਛੋਟਾ ਕਰਨ ਦੇ ਲਈ ਕੀ ਕਰੋਗੇ ਤੁਸੀਂ ਲਾਓ ਜ਼ੋਰ, ਪਹਿਲਾਂ ਇਹਨੂੰ ਛੋਟਾ ਕਰਨ ਦੀ ਕੋਸ਼ਿਸ਼ ਤਾਂ ਕਰੋ ਨਾ। ਮੋੜ ਲੂੰਗਾ। ਓ ਵੈਰੀ ਗੁੱਡ। ਦੇਖੋ ਇਹਨਾਂ ਦੇ ਦਿਮਾਗ ਨੇ ਕੰਮ ਕੀਤਾ ਵੀ ਮੈਂ ਮੋੜ ਲੂੰਗਾ। ਅੱਛਾ ਹੋਰ ਕੀ, ਇਸ ਤੋਂ ਇਲਾਵਾ ਹੋਰ ਕੀ ਕਰ ਸਕਦੇ? ਕੱਟ ਸਕਦੇ ਆ। ਦੇਖੋ ਕੱਟਣ ਵੱਢਣ ਨੂੰ ਅਸੀਂ ਤੇਜ਼ ਆ ਵੀ ਜਦੋਂ ਕੋਈ ਗੱਲ ਹੋਵੇ ਕੱਟ ਕੇ ਸਿੱਟ ਦੋ। ਬਸ ਛੋਟਾ ਕਰਨ ਨੂੰ ਕਿਹਾ ਸੀ, ਕੱਟ ਕੇ ਨਾ, ਬਗੈਰ ਕੱਟੇ ਵੱਡੇ ਇਸ ਨੂੰ ਛੋਟਾ ਕਰਨਾ ਤੁਸੀਂ। ਹੱਥ ਪਿੱਛੇ ਕਰ ਸਕਦੇ ਆ? ਨਾ ਜੀ ਨਾ, ਇਹ ਤਾਂ ਇੰਨਾ ਕੀ ਕੰਮ ਹੈ। ਹੱਥ ਪਿੱਛੇ ਕਰੋਗੇ ਉਂਗਲੀ ਉਨੀ ਰਹੂਗੀ। ਇਸ ਉਂਗਲੀ ਨੂੰ ਛੋਟਾ ਕਰਨਾ ਹੈ। ਲੋ ਜੀ ਤੁਹਾਡੇ ਸਾਹਮਣੇ ਹੁਣ ਛੋਟੀ ਹੋਣ ਜਾ ਰਹੀ ਹੈ। ਸਨਮਜੀਤ ਜੀ ਸਿੱਖ ਲਿਓ, ਆ ਲੋ ਛੋਟੀ ਹੋ ਗਈ। ਤਾਂ ਮੇਰੇ ਗਾਈਡ ਨੇ ਮੈਨੂੰ ਇੱਕੋ ਹੀ ਗੱਲ ਸਮਝਾਈ ਸੀ ਜਿਹੜੀ ਮੈਂ ਆਪਣੇ ਵਿਦਿਆਰਥੀਆਂ ਨੂੰ ਸਮਝਾਉਣਾ ਕਿ ਪੁੱਤਰੋ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਨਾ ਕਰ ਬੈਠਿਓ। ਹਾਂ ਉਸ ਨੂੰ ਛੋਟਾ ਨਹੀਂ ਦਿਖਾਣਾ ਅਸੀਂ ਨੇ, ਤੁਹਾਡੇ 'ਚ ਹਿੰਮਤ ਹੈ ਉਸ ਤੋਂ ਉੱਚੇ ਹੋ ਜਿਓ, ਆਪਣੇ ਆਪ ਹੀ ਛੋਟਾ ਰਹਿ ਜਾਊਗਾ। ਤਾਂ ਹੀ ਕਹਿੰਦੇ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਮੇਸ਼ਾ। ਉਹ ਅੱਜ ਸਮਝ ਲੱਗੀ। ਇਹ ਸਿਧਾਂਤ ਜੇ ਸਾਡੇ ਬੱਚਿਆਂ 'ਚ ਅਸੀਂ ਕਿਤੇ ਇਨਕਲਕੇਟ ਕਰਤੇ ਨਾ ਜੀ, ਪਾਤੇ, ਤਾਂ ਸਾਡਾ ਬੱਚਾ ਭਟਕ ਹੀ ਨਹੀਂ ਸਕਦਾ। ਸਾਡੇ ਦੇਸ਼ 'ਚ ਕਰਪਸ਼ਨ ਹੀ ਨਹੀਂ ਹੋਊਗੀ, ਸਾਡੇ ਦੇਸ਼ 'ਚ ਮਤਲਬ ਇਹ ਜਿਹੀਆਂ ਕੁਰੀਤੀਆਂ ਨਹੀਂ ਆਣਗੀਆਂ, ਕਿਉਂਕਿ ਉਸ ਨੂੰ ਸਮਝ ਆ ਗਈ ਕਿ ਮੈਂ ਕਿਸੇ ਨੂੰ ਕੱਟ ਵੱਢ ਕੇ ਅੱਗੇ ਨਹੀਂ ਜਾਣਾ ਹੈ। ਮੈਂ ਆਪਣੀ ਹਿੰਮਤ ਕਰਨੀ ਹੈ, ਮੈਂ ਆਪਣੀ ਮਿਹਨਤ ਕਰਨੀ ਹੈ। ਮੈਂ ਕਿਵੇਂ ਅੱਗੇ ਜਾ ਸਕਦਾ, ਇਹ ਮੈਨੂੰ ਪਤਾ ਮੈਂ ਕਿਵੇਂ ਅੱਗੇ ਜਾ ਸਕਦਾ। ਆਪ ਉੱਚੇ ਉੱਡੋ, ਪਤੰਗ ਉੱਡ ਰਹੀ ਹੈ, ਕਿਸੇ ਦੀ ਪਤੰਗ ਨੂੰ ਕੱਟ ਕੇ ਆਈ ਬੋ ਕਾਟਾ ਰੇ ਕਰ ਦੇਣਾ ਤਾਂ ਬੜਾ ਆਸਾਨ ਹੈ, ਪਰ ਉਸ ਦੀ ਉੱਡਦੀ ਪਤੰਗ ਦੇ ਬਰਾਬਰ ਪਤੰਗ ਲਿਜਾ ਕੇ ਉਸ ਤੋਂ ਉੱਚੀ ਕਰ ਦੇਣਾ ਇੱਕ ਮਾਇਨੇ ਰੱਖਦੀ ਹੈ। ਮੈਂ ਐਸੇ ਵਿਦਿਆਰਥੀ ਤਿਆਰ ਕਰਨ ਦੇ ਵਿੱਚ ਲੱਗਿਆ ਹੋਇਆ ਕਿ ਐਸੇ ਵਿਦਿਆਰਥੀ ਤਿਆਰ ਕਰ ਸਕਾਂ ਜਿਹੜੇ ਕਿ ਹੋਰ ਪਤੰਗਾਂ ਉੱਡਦੀਆਂ ਦੇ ਵਿੱਚ ਆਪਣੀ ਪਤੰਗ ਨੂੰ ਸਿਖਰ ਤੇ ਰੱਖ ਸਕਣ। ਤਾਂ ਐਸੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਤਾਂ ਉਹਨਾਂ ਦੇ ਵਿੱਚ ਜਿਹੜੀ ਇਹ ਉਂਗਲੀ ਅਸੀਂ ਛੋਟੀ ਕੀਤੀ, ਹੁਣ ਤੁਹਾਨੂੰ ਉਂਗਲੀਆਂ ਤੋੜ ਕੇ ਦਿਖਾਉਂਦੇ ਹਾਂ। ਤਾਂ ਦੋਨੋਂ ਉਂਗਲੀਆਂ ਨੂੰ ਇਸ ਤਰ੍ਹਾਂ ਜੋੜ ਲਓ। ਸਨਮ ਜੀ ਜੋੜੋ, ਕੋਈ ਗੱਲ ਨਹੀਂ, ਇਹ ਪ੍ਰਯੋਗ ਹੋਇਆ ਕਰਦੇ। ਹੁਣ ਮੈਂ ਇੱਥੋਂ ਇੱਕ ਕਹਿਣਾ ਵੀ ਮੇਰਾ ਅਧਿਆਪਕ ਮੈਨੂੰ ਕਹਿੰਦਾ ਸੀ ਜਦੋਂ ਥਰਮਾਮੀਟਰ ਪੜ੍ਹਨਾ ਹੁੰਦਾ ਨਾ ਤਾਂ ਉਸ ਨੂੰ ਬਿਲਕੁਲ ਇੱਥੇ ਰੱਖਣਾ ਚਾਹੀਦਾ ਆਪਣੀ ਅੱਖਾਂ ਦੇ ਲੈਵਲ। ਹੁਣ ਇਸ ਨੂੰ ਆਪਣੇ ਅੱਖਾਂ ਦੇ ਲੈਵਲ ਤੇ ਲਿਆਓ।
ਹੁਣ ਇਸ ਦੇ ਵਿੱਚ ਸੈਂਟਰ ਦੇ ਵਿੱਚ ਫੋਕਸ ਕਰਕੇ ਦੇਖੋ ਤੇ ਥੋੜੀਆਂ ਉਂਗਲੀਆਂ ਖੋਲੋ, ਤੁਹਾਡੀ ਫਲੋਟਿੰਗ ਫਿੰਗਰ ਵਿੱਚ ਨਜ਼ਰ ਆਏਗੀ ਤੁਹਾਨੂੰ। ਐ ਨਜ਼ਰ ਆਏਗਾ ਵੀ ਮੇਰੀ ਉਂਗਲੀ ਤੈਰ ਰਹੀ ਹੈ। ਥੋੜੇ ਜਿਹਾ ਖੋਲੋ ਉਂਗਲੀਆਂ ਤਾਂ ਤੁਹਾਨੂੰ ਟੁਕੜਾ ਜਿਹਾ ਨਜ਼ਰ ਆਏਗਾ ਵਿੱਚ ਤੈਰਦਾ ਤੈਰਦਾ। ਤਾਂ ਇਸ ਤੋਂ ਕੰਸੈਂਟਰੇਸ਼ਨ ਲੈਵਲ ਪਤਾ ਲੱਗਦਾ ਔਰ ਇਮੀਡੀਏਟਲੀ ਮੇਰੀਆਂ ਉਂਗਲੀਆਂ ਜਿਹੜੀਆਂ ਉਹ ਉਂਗਲੀ ਫਲੋਟ ਕਰਦੀ ਹੋਈ ਨਜ਼ਰ ਆਏਗੀ। ਤਾਂ ਜਿੰਨੇ ਮੇਰੇ ਵਿਦਿਆਰਥੀ ਇੱਥੇ ਦੇਖ ਰਹੇ ਆ ਉਹ ਕਰਕੇ ਦੇਖ ਲੈਣ। ਬੜਾ ਹੀ ਆਨੰਦ ਆਉਂਦਾ ਹੈ ਜੇ ਛੋਟੇ ਛੋਟੇ ਪ੍ਰਯੋਗ ਕਰਕੇ ਇਸ ਨੂੰ ਅਸੀਂ ਜੀਵਨ ਦੇ ਨਾਲ ਜਦੋਂ ਜੋੜਦੇ ਆ ਕਿ ਤੁਹਾਡੀ ਕੰਸੈਂਟਰੇਸ਼ਨ ਵਧਾਉਣ ਦਾ ਕੰਮ ਕਰਦੀਆਂ ਐਕਸਰਸਾਈਜ਼ਸ ਹੈ ਜਿਹੜੀਆਂ। ਤਾਂ ਮਤਲਬ ਇਹ ਤੁਹਾਡੇ ਹੁਣ ਹੱਥ 'ਚ ਮੈਂ ਮੋਰੀ ਕਰਕੇ ਦਿਖਾ ਦਿੰਦਾ ਦੇਖੋ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਹਾਡੇ ਹੱਥ 'ਚ ਮੋਰੀ ਵੀ ਕਰੂੰਗਾ ਔਰ ਖੂਨ ਵੀ ਨਹੀਂ ਨਿਕਲੂਗਾ। ਅੱਛਾ, ਹੈ ਨਾ ਕਮਾਲ। ਇਹ ਮੇਰਾ ਕਮਾਲ ਨਹੀਂ ਹੈ, ਇਹ ਕੋਈ ਜਾਦੂ ਨਹੀਂ ਹੈ, ਇਹ ਵਿਗਿਆਨ ਦਾ ਲੌਜੀਕ ਹੈ ਜਿਹੜਾ ਲੌਜੀਕ ਤੁਹਾਨੂੰ ਮੈਂ ਦਿਖਾਉਣ ਦੇ ਵਿੱਚ ਸਫਲ ਹੋਣ ਦੀ ਕੋਸ਼ਿਸ਼ ਕਰਾਂਗਾ। ਤਾਂ ਤੁਸੀਂ ਕੀ ਕਰਨਾ ਹੈ ਵੀ ਤੁਹਾਡੇ ਕਿਹੜੇ ਹੱਥ 'ਚ ਮੋਰੀ ਕਰਦੀ ਹੈ? ਇਸ ਹੱਥ 'ਚ ਕਰਦੀ। ਜਿਹੜੇ ਹੱਥ 'ਚ ਮੋਰੀ ਕਰਨੀ ਹੈ ਉਸ ਤੋਂ ਦੂਜੇ ਹੱਥ ਦੇ ਵਿੱਚ ਇਸ ਨੂੰ ਪਕੜ ਲੈਣਾ ਹੈ, ਇਸ ਨੂੰ ਅੱਖ ਦੇ ਉੱਤੇ ਲਗਾ ਲੈਣਾ ਹੈ, ਠੀਕ ਹੈ, ਤੇ ਇਧਰਲੀ ਅੱਖ ਬੰਦ ਕਰ ਲੈਣੀ ਹੈ, ਇਹ ਖੁੱਲੀ ਰੱਖਣੀ ਹੈ। ਤਾਂ ਤੁਹਾਨੂੰ ਇਹਦੇ ਵਿੱਚੋਂ ਨਜ਼ਰ ਆ ਰਿਹਾ? ਹਾਂਜੀ। ਤਾਂ ਆਹ ਹੱਥ ਜਿਸ 'ਚ ਮੋਰੀ ਕਰਨੀ ਹੈ ਇਹਨੂੰ ਇੱਥੇ ਰੱਖਣਾ ਹੈ ਤੁਸੀਂ, ਠੀਕ ਹੈ ਜੀ? ਠੀਕ ਹੈ। ਤਾਂ ਹੁਣ ਤੁਸੀਂ ਦੇਖ ਰਹੇ ਹੋਵੋਗੇ, ਇਹ ਤੁਹਾਨੂੰ ਸਮਝ ਆ ਰਿਹਾ ਹੈ। ਤੁਸੀਂ ਇਹ ਪਾਈਪ ਨੂੰ ਹਟਾਣਾ ਨਹੀਂ ਹੈ, ਇਸ ਅੱਖ ਨੂੰ ਖੁੱਲਾ ਰੱਖਣਾ ਹੈ। ਇਸ ਅੱਖ ਨੂੰ ਜਦੋਂ ਮੈਂ ਕਹੂੰਗਾ ਖੋਲ ਲਓ, ਇਹ ਖੋਲ ਕੇ ਹਥੇਲੀ ਦੇ ਵਿੱਚ ਦੇਖਣਾ ਹੈ। ਜੋ ਤੁਹਾਨੂੰ ਨਜ਼ਰ ਆਵੇ ਇਮਾਨਦਾਰੀ ਦੇ ਨਾਲ ਸਾਨੂੰ ਦੱਸ ਦੇਣਾ। ਮੋਰੀ ਦੀ ਇਹ ਲੱਗ ਰਿਹਾ ਜਿਵੇਂ ਆ ਵਿੱਚੋਂ ਨਿਕਲ ਰਿਹਾ ਹੱਥ ਚੋਂ। ਹਾਂ, ਤਾਂ ਹੱਥ ਦੇ ਵਿੱਚ ਤੁਹਾਡੇ ਹੋਲ ਤੁਹਾਨੂੰ ਨਜ਼ਰ ਆਏਗਾ। ਇਹੀ ਵਾਲਾ ਜਿਹੜਾ ਹੋਲ ਹੈ ਇਹ ਤੁਹਾਡੇ ਹੱਥ ਦੇ ਵਿੱਚ ਆ ਗਿਆ ਹੋਇਆ ਹੈ ਨਾ ਕਮਾਲ। ਲੇਕਿਨ ਸਾਨੂੰ ਨਜ਼ਰ ਨਹੀਂ ਆ ਰਿਹਾ, ਤੁਹਾਨੂੰ ਕੱਲਿਆਂ ਨੂੰ ਨਜ਼ਰ ਆ ਰਿਹਾ। ਤਾਂ ਇਹ ਹੈ ਕੰਸੈਂਟਰੇਸ਼ਨ ਲੈਵਲ। ਇੱਥੇ ਹੀ ਰੱਖੋ ਇੱਕ ਵਾਰੀ। ਤਾਂ ਮੈਂ ਤੁਹਾਨੂੰ ਹੁਣ ਦਿਖਾਣਾ ਕਿ ਇਸ ਹੋਲ ਦੇ ਵਿੱਚ ਜਿਹੜਾ ਹਥੇਲੀ ਦੇ ਵਿੱਚ ਤੁਹਾਡੇ ਹੋਲ ਕੀਤਾ ਸੀ, ਉਸ ਹੋਲ ਦੇ ਵਿੱਚ ਤੁਸੀਂ ਸਾਨੂੰ ਦੱਸਣਾ ਵੀ ਕੀ ਨਜ਼ਰ ਆ ਰਿਹਾ ਤੁਹਾਨੂੰ। ਪੈਨ। ਪੈਨ। ਉਹ ਪੈਨ ਦੇਖੋ ਜੀ, ਅਸੀਂ ਦਿਖਾਤਾ ਇਸ ਦੇ ਵਿੱਚ ਰਹੇ ਆ, ਪਰ ਇਹਨਾਂ ਨੂੰ ਨਜ਼ਰ ਇੱਥੇ ਆ ਰਿਹਾ ਹੈ ਕਮਾਲ। ਤਾਂ ਇਹ ਜਾਦੂ ਨਹੀਂ ਹੋਇਆ ਕਰਦਾ। ਜਿਹੜੇ ਅੱਜ ਕੱਲ ਬਾਬੇ ਬਣ ਕੇ ਲੁੱਟੀ ਜਾਂਦੇ ਆ ਨਾ ਕਿ ਲੋਕਾਂ ਨੂੰ ਗੁੰਮਰਾਹ ਕਰਦੇ ਆ, ਉਹਨਾਂ ਨੂੰ ਮੈਂ ਕਹਿੰਦਾ ਕਿ ਆਪ ਵੀ ਸਾਇੰਸ ਪੜ੍ਹੋ ਤੇ ਦੂਜਿਆਂ ਨੂੰ ਵੀ ਸਾਇੰਸ ਪੜ੍ਹਾਓ। ਤਰਕ ਦੇ ਨਾਲ ਜ਼ਿੰਦਗੀ ਜਿਉਣਾ ਸਿੱਖੋ, ਲੋਕਾਂ ਨੂੰ ਗੁੰਮਰਾਹ ਨਾ ਕਰੋ। ਜੇ ਇੰਨੇ ਹੀ ਤੁਸੀਂ ਤਰਕ ਦੇ ਮਾਰ ਹੁੰਦੇ ਜਾਂ ਕੋਈ ਕਰ ਸਕਦੇ ਹੁੰਦੇ ਤਾਂ ਤੁਸੀਂ ਉਹ ਲੋਕਾਂ ਨੂੰ ਨੋਟ ਬਣਾ ਕੇ ਦਿਖਾਈ ਜਾਂਦੇ ਹੋ। ਇਦਾਂ ਨੋਟ ਨਹੀਂ ਬਣਿਆ ਕਰਦੇ ਤਾਂ ਤੁਸੀਂ ਆਪ ਅਮੀਰ ਹੋ ਕੇ ਬਹਿ ਸਕਦੇ ਹੋ। ਤਾਂ ਇਸ ਕਰਕੇ ਸਾਇੰਸ ਪੜ੍ਹਾਣੀ ਸਾਨੂੰ ਬਹੁਤ ਜ਼ਰੂਰੀ ਹੈ। ਹਰੇਕ ਚੀਜ਼ ਸਾਇੰਸ ਹੀ ਹੈ। ਹਰੇਕ ਚੀਜ਼ ਸਾਇੰਸ ਹੈ। ਹਰ ਕਣ ਦੇ ਵਿੱਚ ਸਾਇੰਸ ਵਸੀ ਹੋਈ ਹੈ। ਤਾਂ ਇਹ ਸਾਇੰਸ ਨੂੰ ਪੜ੍ਹਾਉਣਾ, ਜਿੱਥੇ ਅਸੀਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਾਂ ਵੀ ਤੇਰੇ ਸਰੀਰ 'ਚ ਕਿੰਨੀਆਂ ਹੱਡੀਆਂ, ਕਹਿੰਦਾ ਜੀ 206 ਹੈ। ਮੈਂ ਕਿਹਾ ਲੈ ਗਿਣਾ ਦੇ ਫਿਰ। ਕਹਿੰਦਾ ਜੀ ਗਿਣਾ ਤਾਂ ਨਹੀਂ ਸਕਦਾ। ਮੈਂ ਕਿਹਾ ਫੇਰ ਤੂੰ ਹੋਰ ਕਰਨ ਕੀ ਆਇਆ ਇੱਥੇ ਜੇ ਗਿਣਾ ਨਹੀਂ ਸਕਦਾ ਤਾਂ? ਤੈਨੂੰ ਇਹੀ ਨਹੀਂ ਪਤਾ? ਮੈਂ ਕਿਹਾ ਬੱਸ 'ਚ ਸਫ਼ਰ ਕੀਤਾ? ਕਹਿੰਦਾ ਹਾਂਜੀ। ਮੈਂ ਕਿਹਾ ਬੱਸ 'ਚ ਕੀ ਲਿਖਿਆ ਹੋਇਆ ਸੀ? ਕਹਿੰਦਾ ਜੀ ਮੈਂ ਇੱਕ ਜਗ੍ਹਾ ਪੜ੍ਹਿਆ ਸੀਗਾ ਵੀ ਕੂੜਾ ਜਿਹੜਾ ਹੈ ਬੱਸ 'ਚ ਨਾ ਸਿੱਟੋ, ਹੈ ਨਾ, ਬਾਹਰ ਨਾ ਸਿੱਟੋ, ਆਪਣੇ ਕੋਲ ਲਿਫਾਫੇ 'ਚ ਪਾ ਕੇ ਰੱਖੋ। ਮੈਂ ਕਿਹਾ ਹੋਰ ਕੁਝ ਪੜ੍ਹਿਆ ਹੋ? ਕਹਿੰਦਾ ਜੀ ਉੱਥੇ ਲਿਖਿਆ ਸੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਮੈਂ ਕਿਹਾ ਤੂੰ 206 ਹੱਡੀਆਂ ਲਈ ਫਿਰਦਾ, ਤੂੰ ਕਾਹਦਾ ਜ਼ਿੰਮੇਵਾਰ ਹੈ? ਤੈਨੂੰ ਇਹੀ ਨਹੀਂ ਪਤਾ 206 ਹੱਡੀਆਂ ਕਿੱਥੇ ਕਿੱਥੇ ਹੈਗੀਆਂ? ਤਾਂ ਕਹਿੰਦਾ ਹਾਂ ਸਰ। ਕਹਿੰਦਾ ਗਿਣਾ ਦਿਓ। ਤਾਂ ਉਹਨੂੰ ਮੈਂ 1 ਮਿੰਟ ਦੇ ਵਿੱਚ ਫਿਰ ਹੱਡੀਆਂ ਗਿਣਾ ਦਿੰਦਾ। ਲੋ ਤੁਹਾਡੀਆਂ ਗਿਣਾ ਦਿੰਦੇ ਆ। ਪੈਰਾਂ ਦੇ ਵਿੱਚ 26 ਹੋਇਆ ਕਰਦੀਆਂ, ਹੱਥ ਦੇ ਵਿੱਚ 27 ਹੋਇਆ ਕਰਦੀਆਂ। ਇਸ ਹੱਥ 'ਚ ਵੀ 27 ਹੈ, ਇਸ 'ਚ ਵੀ 27 ਹੈ। ਇਹ ਜਿਹੜਾ ਉੱਪਰਲਾ ਪੋਰਸ਼ਨ ਹੋਇਆ ਕਰਦਾ ਇਸ 'ਚ 28 ਹੋਇਆ ਕਰਦੀਆਂ। ਤੇ ਆਹ ਜਿਹੜਾ ਇੰਨਾ ਪੋਰਸ਼ਨ ਹੋਇਆ ਕਰਦਾ ਤੁਹਾਡਾ, ਇਹ ਪੈਰਾਂ ਤੇ ਬੈਲੈਂਸ ਹੈ ਸਾਰਾ। 26 ਤੇ 26 52, ਇੱਥੇ ਵੀ 52 ਹੋਇਆ ਕਰਦੀਆਂ। ਤੇ ਬਾਕੀ ਤੁਹਾਡੀਆਂ ਹੁਣ ਰਹਿ ਗਈਆਂ ਬਾਹਾਂ, ਕਿਉਂਕਿ ਹੱਥ ਅਸੀਂ ਕਵਰ ਕਰ ਗਏ, ਪੈਰ ਵੀ ਕਵਰ ਕਰ ਗਏ, ਲੱਤਾਂ। ਇਸ 'ਚ ਵੀ 5, ਇਸ 'ਚ ਵੀ 5, ਇਸ 'ਚ ਵੀ 5, ਇਸ 'ਚ ਵੀ 5। ਲੋ ਜੀ 1 ਮਿੰਟ ਤੋਂ ਪਹਿਲਾਂ ਤੁਹਾਡੀਆਂ 206 ਹੱਡੀਆਂ ਗਣਾਤੀਆਂ। ਤੁਸੀਂ ਇਹਦਾ ਘਰੇ ਜਾ ਕੇ ਜੋੜ ਲਾ ਲੈਣਾ। ਤੁਸੀਂ ਕਹੋ ਜੀ ਮੈਨੂੰ ਤਾਂ ਯਾਦ ਨਹੀਂ ਰਹਿਣਾ। ਮੈਂ ਕਹਿੰਦਾ ਯਾਦ ਰੱਖੋ 26 27 28, 26 27 28। ਲੋ ਜੀ 26 26 ਦੋ ਪੈਰ ਹੋ ਗਏ, 27 27 ਦੋ ਹੱਥ ਹੋ ਗਏ, ਇਹ ਇੱਕ ਹੈ ਇਸ ਲਈ 28। 28 ਦੇ ਵਿੱਚ ਹੁਣ ਮੈਂ ਤੁਹਾਨੂੰ ਕੱਲੀ ਕੱਲੀ ਗਿਣਤੀ ਕਰਾਨਾ। 14 ਹੱਡੀਆਂ ਫੇਸ ਦੇ ਵਿੱਚ ਹੋਇਆ ਕਰਦੀਆਂ, 8 ਉੱਪਰ ਖੋਪੜੀ ਦੇ ਵਿੱਚ ਹੋਇਆ ਕਰਦੀਆਂ, 3 ਇਸ ਕੰਨ 'ਚ ਹੁੰਦੀਆਂ, 3 ਇਸ ਕੰਨ 'ਚ ਹੁੰਦੀਆਂ। 14 ਤੇ 8 22 ਤੇ 3 25 ਤੇ 3 28। ਔਰ ਸਰੀਰ ਦੀ ਸਭ ਤੋਂ ਛੋਟੀ ਹੱਡੀ ਸਟੇਪਸ ਜਿਹਨੂੰ ਕਹਿੰਦੇ ਆ, ਉਹ ਸਾਡੇ ਕੰਨ ਦੇ ਵਿੱਚ ਹੋਇਆ ਕਰਦੀ ਹੈ। 28 ਹੱਡੀਆਂ ਇਹ ਹੋ ਗਈਆਂ। ਹੁਣ 27 ਹੱਡੀਆਂ ਤੁਹਾਨੂੰ ਗਣਾਉਂਦੇ ਆ ਤਾਂ ਬੱਚੇ ਨੂੰ ਇਹ ਦੱਸਣਾ ਵੀ ਪੁੱਤ ਬਚ ਕੇ ਰਹੀ ਆ, 27 ਹੱਡੀਆਂ ਵਾਲਾ ਆਊਗਾ ਨਹੀਂ ਤਾਂ। ਚਲੋ ਇਹ ਹਾਸੇ ਦੀਆਂ ਗੱਲਾਂ ਹੁੰਦੀਆਂ ਸਾਡੀਆਂ, ਕਿਉਂਕਿ ਆ ਜਿਹੜੀਆਂ 27 ਹੱਡੀਆਂ ਕਿਵੇਂ ਹੁੰਦੀਆਂ, ਆ 1 ਆ 2 3 ਤਾਂ 3 ਹੱਡੀਆਂ ਇਹਦੇ ਵਿੱਚ ਹੈ। ਤਾਂ 3 ਚੋਕੇ 12 ਤੇ ਆ 2 ਇਹਦੇ ਵਿੱਚ ਹੈ, ਕਿਉਂਕਿ ਅੰਗੂਠਾ ਇੱਕ ਜਗ੍ਹਾ ਤੋਂ ਮੁੜਦਾ, ਉਂਗਲੀ 2 ਜਗ੍ਹਾ ਤੋਂ ਮੁੜਦੀ ਹੈ। 12 ਤੇ 2 14। 14 ਤੋਂ ਬਾਅਦ 1 2 3 4 ਤੇ 5 ਹੱਡੀਆਂ ਇੱਥੇ ਹੋਇਆ ਕਰਦੀਆਂ, 19। 8 ਹੱਡੀਆਂ ਗੁੱਟ ਦੀਆਂ ਹੋਇਆ ਕਰਦੀਆਂ, 19 ਤੇ 8 27। ਲੋ ਜੀ ਇਹ 27 ਹੱਡੀਆਂ ਵਾਲਾ ਹੱਥ ਲੈ ਕੇ ਇਨਸਾਨ ਘੁੰਮ ਰਿਹਾ ਹੈ, ਪਰ ਅੱਜ ਤੱਕ ਘੁੰਮਦਾ ਰਿਹਾ। ਉਸ ਨੂੰ ਇਹ ਨਹੀਂ ਸੀ ਪਤਾ ਵੀ ਮੇਰੇ ਹੱਥ ਦੇ ਵਿੱਚ 27 ਹੱਡੀਆਂ, 2.5 ਕਿਲੋ ਦਾ ਹੱਥ ਹੈ, 2.5 ਕਿਲੋ ਦਾ ਹੱਥ ਹੈ। ਉਹ ਪਿਕਚਰਾਂ ਦੇਖ ਕੇ ਤਾਂ ਹਾਂ, ਮੈਂ ਇੱਥੇ ਇੱਕ ਗੱਲ ਜੋੜਨੀ ਚਾਹਨਾ ਕਿ ਜੇ ਪਿਕਚਰਾਂ ਵਾਲੇ ਇਸ ਪਾਸੇ ਨੂੰ ਆ ਜਾਣ, ਵਿਗਿਆਨ ਦੀਆਂ ਪਿਕਚਰਾਂ ਬਣਾਉਣ ਲੱਗ ਜਾਣ, ਤਾਂ ਉਹਨਾਂ ਨੂੰ ਆ ਸਾਡੀ ਅੱਧੀ ਪੜ੍ਹਾਈ ਤਾਂ ਉਹਨਾਂ ਨੇ ਪੜ੍ਹਾ ਦੇਣੀ ਹੈ। ਕਿਉਂਕਿ ਬੱਚੇ ਇਸ ਗੱਲ ਦੇ ਵਿੱਚ ਬਹੁਤ ਰੁਚੀ ਰੱਖਦੇ ਆ। ਕਿਉਂਕਿ ਜਿੱਥੇ 2.5 ਕਿਲੋ ਦਾ ਹੱਥ ਦਿਖਾਇਆ ਸੀ, ਜੇ ਉੱਥੇ 27 ਹੱਡੀਆਂ ਵਾਲਾ ਹੱਥ ਦਿਖਾ ਦਿੰਦੇ ਨਾ, ਤਾਂ ਮੇਰੇ ਖਿਆਲ ਜ਼ਿਆਦਾ ਇੰਪੋਰਟੈਂਟ ਹੋਣਾ ਸੀ। ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਚੀਜ਼ਾਂ ਜਿਹੜੀਆਂ ਹੈ ਗਿਣਤੀ ਚ ਕਰਾ ਦਿੰਦੇ ਹਾਂ। ਮਾਸਟਰ ਜੀ ਹੁਣ ਆਪਣੀ
ਹੁਣ ਦੇਖੋ ਜੀ ਉਸ ਤੋਂ ਬਾਅਦ ਆ ਜਾਂਦੀ ਹੈ ਗੱਲ ਕਿ ਸਾਡੇ ਗੋਡੇ ਕਿਵੇਂ ਕੰਮ ਕਰਦੇ ਆ, ਸਾਡਾ ਮੋਢਾ ਕਿਵੇਂ ਕੰਮ ਕਰਦਾ, ਇੱਥੇ ਜੋੜ ਲੱਗੇ ਹੋਏ ਆ, ਇਹ ਬਕਾਇਦਾ ਦੇ ਨਾਲ ਜੋੜ ਲੱਗੇ ਹੋਏ ਆ। ਹੁਣ ਜਿਹੜਾ ਇਹਦਾ ਜੋੜ ਹੈ ਜੀ, ਇਹ ਦੇਖੋਗੇ ਤੁਸੀਂ ਇਸ ਨੂੰ ਜਿੱਧਰ ਮਰਜ਼ੀ ਘੁਮਾ ਲਓ, ਇਸ ਨੂੰ ਇੱਧਰ ਘੁਮਾ ਲਓ, ਉੱਧਰ ਘੁਮਾ ਲਓ, ਉੱਪਰ ਦੀ ਐ ਘੁਮਾ ਲਓ, ਜਿਵੇਂ ਮਰਜ਼ੀ ਘੁਮਾ ਲਓ, ਘੁੰਮ ਸਕਦਾ। ਪਰ ਜਿਹੜਾ ਗੋਡੇ ਦਾ ਜੋੜ ਹੈ ਉਹ ਸਾਡਾ ਸਿਰਫ ਇਸ ਤਰ੍ਹਾਂ ਹੀ ਘੁੰਮਦਾ, ਠੀਕ ਹੈ ਨਾ। ਹਿੰਜ ਜੁਆਇੰਟ, ਆ ਕੂਣੀ ਵਾਲਾ ਜੋੜ ਹੋ ਗਿਆ ਸਾਡਾ। ਤਾਂ ਇਸ ਦੇ ਲਈ ਮੈਂ ਇੱਕ ਛੋਟਾ ਜਿਹਾ ਮਾਡਲ ਤਿਆਰ ਕੀਤਾ ਹੋਇਆ, ਉਹ ਤੁਹਾਨੂੰ ਦਿਖਾਊਂਗਾ। ਉਹ ਗੱਤੇ ਦੀਆਂ ਚੀਜ਼ਾਂ, ਬਹੁਤੀਆਂ ਚੀਜ਼ਾਂ ਮੈਂ ਤਿਆਰ ਕਰਦਾ, ਕੋਈ ਕਾਸਟਲੀ ਨਹੀਂ ਹੁੰਦੀ ਮੇਰੀਆਂ ਚੀਜ਼ਾਂ। ਤਾਂ ਆਹ ਦੇਖੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਸਾਡਾ ਜਿਹੜਾ ਗੋਡਾ ਹੈ ਜਿਹੜਾ ਕੰਮ ਕਰਦਾ, ਇਸ ਤਰ੍ਹਾਂ ਦੇ ਨਾਲ ਉਹ ਘੁੰਮੂਗਾ। ਹਾਂ, ਜੇ ਕਈ ਵਾਰੀ ਹੁੰਦਾ ਕਿ ਅਣਗਹਿਲੀ ਕੀਤੀ ਜਾਂ ਡਿੱਗ ਪਏ ਜਾਂ ਹੋਰ, ਇਹ ਬਾਹਰ ਆ ਜਾਏਗਾ। ਤਾਂ ਬਾਹਰ ਆ ਜਾਏਗਾ ਤਾਂ ਡਾਕਟਰਾਂ ਦੇ ਕੋਲ ਇਲਾਜ ਹੈਗਾ, ਡਾਕਟਰ ਫਿਰ ਇਸ ਨੂੰ ਫਿੱਟ ਕਰ ਲੈਂਦੇ, ਤਾਂ ਉੱਥੇ ਹੀ ਫਿਰ ਠੀਕ ਹੈ ਜੀ। ਤਾਂ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਚੀਜ਼ਾਂ ਹੈਗੀਆਂ ਇਹ ਕੰਮ ਕਰਦੀਆਂ। ਹੁਣ ਤੁਹਾਨੂੰ ਦਿਖਾਵਾਂਗੇ ਅਸੀਂ ਕਿ ਜਿਹੜਾ ਸਾਡਾ ਮੋਢੇ ਦਾ ਜੁਆਇੰਟ ਹੈ ਉਹ ਕਿਵੇਂ ਕੰਮ ਕਰਦਾ। ਇਸ ਨੂੰ ਕਿਹਾ ਜਾਂਦਾ ਜੀ ਬਾਲ ਐਂਡ ਸੌਕਟ ਜੁਆਇੰਟ। ਆਹ ਦੇਖੋ, ਇਸ ਨੂੰ ਤੁਸੀਂ ਕਿਸੇ ਪਾਸੇ ਵੀ ਘੁਮਾ ਸਕਦੇ, ਇਹ ਬਾਲ ਐਂਡ ਸੌਕਟ ਜੁਆਇੰਟ ਬਣ ਜਾਂਦਾ ਸਾਡਾ। ਇਹ ਮੋਢੇ ਦਾ ਜੁਆਇੰਟ ਹੋ ਗਿਆ, ਉਹ ਗੋਡੇ ਦਾ ਹੋ ਗਿਆ। ਤਾਂ ਦੇਖ ਲਓ ਜੀ, ਤੁਹਾਨੂੰ ਮੈਂ ਡਾਕਟਰ ਬਣਾਉਣ ਦੇ ਲਈ ਆਪਣੀ ਲੈਬ ਦੇ ਵਿੱਚ ਬੈਠਾ ਹੀ ਇਹ ਗੱਲਾਂ ਦੱਸ ਸਕਦਾ ਕਿ ਮੋਢਾ ਮੇਰਾ ਕਿਵੇਂ ਕੰਮ ਕਰਦਾ ਹੈ, ਗੋਡਾ ਮੇਰਾ ਕਿਵੇਂ ਕੰਮ ਕਰਦਾ ਹੈ, ਜੋੜ ਮੇਰੇ ਕਿੰਨੇ ਹੁੰਦੇ ਆ, ਕਿਵੇਂ ਮਸਲਸ ਕੰਮ ਕਰਦੇ ਆ, ਕਿਵੇਂ ਦਿਲ ਕੰਮ ਕਰਦਾ ਹੈ, ਕਿਵੇਂ ਮੇਰੇ ਫੇਫੜੇ ਕੰਮ ਕਰਦੇ ਆ, ਫੇਫੜੇ ਹੁੰਦੇ ਕਿੰਨੇ ਆ, ਹੈ ਨਾ ਜੀ। ਫੇਫੜਿਆਂ ਦੀ ਅਸੀਂ ਗੱਲ ਕਰਦੇ ਆ ਵੀ 2 ਫੇਫੜੇ ਹੁੰਦੇ ਆ, ਤਾਂ ਉਹਨਾਂ ਦੇ ਵਿੱਚ ਜਿਹੜਾ ਉਹ ਆਕਸੀਜਨ ਦਾ ਜਾਣਾ ਜਾਂ ਫਿਰ ਕਾਰਬਨ ਡਾਈਆਕਸਾਈਡ ਦਾ ਬਾਹਰ ਆਣਾ, ਸਾਹ ਕਿਰਿਆ ਜਿਸ ਨੂੰ ਕਹਿੰਦੇ ਆ, ਹੈ ਨਾ ਜੀ। ਤਾਂ ਉਹ ਚੀਜ਼ਾਂ ਸਿਖਾਉਣ ਦੇ ਲਈ ਇੱਕ ਛੋਟੇ ਅਸੀਂ ਡਿਵਾਈਸਿਸ ਤਿਆਰ ਕੀਤੀਆਂ, ਤੁਹਾਨੂੰ ਦਿਖਾਉਂਦੇ ਆ ਅਸੀਂ। ਤਾਂ ਉਸ ਦੇ ਵਿੱਚ ਜਿਹੜਾ ਸਾਡੇ ਕੋਲ ਅਸੀਂ ਆਹ ਮਾਡਲ ਤਿਆਰ ਕੀਤਾ ਹੋਇਆ, ਮੈਂ ਲੈ ਕੇ ਆ ਰਿਹਾ ਤੁਹਾਡੇ ਕੋਲ ਹੀ ਲੈ ਕੇ ਆ ਰਿਹਾ। ਇਹ ਸਾਡੇ ਫੇਫੜਿਆਂ ਦਾ ਮਾਡਲ ਤਿਆਰ ਕੀਤਾ। ਤਾਂ ਆਓ ਸਨਮ ਜੀ, ਮੈਂ ਤੁਹਾਨੂੰ ਦਿਖਾਊਂਗਾ ਕਿ ਤੁਸੀਂ ਇਸ ਨੂੰ ਪਕੜ ਲਓ। ਤਾਂ ਆਹ ਇੱਕ ਬੋਟਲ ਨੂੰ ਕੱਟ ਕੇ ਮੈਂ ਬਣਾਇਆ, ਠੀਕ ਹੈ ਜੀ। ਲੋਕ ਤਾਂ ਸਿੱਟ ਦਿੰਦੇ ਆ ਨਾ ਬੋਟਲ, ਕੋਲਡ ਡਰਿੰਕ ਪੀਤਾ ਤੇ ਸਿੱਟਤੀ, ਲੇਕਿਨ ਅਸੀਂ ਉਹ ਇਕੱਠੀਆਂ ਕਰਕੇ ਇਹਨਾਂ ਨੂੰ ਯੂਜ਼ ਕਰਦੇ ਆ ਐਜ਼ ਅ ਸਾਇੰਸ ਅਪਰੇਟਸ। ਤਾਂ ਹੀ ਤਾਂ ਮੈਂ ਤੁਹਾਨੂੰ ਦੱਸਿਆ ਮੇਰੇ ਬਹੁਤੇ ਪੈਸੇ ਨਹੀਂ ਲੱਗਦੇ ਹੈਗੇ। ਤਾਂ ਹੁਣ ਇਸ ਦਾ ਮੈਂ ਮੈਂਬਰੇਨ ਬਣਾਉਣ ਜਾ ਰਿਹਾ। ਮੈਂ ਇਸ ਬੈਲੂਨ ਨੂੰ ਕੱਟ ਲੈਣਾ। ਇਸ ਬੈਲੂਨ ਨੂੰ ਕੱਟਣ ਤੋਂ ਬਾਅਦ ਮੈਂ ਇਸ ਨੂੰ, ਤੁਸੀਂ ਇਸ ਨੂੰ ਪਕੜ ਕੇ ਰੱਖਣਾ, ਮੈਂ ਇਸ ਦੇ ਉੱਤੇ ਮੈਂਬਰੇਨ ਜਿਹੜਾ ਫਿੱਟ ਕਰੂੰਗਾ। ਇਹ ਦੇਖੋ, ਇਸ ਦੇ ਉੱਤੇ ਮੈਂਬਰੇਨ ਫਿੱਟ ਹੋ ਗਿਆ ਹੋਇਆ। ਤਾਂ ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ ਫੇਫੜੇ ਕਿਵੇਂ ਕੰਮ ਕਰਨਗੇ। ਹੁਣ ਫੇਫੜੇ ਕਿਵੇਂ ਕੰਮ ਕਰਦੇ ਆ ਵੀ ਸਾਹ ਲੈਣ ਦੀ ਕਿਰਿਆ ਕੀ ਹੈ। ਮੈਂ ਕਿਹਾ ਤੁਸੀਂ ਸਾਹ ਲੈ ਕੇ ਦੇਖੋ ਬੱਚੋ ਕਲਾਸ ਦੇ ਵਿੱਚ, ਫਿਰ ਪਤਾ ਲੱਗਦਾ ਉਹ ਤਾਂ ਆਟੋਮੈਟਿਕ ਮਸ਼ੀਨ ਚੱਲ ਰਹੀ ਹੈ, ਠੀਕ ਹੈ। ਲੇਕਿਨ ਇੱਥੋਂ ਕੁਝ ਉੱਪਰ ਹੋ ਰਿਹਾ ਸੀ। ਤਾਂ ਉੱਪਰ ਕੀ ਹੋ ਰਿਹਾ ਸੀ, ਮੈਂਬਰੇਨ ਹੈ ਸਾਡੇ ਇੱਥੇ, ਜਿਹੜੇ ਸਾਡੇ ਇੱਥੇ ਪਸਲੀਆਂ ਆ ਉਹਦੇ ਥੱਲੇ, ਉਹਦੇ ਵਿੱਚ ਫੇਫੜੇ ਆ, ਤੇ ਉਹ ਮੈਂਬਰੇਨ ਹੈ ਜਿਹੜਾ ਉੱਪਰ ਥੱਲੇ ਹੋ ਰਿਹਾ। ਤਾਂ ਇਸ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਕਿ ਇਹ ਕਿਸ ਤਰ੍ਹਾਂ ਕੰਮ ਕਰ ਰਹੇ ਆ। ਆਹ ਦੇਖੋ, ਆਹ ਦੇਖੋ, ਗੁਬਾਰਿਆਂ ਦਾ ਫੁੱਲਣਾ, ਦੋਨੋਂ ਫੇਫੜੇ ਆ ਜਿਹੜੇ ਸਾਡੇ ਕੰਮ ਕਰ ਰਹੇ ਆ। ਉਹ ਦੇਖੋ, ਹਿਲਦੇ ਨਜ਼ਰ ਆ ਰਹੇ ਹੋਣਗੇ ਤੁਹਾਨੂੰ। ਇੱਕ ਵਾਰੀ ਇਨਹੇਲ, ਇੱਕ ਵਾਰੀ ਐਕਸੇਲ, ਇੱਕ ਵਾਰੀ ਇਨਹੇਲ, ਇੱਕ ਵਾਰੀ ਫੈਲਦੇ ਆ, ਇੱਕ ਵਾਰੀ ਸੁੰਗੜਦੇ ਆ। ਇਹ ਫੈਲਣਾ ਤੇ ਸੁੰਗੜਨਾ ਜਿਹੜੀ ਕਿਰਿਆ ਹੈਗੀ ਹੈ, ਇਹ ਫੇਫੜਿਆਂ ਦੀ ਜਿਹੜੀ ਗਤੀਵਿਧੀ ਨੂੰ ਹੈ ਉਸ ਨੂੰ ਦਰਸਾ ਦਿੰਦੀ ਹੈ। ਇਸੇ ਤਰ੍ਹਾਂ ਦੇ ਨਾਲ ਅਸੀਂ ਇਹ ਸਟੈਥੋਸਕੋਪ ਤਿਆਰ ਕੀਤਾ। ਵੈਸੇ ਜੇ ਡਾਕਟਰ ਕੋਲ ਚਲੇ ਜਾਈਏ ਤਾਂ ਉਹ ਸਾਡਾ 800 ਰੁਪਏ ਦਾ ਹੁੰਦਾ। ਤਾਂ ਮੈਂ ਇਸ ਵਿਦਿਆਰਥੀ ਨੂੰ ਬੁਲਾਉਂਗਾ ਆਪਣੇ ਕੋਲ, ਇਹਦੀ ਹਾਰਟ ਬੀਟ ਸੁਣਾਵਾਂਗੇ ਤੁਹਾਨੂੰ ਹੁਣੇ। ਸਟੈਥੋਸਕੋਪ ਵੀ ਤੁਸੀਂ ਆਪਣੀ ਲੈਬ 'ਚ ਹੀ ਤਿਆਰ ਕਰ ਲਿਆ? ਆਪਣੀ ਲੈਬ 'ਚ ਹੀ ਤਿਆਰ ਕਰਦੇ ਹਾਂ ਅਸੀਂ ਬੇਟੇ। ਉਸ ਸਟੈਥੋਸਕੋਪ ਹੈ ਜਿਹੜਾ ਤਿਆਰ ਕਰਨ ਦਾ ਸਾਡੀ ਕਾਸਟ ਹੈ 8 ਰੁਪਏ। ਤਾਂ 8 ਰੁਪਏ ਦੇ ਵਿੱਚ ਮੈਂ ਕਹਿੰਦਾ ਵੀ ਘਰੇ ਬੈਠੇ ਬੈਠੇ ਸਟੈਥੋਸਕੋਪ ਤਿਆਰ ਕਰ ਲਓ। ਤਾਂ ਇਹ ਸਟੈਥੋਸਕੋਪ ਹੈ ਜਿਹੜਾ, ਇਹ ਸਾਡਾ ਇਸ ਤਰ੍ਹਾਂ ਦਾ ਸਟੈਥੋਸਕੋਪ ਹੈ। ਇਸ ਨੂੰ ਜਦੋਂ ਡਾਕਟਰ ਕੰਨ ਦੇ ਵਿੱਚ ਲਗਾਉਂਦਾ ਤੇ ਤੁਹਾਡਾ ਹਾਲ ਪੁੱਛ ਰਿਹਾ ਹੁੰਦਾ ਤਾਂ ਉਸ ਵਕਤ ਉਹ ਇੱਥੇ ਇੱਕ ਲੌਕ ਖੋਲ ਲੈਂਦਾ। ਲੌਕ ਕਿਸ ਲਈ ਲਗਾਇਆ ਜਾਂਦਾ ਕਿ ਇਹਦਾ ਮੈਂਬਰੇਨ ਹੈ ਜਿਹੜਾ ਬੜਾ ਹੀ ਸੈਂਸਿਟਿਵ ਹੁੰਦਾ, ਇਸ ਲਈ ਇੱਥੇ ਲੌਕ ਲੱਗਿਆ ਹੁੰਦਾ। ਉਸ ਲੌਕ ਨੇ ਹੀ ਕੰਮ ਕਰਨਾ ਹੁੰਦਾ, ਨਹੀਂ ਤਾਂ ਇਹ ਬੜਾ ਕਾਸਟਲੀ ਮਟੀਰੀਅਲ ਹੈ, ਟੁੱਟ ਜਾਏਗਾ ਤੇ ਰੋਜ਼-ਰੋਜ਼ 800 ਰੁਪਏ 1000 ਰੁਪਏ, ਵੈਸੇ ਉਹਨਾਂ ਕੋਲ ਤਾਂ 2-2000 ਰੁਪਏ ਦੇ ਹੁੰਦੇ ਆ ਸਟੈਥੋਸਕੋਪ, ਬੜੇ ਵਧੀਆ ਹੁੰਦੇ ਆ। ਤਾਂ ਹੁਣ ਮੈਂ ਘਰ ਦੇ ਵਿੱਚ ਹੀ ਆਪਣਾ ਇੱਕ ਸਟੈਥੋਸਕੋਪ ਤਿਆਰ ਕੀਤਾ ਜਿਹਦੀ ਕਾਸਟ ਆਈ ਹੈ 8 ਰੁਪਏ। ਤਾਂ 8 ਰੁਪਏ ਦੇ ਵਿੱਚ ਤੁਸੀਂ ਘਰੇ ਬੈਠੇ ਦੇਖ ਸਕਦੇ ਹੋ ਮੇਰਾ ਬੀਪੀ ਹਾਈ ਤਾਂ ਨਹੀਂ ਹੈ, ਮੇਰਾ ਬੀਪੀ ਕਿਤੇ ਲੋ ਤਾਂ ਨਹੀਂ ਹੈ, ਮੇਰਾ ਹਾਰਟ ਬੀਟ ਕਿੰਨੀ ਹੈ, ਤੁਸੀਂ ਘਰੇ ਬੈਠੇ ਉਸ ਦੇ ਨਾਲ ਜਿਹੜਾ ਚੈੱਕ ਕਰ ਸਕਦੇ ਹੋ। ਤਾਂ ਇੱਕ ਛੋਟਾ ਬੱਚਾ ਸਾਡੇ ਕੋਲ ਅੱਜ ਆਇਆ ਹੋਇਆ, ਤਾਂ ਇਸ ਨੂੰ ਮੈਂ ਕਹੂੰਗਾ ਕਿ ਤੂੰ ਬੇਟੇ ਇੱਧਰ ਆ ਜਾ, ਤੇਰੀ ਹਾਰਟ ਬੀਟ ਨੋਟ ਕਰੀਏ ਸੀ, ਠੀਕ ਹੈ। ਤਾਂ ਕਈਆਂ ਨੂੰ ਸਨਮਜੀਤ ਜੀ ਇਹ ਹੁੰਦਾ ਵੀ ਜਿਹੜਾ ਹਾਰਟ ਹੈ ਸਾਡਾ ਉਹ ਕਿੱਥੇ ਹੈ। ਕਈ ਤਾਂ ਕਹਿ ਦਿੰਦੇ ਆ ਜੀ ਇਹ ਖੱਬੇ ਪਾਸੇ ਹੈ ਨਾ ਜੀ, ਪਰ ਇਹ ਜਿਹੜੀ ਆਹ ਖੋੜ ਹੁੰਦੀ ਹੈ ਜਿੱਥੇ ਜਾ ਕੇ ਮੁੱਕਦਾ ਜੀ, ਡੁੰਗ ਜਾ ਪੈਂਦਾ, ਉਹ ਡੁੰਗ ਦੇ ਮਾੜਾ ਜਿਹਾ ਖੱਬੇ ਪਾਸੇ ਬਸ ਇੱਥੇ ਹਾਰਟ ਹੋਊਗਾ। ਤਾਂ ਇਹ ਸਟੈਥੋਸਕੋਪ ਦੇ ਨਾਲ ਅਸੀਂ
ਬਿਲਕੁਲ ਆ ਤੁਸੀਂ ਲਾਓ ਆਪਣੇ ਕੰਨ ਦੇ ਵਿੱਚ, ਮੈਂ ਤੁਹਾਨੂੰ ਵੀ ਸੁਣਾਉਣਾ। ਠੀਕ ਹੈ ਜੀ, ਹਾਰਟ ਬੀਟ ਬਿਲਕੁਲ ਸੁਣ ਰਹੀ ਹੈ ਤੁਹਾਨੂੰ। ਬਿਲਕੁਲ। ਤਾਂ ਇਹ ਤਾਂ ਹੈ ਓਰੀਜਨਲ ਸਟੈਥੋਸਕੋਪ ਨਾਲ ਸੁਣਾਈ। ਹੁਣ ਤੁਹਾਨੂੰ ਅਸੀਂ ਸੁਣਾਵਾਂਗੇ ਜਿਹੜਾ ਕਿ ਸਾਡਾ 8 ਰੁਪਏ ਦਾ ਸਟੈਥੋਸਕੋਪ ਤਿਆਰ ਕੀਤਾ ਹੋਇਆ। ਪਹਿਲਾਂ ਤਾਂ ਮੈਂ ਇਸ ਦੀ ਬਣਤਰ ਦਿਖਾ ਦਾਂ ਤੁਹਾਨੂੰ ਵੀ ਤਿਆਰ ਕਿਵੇਂ ਕੀਤਾ ਹੈ। ਇੱਕ ਸਿੰਪਲ ਪਾਈਪ ਲਈ ਹੈ, ਇੱਕ ਫਨਲ ਲਈ। ਇਹ ਆਮ ਸਾਰੇ ਸਕੂਲਾਂ 'ਚ ਟੀਚਿੰਗ ਏਡ ਦੇ ਤੌਰ ਤੇ ਬਣਿਆ ਹੋਇਆ, ਬੱਚਿਆਂ ਨੇ ਬਣਾਇਆ ਹੋਇਆ। ਹੁਣ ਇਸ ਦੇ ਵਿੱਚ ਅਸੀਂ ਫਿੱਟ ਕਰ ਲੈਂਦੇ ਹਾਂ ਇਸ ਨੂੰ, ਠੀਕ ਹੈ ਜੀ। ਉਸੇ ਤਰ੍ਹਾਂ ਹੀ ਇਸ ਦੇ ਉੱਤੇ ਇੱਕ ਮੈਂਬਰੇਨ ਲਗਾਉਣਾ ਪਊਗਾ ਸਾਨੂੰ। ਤਾਂ ਹੁਣ ਉਹ ਮੈਂਬਰੇਨ ਅਸੀਂ ਕਿਸ ਚੀਜ਼ ਦਾ ਬਣਾਉਂਦੇ ਆ, ਉਸੇ ਤਰ੍ਹਾਂ ਹੀ ਅਸੀਂ ਇੱਕ ਬੈਲੂਨ ਲੈਂਦੇ ਆ। ਉਸ ਬੈਲੂਨ ਨੂੰ ਲੈ ਕੇ ਉਸ ਦੀ ਕਟਿੰਗ ਕਰਦੇ ਆ। ਉਸ ਦੀ ਕਟਿੰਗ ਕਰਨ ਤੋਂ ਬਾਅਦ ਅਸੀਂ ਸਨਮ ਜੀ ਮੇਰੀ ਹੈਲਪ ਕਰੋਗੇ ਤੁਸੀਂ? ਜੀ ਜ਼ਰੂਰ। ਕਿਉਂਕਿ ਜਿਹੜੇ ਪ੍ਰਯੋਗ ਹੈ ਨਾ ਜੀ, ਉੱਤੇ ਉਹ ਲਗਾਤਾ। ਕਰਨ ਦੇ ਲਈ ਇਹ ਫਟਿਆ ਹੋਇਆ ਜੀ। ਮੈਂ ਦੂਸਰਾ ਬੈਲੂਨ ਜਿਹੜਾ ਟਰਾਈ ਕਰ ਲਾਂ, 1 ਮਿੰਟ। ਤਾਂ ਇਹ ਤਾਂ ਨਾਰਮਲ ਉਹ ਤੇਲ ਵਾਲੀ ਜਿਹਨੂੰ ਆਪਾਂ ਕੁੱਪੀ ਕਹਿ ਦਿੰਦੇ ਆ ਘਰੇ, ਇਹ ਤਾਂ ਉਹੀ ਹੈ। ਹਾਂ ਬਿਲਕੁਲ ਬਿਲਕੁਲ, ਉਹ ਫਨਲ ਕਹਿ ਲਓ, ਕੀਪ ਕਹਿ ਲਓ, ਕੁੱਪੀ ਕਹਿ ਲਓ, ਹੈ ਨਾ ਜੀ। ਤਾਂ ਇਹ ਨਾਮ ਵੀ ਆਪਾਂ ਨਹੀਂ ਰੱਖੇ ਹੋਏ ਆ ਜੀ, ਦੇਖੋ ਇਹਨਾਂ ਚੀਜ਼ਾਂ ਦੇ, ਹੈ ਨਾ। ਓਹੋ, ਇਹ ਜਿਹੜਾ ਬੈਲੂਨ ਹੈ ਸਾਡਾ ਸਾਥ ਨਹੀਂ ਦੇ ਰਿਹਾ। ਤੇ ਮੈਂ ਇੱਥੇ ਇਹ ਵੀ ਗੱਲ ਦੱਸਣੀ ਚਾਹੁੰਦਾ ਕਿ ਜਦ ਤੱਕ ਐਕਸਪੈਰੀਮੈਂਟ ਉਦੋਂ ਤੱਕ ਸਫਲ ਨਹੀਂ ਹੁੰਦਾ ਜਦ ਤੱਕ ਕੰਡੀਸ਼ਨਸ ਫੁੱਲਫਿਲ ਨਾ ਹੋ ਜਾਣ। ਤਾਂ ਕੋਈ ਘਬਰਾਉਣਾ ਨਹੀਂ ਚਾਹੀਦਾ ਸਾਨੂੰ ਕਦੇ ਵੀ। ਐਕਸਪੈਰੀਮੈਂਟ ਕਰਨ ਨੂੰ ਟਾਈਮ ਵੀ ਲੱਗ ਸਕਦਾ, ਹੋ ਸਕਦਾ ਐਕਸਪੈਰੀਮੈਂਟ ਅੱਜ ਪਰਫਾਰਮ ਨਹੀਂ ਹੋ ਰਿਹਾ, ਕੱਲ ਹੋ ਜੇ। ਕੰਡੀਸ਼ਨਸ ਜਿਹੜੀਆਂ ਫੁੱਲਫਿਲ ਨਹੀਂ ਹੋਣਗੀਆਂ ਜਦ ਤੱਕ ਉਹ ਐਕਸਪੈਰੀਮੈਂਟ ਹੈ ਜਿਹੜਾ ਉਹ ਨਹੀਂ ਹੋਏਗਾ। ਤਾਂ ਮੇਰੇ ਖਿਆਲ ਦੇ ਉੱਤੇ ਇਹ ਕਈ ਵਾਰੀ ਜਿਹੜੇ ਬੈਲੂਨ ਹੈ ਉਹ ਪੇ ਵੀ ਐਗਜ਼ੌਸਟ ਜੇ ਹੋ ਜਾਂਦੇ ਆ। ਤਾਂ ਕੋਈ ਗੱਲ ਨਹੀਂ, ਆਪਾਂ ਕੋਸ਼ਿਸ਼ ਨਹੀਂ ਛੱਡਾਂਗੇ। ਇਨਸਾਨ ਦਾ ਕੰਮ ਹੈ ਕਿ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ। ਕੋਈ ਗੱਲ ਨਹੀਂ, ਦੇਖਾਂਗੇ। ਨਹੀਂ ਹੋਏਗਾ ਤਾਂ ਫਿਰ ਇਸ ਨੂੰ ਐਕਸਪੈਰੀਮੈਂਟ ਕੋਈ ਨਹੀਂ, ਅਗਲੀ ਚੀਜ਼ ਆਪਾਂ ਦੇਖਦੇ ਹਾਂ। ਹੋਰ ਬਹੁਤ ਚੀਜ਼ਾਂ ਨੇ ਤੁਹਾਡੇ ਕੋਲ ਦੇਖਣ ਵਾਲੀਆਂ। ਹਾਂ, ਤਾਂ ਕੋਈ ਗੱਲ ਨਹੀਂ। ਇਹ ਐਕਸਪੈਰੀਮੈਂਟ ਮੇਰੇ ਖਿਆਲ ਤੇ ਅੱਜ ਸ਼ਾਇਦ ਨਹੀਂ ਹੋ ਪਾ ਰਿਹਾ। ਮੈਂ ਕਿਉਂਕਿ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਦ ਤੱਕ ਕੰਡੀਸ਼ਨਸ ਫੁੱਲਫਿਲ ਨਹੀਂ ਹੁੰਦੀਆਂ ਉਦੋਂ ਤੱਕ ਐਕਸਪੈਰੀਮੈਂਟ ਹੈ ਜਿਹੜਾ ਪਰਫਾਰਮ ਨਹੀਂ ਹੋਇਆ ਕਰਦਾ। ਤਾਂ ਨਹੀਂ, ਸੌਰੀ ਕਿ ਸਾਰੇ ਬੈਲੂਨ ਹੈ ਜਿਹੜੇ ਸਾਡਾ ਸਾਥ ਨਹੀਂ ਦੇ ਕੇ ਗਏ। ਤੇ ਇਸ ਦੇ ਨਾਲ ਬੜਾ ਹੀ ਵਧੀਆ ਐਕਸਪੈਰੀਮੈਂਟ ਹੈ ਜਿਹੜਾ ਇੱਕ ਹੋ ਜਾਣਾ ਸੀਗਾ। ਤਾਂ ਇਨ ਕੇਸ ਕਈ ਵਾਰੀ ਐਸੀਆਂ ਚੀਜ਼ਾਂ ਵਾਪਰ ਜਾਂਦੀਆਂ ਸਾਡੇ ਕੋਲ। ਇੱਕ ਲਾਸਟ ਟਰਾਈ ਕਰਦੇ ਹਾਂ ਸਨਮ ਜੀ। ਆਪਾਂ ਸਨਮ ਜੀ ਲਾਸਟ ਟਰਾਈ ਕਰਦੇ ਹਾਂ। ਜੇ ਨਾ ਹੋਇਆ ਤਾਂ ਫਿਰ ਆਪਾਂ ਇਸ ਦੀ ਕੰਸਟਰਕਸ਼ਨ ਸਮਝਾ ਦਾਂਗੇ ਤੇ ਫਿਰ ਉਸ ਨੂੰ ਅੱਗੇ ਲੈ ਜਾਵਾਂਗੇ। ਠੀਕ ਹੈ ਜੀ, ਆਈ ਹੋਪ ਸੋ ਕਿ ਹੋਏਗਾ। और ਅਸੀਂ कोशिश करने वालों की कभी हार नहीं होती। लो जी, हो गया, क्या बात है। हाँ, मुबारਕਾਂ ਜੀ ਤੁਹਾਨੂੰ ਸਨਮ ਜੀ। ਤਾਂ ਇਸ ਮੈਂਬਰੇਨ ਨੂੰ ਅਸੀਂ ਚੜਾਉਣ ਦੇ ਵਿੱਚ ਕਾਮਯਾਬ ਹੋ ਗਏ ਆ। ਤੇ ਬੇਟੇ ਆ ਜਾ, ਹੁਣ ਇੱਥੇ ਆ ਜਾ। ਇਹ ਹੁਣ ਤੁਸੀਂ ਆਪਣੇ ਕੰਨ ਦੇ ਵਿੱਚ ਲਗਾ ਲਓ। ਜਿਸ ਤਰ੍ਹਾਂ ਸਟੈਥੋਸਕੋਪ ਸੁਣ ਰਹੀ ਸੀ ਉਸੇ ਤਰ੍ਹਾਂ ਹੀ ਸੁਣ ਰਹੀ ਹੈ। ਤਾਂ ਉਸੇ ਤਰ੍ਹਾਂ ਦੇ ਨਾਲ ਲੱਬ ਡਬ ਆਵਾਜ਼। ਹੁਣ ਇਸ ਬੱਚੇ ਨੂੰ ਵੀ ਮੈਂ ਸੁਣਾਉਣਾ ਚਾਹੂੰਗਾ ਕਿ ਜਿਸ ਦਾ ਦਿਲ ਹੈ ਉਹ ਆਪਣੇ ਦਿਲ ਦੀ ਆਵਾਜ਼ ਖੁਦ ਸੁਣੇ। हाँ बेटे, कुछ सुनाई दे रहा है? डब 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 हो रहा है? कुछ हो रहा है? कुछ नहीं सुनाई दिया? ले आओ, मैं सुनता हूँ। ध्यान से सुनो, हो रहा है, ध्यान से सुनो। ऐसा लग रहा है कोई बुरा म्यूजिक चल रहा है। क्या लग रहा है? बोलो बोलो। ऐसा लग रहा है कोई बुरा म्यूजिक चल रहा है। ਕੋਈ 뮤직 ਚੱਲ ਰਿਹਾ, ਇਸਕੋ ਐਸੇ ਲੱਗ ਰਿਹਾ ਕਿਉਂਕਿ ਬੱਚੇ ਦੀ ਉਮਰ ਛੋਟੀ ਹੋਣ ਕਰਕੇ ਉਸ ਨੂੰ ਇਦਾਂ ਲੱਗਦਾ ਹੈ ਵੀ ਕੋਈ 뮤직 ਚੱਲ ਰਿਹਾ, ਜਿਵੇਂ ਕੋਈ ਤਬਲਾ ਵੱਜ ਰਿਹਾ ਹੁੰਦਾ ਹੈ ਨਾ, ਜਾਂ 에ਅਰ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹ ਹੈ ਨਾ ਗੂੰਜ ਰਹੀ ਹੁੰਦੀ ਹੈ। ਤਾਂ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਜਿਹੜਾ ਹੈਗਾ ਸਿਰਫ ਸਟੈਥੋਸਕੋਪ ਨਹੀਂ ਹੈ। ਇਹ ਸਟੈਥੋਸਕੋਪ ਦੇ ਨਾਲ ਅਸੀਂ ਹੋਰ ਵੀ ਕਈ ਚੀਜ਼ਾਂ ਦਾ ਜਿਹੜਾ ਕਰ ਲੈਂਦੇ ਹਾਂ ਕਿਉਂਕਿ ਇਹਨੂੰ ਟੈਕਨੋਲੋਜੀ ਬਣਾਉਣਾ ਹੁੰਦਾ ਸੀ, ਐਪਲੀਕੇਸ਼ਨ ਚ ਕਨਵਰਟ ਕਰਨਾ ਹੁੰਦਾ। ਤਾਂ ਮੈਂ ਇਹ ਕਹਿਣਾ ਹੁੰਦਾ ਕਿ ਇਹ ਹੁਣ ਤੁਹਾਡੇ ਸਾਹਮਣੇ ਸਾਊਂਡ ਪ੍ਰੋਡਿਊਸ ਕਰੇਗਾ। ਕਿੰਨੀ ਸੋਹਣੀ ਸਾਊਂਡ ਪ੍ਰੋਡਿਊਸ ਕਰ ਰਿਹਾ। ਇਸ ਦੇ ਵਿੱਚ 에ਅਰ ਹੈ, 에ਅਰ ਦੇ ਵਿੱਚ ਵਾਈਬ੍ਰੇਸ਼ਨਸ ਆ ਰਹੀਆਂ, ਕੰਪਨ ਪੈਦਾ ਹੋ ਰਹੇ ਆ। ਤਾਂ ਹੁਣ ਤੁਸੀਂ ਇਹ ਦੇਖੋ ਵੀ ਇਹ ਜਿਹੜੀ ਸਾਊਂਡ ਆ ਰਹੀ ਹੈ ਸਾਡੇ ਕੋਲ, ਹੈ ਨਾ ਜੀ। ਤਾਂ ਇਸ ਸਾਊਂਡ ਨੂੰ ਮੈਂ ਯੂਜ਼ ਕਰਕੇ ਆਪਣਾ ਮਾਈਕ ਬਣਾ ਲੂੰਗਾ। ਮਾਈਕ ਦਾ ਕੰਮ ਕਰੇਗਾ ਜੀ। ਦੇਖੋ, ਹੈਲੋ 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 ਹੈਲੋ, ਮਾਈਕ ਟੈਸਟਿੰਗ, ਹੈਲੋ। ਕੀ ਬਾਤ ਹੈ। ਤਾਂ ਇਹ ਜਿਹੜੀ ਚੀਜ਼ ਮੈਂ ਕਹਿੰਦਾ ਹੁੰਦਾ 8 ਰੁਪਏ ਦੀ ਚੀਜ਼ ਦੇ ਨਾਲ ਕੀ ਕੁਝ ਕਰ ਸਕਦੇ 8 ਰੁਪਏ ਦੀ ਚੀਜ਼ ਦੇ ਨਾਲ ਅਸੀਂ ਇਸ ਤੋਂ ਇੱਕ ਬਹੁਤ ਵੱਡਾ ਕੰਮ ਹੋਰ ਲੈ ਸਕਦੇ ਹਾਂ ਕਿ ਮੈਂਬਰਨ ਨੂੰ ਚੇਂਜ ਕਰਾਂਗੇ, ਲੋਹੇ ਦਾ ਮੈਂਬਰਨ ਲਗਾ ਕੇ ਇਸ ਦੇ ਵਿੱਚ ਮੋਰੀਆਂ ਕਰਕੇ
ਟੈਪ ਤੇ ਲਗਾ ਕੇ ਸਪ੍ਰਿੰਕਲਰ ਦਾ ਕੰਮ ਲਵਾਂਗੇ ਇਸ ਤੋਂ ਪਾਣੀ ਛਿੜਕਾਂਗੇ ਹਾਂ। ਹੈ ਨਾ ਜੀ ਪੌਦਿਆਂ ਨੂੰ ਪਾਣੀ ਪਾਵਾਂਗੇ ਠੀਕ ਹੈ ਔਰ ਮੋਰ ਓਵਰ ਇਸ ਨੂੰ ਤੁਸੀਂ ਆਪਣੇ ਬਾਈਕ ਦੇ ਵਿੱਚ ਰੱਖਣਾ ਨਾ ਭੁੱਲਿਓ ਕਿਉਂਕਿ ਤੇਲ ਵੀ ਮੁੱਕ ਜਾਂਦਾ ਤੇਲ ਕਦੇ ਵੀ ਮੁੱਕ ਕਦੇ ਜਾਇਆ ਕਰਦਾ ਹੈ, ਤਾਂ ਉੱਥੇ ਬੜਾ ਸੋਹਣਾ ਤੁਹਾਡੇ ਲਈ ਕੰਮ ਕਰੇਗਾ ਜਿੱਥੇ ਤੁਹਾਡੀ ਹਾਰਟ ਬੀਟ ਨੂੰ ਦੱਸਦਾ ਹੈ ਕਿ ਤੁਸੀਂ ਇਸ ਨੂੰ ਲਗਾ ਕੇ 15 ਸਕਿੰਟ ਦੇ ਵਿੱਚ ਉਹ ਦੇਖ ਲੈਂਦੇ ਹੋ ਕਿ ਇੰਨੇ ਵਾਰੀ ਮੇਰਾ ਹਾਰਟ ਬੀਟ ਕੀਤਾ ਹੈ 1 ਮਿੰਟ ਦੇ ਵਿੱਚ ਇੰਨਾ ਕਰਦਾ ਹੈ। ਕਿਤਾਬਾਂ 'ਚ ਲਿਖਿਆ ਹੋਇਆ ਹੈ ਕਿ 1 ਮਿੰਟ ਦੇ ਵਿੱਚ ਜਿਸ ਇਨਸਾਨ ਦਾ ਦਿਲ 70 ਤੋਂ 72 ਵਾਰੀ ਧੜਕਦਾ ਹੈ ਉਹ ਰਿਸ਼ਟ ਪੁਸ਼ਟ ਹੈ ਸਿਹਤਮੰਦ ਹੈ। ਤਾਂ ਕਿੱਥੇ ਜਾਣ ਦੀ ਲੋੜ ਹੈ ਸਾਨੂੰ? ਛੋਟੇ ਬੱਚਿਆਂ ਦਾ ਜ਼ਿਆਦਾ ਧੜਕਦਾ ਹੁੰਦਾ ਹੈ, ਵੱਡਿਆਂ ਦਾ ਕੁਝ ਘੱਟ ਹੋਈ ਜਾਂਦਾ ਹੈ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਪੜ੍ਹਾਈ ਨਾਲ ਹੀ ਸੰਭਵ ਹੈ ਜੀ ਦੇਖੋ ਔਰ ਪ੍ਰਯੋਗ ਜਿਸਨੇ ਕਰ ਲਿਆ ਉਹ ਤਾਂ ਕਿਤੇ ਦੂਰ ਜਾ ਹੀ ਨਹੀਂ ਸਕਦਾ। ਤਾਂ ਇਹ ਛੋਟੇ ਛੋਟੇ ਪ੍ਰਯੋਗ ਆ ਜਿਹੜੇ ਬਾਇਓ ਦੇ ਕਰਾਣੇ ਆ ਹੋਰ ਕਰਾਣੇ ਆ ਹੈ ਨਾ ਇਹ ਤੁਹਾਨੂੰ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਤਾਂ ਇਹਨਾਂ ਪ੍ਰਯੋਗਾਂ ਦੀ ਲੜੀ ਦੇ ਵਿੱਚ ਆਪਣਾ ਅਗਲਾ ਪ੍ਰਯੋਗ ਹੈ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜੀ ਕਿ ਸਾਡੇ ਵਿਗਿਆਨੀ ਕਲਾਮ ਸਾਹਿਬ ਨੇ ਜਿਹੜਾ ਇਹ ਬਣਾਇਆ ਮਿਜ਼ਾਈਲ ਦਾ ਕਨਸੈਪਟ ਦਿੱਤਾ ਤੇ ਉਸ ਮਿਜ਼ਾਈਲ ਦੇ ਕਨਸੈਪਟ ਨੂੰ ਇਸ ਬੈਲੂਨ ਦੇ ਨਾਲ ਜਿਹੜਾ ਹੈ ਅਸੀਂ ਇਹ ਖਰਾਬ ਨਿਕਲਿਆ ਨਹੀਂ ਇਹ ਤਾਂ ਗੱਠ ਖੁੱਲ ਗਈ ਹੋਈ ਹੈ ਅੱਛਾ ਹਾਂ ਖਰਾਬ ਤਾਂ ਤੁਸੀਂ ਕਹਿਣਾ ਹੀ ਹੈ ਕਿਉਂਕਿ ਮੇਰੇ ਬਹੁਤ ਸਾਰੇ ਬੈਲੂਨ ਖਰਾਬ ਨਿਕਲ ਚੁੱਕੇ ਆ ਤਾਂ ਤੁਸੀਂ ਕਿਹਾ ਵੀ ਸ਼ਾਇਦ ਇਹ ਖਰਾਬ ਬੈਲੂਨਾਂ ਵਾਲਾ ਹੀ ਭਾਈ ਹੈ। ਤਾਂ ਸਭ ਤੋਂ ਪਹਿਲਾਂ ਤਾਂ ਇਹਦਾ ਸਿਧਾਂਤ ਸਮਝਾਉਣਾ ਵੀ ਇਹ ਹਵਾ ਕਿਵੇਂ ਭਰ ਰਿਹਾ ਸੀ ਪੰਪ ਨੂੰ ਖੋਲ ਕੇ ਦਿਖਾਈਦਾ ਦੱਸੀਦਾ ਕਿ ਇਸ ਦੇ ਪਿੱਛੇ ਮੋਰੀਆਂ ਇਸ ਦੇ ਵਿੱਚ ਪਿਸਟਨ ਹੈ ਔਰ ਇਹ ਜਿਹੜਾ ਪਿਸਟਨ ਹੈ ਇਹ ਕਿਵੇਂ ਕੰਮ ਕਰਦਾ ਅੱਗੇ ਪਿੱਛੇ ਹੁੰਦਾ ਤਾਂ ਇਹਦੇ ਵਿੱਚ ਹੋਰ ਕੁਝ ਨਹੀਂ ਹੈ ਬਸ ਕਹਿੰਦੇ ਜੀ ਖਾਲੀ ਹੈ। ਮੈਂ ਕਿਹਾ ਨਾ ਖਾਲੀ ਨਹੀਂ ਹੈ ਇਸ 'ਚ ਹਵਾ ਹੈ। ਤੁਸੀਂ ਖਾਲੀ ਤੁਹਾਨੂੰ ਖਾਲੀ ਲੱਗਦਾ ਨਾ ਵਿਗਿਆਨੀਆਂ ਨੂੰ ਖਾਲੀ ਨਹੀਂ ਲੱਗਦਾ ਕਿਉਂਕਿ ਇਸ 'ਚ ਤਾਂ ਹਵਾ ਹੈ। ਜੇ ਇਸ 'ਚ ਹਵਾ ਹੈ ਤਾਂ ਹੀ ਤਾਂ ਇਹ ਹਵਾ ਨੂੰ ਇਕੱਠਾ ਕਰੂਗਾ ਔਰ ਹਵਾ ਨੂੰ ਇਕੱਠਾ ਕਰੂਗਾ ਇਸ ਦੇ ਵਿੱਚ ਇਕੱਠਾ ਕਰ ਲੈਂਦਾ ਖਿੱਚਦਾ ਮੋਰੀਆਂ ਰਾਹੀਂ ਖਿੱਚਦਾ ਖਿੱਚ ਕੇ ਅੱਗੇ ਨੂੰ ਧੱਕਦਾ ਬੈਲੂਨ ਦੇ ਵਿੱਚ ਹਵਾ ਭਰ ਗਈ ਹੋਈ ਹੈ। ਆ ਕੀ ਕਰਤਾ ਸਨਮ ਜੀ ਤੁਸੀਂ ਇਹ ਤਾਂ ਇੱਕ ਹੋਰ ਪ੍ਰਯੋਗ ਹੋ ਗਿਆ। ਇਹ ਕਿਹੜਾ ਪ੍ਰਯੋਗ ਹੋ ਗਿਆ ਕਿਉਂਕਿ ਜਦੋਂ ਅਸੀਂ ਹਵਾ ਭਰ ਰਹੇ ਸੀ ਤੇ ਅਸੀਂ ਇਸ ਨੂੰ ਘੁੱਟ ਕੇ ਪਕੜਿਆ ਤਾਂ ਉਹਦੀ ਹਵਾ ਜਿਹੜੀ ਆ ਉਹਦਾ ਦਬਾਅ ਵੱਧ ਗਿਆ ਤੇ ਉਹ ਹਵਾ ਬਾਹਰ ਆਣਾ ਚਾਹੁੰਦੀ ਸੀ ਉਹ ਫਟ ਗਈ। ਤਾਂ ਇਸ ਤਰ੍ਹਾਂ ਬੈਲੂਨ ਹੈ ਜਿਹੜਾ ਉਹ ਫਟ ਗਿਆ। ਤਾਂ ਇੱਕ ਐਕਸਪੈਰੀਮੈਂਟ ਤੁਸੀਂ ਮਤਲਬ ਵੀ ਐਵੇਂ ਸਹਿਜੇ ਹੀ ਚੱਲਦੇ ਦੇਖ ਲਿਆ। ਤਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਕਣ ਦੇ ਵਿੱਚ ਵਿਗਿਆਨ ਹੈ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਵਿਗਿਆਨ ਹੈ ਸਾਡਾ ਸਾਖੀ ਹੈ ਸਾਥੀ ਹੈ ਔਰ ਸਹਾਈ ਹੈ ਸਾਡੇ ਲਈ। ਤਾਂ ਇਸ ਵਿਗਿਆਨ ਨੂੰ ਜਿਹੜਾ ਹੈ ਅਸੀਂ ਇੰਜੋਏ ਵੀ ਕਰੀਏ ਔਰ ਦੇਖੀਏ ਵੀ ਇਸ ਨੂੰ। ਇਸ ਚੋਂ ਸਾਊਂਡ ਕਿਵੇਂ ਪ੍ਰੋਡਿਊਸ ਕਰਨੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ। ਤਾਂ ਇਹ ਜਿਹੜੀ ਛੋਟੀ ਜੀ ਹਵਾ ਦੇ ਨਾਲ ਅਸੀਂ ਕਲਾਮ ਸਾਹਿਬ ਨੂੰ ਜ਼ਰੂਰ ਯਾਦ ਕਰਦੇ ਹਾਂ ਹਰ ਰੋਜ਼ ਜਦੋਂ ਵੀ ਐਕਸਪੈਰੀਮੈਂਟ ਕਰਦੇ ਹਾਂ। ਤਾਂ ਇਹ ਜਿਹੜੀ ਮਿਜ਼ਾਈਲ ਹੈ ਦੇਖੋ ਕਿਸ ਤਰ੍ਹਾਂ ਦੇ ਨਾਲ ਕੰਮ ਕਰਦੀ ਹੈ। ਤਾਂ ਇਸ ਦੇ ਵਿੱਚ ਹਵਾ ਭਰੀ ਹੈ ਨਿਊਟਨ ਦੀ ਗਤੀ ਦਾ ਤੀਸਰਾ ਨਿਯਮ ਕੰਮ ਕਰਦਾ ਹੈ ਕਿ ਹਵਾ ਇਸ ਨੂੰ ਪਿੱਛੇ ਨੂੰ ਧੱਕੇਗੀ ਤੇ ਬੈਲੂਨ ਹੈ ਜਿਹੜਾ ਉਹ ਅੱਗੇ ਨੂੰ ਜਾਏਗਾ। ਤਾਂ ਦੇਖਿਆ ਤੁਸੀਂ ਤਾਂ ਇਹ ਥੋੜੀ ਜੀ ਹਵਾ ਭਰ ਕੇ ਜੇ ਅਸੀਂ ਇੰਨੀ ਦੂਰ ਤੱਕ ਲਿਜਾ ਸਕਦੇ ਹਾਂ। ਜੇ ਡਿਵਾਈਸ ਨੂੰ ਵੱਡਾ ਕਰ ਲਈਏ ਉਸ 'ਚ ਜ਼ਿਆਦਾ ਹਵਾ ਭਰਦੀ ਹੈ ਅੰਡਰ ਪ੍ਰੈਸ਼ਰ ਕਰਦੀ ਹੈ ਤਾਂ ਉਹ ਦੇਖੋ ਕਿੱਥੇ ਤੱਕ ਜਾਏਗੀ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਸਮਝਾਂ ਹੈਗੀਆਂ ਉਹ ਬੱਚਿਆਂ ਤੱਕ ਪਹੁੰਚਣਗੀਆਂ। ਬੱਚੇ ਕੁਝ ਨਾ ਕੁਝ ਨਜ਼ਰੀਆ ਅਲੱਗ ਹੈ ਜ਼ਰੂਰ ਨਵਾਂ ਕਰਨਗੇ। ਇਸੇ ਤਰ੍ਹਾਂ ਅਸੀਂ ਇੱਕ ਬੋਟਲ ਤਿਆਰ ਕੀਤੀ ਹੈ ਜਿਸ ਨੂੰ ਕਿ ਅਸਰ ਬੱਚੇ ਤਾਂ ਸਮਝਦੇ ਆ ਵੀ ਸ਼ਾਇਦ ਮੈਜਿਕ ਬੋਟਲ ਹੈ ਪਰ ਮੈਂ ਕਹਿੰਦਾ ਹੁੰਦਾ ਵੀ ਮੈਜਿਕ ਮੇਰੇ ਕੋਲ ਕੋਈ ਨਹੀਂ ਹੁੰਦਾ। ਮੇਰੇ ਕੋਲ ਤਾਂ ਸਿਰਫ ਤੇ ਸਿਰਫ ਲੌਜਿਕ ਹੋਇਆ ਕਰਦਾ ਹੈ ਕਿ ਸਾਇੰਸ ਹੈ ਜਿਹੜੀ ਮੈਂ ਪੜ੍ਹਾ ਰਿਹਾ ਤੁਹਾਨੂੰ ਤੇ ਉਹ ਸਾਇੰਸ ਦਾ ਲੁਤਫ ਲਿਆ ਕਰੋ ਆਨੰਦ ਲਿਆ ਕਰੋ ਕਿਉਂਕਿ ਇਹ ਇੱਕ ਆਨੰਦ ਆਉਣ ਵਾਲੀ ਚੀਜ਼ ਹੈ। ਤਾਂ ਮੈਂ ਬੱਚਿਆਂ ਨੂੰ ਪੁੱਛਦਾ ਵੀ ਮੈਂ ਇਸ 'ਚ ਮੋਰੀ ਕਰਦਾ ਤਾਂ ਦੱਸੋ ਪਾਣੀ ਬਾਹਰ ਆਊਗਾ? ਕਹਿੰਦੇ ਸਰ ਮੋਰੀ ਕਰਨੀ ਹੈ ਕਿਸੇ ਚੀਜ਼ ਦੇ ਵਿੱਚ ਪਾਣੀ ਨੇ ਤਾਂ ਬਾਹਰ ਆਣਾ ਹੀ ਆਣਾ ਇਹ ਤਾਂ ਨੈਚੁਰਲ ਗੱਲ ਹੈ। ਮੈਂ ਕਿਹਾ ਨਹੀਂ ਇਸ ਦੇ ਵਿੱਚ ਤਾਂ ਮੈਂ ਪਹਿਲਾਂ ਹੀ ਮੋਰੀ ਕਰਕੇ ਰੱਖੀ ਹੋਈ ਤਾਂ ਪਰ ਪਾਣੀ ਨਹੀਂ ਬਾਹਰ ਆ ਰਿਹਾ। ਸਿਧਾਂਤ ਪੁੱਛਣਗੇ ਸਿਧਾਂਤ ਸਪਸ਼ਟ ਹੋਊਗਾ ਕਿਤਾਬਾਂ ਪੜ੍ਹਨਗੇ ਵਿਗਿਆਨ ਦੇ ਨਾਲ ਜੁੜਨਗੇ ਤਾਂ ਦੇਖੋ ਤੁਸੀਂ ਸਾਡੇ ਵਿਗਿਆਨੀ ਤਿਆਰ ਹੋ ਗਏ। ਤਾਂ ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚੋਂ ਪਾਣੀ ਬਾਹਰ ਆਉਣ ਲੱਗਿਆ। ਇਹ ਪਾਣੀ ਰੁਕ ਜਾ ਜੇ ਤਾਂ ਮੈਂ ਇਹ ਕਹਿੰਦਾ ਇਹ ਪਾਣੀ ਰੁਕ ਜਾ ਇਹ ਪਾਣੀ ਆ ਜਾ ਤਾਂ ਇਹ ਹੋ ਗਿਆ ਜਾਦੂ ਤਾਂ ਇਹ ਹੋ ਗਿਆ ਜਾਦੂ। ਪਰ ਜੇ ਮੈਂ ਇਹ ਕਹਿਣਾ ਕਿ ਪਾਣੀ ਤਾਂ ਆਊਗਾ ਜਦੋਂ ਅਸੀਂ ਢੱਕਣ ਨੂੰ ਢਿੱਲਾ ਕਰਾਂਗੇ ਉੱਪਰੋਂ ਦਬਾਅ ਪਊਗਾ। ਉੱਪਰ ਦਬਾਅ ਕਿਹੜਾ ਐਟਮੋਸਫੇਰਿਕ ਪ੍ਰੈਸ਼ਰ ਹੈ ਉਸ ਪ੍ਰੈਸ਼ਰ ਦੇ ਨਾਲ ਉਹ ਪਾਣੀ ਨੂੰ ਧੱਕਾ ਮਾਰਦੀ ਹੈ ਪਾਣੀ ਜਿਹੜਾ ਮੋਰੀ ਰਾਹੀਂ ਬਾਹਰ ਆ ਜਾਂਦਾ। ਗੱਲ ਫੇਰ ਉੱਥੇ ਆ ਗਈ ਕਿ ਮੈਨੂੰ ਤਾਂ ਇਹ ਬੋਤਲ ਦੀ ਲੋੜ ਨਹੀਂ ਹੈ ਮੈਨੂੰ ਤਾਂ ਇਹਦੀ ਐਪਲੀਕੇਸ਼ਨ ਦੀ ਲੋੜ ਹੈ। ਤਾਂ ਐਪਲੀਕੇਸ਼ਨ ਦੇ ਲਈ ਹੋਲੀ ਖੇਡ ਲਾਂਗੇ ਕਿ ਹੋਲੀ ਕਿਵੇਂ ਖੇਡੀ ਜਾ ਸਕਦੀ ਹੈ। ਦੇਖੋ
ਹੋਲੀ ਹੈ ਵੀ ਹੋਲੀ ਹੈ, ਰੰਗ ਬਿਰੰਗੀ ਹੋਲੀ, ਲੇਕਿਨ ਰੰਗ ਬਿਰੰਗੀ ਤਾਂ ਹੈ ਨਹੀਂ। ਹਾਂ ਮੈਂ ਕਹਿੰਦਾ ਫਿਰ ਤੁਸੀਂ ਦੁਕਾਨ ਤੋਂ ਨਾ ਖਰੀਦਣ ਜਾਇਓ, ਤੁਸੀਂ ਰੰਗ ਘਰੇ ਤਿਆਰ ਕਰ ਲਿਓ। ਧਨੀਆ ਪੁਦੀਨਾ, ਹਾਂ ਸਰ ਹਰੇ ਰੰਗ ਦਾ ਹੁੰਦਾ, ਸਰ ਜੀ ਹਲਦੀ ਪੀਲੇ ਰੰਗ ਦੀ ਹੁੰਦੀ ਹੈ, ਸਰ ਚੁਕੰਦਰ ਲਾਲ ਰੰਗ ਤਿਆਰ ਹੋ ਗਏ। ਮਤਲਬ ਇਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਜਿਹੜੀਆਂ ਹੈਗੀਆਂ ਘਰੇ ਹੀ। ਔਰ ਇੱਕ ਗੱਲ ਮੈਂ ਸਨਮ ਜੀ ਇੱਥੇ ਸੁਨੇਹਾ ਦੇਣਾ ਚਾਹੁੰਦਾ ਕਿ ਜਿੱਥੇ ਸਾਡੇ ਸਮਾਜ ਦੇ ਵਿੱਚ ਕੁਰੀਤੀਆਂ ਫੈਲੀਆਂ ਹੋਈਆਂ, ਉੱਥੇ ਸਾਡੇ ਸਮਾਜ ਨੇ ਆਪਣੇ ਸਰੀਰ ਨੂੰ ਸਾਂਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਹੈ। ਉਹ ਗੰਦੇ ਮੰਦੇ ਸਿੰਥੈਟਿਕ ਜੇ ਰੰਗ ਮਲੀ ਜਾਂਦੇ ਆ, ਜਿਹੜੇ ਕਿ ਇਹਨਾਂ ਪੋਰਸ ਨੂੰ ਸੂਖਮ ਜਿਹੜੀਆਂ ਮੋਰੀਆਂ ਜਿਨ੍ਹਾਂ ਚੋਂ ਪਸੀਨਾ ਬਾਹਰ ਆਣਾ ਸੀ ਉਹਨਾਂ ਨੂੰ ਬੰਦ ਕਰ ਲੈਂਦੇ ਆ ਅਸੀਂ, ਔਰ ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹ ਸਿੰਥੈਟਿਕ ਜਿਹੜੀਆਂ ਚੀਜ਼ਾਂ ਹੁੰਦੀਆਂ ਜੰਮ ਜਾਂਦੀਆਂ ਕੈਮੀਕਲਸ, ਤੇ ਉਹ ਸਾਡੇ ਲਈ ਸਕਿਨ ਦੀਆਂ ਡਿਜ਼ੀਜ਼ਸ ਖੜੀਆਂ ਕਰ ਦਿੰਦੀਆਂ। ਤੇ ਮੈਂ ਕਹੂੰਗਾ ਧਨੀਏ ਪੁਦੀਨੇ ਚੁਕੰਦਰ ਹਲਦੀ ਵਾਲੀ ਹੋਲੀ ਖੇਡੀਏ। ਇਹ ਜਿਹੀ ਹੋਲੀ ਖੇਡਣ ਦੇ ਨਾਲ ਇਹ ਜੇ ਅੱਖਾਂ 'ਚ ਵੀ ਪੈ ਗਿਆ ਨੁਕਸਾਨ ਨਹੀਂ ਹੋਊਗਾ, ਜੇ ਸਾਡੇ ਕਿਤੇ ਸਰੀਰ ਤੇ ਪੈ ਗਿਆ ਸਾਡੇ ਕੱਪੜੇ ਨਹੀਂ ਖਰਾਬ ਹੋਣਗੇ। ਤਾਂ ਇਹ ਜੀ ਜਿਹੜੀ ਹੈ ਨੈਚੁਰਲ ਤਰੀਕੇ ਦੇ ਨਾਲ ਅਸੀਂ ਹੋਲੀ ਖੇਡੀਏ। ਹੁਣ ਇਸ ਦਾ ਇੱਕ ਹੋਰ ਤੁਹਾਨੂੰ ਬੜਾ ਵਧੀਆ ਮੈਂ ਇੱਕ ਤਜਰਬਾ ਕਰਕੇ ਦਿਖਾਣਾ ਕਿ ਇਸ ਮੈਂ ਬੋਟਲ ਨੂੰ ਐਜ਼ ਅ ਟੈਪ ਯੂਜ਼ ਕਰਦਾ। ਕਿਸ ਤਰ੍ਹਾਂ ਟੈਪ ਦੇ ਤੌਰ ਤੇ ਯੂਜ਼ ਕਰਦਾ, ਮੇਰੇ ਬੱਚੇ ਵੀ ਇੱਥੇ ਆਏ ਹੋਏ। ਰਮਨ ਇੱਧਰ ਆ ਬੇਟੇ, ਇੱਥੇ ਆ ਮੇਰੇ ਕੋਲ। ਆਪਾਂ ਟੈਪ ਨੂੰ ਯੂਜ਼ ਕਰਾਂਗੇ। ਦੇਖ ਇਸ ਨੂੰ ਪਕੜ ਲੈ, ਤੂੰ ਥੱਲੋਂ ਪਕੜ ਲੈ, ਹਾਂ ਇਸ ਤਰ੍ਹਾਂ ਪਕੜ ਲੈ ਬੱਚੇ। ਤਾਂ ਹੁਣ ਮੈਂ ਆ ਟੂਟੀ ਖੋਲ ਲਈ ਤੇ ਮੈਂ ਹੱਥ ਧੋਣੇ ਸ਼ੁਰੂ ਕਰਤੇ। ਕੀ ਬਾਤ। ਆ ਦੇਖੋ, ਇਹ ਦੇਖੋ ਮੈਂ ਹੁਣ ਹੱਥ ਧੋ ਰਿਹਾ, ਮੇਰੀ ਟੂਟੀ ਚੱਲ ਰਹੀ ਹੈ। ਪਰ ਰਮਨ ਬੇਟੇ ਇੱਕ ਸੁਨੇਹਾ ਦੇਣਾ ਆਪਾਂ ਨੇ ਸਾਰਿਆਂ ਨੂੰ ਵੀ ਹੱਥ ਧੋਣ ਤੋਂ ਬਾਅਦ ਟੂਟੀ ਖੁੱਲੀ ਨਾ ਛੱਡੋ, ਬੰਦ ਕਰ ਦਿਓ, ਬੰਦ ਕਰ ਦਿਓ, ਬੰਦ ਕਰ ਦਿਓ। ਸ਼ਾਬਾਸ਼। ਤਾਂ ਵੈਰੀ ਗੁੱਡ। ਤਾਂ ਇਸ ਬੱਚੇ ਨੂੰ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਪੂਰੇ ਗਿੱਲੇ ਹੋ ਚੁੱਕੇ ਆ। ਤਾਂ ਇਸ ਦਾ ਮਤਲਬ ਮੈਨੂੰ ਕਿੰਨੇ ਪਾਣੀ ਦੀ ਲੋੜ ਸੀ ਹੱਥ ਧੋਣ ਦੇ ਲਈ, ਜਰਾ ਇਮੇਜਿਨ ਕਰੋ। ਸੁਨੇਹਾ ਦਿਓ ਸਮਾਜ ਨੂੰ ਕਿ ਜੇ ਮੈਂ 5 ਜਾਂ 10 ml ਦੇ ਪਾਣੀ ਦੇ ਨਾਲ ਆਪਣੇ ਹੱਥ ਧੋ ਸਕਦਾ, ਕਿਉਂ ਮੈਂ ਬਾਲਟੀਆਂ ਦੀਆਂ ਬਾਲਟੀਆਂ ਰੋੜੀ ਜੰਨਾ, ਕਿਉਂ ਮੈਂ ਸਿੰਕ ਦੇ ਉੱਤੇ ਵਾਸ਼ ਬੇਸਿਨ ਦੇ ਉੱਤੇ ਖੜਾ ਹੋ ਕੇ ਜਿਹੜੀ ਟੂਟੀ ਖੁੱਲੀ ਰੱਖਦਾ, ਉਸ ਨੂੰ ਬੰਦ ਕਰਨਾ ਚਾਹੀਦਾ ਸਾਨੂੰ। ਤਾਂ ਇਸ ਤਰ੍ਹਾਂ ਦੇ ਸਿਧਾਂਤ ਹੈ ਜਿਹੜੇ ਅਸੀਂ ਲੈ ਕੇ ਚੱਲੇ ਹੋਏ ਆ, ਔਰ ਵਿਦਿਆਰਥੀਆਂ ਨੂੰ ਕਹਿੰਦੇ ਆ ਵੀ ਆ ਖਰਾਬ ਬੋਤਲ ਜਿੱਥੇ ਮਿਲੇ ਲਿਆਓ, ਆਪਣੀ ਲੈਬ ਦੇ ਵਿੱਚ ਰੱਖੋ ਔਰ ਉਸ ਦੇ ਇਨਸਟਰੂਮੈਂਟ ਤਿਆਰ ਕਰੋ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਤਿਆਰ ਕਰਨ ਦੇ ਵਿੱਚ ਸਹਾਈ ਹੋਏ ਆ। ਤਾਂ ਹੋਰ ਕੀ ਕੁਝ ਰਹਿੰਦਾ ਮਾਸਟਰ ਜੀ? ਹਾਂ ਰਹਿੰਦਾ ਤਾਂ ਬਹੁਤ ਕੁਝ ਹੈ ਜੀ, ਤੁਸੀਂ ਪੜ੍ਹੀ ਚੱਲੋ। ਅੱਜ ਸਾਰਾ ਦਿਨ ਮੈਂ ਤੁਹਾਨੂੰ ਜਾਣ ਨਹੀਂ ਦੇਣਾ ਹੈ, ਔਰ ਤੁਸੀਂ ਦੇਖੋਗੇ ਕਿ ਕਿੱਥੇ ਕਿੱਥੇ ਕੀ ਕੀ ਹੈ। ਤਾਂ ਆ ਤੁਸੀਂ ਦੇਖੋ ਵੀ ਜਿਹੜਾ ਪਾਣੀ ਦਾ ਦਬਾਅ ਹੈ ਕਿੱਥੇ ਜ਼ਿਆਦਾ ਕਿੱਥੇ ਘੱਟ ਹੈ। ਹੁਣ ਬੋਤਲ ਦੇ ਵਿੱਚ ਜਦੋਂ ਅਸੀਂ ਪਾਣੀ ਭਰ ਲੈਂਦੇ ਹਾਂ, ਕਿਸੇ ਬੋਤਲ ਦੇ ਵਿੱਚ ਪਾਣੀ ਭਰ ਲੈਂਦੇ ਹਾਂ, ਤਾਂ ਉਹਦੇ ਇੱਕ ਤਾਂ ਨੈਕ ਹੋ ਗਿਆ, ਇੱਕ ਉਹਦਾ ਬਾਟਮ ਹੋ ਗਿਆ। ਤਾਂ ਹੁਣ ਬਾਟਮ ਤੇ ਪ੍ਰੈਸ਼ਰ ਜ਼ਿਆਦਾ ਹੋਊਗਾ ਜਾਂ ਨੈਕ ਤੇ ਹੋਊਗਾ? ਤਾਂ ਬੱਚੇ ਸੋਚਣ ਲੱਗ ਪੈਂਦੇ, ਸਰ ਜੀ ਕੋਈ ਕਹਿੰਦਾ ਜੀ ਉੱਪਰ ਹੋਊਗਾ, ਕੋਈ ਕਹਿੰਦਾ ਜੀ ਥੱਲੇ ਹੋਊਗਾ, ਕੋਈ ਕਿਵੇਂ ਕਹਿੰਦਾ। ਮੈਂ ਕਿਹਾ ਪ੍ਰਯੋਗ ਕਿਉਂ ਨਹੀਂ ਕਰਦੇ ਤੁਸੀਂ? ਪ੍ਰਯੋਗ ਕਰਕੇ ਦੇਖੋ ਵੀ ਪਾਣੀ ਦਾ ਪ੍ਰੈਸ਼ਰ ਹੈ ਜਿਹੜਾ ਉਹ ਕਿੱਥੇ ਜ਼ਿਆਦਾ ਹੋਊਗਾ ਕਿੱਥੇ ਘੱਟ। ਲਓ ਜੀ 3 ਮੋਰੀਆਂ ਕੀਤੀਆਂ, ਤਾਂ ਕਿਹੜੀ ਧਾਰ ਸਭ ਤੋਂ ਦੂਰ ਜਾ ਰਹੀ ਹੈ? ਸਭ ਤੋਂ ਹੇਠਲੀ। ਤਾਂ ਇਹਦਾ ਮਤਲਬ ਹੇਠਾਂ ਦਬਾਅ ਜ਼ਿਆਦਾ ਹੈ ਪੈ ਰਿਹਾ, ਐਟਮੋਸਫੈਰਿਕ ਪ੍ਰੈਸ਼ਰ ਤੇ ਉੱਪਰ ਘੱਟ ਹੈ। ਤਾਂ ਇਹਦਾ ਮਤਲਬ ਨੈਕ ਤੇ ਘੱਟ ਹੋਊਗਾ, ਬਾਟਮ ਤੇ ਜ਼ਿਆਦਾ। ਸਿੱਧ ਹੋ ਗਿਆ। ਤਾਂ ਇਹ ਸਿੱਧ ਕਰ ਦੇਣਾ ਇੱਕ ਬੜੀ ਆਸਾਨ ਜੀ ਗੱਲ ਹੈ। ਤਾਂ ਪਾਸਕਲ ਦਾ ਸਿਧਾਂਤ ਪੜ੍ਹਾਉਣਾ ਅਸੀਂ, ਇਸ ਬੋਤਲ ਦੇ ਨਾਲ ਪਾਸਕਲ ਦਾ ਸਿਧਾਂਤ ਪੜ੍ਹਾ ਦਿੰਨੇ ਆ ਕਿ ਸਾਰੇ ਪਾਸਿਆਂ ਤੋਂ ਜਿਹੜਾ ਹੈ ਪਾਣੀ ਉਹ ਬਰਾਬਰ ਹੀ ਬਾਹਰ ਆਊਗਾ। ਤੁਹਾਨੂੰ ਦਿਖਾਵਾਂਗੇ। ਉਸੇ ਤਰ੍ਹਾਂ ਦੇ ਨਾਲ ਮੋਰੀਆਂ ਕੀਤੀਆਂ ਹੋਈਆਂ ਪਰ ਪਾਣੀ ਬਾਹਰ ਨਹੀਂ ਆ ਰਿਹਾ। ਦੇਖੋ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਕਿ ਇਸ ਬੋਤਲ ਦੇ ਵਿੱਚ ਮੋਰੀਆਂ ਪਰ ਪਾਣੀ, ਕਿਉਂਕਿ ਉਹੀ ਫਿਰ ਮੈਂ ਉੱਪਰ ਢੱਕਣ ਵਾਲਾ ਕਨਸੈਪਟ ਉੱਪਰੋਂ ਪਕੜਿਆ ਹੋਇਆ ਬੋਤਲ ਨੂੰ, ਠੀਕ ਹੈ ਜੀ। ਹੁਣ ਇਸ ਦੇ ਵਿੱਚੋਂ ਜਿਵੇਂ ਮੈਂ ਪ੍ਰੈਸ਼ਰ ਰਿਲੀਜ਼ ਕਰੂੰਗਾ ਤਾਂ ਪਾਣੀ ਬਾਹਰ ਆਉਣਾ ਸ਼ੁਰੂ ਹੋ ਜਾਏਗਾ। ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਪਾਣੀ ਹੈ ਜਿਹੜਾ ਇਹ ਬਾਹਰ ਆਏਗਾ। ਆਹ ਦੇਖੋ, ਦੇਖਿਆ ਤੁਸੀਂ? ਤਾਂ ਇਸ ਤਰ੍ਹਾਂ ਦੇ ਨਾਲ ਪਾਣੀ ਬਰਾਬਰ ਮੋਰੀਆਂ ਚੋਂ ਬਾਹਰ ਆਏਗਾ ਤੇ ਬਰਾਬਰ ਹੀ ਰੁਕੇਗਾ। ਦਬਾਅ ਸਾਰੇ ਪਾਸੇ ਬਰਾਬਰ, ਤਰਲ ਨੇ ਜਿਹੜੇ ਸਾਰੇ ਪਾਸਿਆਂ ਤੇ ਬਰਾਬਰ ਦਬਾਅ ਪਾਉਂਦੇ ਆ। ਸਿਧਾਂਤ ਸਪਸ਼ਟ ਹੋ ਗਿਆ। ਲਓ ਜੀ ਦੇਖ, ਇਹ ਆਹ ਦੇਖੋ, ਠੀਕ। ਤਾਂ ਮਤਲਬ ਹੁਣ ਦੱਸੋ ਵੀ ਇਹਨਾਂ ਤੇ ਕੀ ਮੇਰਾ ਖਰਚਾ ਆਇਆ? ਤੁਸੀਂ ਆਪ ਹੀ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਗੱਲ ਖਰਚੇ ਦੀ ਨਹੀਂ ਹੈ, ਗੱਲ ਸਾਡੇ ਵਿਗਿਆਨ ਦੀ ਪੜ੍ਹਾਈ ਦੀ ਹੈ ਕਿ ਪੜ੍ਹਾਈ ਨੂੰ ਕਿਵੇਂ ਉਹਨਾਂ ਤੱਕ ਪਹੁੰਚਾਇਆ ਜਾ ਸਕੇ, ਪਾਣੀ ਨੂੰ ਕਿਸ ਤਰ੍ਹਾਂ ਦੇ ਨਾਲ ਯੂਟਿਲਾਈਜ਼ ਕੀਤਾ ਜਾ ਸਕੇ, ਤੇ ਪਾਣੀ ਦਾ ਜਿਹੜਾ ਪ੍ਰਯੋਗ ਹੈ ਉਹ ਅਜਿਹੀ ਜਗ੍ਹਾ ਤੇ ਕੀਤੇ ਜਾਣ ਜਿਹੜਾ ਕਿ ਪਾਣੀ ਵਾਪਸ ਧਰਤੀ ਦੇ ਵਿੱਚ ਹੀ ਚਲਾ ਜਾਵੇ, ਜਜ਼ਬ ਹੋ ਜਾਵੇ, ਉਹਨੂੰ ਵੇਸਟੇਜ ਵੱਲ ਨਾ ਲਿਜਾਇਆ ਜਾਵੇ। ਠੀਕ ਹੈ ਜੀ। ਤਾਂ ਹੁਣ ਤੁਹਾਨੂੰ ਇੱਕ ਹੋਰ ਐਕਸਪੈਰੀਮੈਂਟ ਅਸੀਂ ਦਿਖਾਉਂਦੇ ਹਾਂ। ਨਿਊਟਨ ਦੀ ਗਤੀ ਦਾ ਜੋ ਤੀਸਰਾ ਨਿਯਮ, ਨਿਊਟਨਸ ਥਰਡ ਲਾਅ ਆਫ ਮੋਸ਼ਨ, ਟੂ ਐਵਰੀ ਐਕਸ਼ਨ देयर इज ਇਕੁਅਲ ਬਟ ਆਪੋਜ਼ਿਟ ਰਿਐਕਸ਼ਨ। ਉਹ ਤੁਹਾਨੂੰ ਕਰਕੇ ਦਿਖਾਵਾਂਗੇ ਕਿ ਇੱਕ ਬੋਟਲ ਦੇ ਵਿੱਚ ਅਸੀਂ ਪਾਣੀ ਭਰਿਆ ਔਰ ਇਸ ਪਾਣੀ ਦੇ ਵਿੱਚ ਜੇ ਅਸੀਂ ਹਵਾ ਭਰ ਦਈਏ ਤਾਂ ਦਬਾਅ ਬਣੂਗਾ। ਬਿਲਕੁਲ। ਤੇ ਜੇ ਦਬਾਅ ਬਣੂਗਾ ਉਸ ਦਬਾਅ ਤੋਂ ਕੰਮ ਲਾਂਗੇ। ਜਿਵੇਂ ਅਸੀਂ ਬੈਲੂਨ ਨੂੰ ਚਲਾਇਆ ਸੀਗਾ ਉਸੇ ਤਰ੍ਹਾਂ ਹੀ ਅਸੀਂ ਇਸ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਤੁਸੀਂ ਦੇਖੋਗੇ ਕਿ ਜਦੋਂ ਇਸ ਦੇ ਵਿੱਚ ਅਸੀਂ ਹਵਾ ਭਰਾਂਗੇ ਤਾਂ ਹਵਾ ਭਰ ਕੇ ਰਾਕਟ ਦਾ ਕੰਮ ਕਰੇਗੀ ਔਰ ਬੋਟਲ ਉੱਪਰ ਚਲੀ ਜਾਏਗੀ। ਆਓ ਤੁਹਾਨੂੰ ਦਿਖਾਉਂਦੇ ਹਾਂ। ਤਾਂ ਆਓ ਮੇਰੇ ਬੱਚਿਓ, ਤਾਂ ਇਸ ਦੇ ਵਿੱਚ ਅਸੀਂ ਕੀ ਕੀਤਾ ਹੋਇਆ
ਕਿ ਇੱਕ ਅਸੀਂ ਨੇ ਵਾਲ ਲਗਾਇਆ ਹੋਇਆ। ਇਹ ਵਾਲਵ ਹੈ ਜਿਹੜਾ ਇੱਕ ਸਿੰਪਲ ਵਾਲਵ ਹੈ ਸਾਈਕਲ ਦੇ ਟਾਇਰ ਦੇ ਵਿੱਚ ਟਿਊਬ ਦੇ ਵਿੱਚ ਜਿਹੜਾ ਵਾਲਵ ਹੁੰਦਾ ਹੈ, ਇਹ ਵਨ ਵੇ ਦਾ ਕੰਮ ਕਰਦਾ ਹੈ। ਹਵਾ ਨੂੰ ਅੰਦਰ ਤਾਂ ਜਾਣ ਦਿੰਦਾ ਹੈ ਪਰ ਹਵਾ ਬਾਹਰ ਨਹੀਂ ਆ ਸਕਦੀ। ਇਸ ਦੇ ਨਾਲ ਇਸ ਦੇ ਉੱਤੇ ਫਿੱਟ ਕਰ ਦਿੰਨੇ ਆ, ਇਸ ਨੂੰ ਉਲਟਾ ਕਰਕੇ ਲਾਂਚਿੰਗ ਪੈਡ ਬਣਾ ਕੇ ਇਸ ਨੂੰ ਇੱਥੇ ਰੱਖ ਦਿੰਨੇ ਆ। ਜਦੋਂ ਇੱਥੇ ਰੱਖ ਦਿੰਨੇ ਆ, ਜਦੋਂ ਇਸ ਦੇ ਵਿੱਚ ਹਵਾ ਭਰਾਂਗੇ, ਹਵਾ ਭਰਨ ਦੇ ਨਾਲ ਇਸ ਦਾ ਜਿਹੜਾ ਪ੍ਰੈਸ਼ਰ ਹਵਾ ਦਾ ਪ੍ਰੈਸ਼ਰ ਭਰ ਜਾਏਗਾ। ਇਹਦੇ ਵਿੱਚ ਪ੍ਰੈਸ਼ਰ ਭਰਨ ਦੇ ਨਾਲ ਕੀ ਹੋਗਾ, ਥੱਲੋਂ ਬੋਤਲ ਭਾਰੀ ਹੋ ਗਈ ਹੈ। ਜੋ ਵੀ ਹਵਾ ਧੱਕਾ ਮਾਰੂਗੀ ਤਾਂ ਪਾਣੀ ਹੇਠਾਂ ਆਊਗਾ ਤੇ ਬੋਤਲ ਉੱਤੇ ਜਾਊਗੀ। ਟੂ ਐਵਰੀ ਐਕਸ਼ਨ देयर इज ਇਕੁਅਲ ਬਟ ਆਪੋਜ਼ਿਟ ਰਿਐਕਸ਼ਨ। ਤਾਂ ਰਿਐਕਸ਼ਨ ਹੋਣ ਜਾ ਰਿਹਾ, ਤੁਸੀਂ ਦੇਖੋਗੇ ਕਿ ਬੋਤਲ ਉੱਪਰ ਜਾਣੀ ਚਾਹੀਦੀ ਹੈ। ਫਿਰ ਮੈਂ ਉੱਥੇ ਗੱਲ ਕਰਦਾ ਕਿ ਜਦੋਂ ਕੰਡੀਸ਼ਨ ਸਾਰੀਆਂ ਫੁੱਲਫਿਲ ਹੋਣਗੀਆਂ ਤਾਂ ਐਕਸਪੈਰੀਮੈਂਟ ਹੋਊਗਾ, ਨਹੀਂ ਤਾਂ ਨਹੀਂ ਹੋਊਗਾ। ਤਾਂ ਮੈਂ ਇਸ ਬੱਚੇ ਨੂੰ ਕਹਿਣਾ ਕਿ ਇਹ ਜਿਹੜਾ ਹੈ ਪੰਪ ਮਾਰਨਾ ਸ਼ੁਰੂ ਕਰੇ। ਉਹ ਦੇਖੋ ਜੀ ਕਿੰਨੀ ਦੂਰ, ਲਗਭਗ 70-80 ਫੁੱਟ ਤੱਕ ਇਹ ਜਿਹੜੀ ਹੈ ਸਾਡੀ ਬੋਟਲ ਹੈ ਜਿਹੜੀ ਇਹ ਚਲੀ ਜਾਂਦੀ। ਕੀ ਬਾਤ। ਮੇਰੇ ਖਿਆਲ ਤੇ ਤੁਹਾਨੂੰ ਕੁਝ ਮਜ਼ਾ ਜ਼ਿਆਦਾ ਹੀ ਅਲੱਗ ਜਿਹਾ ਆਇਆ ਤੇ ਇੱਕ ਵਾਰੀ ਫੇਰ ਨਾ ਕਰ ਲਈਏ। ਨਹੀਂ ਨਹੀਂ, ਇੱਕ ਨਾਲ ਹੀ ਬਹੁਤ ਹੈ ਜੀ। ਇੱਕ ਨਾਲ ਹੀ ਬਹੁਤ ਹੈ, ਚਲੋ ਠੀਕ ਹੈ। ਤਾਂ ਕਹਿੰਦੇ ਇੱਕ ਨਾਲ ਹੀ ਅਸੀਂ ਕਾਫੀ ਗਿੱਲੇ ਹੋ ਗਏ ਹੋਏ ਆ ਤੇ ਇੱਕ ਹੀ ਬਹੁਤ ਹੈ। ਤਾਂ ਇਹ ਜਿਹੜਾ ਛੋਟੇ ਛੋਟੇ ਸਿਧਾਂਤ ਹੈ, ਲੱਗਦੇ ਸਾਨੂੰ ਛੋਟੇ ਛੋਟੇ ਆ ਪਰ ਉਹ ਵਿਗਿਆਨੀ ਜਿਨ੍ਹਾਂ ਨੇ ਦਿੱਤੇ, ਸਲਾਮ ਤਾਂ ਉਹਨਾਂ ਨੂੰ ਹੈ ਕਿ ਉਹਨਾਂ ਵਿਗਿਆਨੀਆਂ ਨੇ ਕਿਸ ਤਰ੍ਹਾਂ ਇਹ ਖੋਜਾਂ ਕੀਤੀਆਂ। ਤੇ ਆਓ ਤੁਹਾਨੂੰ ਹੁਣ ਇੱਕ ਆਰਕੀਮੀਡੀਜ਼ ਜਿਹੜਾ ਵਿਗਿਆਨੀ ਹੋਇਆ ਸਾਡਾ, ਉਸ ਦਾ ਸਿਧਾਂਤ ਵੀ ਸਪਸ਼ਟ ਕਰੀਏ ਕਿ ਉਹਨਾਂ ਨੇ ਕਿਹੜੀ ਖੋਜ ਕੀਤੀ ਸੀ। ਉਹ ਕਹਿਣ ਲੱਗੇ ਕਿ ਜਦੋਂ ਕੋਈ ਵੀ ਵਸਤੂ ਹੈ ਜਿਹੜੀ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਤਾਂ ਉਹਦਾ ਜਿਹੜਾ weight ਹੈ ਉਹ ਸਾਨੂੰ ਘੱਟ ਹੋਇਆ ਲੱਗਦਾ। ਕਿਉਂ ਘੱਟ ਹੁੰਦਾ? ਆਹ ਦੇਖੋ, ਤੁਸੀਂ ਇਸ ਦੇ ਉੱਤੇ ਦੇਖੋ ਤੇ 200 ਗ੍ਰਾਮ ਇਸ ਨੂੰ ਪੜ੍ਹ ਸਕਦੇ ਹੋ। ਬਿਲਕੁਲ। ਇੱਧਰ ਗ੍ਰਾਮ ਲਿਖਿਆ ਹੋਇਆ, ਇੱਧਰ ਨਿਊਟਨ ਲਿਖਿਆ ਹੋਇਆ। ਜੇ ਤਾਂ ਮਾਸ ਦੀ ਗੱਲ ਕਰਾਂਗੇ ਤਾਂ ਗ੍ਰਾਮ ਕਰ ਲਾਂਗੇ, ਜੇ weight ਦੀ ਗੱਲ ਕਰਾਂਗੇ ਤਾਂ ਨਿਊਟਨ ਕਰ ਲਾਂਗੇ। ਠੀਕ ਹੈ ਜੀ। ਤਾਂ ਹੁਣ ਇਸੇ ਨੂੰ ਮੈਂ ਜਦੋਂ ਪਾਣੀ ਦੇ ਵਿੱਚ ਲੈ ਕੇ ਜਾਊਂਗਾ ਤਾਂ ਤੁਸੀਂ ਦੇਖੋ, ਇਹ ਅਸੀਂ ਨੇ ਜਿਹੜਾ ਆਪਰੇਟਸ ਆਰਕੀਮੀਡੀਜ਼ ਨੇ ਸਾਨੂੰ ਬਣਾ ਕੇ ਦਿੱਤਾ ਉਸ ਨੂੰ ਯੂਜ਼ ਕਰ ਰਹੇ ਹਾਂ। ਤਾਂ ਜਦੋਂ ਹੀ ਮੈਂ ਇਸ ਨੂੰ ਇਹਦੇ ਵਿੱਚ ਡੁਬੋਊਂਗਾ, ਪਰ ਸ਼ਰਤ ਇਹ ਹੈ ਵੀ ਥੱਲੇ ਨਹੀਂ ਲੱਗਣਾ ਚਾਹੀਦਾ, ਤਾਂ ਪਾਣੀ ਬਾਹਰ ਆਣਾ ਸ਼ੁਰੂ ਹੋ ਗਿਆ। ਤਾਂ ਹੁਣ ਇੱਥੇ ਜਿਹੜਾ ਹੈਗਾ ਤੁਸੀਂ ਨੋਟ ਕਰੋ 175 ਰਹਿ ਗਿਆ ਹੋਇਆ। ਤਾਂ 175 ਗ੍ਰਾਮ, 200 ਗ੍ਰਾਮ ਸੀ ਤਾਂ ਹੁਣ ਕਿੰਨਾ ਰਹਿ ਗਿਆ ਹੋਇਆ 175। ਤਾਂ ਹੁਣ ਜਦੋਂ 175 ਗ੍ਰਾਮ ਰਹਿ ਗਿਆ ਤਾਂ ਹੁਣ ਉਹ 25 ਗ੍ਰਾਮ ਜਿਹੜਾ ਪਾਣੀ ਹੈ ਉਹ ਬਾਹਰ ਆ ਗਿਆ। ਤਾਂ ਹੁਣ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਵੀ ਉਹ ਜਿਹੜਾ 25 ਗ੍ਰਾਮ ਪਾਣੀ ਹੈ ਬਾਹਰ ਆਇਆ ਤਾਂ ਕੀ ਉਹ 25 ਗ੍ਰਾਮ ਪਾਣੀ ਹੈ। ਤਾਂ ਦੇਖੋ ਮਾਰਕ ਲੱਗੇ ਹੋਏ ਆ 50, 0 ਤੋਂ 50, ਤਾਂ ਇਹਦੇ ਅੱਧ ਚ ਹੈ। ਤਾਂ ਇਹਦਾ ਮਤਲਬ 25 ਗ੍ਰਾਮ। ਜੇ 25 ਗ੍ਰਾਮ ਇਹਦਾ ਜਿਹੜਾ ਵਜਨ ਹੈ ਘਟਿਆ ਸੀ ਤਾਂ 25 ਗ੍ਰਾਮ ਹੀ ਪਾਣੀ ਬਾਹਰ ਆਇਆ। ਤਾਂ ਆਰਕੀਮੀਡੀਜ਼ ਨੇ ਇਹ ਸਿਧਾਂਤ ਦਿੱਤਾ ਸੀ ਕਿ ਜਦੋਂ ਰਾਜੇ ਨੇ ਕਿਹਾ ਵੀ ਮੇਰੇ ਸੋਨੇ ਦੇ ਮੁਕਟ ਦੇ ਵਿੱਚ ਅਸਲੀ ਸੋਨਾ ਕਿੰਨਾ ਹੈ ਤੇ ਖੋਟ ਕਿੰਨੀ ਹੈ, ਉਸ ਵਕਤ ਉਹਦੇ ਕੋਲ ਇਨਸਟਰੂਮੈਂਟ ਨਹੀਂ ਸੀ। ਅੱਜ ਤਾਂ ਮੈਂ ਇਨਸਟਰੂਮੈਂਟ ਦੀ ਮਦਦ ਨਾਲ ਦੱਸ ਸਕਦਾ, ਪਰ ਉਸਨੇ ਇਨਸਟਰੂਮੈਂਟ ਤਿਆਰ ਕੀਤਾ। ਉਸ ਨੂੰ ਸਲਾਮ ਹੈ ਇਸ ਗੱਲ ਦੀ ਕਿ ਉਸਨੇ ਇਹ ਦੱਸਿਆ ਕਿਵੇਂ ਉਹਨੇ ਖੋਜ ਕੀਤੀ। ਉਹ ਟੱਬ ਦੇ ਵਿੱਚ ਨਹਾ ਰਿਹਾ ਸੀਗਾ। ਜਦ ਟੱਬ ਦੇ ਵਿੱਚ ਨਹਾ ਰਿਹਾ ਸੀਗਾ ਤੇ ਅਕਸਰ ਅਸੀਂ ਜਦੋਂ ਨਹਾ ਰਹੇ ਹੁੰਨੇ ਤਾਂ ਕੱਪੜੇ ਉਤਾਰ ਕੇ ਨਹਾ ਰਹੇ ਹੁੰਨੇ ਆ, ਤਾਂ ਉਹ ਟੱਬ ਦੇ ਵਿੱਚ ਵੜਿਆ ਤਾਂ ਪਾਣੀ ਨੇ ਉਸ ਨੂੰ ਉੱਤੇ ਚੱਕਿਆ, ਜਿਸ ਨੇ ਇਹ ਸਿਧਾਂਤ ਦਿੱਤਾ ਵੀ ਬੋਇੰਸੀ ਕੀ ਹੁੰਦੀ ਹੈ, ਬੋਇੰਟ ਫੋਰਸ ਕੀ ਹੁੰਦੀ ਹੈ। ਸਾਨੂੰ ਕੋਈ ਚੀਜ਼ ਉੱਪਰ ਵੱਲ ਨੂੰ ਚੱਕਦੀ ਹੈ, ਠੀਕ ਹੈ ਜੀ। ਤਾਂ ਉਹ ਕਹਿੰਦਾ ਵੀ ਜੇ ਉੱਪਰ ਵੱਲ ਨੂੰ ਚੱਕਦੀ ਹੈ ਤਾਂ ਜਿੰਨਾ ਮੈਂ ਵਿੱਚ ਵੜਿਆ ਉਹਨਾਂ ਪਾਣੀ ਬਾਹਰ ਆਇਆ। ਦੇਖੋ ਉਸਨੇ ਇਹ ਸਿਧਾਂਤ ਦਿੱਤਾ ਵੀ ਉਹਨਾਂ ਪਾਣੀ, ਫਿਰ ਉਸਨੇ ਜਾ ਕੇ ਇਹ ਸਿਧਾਂਤ ਦਿੱਤਾ ਤੇ ਇਹ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਕਿ ਆਰਕੀਮੀਡੀਜ਼ ਉਹਨੇ ਕੋਈ ਵੀ ਕੱਪੜਾ ਨਹੀਂ ਪਾਇਆ ਸੀ, ਬਿਲਕੁਲ ਅਲਫ ਨੰਗਾ ਸੀ ਔਰ ਉਸੇ ਤਰ੍ਹਾਂ ਹੀ ਗਲੀਆਂ ਦੇ ਵਿੱਚ ਭੱਜਦਾ ਗਿਆ ਔਰ ਇਹ ਆਵਾਜ਼ਾਂ ਲਗਾਉਂਦਾ ਗਿਆ, ਯੂਰੇਕਾ ਯੂਰੇਕਾ ਯੂਰੇਕਾ, ਵੀ ਮੈਂ ਲੱਭ ਲਿਆ ਲੱਭ ਲਿਆ ਲੱਭ ਲਿਆ, ਹੁਣ ਮੈਂ ਰਾਜੇ ਨੂੰ ਜਵਾਬ ਦੇ ਸਕਦਾ। ਤਾਂ ਉਸਨੇ ਰਾਜੇ ਨੂੰ ਜਵਾਬ ਦਿੱਤਾ ਸੀ ਕਿ ਰਾਜਨ ਤੇਰੇ ਮੁਕਟ ਦੇ ਵਿੱਚ ਮੈਂ ਸ਼ੁੱਧਤਾ ਦੱਸ ਸਕਦਾ, ਪਰ ਜੇ ਤੂੰ ਅਸਲੀ ਸੋਨਾ ਇਹਦੇ ਬਰਾਬਰ ਦੇ ਤੋਲ ਦਾ ਲਿਆਵੇਂ। ਰਾਜੇ ਨੇ ਬਰਾਬਰ ਦੇ ਤੋਲ ਦਾ ਸੋਨਾ ਲਿਆਂਦਾ। ਇਸ ਤਰ੍ਹਾਂ ਹੀ ਉਹਨਾਂ ਨੇ ਇਸ ਨੂੰ ਤੋਲਿਆ ਤੇ ਉਹਨੇ ਤੋਲ ਕੇ ਦੱਸਿਆ ਵੀ ਇਹਦੇ ਵਿੱਚ ਇੰਨਾ ਸੋਨਾ ਤੇ ਇੰਨਾ ਇਹਦੇ ਵਿੱਚ ਹੋਰ ਮਿਲਾਵਟ ਹੈ। ਤਾਂ ਇਹ ਵਿਗਿਆਨੀਆਂ ਦੀਆਂ ਗੱਲਾਂ ਸੀ, ਜਿਹੜੇ ਵਿਗਿਆਨੀ ਇਹ ਸਾਰਾ ਕੁਝ ਕਰਦੇ ਆ ਸਾਡੇ ਲਈ। ਠੀਕ ਹੈ ਜੀ। ਮਾਸੀ ਹੋਰ ਤਾਂ ਤੁਹਾਡੇ ਕੋਲ ਬਹੁਤ ਚੀਜ਼ਾਂ ਨੇ, ਪਰ ਆਪਾਂ ਕਹਿੰਦੇ ਸੀਗੇ ਨਾਲ ਆ ਤੁਹਾਡਾ ਪਾਰਕ ਹੈ ਵੀ ਦੇਖ ਲੈਂਦੇ ਤੇ ਨਾਲ ਸਕੂਲ ਵੀ ਦੇਖ ਲੈਂਦੇ ਆਪਾਂ। ਜ਼ਰੂਰ ਆਓ ਤੁਹਾਨੂੰ ਪਾਰਕ ਦੀ ਵਿਜ਼ਿਟ ਕਰਾਉਂਦੇ ਆ। ਤੇ ਅਸੀਂ ਇਹ ਸਕੂਲ ਦੇ ਵਿੱਚ ਇਹ ਜਿਹੜਾ ਪਾਰਕ ਡਿਵੈਲਪ ਕੀਤਾ ਹੈ, ਸਾਡੇ ਪ੍ਰਿੰਸੀਪਲ ਮੈਡਮ ਹੈ ਜਿਹੜੇ ਰਮਨਦੀਪ ਕੌਰ ਜੀ, ਉਹਨਾਂ ਦੀ ਮਦਦ ਦੇ ਨਾਲ, ਕਿਉਂਕਿ ਆਪ ਸਾਇੰਸ ਵਿਸ਼ੇ ਦੇ ਆ ਤਾਂ ਇਸ ਕਰਕੇ ਉਹ ਰੁਚੀ ਲੈਂਦੇ ਆ। ਤਾਂ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦਿਖਾਉਣਾ ਚਾਹਾਂਗੇ ਕਿ ਇੱਕ PSLV ਦਾ ਮਾਡਲ ਹੈ ਜਿਹੜਾ ਇਹ ਅਸੀਂ ਸਕੂਲ ਦੇ ਵਿੱਚ ਤਿਆਰ ਕੀਤਾ ਹੈ, ਵੀ ਬੱਚਿਆਂ ਨੂੰ ਇਸ ਗੱਲ ਦਾ ਗਿਆਨ ਕਰਾ ਸਕੀਏ ਕਿ ਪੋਲਰ ਸੈਟੇਲਾਈਟ ਲਾਂਚ ਵਹੀਕਲ ਕੀ ਹੁੰਦੇ ਬਜਾਏ ਇਸ ਦੇ ਕਿ ਮੈਂ ਪਹਿਲਾਂ ਹੈਦਰਾਬਾਦ ਦੀਆਂ ਟਿਕਟਾਂ ਬੁੱਕ ਕਰਾਵਾਂ, ਉਹਨਾਂ ਨੂੰ ਉੱਥੇ ਲੈ ਕੇ ਜਾਵਾਂ, ਹੈ ਨਾ ਜੀ, ਹੋਰ ਕਿਸੇ ਸੈਂਟਰ ਤੇ ਲੈ ਕੇ ਜਾਵਾਂ ਬੈਂਗਲੌਰ ਵਿੱਚ। ਪਰ ਇੱਥੇ ਬੈਠੇ ਬੈਠੇ ਉਹਨਾਂ ਨੂੰ ਇੱਕ ਦੇਖ ਤੇ ਇੱਕ ਨਜ਼ਰ ਦੇ ਵਿੱਚ ਪਤਾ ਲੱਗੇ ਕਿ ਉਹ ਜਿਹੜਾ ਉੱਪਰਲਾ ਲਾਲ ਹਿੱਸਾ ਹੈ
ਉਹ ਜਿਹੜਾ ਖੁੱਲ ਜਾਂਦਾ ਹੈ ਉਸ ਨੂੰ ਅਸੀਂ ਬੰਦ ਕਰ ਸਕਦੇ ਹਾਂ। ਉਸ ਦੇ ਵਿੱਚ ਜਿਹੜੇ ਸਾਡੇ ਸੈਟੇਲਾਈਟ ਹੈ ਉਹ ਸੇਫਲੀ ਰੱਖੇ ਜਾਂਦੇ। ਹੁਣ ਪਿੱਛੇ ਜੇ ਅਸੀਂ ਜਿਹੜਾ C51 ਐਮਾਜ਼ੋਨੀਆ ਬ੍ਰਾਜ਼ੀਲ ਦੇ ਦੇਸ਼ ਦਾ ਜਿਹੜਾ ਰਾਕਟ ਹੈ ਅਸੀਂ ਸੈਟੇਲਾਈਟ ਹੈ ਉਹਨੂੰ ਆਰਬਿਟ ਦੇ ਵਿੱਚ ਪਾਇਆ ਤੇ ਉਸ ਦੇ ਵਿੱਚ PSLV ਦੀ ਮਦਦ ਲਈ ਗਈ ਹੈ। ਤਾਂ ਇਸ ਨੂੰ ਅਸੀਂ ਪੋਲਰ ਕਿਉਂ ਕਹਿੰਦੇ ਆ? ਪੋਲਰ ਇਸ ਲਈ ਕਹਿੰਦੇ ਆ ਕਿ ਇਹ ਪੋਲਰ ਦੋ ਪੋਲ ਹੋਇਆ ਕਰਦੇ ਆ ਅਰਥ ਦੇ, ਨਾਰਥ ਤੇ ਸਾਊਥ ਪੋਲ। ਇਹ ਪੋਲ ਦੇ ਆਲੇ ਦੁਆਲੇ ਚੱਕਰ ਕੱਟੂਗਾ, ਮਤਲਬ ਇਹ ਧਰਤੀ ਦੇ ਆਲੇ ਦੁਆਲੇ ਪੋਲ ਦੇ ਆਲੇ ਦੁਆਲੇ ਰਹੂਗਾ। ਇਸ ਲਈ ਇਸ ਨੂੰ ਪੋਲਰ ਸੈਟੇਲਾਈਟ ਲਾਂਚ। ਦੂਸਰੇ ਹੁੰਦੇ ਜੀਓ ਸਟੇਸ਼ਨਰੀ ਸੈਟੇਲਾਈਟ ਲਾਂਚ ਵਹੀਕਲ। ਉਹ ਜਿਹੜੇ ਆ ਜਿਵੇਂ ਜਿਵੇਂ ਧਰਤੀ ਘੁੰਮੂਗੀ, ਧਰਤੀ ਘੁੰਮਦੀ ਹੈ 24 ਘੰਟਿਆਂ 'ਚ, ਤਾਂ ਉਹ ਸੈਟੇਲਾਈਟ ਵੀ 24 ਘੰਟਿਆਂ 'ਚ ਇੱਕ ਚੱਕਰ ਪੂਰਾ ਕਰਦੇ ਆ। ਉਹ 36000 ਕਿਲੋਮੀਟਰ ਤੇ ਰਹਿੰਦੇ ਆ, ਇਹ 600 ਤੋਂ ਲੈ ਕੇ 900 ਕਿਲੋਮੀਟਰ ਦੀ ਦੂਰੀ ਤੱਕ ਰਹਿੰਦੇ। ਤਾਂ ਇਹ ਅਲੱਗ-ਅਲੱਗ ਤਰ੍ਹਾਂ ਦੇ ਕੋਈ ਕਮਿਊਨੀਕੇਸ਼ਨ, ਕੋਈ ਵੈਦਰ ਦੀ ਇਨਫੋਰਮੇਸ਼ਨ, ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੇ ਆ। ਤਾਂ ਇਹ ਅਲੱਗ-ਅਲੱਗ ਕੰਮ ਹੈ। ਤਾਂ ਇਹ ਜਿਹੜੇ ਇਹਦੇ ਵਿੱਚ ਦੋ ਬੂਸਟਰ ਲਗਾਏ ਗਏ ਆ, ਇਹ ਬੂਸਟਰ ਬੂਸਟ ਕਰਦੇ ਆ। ਫਿਰ ਇਹਦੀਆਂ ਇਹ ਸਟੇਜਿਸ ਹੈ, ਕੋਈ ਸੋਲਿਡ ਸਟੇਟ ਹੈ, ਕੋਈ ਲਿਕੁਇਡ ਸਟੇਜ ਹੈ। ਇਹ 4 ਸਟੇਜਿਸ ਵੱਖਰੀਆਂ ਹੋ ਜਾਂਦੀਆਂ। ਜਦੋਂ ਇਹ ਵੱਖਰੀਆਂ ਹੁੰਦੀਆਂ ਤਾਂ ਸਿਰਫ ਉੱਪਰਲਾ ਹਿੱਸਾ ਰਹਿ ਜਾਂਦਾ, ਉਹ ਉੱਪਰਲਾ ਹਿੱਸਾ ਉੱਪਰ ਜਾ ਕੇ ਖੁੱਲਦਾ ਹੈ, ਆਰਬਿਟ ਦੇ ਵਿੱਚ ਜਾ ਕੇ ਉਹ ਜਿਹੜਾ ਹੈ ਉਹ ਫਿਰ ਆਰਬਿਟ ਦੇ ਵਿੱਚ ਜਿਹੜਾ ਹੈ ਸਟਾਰਟ ਹੋ ਜਾਂਦਾ ਘੁੰਮਣਾ। ਤੇ ਇਸ ਤਰ੍ਹਾਂ ਦੇ ਨਾਲ ਬੱਚੇ ਨੂੰ ਇੱਥੇ ਬੈਠੇ ਸਿੱਖਿਆ ਮਿਲ ਗਈ। ਤਾਂ ਇਹ ਮੇਰਾ ਮੰਤਵ ਇਹ ਸੀਗਾ ਕਿ ਇਹ ਟੈਕਨੋਲੋਜੀ ਜਿਹੜਾ ਪਾਰਕ ਹੈ ਸਾਡਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਦਾ, ਇਹ ਬਣਾਇਆ। ਹੁਣ ਤੁਸੀਂ ਦੇਖੋ ਇੱਕ ਬੱਲਬ ਲਗਾਇਆ ਹੋਇਆ ਸੀ, ਤਾਂ ਇਹ ਬੱਲਬ ਦੀ ਖਾਸੀਅਤ ਕੀ ਹੈ ਕਿ ਇਹ ਬਗੈਰ ਬਿਜਲੀ ਤੇ ਚੱਲਣ ਵਾਲਾ ਬੱਲਬ ਹੈ। ਤੁਸੀਂ ਇਸ ਦੇ ਫਿਲਾਮੈਂਟ ਦੇ ਉੱਤੇ ਕਨਸੈਂਟਰੇਸ਼ਨ ਕਰੋ, ਬਸ ਦੇਖੀ ਚੱਲੋ ਇਹਦੇ ਫਿਲਾਮੈਂਟ ਨੂੰ। ਉਸ ਤੋਂ ਬਾਅਦ ਤੁਸੀਂ ਸਾਹਮਣੇ ਕੰਧ ਤੇ ਦੇਖਣਾ, ਫਿਲਾਮੈਂਟ ਨੂੰ ਦੇਖਣ ਤੋਂ ਬਾਅਦ ਤਾਂ ਤੁਹਾਨੂੰ ਬੱਲਬ ਜਗਦਾ ਹੋਇਆ ਉਸ ਕੰਧ ਤੇ ਨਜ਼ਰ ਆਏਗਾ। ਹਾਂ, ਤੁਸੀਂ ਕਰ ਸਕਦੇ ਹੋ ਪ੍ਰਯੋਗ, ਬਿਲਕੁਲ ਕਰੋ, ਕਿਉਂ ਨਹੀਂ। 30 ਸੈਕਿੰਡ ਦੇ ਲਈ ਇਸ ਦੇ ਫਿਲਾਮੈਂਟ ਤੇ ਨਜ਼ਰ ਟਿਕਾਈ ਰੱਖੋ, ਟਿਕਾਓ ਜੇ ਦੇਖਣਾ ਹੈ। ਮੈਂ ਵੀ ਟਿਕਾਣਾ ਨਾਲ ਹੀ ਤੁਹਾਡੇ। ਤਾਂ ਜਦੋਂ ਅਸੀਂ ਇਸ ਤੇ ਨਜ਼ਰ ਟਿਕਾਈ ਰੱਖੀ ਫਿਲਾਮੈਂਟ ਤੇ ਉਸ ਤੋਂ ਬਾਅਦ ਅਸੀਂ ਉਸ ਕੰਧ ਦੇ ਉੱਤੇ ਦੇਖਦੇ ਹਾਂ ਤੇ ਅੱਖ, ਉਹ ਵੱਡਾ ਸਾਰਾ ਬੱਲਬ ਤੇ ਉਹਦੇ ਵਿੱਚ ਫਿਲਾਮੈਂਟ ਵੀ ਜਗ ਰਿਹਾ। ਕਮਾਲ ਹੈ, ਮੈਨੂੰ ਤਾਂ ਦਿਸ ਰਿਹਾ। ਹੋ ਸਕਦਾ ਸਨਮ ਜੀ ਤੁਹਾਨੂੰ ਵੀ ਨਜ਼ਰ। ਬਿਲਕੁਲ ਬਿਲਕੁਲ। ਤਾਂ ਕਾਮਯਾਬ ਹੋ ਗਿਆ ਮੈਂ ਆਪਣੇ ਇਸ ਗੱਲ ਦੇ ਵਿੱਚ ਕਿ ਤੁਹਾਨੂੰ ਮੈਂ ਇਸ ਬੱਲਬ ਨੂੰ ਜਗਦਾ ਹੋਇਆ ਦਿਖਾ ਸਕਿਆ। ਤਾਂ ਇਸ ਤਰ੍ਹਾਂ ਦੇ ਨਾਲ ਆਹ ਰੋਬੋਟਸ ਦੀ ਫਾਰਮੇਸ਼ਨ ਹੈ, ਕੈਨਨ ਕਿਵੇਂ ਕੰਮ ਕਰਦੀ ਹੈ ਨਾ ਜੀ। ਆਹ ਕੈਨਨ ਕਿਸ ਤਰ੍ਹਾਂ ਦੇ ਨਾਲ ਸਾਡੀ ਇਹ ਜਿਹੜੀ ਤੋਪ ਹੈ ਉਹ ਕੰਮ ਕਰਦੀ ਹੈ, ਉਹ ਦਿਖਾਇਆ ਜਾਂਦਾ ਬੱਚਿਆਂ ਨੂੰ ਵੀ ਇਹ ਤੋਪ ਦੇ ਵਿੱਚ ਜਿਹੜਾ ਬਾਰੂਦ ਹੈ ਭਰ ਦਿੱਤਾ ਗਿਆ। ਤਾਂ ਹੁਣ ਇਸ ਬਾਰੂਦ ਨੂੰ ਭਰਨ ਤੋਂ ਬਾਅਦ ਆ ਜਿਹੜਾ ਬਾਰੂਦ ਭਰਿਆ ਹੋਇਆ ਉਹ ਦੇਖੋ ਕਿੱਥੇ ਤੱਕ ਉਹ ਸ਼ੂਟ ਕਰ ਗਿਆ ਹੋਇਆ। ਠੀਕ ਹੈ ਜੀ। ਤਾਂ ਇਸ ਤਰੀਕੇ ਦੇ ਨਾਲ ਇਹ ਕੈਨਨ ਦਾ ਮਾਡਲ ਅਸੀਂ ਰੱਖਿਆ। ਇਹ ਜਿਹੜਾ ਹੈਗਾ ਸਾਡੇ ਕੋਲ ਇਹ ਦਰਸਾਉਂਦਾ ਹੈ ਮਾਡਲ ਸਾਨੂੰ ਕਿ ਕਿਸ ਤਰ੍ਹਾਂ ਅਸੀਂ ਨਟ ਤੇ ਬੋਲਟ ਲੈ ਕੇ, ਨਟ ਬੋਲਟ ਬਸ ਦੋ ਹੀ ਚੀਜ਼ਾਂ ਲੈ ਕੇ ਇਹ ਸਾਰੇ ਦਾ ਸਾਰਾ ਮਾਡਲ ਹੈ ਜਿਹੜਾ ਇਹ ਤਿਆਰ ਕਰਵਾਇਆ। ਅੱਛਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਦੇ ਨਾਲ ਬੱਚਿਆਂ 'ਚ ਕਿਉਰਿਓਸਿਟੀ ਜਾਗਦੀ ਹੈ ਵੀ ਸਰ ਇਹ ਸਿਰਫ ਇਹਦੇ ਨਾਲ ਹੀ ਨਟ ਬੋਲਟ ਦੇ ਨਾਲ ਹੀ ਬਣ ਗਿਆ, ਕਿਆ ਮਜ਼ੇਦਾਰ ਚੀਜ਼ ਹੈ। ਠੀਕ ਹੈ ਜੀ। ਤਾਂ ਬੱਚੇ ਜਿਹੜੇ ਆ ਸਾਡੇ ਬੜੀ ਕ੍ਰੀਏਟੀਵਿਟੀ 'ਚ ਆ ਜਾਂਦੇ ਆ ਔਰ ਦੇਖਦੇ ਆ। ਇਸ ਤਰ੍ਹਾਂ ਹੀ ਅਸੀਂ ਨੇ ਅੱਜ ਕੱਲ ਦੇ ਬੱਚਿਆਂ ਨੂੰ ਲੋੜ ਵੀ ਹੈ ਕ੍ਰੀਏਟੀਵਿਟੀ ਦੀ, ਕਿਉਂਕਿ ਜ਼ਮਾਨਾ ਉਹੋ ਜਿਹਾ ਕ੍ਰੀਏਟੀਵਿਟੀ ਹੈ ਨਹੀਂ ਪਰ ਅੱਜ ਇਹ ਸੋਲਰ ਜਿਹੜੀ ਹੈ ਅਸੀਂ ਸੋਲਰ ਡਾਇਲ ਦੇ ਨਾਲ ਸੋਲਰ ਘੜੀ ਬਣਾ ਕੇ ਲਾਈ ਹੋਈ ਹੈ। ਇਹ ਸੋਲਰ ਵਾਚ ਨੂੰ ਅਸੀਂ ਦਿਖਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਕਿ ਜਦੋਂ ਇਹ ਦੱਸਦੀ ਹੈ ਧੁੱਪ ਪੈਣੀ ਚਾਹੀਦੀ ਹੈ ਇਸ ਤੇ। ਤਾਂ ਸਨਮ ਜੀ ਤੁਸੀਂ ਇਧਰੋਂ ਪਕੜਿਓ ਜਰਾ, ਆਪਾਂ ਕੋਸ਼ਿਸ਼ ਕਰਦੇ ਆ ਕਿ ਜੇ ਟਾਈਮ ਦੱਸ ਸਕੇ ਸਾਨੂੰ ਤਾਂ ਕਿਉਂ ਇਹਨੂੰ ਧੁੱਪੇ ਲੈ ਜੰਨੇ ਅਸੀਂ। ਇਹਦੇ ਮਾਰਕਿੰਗ ਮੈਂ ਲਗਾਈ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਇਹ ਜਿਹੜੀ ਹੈ ਇਸ ਮਾਰਕਿੰਗ ਤੇ ਅਸੀਂ ਰੱਖੀ ਹੈ ਇਸ ਨੂੰ। ਤਾਂ ਇਹ ਜਿਹੜੀ ਸ਼ੈਡੋ ਬਣ ਰਹੀ ਹੈ ਇਹ 1:15 ਤੇ ਬਣ ਰਹੀ ਹੈ। ਅੱਛਾ, ਠੀਕ ਹੈ ਜੀ। ਤੇ ਲਗਭਗ ਇਸ ਵੇਲੇ ਸਾਡੇ ਕੋਲ 1:30 ਦਾ ਟਾਈਮ, ਮਤਲਬ ਅੰਦਾਜ਼ਾ ਹੁੰਦਾ ਸੀ ਉਦੋਂ ਕਿ ਇੰਨਾ ਕੁ ਟਾਈਮ ਹੋਇਆ ਸਾਡੇ ਕੋਲ, ਜਦੋਂ ਮਤਲਬ ਘੜੀਆਂ ਨਹੀਂ ਹੁੰਦੀਆਂ ਸੀਗੀਆਂ। ਜਦੋਂ ਘੜੀਆਂ ਨਹੀਂ ਹੁੰਦੀਆਂ ਸੀ ਤਾਂ ਇਸ ਤਰ੍ਹਾਂ ਦੀ ਸ਼ੈਡੋਜ਼ ਦੇ ਨਾਲ ਇਹ ਜਿਹੜਾ ਹੈ ਟਾਈਮ ਨੂੰ ਨੋਟ ਕੀਤਾ ਜਾਂਦਾ ਸੀਗਾ। ਤੇ ਇਹ ਜਿਹੜਾ ਸੋਲਰ ਡਾਇਲ ਹੈ ਅਸੀਂ ਲਗਾਇਆ ਹੋਇਆ। ਠੀਕ ਹੈ ਜੀ। ਤਾਂ ਹੁਣ ਇਸ ਤਰ੍ਹਾਂ ਇਹ ਤੁਹਾਨੂੰ ਮੈਂ ਦਿਖਾਈ ਚੁੱਕਿਆ ਵੀ ਕਿਸ ਤਰ੍ਹਾਂ। ਇਸ ਤੋਂ ਬਾਅਦ ਇਹ ਜਿਹੜੇ ਛੋਟੇ ਛੋਟੇ ਲਗਾਏ ਆ ਅਸੀਂ ਫਲੈਕਸ ਬਣਵਾ ਕੇ ਲਗਾਏ ਆ। ਬੇਸ਼ੱਕ ਇਹ ਚੀਜ਼ਾਂ ਨੈਟ ਤੇ ਅਵੇਲੇਬਲ ਹੈ ਲੇਕਿਨ ਉਸ ਦੇ ਵਿੱਚੋਂ ਮੈਸੇਜ ਹੈ ਜਿਹੜਾ ਬੜਾ ਵੱਡਾ ਜਾ ਰਿਹਾ ਹੈ ਕਿ ਇੱਕ ਟੀਚਰ ਨੇ ਕੀ ਕਰਨਾ ਹੈ, ਜਿੱਥੇ ਟੀਚ ਕਰਨਾ ਹੈ ਉੱਥੇ ਲਰਨ ਕਰਨਾ ਵੀ ਜ਼ਰੂਰੀ ਹੈ ਉਹਦੇ ਲਈ। ਠੀਕ ਹੈ। ਉਹ ਮੈਂ ਬਣਾਇਆ ਹਾਊ ਮੈਨੀ ਐਨੀਮਲਸ ਕੈਨ ਯੂ ਸੀ ਇਨ ਦਿਸ। ਤਾਂ ਇਸ ਨੂੰ ਜਦੋਂ ਫੋਕਸ ਕਰਕੇ ਦੇਖਦੇ ਆ ਕਿ ਹਾਥੀ ਦੀ ਪੈਡ 'ਚ ਸਾਰੇ ਹੀ ਆ ਜਾਂਦੇ ਆ ਤਾਂ ਤੁਸੀਂ ਦੇਖੋ ਵੀ ਹਾਥੀ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਗਧਾ ਨਜ਼ਰ ਆ ਰਿਹਾ, ਉਸ ਦੇ ਵਿੱਚ ਕੁੱਤਾ ਵੀ ਹੈ, ਉਸ ਦੇ ਵਿੱਚ ਬਿੱਲੀ ਵੀ ਹੈ, ਉਸ ਦੇ ਵਿੱਚ ਚੂਹਾ ਵੀ ਹੈ। ਉਹਦੀ ਜਿਹੜੀ ਪੂੰਛ ਹੈ ਉਹ ਸੱਪ ਦਾ ਕੰਮ ਕਰ ਰਹੀ ਹੈ, ਉਹਦੀ ਜਿਹੜੀ ਸੁੰਡ ਹੈ ਉਹ ਇੱਕ ਡਾਲਫਿਨ ਵਾਂਗੂ ਬਣ ਗਈ, ਉਹਦੀ ਜਿਹੜੀ ਅੱਖ ਹੈ ਉਹ ਟੋਰਟੋਆਈਜ਼। ਸੋ ਮੈਨੀ ਐਨੀਮਲਸ ਆਰ देयर। ਤਾਂ ਇਸ ਤਰ੍ਹਾਂ ਇੱਕ ਅਸੀਂ ਐਨਾਲੌਗ ਜਿਹੜਾ ਹੈ ਡਿਜੀਟਲ ਉਹ ਬਣਾਇਆ ਕਲੌਕ। ਇਸ ਕਲੌਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਦੀਆਂ ਕੈਲਕੂਲੇਸ਼ਨਸ ਕਰ ਲੈਂਦੇ ਆ ਅਸੀਂ। ਤਾਂ ਇੱਥੇ 12 ਆਏਗਾ, ਇੱਥੇ ਜਿਹੜਾ 1 ਆਏਗਾ ddx of 2x। ਤਾਂ ਡੈਰੀਵੇਟਿਵ ਜਦੋਂ 2x ਦਾ ਲਾਂਗੇ ਤਾਂ 2 ਆ ਜਾਏਗਾ। ਠੀਕ ਹੈ। ਤਾਂ ਇਹਦਾ ਵਿੱਚ ਵੀ ਸਿੱਖਿਆ ਇੱਕ ਕਿ ਟਾਈਮ ਦੇਖਣ ਦੇ ਲਈ ਉਹਦੇ ਲਈ 12 ਕੁਐਸਚਨ ਮੈਥਮੈਟਿਕਸ ਦੇ ਸੋਲਵ ਹੋ ਗਏ ਜੀ ਇੱਕ ਘੜੀ ਦੇ ਵਿੱਚ।
12 ਕੁਐਸਚਨ ਬੱਚਾ ਸੋਲਵ ਕਰ ਲੈਂਦਾ ਘੜੀ ਦੇ ਵਿੱਚ। ਤਾਂ ਇਸ ਤਰ੍ਹਾਂ ਦੇ ਨਾਲ ਆ ਜਿਹੜੇ ਕੈਮਿਸਟਰੀ ਦੇ ਅਸੀਂ ਆਹ ਕਿ ਸੋਡੀਅਮ ਕਲੋਰਾਈਡ ਕੀ ਉਹਦਾ ਮਾਡਲ ਕੀ ਹੈ, ਗ੍ਰੇਫਾਈਟ ਕਿਸ ਤਰ੍ਹਾਂ ਦਾ ਹੈਕਸਾਗਨਲ ਸਟਰਕਚਰ ਹੁੰਦੀ ਹੈ, ਸੋਡੀਅਮ ਕਲੋਰਾਈਡ ਲੈਟਿਸ ਕਿਸ ਤਰ੍ਹਾਂ ਬਣਦੇ ਆ, ਇੱਕ ਲੇਅਰ ਦੇ ਉੱਤੇ ਦੂਸਰੀ ਲੇਅਰ, ਦੂਸਰੀ ਦੇ ਉੱਤੇ ਤੀਸਰੀ ਬਣਦੀ ਹੈ। ਇਹ ਇੱਕ ਨਵਾਂ ਮਾਰਕੀਟ ਦੇ ਜਿਹੜੀ ਨਵੀਂ ਚੀਜ਼ ਆਉਂਦੀ ਹੈ ਮੈਂ ਬੱਚਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇਹ ਜਿਹੜਾ ਬਲਬ ਹੈ ਇਹ ਗਲੋ ਕਰ ਰਿਹਾ, ਲੇਕਿਨ ਇਹ ਰੈਗੂਲੇਟਰ ਹੈ। ਰੈਗੂਲੇਟਰ ਦਾ ਮਤਲਬ ਕੀ ਹੁੰਦਾ ਹੈ ਕਿ ਇਹ ਆਪਣੀ ਜਿਹੜੀ ਇੰਟੈਂਸਿਟੀ ਹੈ ਉਹ ਵਧਾਈ ਜਾਏਗਾ ਜਾਂ ਘਟਾਈ ਜਾਏਗਾ। ਜਿੰਨੀ ਤੁਹਾਨੂੰ ਲਾਈਟ ਦੀ ਲੋੜ ਹੈ ਉਨੀ ਤੁਸੀਂ ਵੱਧ ਵੀ ਲੈ ਸਕਦੇ ਹੋ, ਘੱਟ ਵੀ ਲੈ ਸਕਦੇ ਹੋ। ਤੁਸੀਂ ਦੇਖੋ ਹੁਣ ਮੈਕਸਿਮਮ ਹੋ ਗਈ ਹੋਈ ਹੈ। ਜਿਸ ਤਰ੍ਹਾਂ ਅਸੀਂ ਪੱਖੇ ਚਲਾਉਂਦੇ ਸੀ ਹੁਣ ਉਸ ਤਰ੍ਹਾਂ ਦੇ ਨਾਲ ਇਹ ਸਾਡੇ ਬਲਬ ਆ ਗਏ ਹੋਏ ਆ। ਠੀਕ ਹੈ ਜੀ। ਤੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਸ ਦੇ ਨਾਲ ਬੱਚਿਆਂ ਨੂੰ ਗਿਆਨ ਹੁੰਦਾ ਹੈ, ਬੱਚੇ ਸਿੱਖਦੇ ਆ। ਜਿੱਥੇ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਸੀਗਾ ਆਪਣੇ ਟੈਕਨੋਲੋਜੀ ਪਾਰਕ ਦੀ, ਇੱਥੇ ਤੁਸੀਂ ਕਹੋਗੇ ਵੀ ਆ 1 2 3 4 5 6 7 8 9 10 ਕੀ ਲਿਖ ਕੇ ਲਾਇਆ, ਤਾਂ ਇਹ ਨਾ ਦਾ ਪਹਾੜ ਹੈ ਜੀ ਅਸਲ 'ਚ। ਤਾਂ ਤੁਸੀਂ ਇਸ ਦੇ ਵਿੱਚੋਂ ਕੋਈ ਵੀ ਇੱਕ ਸਟ੍ਰਿਪ ਹੈ ਜਿਹੜੀ ਉਹ ਪਕੜ ਸਕਦੇ ਹੋ, ਹੱਥ ਦੇ ਵਿੱਚ ਪਕੜ ਲਓ। ਤੁਸੀਂ ਇਹ 5 ਨੂੰ ਪਕੜਿਆ ਤਾਂ ਇੱਧਰ ਕਿੰਨੀਆਂ ਰਹਿ ਗਈਆਂ ਜੀ? ਇੱਧਰ 4 ਇੱਧਰ ਕਿੰਨੀਆਂ ਰਹਿ ਗਈਆਂ ਜੀ? 5 ਤਾਂ ਇੱਕ ਪਾਸੇ 4 ਲਿਖ ਲਓ, ਇੱਕ ਪਾਸੇ 5 ਲਿਖੋ। 4 ਤੇ 5 45 ਹੋ ਗਏ ਜੀ। ਤਾਂ 9 ਦਾ ਪਹਾੜਾ ਜੀ, 9 5 ਕਿੰਨੇ ਹੁੰਦੇ ਜੀ? 45। ਲਓ ਜੀ ਤੁਸੀਂ ਸਿੱਖ ਗਏ। ਤਾਂ ਬੱਚਾ ਕਹਿੰਦਾ ਜੀ ਮੈਂ ਤਾਂ ਇਹ ਤਾਂ ਯਾਦ ਵੀ ਰੱਖ ਸਕਦਾ ਸੀ। ਤੂੰ ਤਾਂ ਯਾਦ ਰੱਖ ਸਕਦਾ ਸੀ, ਲੇਕਿਨ ਜਿਹੜੇ ਬਹੁਤ ਛੋਟੇ ਬੱਚੇ ਆ ਉਹ ਕਹਿੰਦੇ ਜੀ ਮਾਡਲ ਦੇ ਨਾਲ 9 8 ਮੈਂ ਕਿਹਾ ਗਿਣ 7 2 72 ਹੋ ਗਿਆ, 7 ਉਧਰ 2 ਉਧਰ 72 ਹੋ ਗਿਆ। ਕੀ ਬਾਤ। ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ। ਆਹ ਦੇਖੋ ਤੁਹਾਨੂੰ ਅੱਗੇ ਦਿਖਾਉਂਦੇ ਆ ਕਿ ਇਹ ਹੈ ਤਾਂ ਸਾਡਾ ਆਮ ਕੈਲੰਡਰ ਹੀ, ਪਰ ਇਸ ਕੈਲੰਡਰ ਦੇ ਵਿੱਚ ਅਸੀਂ ਤੁਹਾਨੂੰ ਜਿਹੜਾ ਮੈਥਮੈਟਿਕਸ ਪੜ੍ਹਾ ਦੇਣਾ ਇਸ ਕੈਲੰਡਰ ਦੇ ਵਿੱਚ। ਕਮਾਲ ਦੀ ਗੱਲ ਤਾਂ ਇਹ ਹੈ, ਤੇ ਮੈਂ ਆਪਣੇ ਵਿਦਿਆਰਥੀਆਂ ਨੂੰ ਕਹੂੰਗਾ ਕਿ ਵਿਦਿਆਰਥੀ ਨੇੜੇ ਆ ਜਾਣ। ਇਹ ਦੇਖੋ ਜੀ 4 ਤੇ 12 11 ਤੇ 5 ਡਾਇਗਨਲ ਨੰਬਰ ਨੂੰ ਜੋੜੋ ਤੁਸੀਂ। 12 ਤੇ 4 ਬੋਲੋ ਬੱਚਿਓ 16, 11 ਤੇ 5 19 ਤੇ 11 30, 18 ਤੇ 12 30, ਮਤਲਬ ਕਿਸੇ 5 ਤੇ 13 18, 12 ਤੇ 6 18। ਮਤਲਬ ਇਹ ਜਿਹੜੇ ਕੈਲੰਡਰ ਦੇ ਵਿੱਚ ਬਹੁਤ ਸਾਰਾ ਮੈਥਮੈਟਿਕਸ ਛੁਪਿਆ ਹੋਇਆ ਹੈ, ਕਿਉਂਕਿ ਨੰਬਰ ਹੈ ਸਾਰੇ। ਪਰ ਇਸ ਤੋਂ ਪਹਿਲਾਂ ਸਾਨੂੰ ਇਹ ਪੜ੍ਹਨਾ ਜ਼ਰੂਰੀ ਹੈ। ਹੁਣ ਇਹਨਾਂ ਦਾ ਜੋੜ ਮੈਂ ਕਿੰਨਾ ਲਾਉਂਗਾ, ਇਹਨਾਂ ਨੂੰ ਜੋੜਨਾ ਮੈਂ, ਜੇ 3 ਵਾਲਿਆਂ ਨੂੰ ਜੋੜਨਾ ਜਾਂ 4 ਵਾਲਿਆਂ ਨੂੰ ਜੋੜਨਾ, ਇੱਕ ਫਾਰਮੂਲਾ ਹੈ ਮੇਰੇ ਕੋਲ। ਸਿਰਫ ਇਸ ਨੰਬਰ ਨੂੰ ਦੇਖ ਕੇ ਮੈਂ ਜੋੜ ਲਾ ਦਿੰਨਾ। ਅੱਛਾ 4 ਦੇ ਵਿੱਚ 8 ਜੋੜੋ, ਉਹਨੂੰ 9 ਨਾਲ ਗੁਣਾ ਕਰ ਲਓ, ਉਨਾ ਹੀ ਸਾਰਿਆਂ ਦਾ ਜੋੜ ਆਊਗਾ, ਜਿਵੇਂ ਆਪਾਂ ਮੈਜਿਕ ਸਕੁਏਅਰ ਕਰਕੇ ਆਏ ਸੀਗੇ। ਤਾਂ ਇਹ ਜਿਹੜੇ ਡਾਇਗਨਲ ਹੈ, ਫਿਰ ਇਹਨਾਂ ਦੇ ਵਿੱਚ ਜੇ 3 ਰੋਜ਼ ਨੂੰ ਜੋੜਿਆ 3 3 ਦਾ ਫਰਕ ਪਊਗਾ, 4 ਨੂੰ ਜੋੜੋਗੇ 4 4 ਦਾ ਫਰਕ ਪਊਗਾ। ਹੁਣ ਗੱਲ ਇਹ ਆ ਜਾਂਦੀ ਹੈ ਵੀ 1 ਨੂੰ 1 ਕਿਉਂ ਕਹਿੰਦੇ ਆ, 2 ਨੂੰ 2 ਕਿਉਂ ਕਹਿੰਦੇ ਆ। ਆਓ ਤੁਹਾਨੂੰ ਦਿਖਾਈਏ ਵੀ 1 ਨੂੰ 1 2 ਨੂੰ 2 3 ਨੂੰ 3 ਕਿਉਂ ਕਿਹਾ ਜਾਂਦਾ। ਆਹ ਦੇਖੋ ਇੱਕ ਪੋਸਟਰ ਮੈਂ ਇਹ ਲਗਾਇਆ ਹੋਇਆ ਕਿ 1 ਐਂਗਲ ਹੈ ਤਾਂ 1 ਹੋਊਗਾ, ਜੇ ਉਸ 'ਚ 2 ਦੀ ਸ਼ੇਪ ਇਦਾਂ ਦੀ ਬਣੀ ਹੈ ਕਿ ਉਹਦੇ 'ਚ 2 ਐਂਗਲ ਬਣਨਗੇ, 3 ਦੀ ਸ਼ੇਪ 'ਚ 3 ਐਂਗਲ ਬਣਨਗੇ, 4 ਦੀ ਸ਼ੇਪ 'ਚ 4 ਐਂਗਲ, 5 'ਚ 5 6 ਇਸ ਤਰ੍ਹਾਂ, ਤੇ 0 ਕੋਈ ਐਂਗਲ ਹੀ ਨਹੀਂ ਬਣਦਾ ਹੈ, ਤੇ ਇਸ ਲਈ ਉਸ ਨੂੰ 0 ਦਾ ਕਨਸੈਪਟ ਦਿੱਤਾ ਜਾਂਦਾ, ਰਾਈਟ। ਤਾਂ ਆਓ ਤੁਹਾਨੂੰ ਇੱਕ ਇੱਥੇ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਦਿਖਾਈਏ ਕਿ ਆਹ ਜਿਹੜੀਆਂ ਚੱਕਰੀਆਂ ਹੈਗੀਆਂ ਹੈ ਨਾ ਜੀ, ਇਹ ਘੁੰਮਦੀਆਂ ਨਜ਼ਰ ਆਣਗੀਆਂ ਤੁਹਾਨੂੰ। ਬਿਲਕੁਲ ਆ ਰਹੀਆਂ ਨੇ, ਘੁੰਮਦੀਆਂ। ਤੇ ਦੇਖੋ ਬਲਕਿ ਸਟਿਲ ਮਾਡਲ ਹੈ ਇਹ, ਲੇਕਿਨ ਇਹ ਚੱਲਦੀਆਂ ਹੋਈਆਂ ਨਜ਼ਰ ਆਣਗੀਆਂ ਤੁਹਾਨੂੰ, ਘੁੰਮਦੀਆਂ ਨਜ਼ਰ ਆਣਗੀਆਂ। ਤਾਂ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਜੇ ਅਸੀਂ ਬੱਚਿਆਂ ਤੱਕ ਲੈ ਕੇ ਜਾਵਾਂਗੇ, ਬੱਚਿਆਂ ਦੀ ਕਿਉਰਿਓਸਿਟੀ ਤਾਂ ਵਧਣੀ ਹੈ, ਲੇਕਿਨ ਉਹ ਮਹਿਸੂਸ ਕਰਦੇ ਆ ਵੀ ਸਰ ਇਹ ਇੰਨਾ ਆਸਾਨ ਸੀ ਪੜ੍ਹਾਈ ਸਾਡੇ ਲਈ ਕਿ ਆਹ ਦੇਖੋ ਤੁਹਾਨੂੰ ਮੋਮੈਂਟਮ ਦੀਆਂ ਗੱਲਾਂ ਸਿਖਾਈਏ। ਇੱਕ ਛੋਟਾ ਜਿਹਾ ਅਸੀਂ ਮਾਡਲ ਤਿਆਰ ਕੀਤਾ ਹੋਇਆ, ਇਸ ਦੇ ਵਿੱਚ ਕੀ ਹੈ ਕਿ ਇੱਥੇ ਮੈਂ ਇਸ ਨੂੰ ਜਦੋਂ ਉੱਪਰ ਨੂੰ ਖਿੱਚਦਾ ਤਾਂ ਇਸ ਦੇ ਵਿੱਚ ਮੈਂ એનર્ਜੀ ਭਰਨ ਦੇ ਵਿੱਚ ਕਾਮਯਾਬ ਹੋ ਗਿਆ। ਅੱਛਾ। ਤੇ ਇਸ ਨੂੰ ਛੱਡੂਗਾ ਤੇ એનર્ਜੀ ਅੱਗੇ ਨੂੰ ਟ੍ਰਾਂਸਫਰ ਕਰ ਦਿੰਦੀ। ਇਸ ਨੇ એનર્ਜੀ ਨੈਕਸਟ ਨੂੰ ਇਹਦੇ ਕੋਲ ਕੋਈ ਹੈ ਨਹੀਂ ਸੀ ਅੱਗੇ, ਇਸ ਲਈ ਉਹ ਵਾਪਸ ਆ ਗਿਆ, ਵਾਪਸ એનર્ਜੀ ਉਹਨੇ ਵਾਪਸ ਦੇਤੀ। ਤਾਂ energy always remains conserved. Energy can neither be created nor be destroyed, but it can be transformed from one form to the other form. ਇਹਨੂੰ ਇੱਕ ਕਿਸਮ ਤੋਂ ਦੂਜੀ ਚ ਅਸੀਂ ਬਦਲ ਸਕਦੇ ਹਾਂ। ਤਾਂ ਹੁਣ ਜੇ ਅਸੀਂ 2 ਨੂੰ ਦਈਏ ਤਾਂ ਫਿਰ ਕੀ ਹੋਣਾ ਚਾਹੀਦਾ ਦੇਖ ਲੈਂਦੇ ਹਾਂ। ਤਾਂ 2 ਹਿੱਲਣ ਲੱਗ ਗਏ। ਜੇ ਅਸੀਂ 3 ਨੂੰ ਦਈਏ ਤਾਂ ਫਿਰ ਦੇਖ ਲੈਂਦੇ ਹਾਂ ਆਪਾਂ ਕੀ ਹੋਊਗਾ। ਦੇਖੋ ਹੁਣ 3 3 ਹੋ ਗਏ। ਜੇ ਅਸੀਂ 4 ਨੂੰ ਦਈਏ ਤਾਂ ਹੁਣ ਦੇਖ ਲੈਂਦੇ ਹਾਂ 4 1 ਹੋ ਗਿਆ। ਤਾਂ ਇਹ ਚੀਜ਼ਾਂ ਜਿਹੜੀਆਂ ਵਿਗਿਆਨ ਦੀਆਂ ਬੱਚਿਆਂ ਤੱਕ ਪਹੁੰਚਣਗੀਆਂ। ਇਹ ਹੁਣੇ ਪਿੱਛੇ ਜੇ ਵਿਵਿੰਗ ਡ੍ਰੀਮਸ ਦੇ ਵੱਲੋਂ 150 ਜਿਹੜੇ 6 ਸਕਾਲਰਸ ਹੈ, ਐਜੂਕੇਸ਼ਨਿਸਟ ਹੋਏ ਹੈ ਵਰਲਡ ਦੇ, ਉਹਨਾਂ ਦੇ ਲਈ ਇਹ ਕਿਤਾਬ ਛਾਪੀ ਗਈ। ਉਸ ਦੇ ਵਿੱਚ ਮੈਂ ਮਾਣ ਮਹਿਸੂਸ ਕਰਦਾ ਕਿ ਜਿੱਥੇ ਮੇਰਾ ਨਾਮ ਛਪਿਆ ਉੱਥੇ ਮੇਰੇ ਬ੍ਰਦਰ ਜਿਹੜੇ ਡਾਕਟਰ ਮਨਿੰਦਰ ਸਿੰਘ ਹੈ, ਉਹ ਉੱਥੇ ਆਪਣਾ ਪ੍ਰੋਫੈਸਰ ਹੈ ਜੀ ਉੱਥੇ ਥਾਪਰ ਕਾਲਜ ਦੇ ਵਿੱਚ, ਉਹਨਾਂ ਦਾ ਵੀ ਇੱਥੇ ਇਸ ਦੇ ਵਿੱਚ ਜਿਹੜਾ ਹੈ ਨਾਮ ਇਨਕਲੂਡ ਹੋਇਆ।
ਬਰਡ ਦੀਆਂ। ਤੇ ਮੈਨੂੰ ਲੱਗਦਾ ਹੈ ਇਸ ਅੱਜ ਦੀ ਵੀਡੀਓ ਤੋਂ ਬਾਅਦ ਜਿਹੜੇ ਮਾਪਿਓ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਪਾਉਣ ਨੂੰ ਸੋਚਦੇ ਕਿ ਨਹੀਂ ਸਰਕਾਰੀ 'ਚ ਨਹੀਂ ਪਾਉਣਾ, ਉਹਨਾਂ ਦੀ ਵੀ ਜਿਹੜੀ ਹੈ ਥਿੰਕਿੰਗ ਬਦਲ ਜੂਗੀ ਕਿ ਨਹੀਂ। ਥਿੰਕਿੰਗ ਬਦਲਣੀ ਚਾਹੀਦੀ ਹੈ ਔਰ ਬਦਲੀ ਵੀ ਹੈ ਬਹੁਤ। ਦੇਖੋ ਮੇਰਾ ਆਪਣਾ ਬੱਚਾ ਇਸ ਸਕੂਲ ਦੇ ਵਿੱਚ ਪੜ੍ਹ ਰਿਹਾ ਹੈ, ਮੇਰੇ ਹੋਰ ਕੁਲੀਜ਼ ਦੇ ਬੱਚੇ ਇਸ ਸਕੂਲ 'ਚ ਪੜ੍ਹ ਰਹੇ ਆ, ਉਹ ਕਹਿੰਦੇ ਵੀ ਅਸੀਂ ਪੜ੍ਹਾਣੀ ਇੱਥੇ ਆ ਕਿਉਂਕਿ ਅਸੀਂ ਖੁਦ ਇੱਥੇ ਸਾਰਾ ਦਿਨ ਰਹਿੰਦੇ ਆ। ਸਾਰੇ ਅਧਿਆਪਕ, ਜਦੋਂ ਮੈਂ ਪਾਰਕ ਡਿਵੈਲਪ ਕਰ ਰਿਹਾ ਸੀ ਤਾਂ ਮੇਰੇ ਨਾਲ ਜਿੰਨੇ ਲੈਕਚਰਰ ਸਾਹਿਬਾਨ ਐਂਡ ਮਾਸਟਰ ਕੈਡਰ ਦੇ ਸਾਰਿਆਂ ਨੇ ਸਹਿਯੋਗ ਕੀਤਾ। ਕੋਈ ਰੰਗ ਕਰਦਾ, ਅਸੀਂ ਇਹ ਖੁਦ ਬਣਾਇਆ, ਖੁਦ ਤਿਆਰ ਕੀਤਾ ਜੀ ਸਾਰਾ, ਔਰ ਖੁਦ ਰੰਗ ਕਰ ਰਹੇ ਸੀਗੇ ਔਰ ਖੁਦ ਇਸ ਨੂੰ ਮਤਲਬ ਵੀ ਹਰ ਇੱਕ ਬੰਦਾ ਐ ਨਹੀਂ ਸੋਚ ਰਿਹਾ ਸੀ ਵੀ ਮੈਂ ਲੈਕਚਰਰ ਆ ਮੈਂ ਰੰਗ ਕਿਉਂ ਕਰਾਂ। ਤਾਂ ਇੱਥੇ ਇਹ ਗੱਲ ਬੜੀ ਮਹੱਤਵਪੂਰਨ ਹੋ ਜਾਂਦੀ ਹੈ ਕਿ ਸਾਰਿਆਂ ਦਾ ਜਿਹੜਾ ਯੋਗਦਾਨ ਪੈਂਦਾ ਨਾ, ਤਾਂ ਉਹ ਬਾਬਾ ਨਾਨਕ ਜੀ ਨੇ ਜਿਹੜੀ ਗੱਲ ਦੱਸੀ ਸੀਗੀ ਹੈਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਤਾਂ ਸਰਬੱਤ ਦੇ ਭਲੇ ਦੀ ਗੱਲ ਤਾਂ ਹੀ ਹੋਊਗੀ। ਤੇ ਜੇ ਇਹ ਛੋਟੀਆਂ-ਛੋਟੀਆਂ ਗੱਲਾਂ ਵੱਡੀਆਂ ਬਣ ਕੇ ਸਾਡੇ ਸਾਹਮਣੇ ਆਣਗੀਆਂ। ਆਓ ਤੁਹਾਨੂੰ ਇੱਕ ਹੋਰ ਚੀਜ਼ ਦਿਖਾਈਏ ਕਿ ਉਹ ਸਾਹਮਣੇ ਤੁਸੀਂ ਪੜੋ ਜੀ, ਉਹ ਕੀ ਲਿਖਿਆ ਹੋਇਆ? ਗੁੱਡ। ਹਾਂ, ਤਾਂ ਤੁਹਾਨੂੰ ਗੁੱਡ ਦਿਸਿਆ, ਪਰ ਮੈਨੂੰ ਤਾਂ ਈਵਲ ਨਜ਼ਰ ਆ ਰਿਹਾ ਤੇ ਜਿਹੜੇ ਬੁਰੇ ਲੋਕ ਆ ਉਹਨਾਂ ਨੂੰ ਬੁਰੀ ਚੀਜ਼ ਨਜ਼ਰ ਆਣੀ ਹੈ, ਜਿਹੜੇ ਚੰਗੇ ਆ ਉਹਨਾਂ ਨੂੰ ਚੰਗੀ ਚੀਜ਼ ਨਜ਼ਰ ਆਣੀ ਹੈ। ਤਾਂ ਤੁਸੀਂ ਹੁਣ ਉੱਤੇ ਫੋਕਸ ਕਰੋ, ਤੁਹਾਨੂੰ ਈਵਲ ਵੀ ਨਜ਼ਰ ਆਏਗਾ। ਜੇ ਤੁਸੀਂ ਵਾਈਟ ਤੇ ਫੋਕਸ ਕਰੋਗੇ ਤਾਂ ਤੁਹਾਨੂੰ ਈਵਲ ਨਜ਼ਰ ਆਏਗਾ, ਜੇ ਤੁਸੀਂ ਬਲੈਕ ਤੇ ਫੋਕਸ ਕਰੋਗੇ ਤਾਂ ਤੁਹਾਨੂੰ ਗੁੱਡ ਨਜ਼ਰ ਆਏਗਾ। ਇਹਦਾ ਮਤਲਬ ਹਰ ਗੁੱਡ ਦੇ ਵਿੱਚ ਈਵਲ ਹੈ, ਲੇਕਿਨ ਤੁਸੀਂ ਉਸ ਤੋਂ ਬਚਣਾ ਕਿਵੇਂ ਹੈ? ਇਟ ਇਜ਼ ਅਪ ਟੂ ਯੂ। ਤਾਂ ਇਸ ਪਾਰਕ ਦੇ ਵਿੱਚ ਅਸੀਂ ਜਿੱਥੇ ਇਹ ਜਿਹੀਆਂ ਚੀਜ਼ਾਂ ਲਗਾਈਆਂ, ਇੱਕ ਪੇਂਟਿੰਗ ਹੈ ਜਿਹੜੀ ਕਿ 3D ਲੱਗਦੀ ਹੈ ਲੇਕਿਨ ਹੈ 2D। ਇਹ ਡਾਟਸ ਲਗਾਏ ਆ, ਇਹ ਡਾਟਸ ਹੈ ਜਿਹੜੇ ਸਾਨੂੰ, ਜਿਹੜੇ ਡਾਟ ਤੇ ਦੇਖੋਗੇ ਬਲੈਕ ਜਗਦੇ ਬੁਝਦੇ, ਹਾਂ ਜਗਦੇ ਬੁਝਦੇ ਤੇ ਉਹ ਬਲੈਕ ਹੋ ਜਾਣਾ ਜਿਹੜਾ ਡਾਟ ਤੁਸੀਂ ਦੇਖ ਰਹੇ ਹੋਵੋਗੇ, ਠੀਕ ਹੈ ਨਾ। ਇਹ ਕੀ ਕੰਬੀਨੇਸ਼ਨ ਹੈ, ਬਲੈਕ ਤੇ ਗ੍ਰੇ ਮਿਲਦੇ ਆ, ਉਹ ਜਿਹੜੇ ਮਿਲ ਕੇ ਉੱਥੇ ਬਲੈਕ ਡਾਟ। ਹੁਣ ਇਹ ਜਿਹੜੀ ਟੈਲੀਸਕੋਪ ਹੈ ਇੱਥੇ ਬੱਚਿਆਂ ਨੂੰ ਦਿਖਾਈ ਜਾਂਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਦੂਰ ਦੀਆਂ ਚੀਜ਼ਾਂ ਨੂੰ ਨੇੜੇ, ਇਹ ਸਾਰੇ ਮਾਡਲ ਇੱਥੇ ਤਾਂ ਫਿੱਟ ਕੀਤੇ ਆ ਕਿ ਇੱਕ ਵਾਰੀ ਜਿਹੜਾ ਬੱਚਾ ਇੱਥੇ ਆ ਗਿਆ ਤਾਂ ਉਹ ਘੱਟੋ ਘੱਟ ਜਿਹੜੀ ਸਾਇੰਸ ਹੈ ਸਾਡੀ ਪੂਰਾ ਇੰਟਰਸਟ ਲਵੇ, ਮੈਥਮੈਟਿਕਸ ਪੂਰਾ ਸਿੱਖੇ, ਉਸ ਨੂੰ ਪਤਾ ਲੱਗੇ ਕਿ ਇਹ ਚੀਜ਼ਾਂ ਕੀ ਹੈ। ਵਰਨੀਅਰ ਕੈਲੀਪਰ ਅਸੀਂ ਰੱਖਿਆ ਹੋਇਆ, ਸਕਰੂ ਗਾਜ ਰੱਖਿਆ ਹੋਇਆ। ਇਸ ਪਾਰਕ ਦੇ ਵਿੱਚ ਇਹ ਸਾਰੀਆਂ ਸਾਡੀਆਂ ਚੀਜ਼ਾਂ, ਵੇਵਸ ਦੀ ਫਾਰਮੇਸ਼ਨ ਕਿਵੇਂ ਹੁੰਦੀ ਹੈ, ਇਸ ਪਾਰਕ ਦੇ ਵਿੱਚ ਸਾਡੇ ਵੱਲੋਂ ਸਿਖਾਇਆ ਜਾਂਦਾ ਹੈ ਕਿ ਆਹ ਜਿਹੜੀਆਂ ਵੇਵਸ ਹੈ ਉਹ ਕਿਸ ਤਰ੍ਹਾਂ ਦੇ ਨਾਲ ਬਣਦੀਆਂ, ਕਿਸ ਤਰ੍ਹਾਂ ਦੇ ਨਾਲ ਟਰੈਵਲ ਕਰਦੀਆਂ। ਆਹ ਦੇਖੋ ਕਿ ਇਸ ਦੇ ਵਿੱਚ ਮੈਂ એનર્ਜੀ ਤਾਂ ਪਹਿਲੇ ਨੂੰ ਹੀ ਦਿੰਨਾ, ਜਦੋਂ ਪਹਿਲੇ ਹੀ ਚੀਜ਼ ਨੂੰ ਮੈਂ એનર્ਜੀ ਦਊਂਗਾ ਸਾਰਿਆਂ ਤੱਕ ਜਾਊਗੀ। ਤੁਸੀਂ ਦੇਖੋ ਸਾਰੀਆਂ ਹਿੱਲਣੀਆਂ ਸ਼ੁਰੂ ਹੋ ਗਈਆਂ ਔਰ ਉਹ ਵਾਪਸ ਵੀ ਆ ਰਹੀ ਹੈ એનર્ਜੀ। ਦੇਖੋ ਇਹਨੂੰ ਰਿਫਲੈਕਸ਼ਨ ਆਫ ਵੇਵ ਕਿਹਾ ਜਾਂਦਾ। ਫਿਰ ਇਸ ਨੂੰ ਜਿਹੜਾ ਕ੍ਰੈਸਟ ਟਰਫ ਦੇ ਵਿੱਚ ਬਦਲ ਦਿੱਤਾ ਜਾਂਦਾ, ਇਸ ਨੂੰ ਫਿਰ DNA 'ਚ ਅਸੀਂ ਪੜ੍ਹਾ ਦਿੰਦੇ ਹਾਂ। ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਜੇ ਵਿਗਿਆਨ ਜਿਹੜਾ ਬੱਚਿਆਂ ਤੱਕ ਪਹੁੰਚੂਗਾ ਤਾਂ ਬੱਚੇ ਬੜਾ ਮਹਿਸੂਸ ਕਰਨਗੇ, ਉਹਨਾਂ ਨੂੰ ਪਤਾ ਲੱਗ ਜੂ ਵੀ ਇਹ ਜਾਦੂ ਨਹੀਂ ਸੀਗਾ ਕੋਈ। ਆਹ ਦੇਖੋ ਇੱਕ ਮਾਡਲ ਅਸੀਂ ਇੱਥੇ ਫਿੱਟ ਕੀਤਾ ਹੋਇਆ, ਇਹ ਮਾਡਲ ਸਾਨੂੰ ਇਹ ਦਰਸਾਉਂਦਾ ਹੈ ਕਿ ਇਹ ਜਿਹੜਾ ਹੈਗਾ ਇਹ ਕਿੱਧਰ ਨੂੰ ਜਾ ਰਿਹਾ। ਤੁਸੀਂ ਦੇਖੋ ਤਾਂ ਇਹਦਾ ਮਤਲਬ ਇਹਦੀ ਢਲਾਨ ਇੱਧਰ ਨੂੰ ਹੋਊਗੀ, ਠੀਕ ਹੈ ਨਾ ਜੀ। ਆਹ ਦੇਖੋ ਤੁਹਾਡੇ ਸਾਹਮਣੇ ਇਹ ਜਿਹੜਾ ਹੈਗਾ ਰੋਲ ਕਰ ਗਿਆ ਸਿਲੰਡਰ, ਲੇਕਿਨ ਆਹ ਜਿਹੜਾ ਹੈਗਾ ਇਹ ਨਹੀਂ ਰੋਲ ਕਰ ਰਿਹਾ। ਇਸ ਨੂੰ ਜੇ ਤੁਸੀਂ ਇੱਥੇ ਰੱਖੋਗੇ ਤਾਂ ਇਹ ਉਲਟੇ ਪਾਸੇ ਆਣਾ ਸ਼ੁਰੂ ਹੋ ਜਾਂਦਾ। ਇਹ ਕਿਸ ਤਰ੍ਹਾਂ? ਇਹ ਐਂਟੀ ਗ੍ਰੈਵਿਟੀ ਹੋ ਗਿਆ ਕਿ ਨਹੀਂ? ਤੇ ਜਾਣਾ ਤਾਂ ਇਹਨੂੰ ਥੱਲੇ ਨੂੰ ਚਾਹੀਦਾ ਸੀਗਾ, ਪਰ ਇਹ ਤਾਂ ਉਲਟਾ ਆ ਰਿਹਾ। ਤੁਸੀਂ ਦੇਖੋ, ਪਰ ਜੇ ਅਸੀਂ ਇਸ ਨੂੰ ਰੱਖਦੇ ਹਾਂ ਇਹ ਥੱਲੇ ਨੂੰ ਜਾ ਰਿਹਾ। ਬਿਲਕੁਲ ਹੈ ਨਾ ਕਮਾਲ। ਤਾਂ ਤੁਸੀਂ ਵੀ ਪੁੱਛਿਆ ਤੇ ਜਦੋਂ ਮੇਰੇ ਬੱਚੇ ਵੀ ਪੁੱਛਦੇ ਆ ਸਰ ਇਹ ਕਿਵੇਂ ਹੋ ਗਿਆ, ਇਹ ਤਾਂ ਸਿਧਾਂਤਾਂ ਦੇ ਉਲਟ ਹੋ ਗਈ ਗੱਲ। ਮੈਂ ਕਹਿੰਦਾ ਨਹੀਂ, ਸਿਧਾਂਤਾਂ ਦੇ ਉਲਟ ਨਹੀਂ ਹੋਈ ਹੈ, ਇਸ ਨੂੰ ਦੇਖਣ ਤੇ ਭਾਲਣ ਦੀ ਲੋੜ ਹੈ ਕਿ ਇਹਦੇ ਥੱਲੇ ਜਿਹੜੀ ਅਸੀਂ ਫੱਟੀ ਲਗਾਈ ਸੀ, ਇਹ ਦੋਨਾਂ ਦਾ ਜਿਹੜਾ ਲੈਵਲ ਹੈ ਉਹ ਅਸੀਂ ਇਸ ਤਰ੍ਹਾਂ ਕੀਤਾ ਸੀ ਤੇ ਇਹਦੇ ਸੈਂਟਰ ਆਫ ਮਾਸ ਨੂੰ ਅਸੀਂ ਬੈਲੈਂਸ ਕੀਤਾ ਸੀ। ਸੈਂਟਰ ਆਫ ਮਾਸ ਹੈ ਜਿਹੜਾ ਉਸ ਤੇ ਗੱਲ ਕਰਦੀ ਹੈ ਵੀ ਚੀਜ਼ ਘੁੰਮਦੀ ਕਿਵੇਂ ਹੈ। ਸਾਡਾ ਵੀ ਸੈਂਟਰ ਆਫ ਮਾਸ ਹੈ, ਜਿਹੜੀ ਸਾਡੀ ਧੁੰਨੀ ਹੈ ਇਹ ਸਾਡਾ ਸੈਂਟਰ ਆਫ ਮਾਸ ਹੈ। ਤੁਹਾਨੂੰ ਸੈਂਟਰ ਆਫ ਮਾਸ ਦਾ ਵੀ ਇੱਕ ਐਕਸਪੈਰੀਮੈਂਟ ਮੈਂ ਕਰਕੇ ਦਿਖਾਊਂਗਾ ਤੇ ਉਸ ਦੇ ਵਿੱਚ ਆਪਾਂ ਬਹੁਤ ਕੁਝ ਸਿੱਖਾਂਗੇ। ਇਹਨਾਂ ਚੀਜ਼ਾਂ ਦੇ ਨਾਲ ਸਾਡਾ ਟੈਕਨੋਲੋਜੀ ਪਾਰਕ ਬਣਾਉਣ ਦਾ ਮੰਤਵ ਸੀ ਜਿਹੜਾ ਉਹ ਕਾਫੀ ਹੱਦ ਤੱਕ ਸਿੱਧ ਹੁੰਦਾ ਹੈ ਕਿ ਹਾਂ ਅਸੀਂ ਬੱਚਿਆਂ ਨੂੰ ਉੱਥੇ ਵਿਗਿਆਨ ਦੀ ਪੜ੍ਹਾਈ ਦੇ ਨਾਲ ਆਮ ਗੱਲਾਂ ਦੇ ਬਾਰੇ ਜਾਣਕਾਰੀ ਦਈਏ, ਉਹਨਾਂ ਦੀ ਰੁਚੀ ਪੈਦਾ ਕਰੀਏ, ਉਹਨਾਂ ਨੂੰ ਦੱਸੀਏ ਕਿ ਇਹ ਹੈ ਕੀ। ਹੁਣ ਬੱਚੇ ਆਉਂਦੇ ਆ, ਬੱਚਿਆਂ ਨੂੰ ਕਹੀਦਾ ਵੀ ਇਹ ਜਹਾਜ਼ ਹੈ, ਠੀਕ ਹੈ ਜੀ, ਇਹ ਜਹਾਜ਼ ਨੂੰ ਤੁਸੀਂ ਨੇ ਉਡਾਉਣਾ ਤਾਂ ਉੱਡੂਗਾ ਕਿਵੇਂ, ਹੈ ਨਾ। ਬੇਸ਼ੱਕ ਇਹ ਮਾਡਲ ਜਿਹੜਾ ਬਣਿਆ ਬਣਾਇਆ ਮਿਲ ਜਾਂਦਾ, ਲੇਕਿਨ ਇਸ ਦੇ ਵਿੱਚ ਇਹ ਕਿਸ ਤਰ੍ਹਾਂ ਦੇ ਨਾਲ ਦੇਖੋ ਤੁਸੀਂ, ਇਸ ਤਰ੍ਹਾਂ ਦੇ ਨਾਲ ਇਹ ਡਿੱਗੂਗਾ, ਲੇਕਿਨ ਇਹ ਜਿਹੜਾ ਹੈ ਟੁੱਟਦਾ ਨਹੀਂ ਹੈ। ਹੁਣ ਇਹ ਸੈਂਸਰ ਵਾਲੇ ਹੈਲੀਕਾਪਟਰ ਤਿਆਰ ਕੀਤੇ, ਦੇਖਦੇ ਹਾਂ ਜੇ ਚੱਲੇਗਾ ਤਾਂ। ਇਹ ਦੇਖੋ ਇਹ ਸੈਂਸਰ ਵਾਲਾ, ਅੱਛਾ, ਜਿਵੇਂ ਜਿਵੇਂ ਮੈਂ ਇਸ ਤੇ ਹੱਥ ਲਗਾਈ ਜਾਵਾਂਗੇ ਉੱਪਰ ਜਾਈ ਜਾਏਗਾ। ਆਹ ਦੇਖੋ, ਅੱਛਾ, ਬਸ ਜਿੱਥੇ ਜਿੱਥੇ ਟੱਚ ਹੋਈ ਜਾਊਗਾ ਜਿੱਥੇ ਟੱਚ ਹੋਏਗਾ ਉੱਥੋਂ ਉੱਪਰ ਜਾਈ ਜਾਣਾ ਇਸ। ਅੱਛਾ, ਤਾਂ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਅਸੀਂ ਦਿਖਾਉਣ ਦੇ ਵਿੱਚ ਕਾਮਯਾਬ ਹੁੰਨੇ ਆ ਔਰ ਬੱਚਿਆਂ ਨੂੰ ਇਹ ਦੱਸੀਦਾ ਹੈ ਕਿ
ਇਹਨਾਂ ਚੀਜ਼ਾਂ ਤੋਂ ਭੱਜੋ ਨਾ, ਡਰੋ ਨਾ। ਬਿਲਕੁਲ। ਇਹ ਚੀਜ਼ਾਂ ਤੁਹਾਡਾ ਇੰਟਰਸਟ ਕ੍ਰੀਏਟ ਕਰਨਗੀਆਂ, ਤੁਹਾਨੂੰ ਦੂਰ ਤੱਕ ਅਸੀਂ ਇੱਥੇ ਬੈਠੇ ਬੈਠੇ ਚੰਨ ਤੇ ਕਿਵੇਂ ਪਹੁੰਚ ਗਏ, ਬਿਲਕੁਲ। ਅਸੀਂ ਬੈਠੇ ਬੈਠੇ ਕੋਸ਼ਿਸ਼ ਕਰ ਲਈ ਵੀ ਮਾਰਸ ਤੇ ਜਾਈਏ, ਅਸੀਂ ਇਹ ਸਾਰੀਆਂ ਕੋਸ਼ਿਸ਼ਾਂ ਦੇ ਵਿੱਚ ਸਫਲ ਵੀ ਹੋਏ ਆ, ਸਾਡੇ ਜਿੰਨੇ ਵਿਗਿਆਨੀ ਆ। ਤਾਂ ਇਹ ਜਿਹੜੀਆਂ ਚੀਜ਼ਾਂ, ਫੁੱਲ ਕਿਵੇਂ ਖਿੜਦੇ ਆ, ਇੱਕ ਸਿੰਪਲ ਜਿਹਾ ਐਕਸਪੈਰੀਮੈਂਟ ਹੈ ਵੀ ਫੁੱਲ ਕਿਵੇਂ ਖਿੜਦੇ ਆ। ਲੋਕ, ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਮੈਂ ਤੁਹਾਨੂੰ ਇਹ ਵੀ ਚੱਲਦੇ ਚੱਲਦੇ ਦਿਖਾਈ ਦੇਵਾਂ ਕਿ ਇੱਕ ਕਾਗਜ਼ ਦਾ ਅਸੀਂ ਫੁੱਲ ਬਣਾਉਣਾ ਹੈ। ਦੇਖੋ, ਇਹ ਇੱਕ ਕਾਗਜ਼ ਲਿਆ ਜੀ ਮੈਂ ਸਿੰਪਲ, ਇਸ ਕਾਗਜ਼ ਨੂੰ ਗੋਲ ਮੈਂ ਬਣਾ ਲੈਣਾ ਥੋੜਾ ਥੋੜਾ, ਔਰ ਇਸ ਕਾਗਜ਼ ਨੂੰ ਗੋਲ ਕਰਕੇ ਇਸ ਦੇ ਵਿੱਚ ਹੁਣ ਮੈਂ ਪੱਤੀਆਂ ਬਣਾ ਰਿਹਾ। ਆਹ ਦੇਖੋ ਜੀ, ਇਸ ਦੀਆਂ ਇਹ ਪੱਤੀਆਂ ਤਿਆਰ ਹੋ ਗਈਆਂ। ਹੁਣ ਜਿਹੜਾ ਫੁੱਲ ਹੈ, ਜਦੋਂ ਡੋਡੀ ਹੁੰਦੀ ਹੈ, ਇਹ ਮੁੜਿਆ ਹੋਇਆ ਹੁੰਦਾ ਇੱਥੇ, ਤਾਂ ਤੁਸੀਂ ਦੇਖਿਆ ਆਪ ਹੀ, ਇਹ ਇਸ ਦੀਆਂ ਪੱਤੀਆਂ ਮੁੜੀਆਂ ਹੋਈਆਂ, ਠੀਕ ਹੈ ਜੀ। ਤਾਂ ਇਹ ਖਿਲਦੀਆਂ ਕਿਵੇਂ, ਇਹ ਤਾਂ ਸਨਮਜੀਤ ਜੀ ਆਪ ਪਕੜਿਓ ਜਰਾ। ਤਾਂ ਇਹ ਤੁਹਾਨੂੰ ਦਿਖਾਵਾਂਗੇ ਕਿ ਇਸ ਦੇ ਵਿੱਚ ਜਦੋਂ ਅਸੀਂ ਇਸ ਫੁੱਲ ਨੂੰ ਰੱਖਾਂਗੇ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਕੈਪਿਲਰੀ ਐਕਸ਼ਨ ਹੋਊਗਾ ਤੇ ਇਹਦੇ ਵਿੱਚ ਜਿਹੜਾ ਪਾਣੀ ਹੈ ਚੜ੍ਹਨਾ ਸ਼ੁਰੂ ਹੋ ਜਾਊਗਾ ਤੇ ਉਹਦੀਆਂ ਪੱਤੀਆਂ ਇੱਕ ਇੱਕ ਕਰਕੇ ਹੌਲੀ ਹੌਲੀ ਖੁੱਲ ਜਾਣਗੀਆਂ ਤੇ ਫੁੱਲ ਖਿੜ ਜਾਏਗਾ। ਖਿਲ ਗਿਆ। ਤਾਂ ਬੱਚੇ ਨੂੰ ਸਿਧਾਂਤ ਪਤਾ ਲੱਗ ਗਿਆ ਜੀ ਫੁੱਲ ਖਿੜਦੇ ਕਿਵੇਂ ਆ, ਬਿਲਕੁਲ। ਕਿਉਂਕਿ ਜਿਹੜੀ ਪੱਤੀ ਥੱਲੋਂ ਪਾਣੀ ਲੈ ਲੈਂਦੀ ਹੈ ਕੈਪਿਲਰੀ ਐਕਸ਼ਨ ਦੇ ਨਾਲ, ਉਹ ਭਾਰੀ ਹੋ ਕੇ ਖੁੱਲ ਜਾਂਦੀ ਹੈ। ਇੱਕ ਦਿਨ 'ਚ ਨਹੀਂ ਸਾਰਾ ਫੁੱਲ ਖਿੜਿਆ ਕਰਦਾ ਕਦੇ ਵੀ, ਹੌਲੀ 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 ਪੱਤੀਆਂ ਖਿੜ ਕੇ ਫੁੱਲ, ਫੇਰ ਫੁੱਲ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਹਨਾ। ਤਾਂ ਜੋ ਚੀਜ਼ਾਂ ਇਹ ਕਰ ਗਏ ਹੋਏ ਆ ਸਾਡੇ ਵੱਡੇ ਵਡੇਰੇ, ਜਿਨ੍ਹਾਂ ਨੇ ਫੁੱਲਾਂ ਨਾਲ ਗੱਲਾਂ ਕੀਤੀਆਂ। ਡਾਕਟਰ ਭਾਈ ਵੀਰ ਸਿੰਘ ਜੀ ਜਦੋਂ ਕਹਿੰਦੇ ਆ ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕਦੀ ਲਾਈ, ਲੱਖ ਗਾਹਕ ਜੇ ਸੁੰਗੇ ਆ ਕੇ ਖਾਲੀ ਇੱਕ ਨਾ ਜਾਏ, ਜੇ ਤੂੰ ਇੱਕ ਤੋੜ ਕੇ ਲੈ ਗਿਓ ਇੱਕ। ਵੀ ਫੁੱਲਾਂ ਨਾਲ ਗੱਲਾਂ ਕਰਨੀਆਂ, ਸਮੇਂ ਨਾਲ ਗੱਲਾਂ ਕਰਨੀਆਂ ਤੇ ਨਦੀਆਂ ਨਾਲਿਆਂ ਨਾਲ ਗੱਲਾਂ ਕਰਨੀਆਂ, ਤਾਂ ਬੜੇ ਕਮਾਲ ਦੀਆਂ ਗੱਲਾਂ, ਉਹਨਾਂ ਤੋਂ ਸਿੱਧਾ ਲੈਣੀਆਂ ਚਾਹੀਦੀਆਂ। ਅਸਲ ਦੇ ਵਿੱਚ ਅਸਲੀ ਵਿਗਿਆਨੀ ਤਾਂ ਸਾਡੇ ਉਹੀ ਹੋਏ ਆ ਕਿ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਕੇ ਦਿਖਾਇਆ। ਸਰ, ਤੇ ਨਾਲ ਤੁਹਾਡੇ ਇੱਥੇ ਸਕੂਲ ਦੇ ਵਿੱਚ ਵੀ ਕਾਫੀ ਸਟਾਫ ਹੁੰਦਾ, ਉਹਨਾਂ ਨੂੰ ਕਿਸ ਤਰ੍ਹਾਂ ਲੱਗਦਾ ਜਦੋਂ ਤੁਸੀਂ ਇਦਾਂ ਦੀਆਂ ਚੀਜ਼ਾਂ ਦੇਖਦੇ ਹੋ, ਜਾਂ ਕੋਈ ਬਾਹਰੋਂ ਤੁਹਾਨੂੰ ਪ੍ਰਸ਼ੰਸਾ ਕਰਨ ਆਉਂਦਾ, ਬਾਹਰੋਂ ਤੁਹਾਨੂੰ ਫੋਨ ਆਉਂਦੇ, ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ? ਉਹਨਾਂ ਨੂੰ ਬਹੁਤ ਹੀ ਵਧੀਆ ਲੱਗਦਾ ਕਿ ਜਦੋਂ ਬਾਹਰੋਂ ਆ ਕੇ, ਅੱਜ ਇੱਕ ਸਾਥੀ ਆਏ ਸਾਡੇ ਦਯਾਰਾਮ ਜੀ ਪੋਸਟ ਆਫਿਸ ਤੋਂ ਆਏ, ਮੈਂ ਕਿਹਾ ਜੀ ਤੁਸੀਂ, ਕਹਿੰਦੇ ਜੀ ਅਸੀਂ ਤੁਹਾਡੀ ਵੀਡੀਓ ਦੇਖੀ ਤੇ ਪੋਸਟ ਆਫਿਸ ਤੋਂ ਆਏ ਹਾਂ, ਸਪੈਸ਼ਲ ਦੇਖਣ ਆਏ ਹਾਂ, ਤਾਂ ਬੜਾ ਆਨੰਦ ਆਉਂਦਾ। ਤਾਂ ਮੈਂ ਫਟਾਫਟ ਜਾ ਕੇ ਆਪਣੀ ਖੁਸ਼ੀ ਆਪਣੇ ਸਾਥੀਆਂ ਨਾਲ ਸਾਂਝੀ ਕਰਦਾ। ਤਾਂ ਇਹ ਨਾਲ ਸਾਰੇ ਇਸ ਸਕੂਲ ਦੇ ਸਾਰੇ ਟੀਚਰਸ, ਪ੍ਰਿੰਸੀਪਲ ਮੈਡਮ ਸਾਰੇ ਇੱਥੇ ਮੌਜੂਦ ਨੇ। ਇਹਨਾਂ ਤੋਂ ਵੀ ਆਪਾਂ ਪੁੱਛਾਂਗੇ ਕਿ ਇਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ ਜਦੋਂ ਉਹਨਾਂ ਦਾ ਸਾਥੀ ਇੱਕ ਅਧਿਆਪਕ ਇਹਨਾਂ ਜਦੋਂ ਮਾਣ ਉਹਨਾਂ ਨੂੰ ਮਿਲਦਾ, ਤਾਂ ਬਾਕੀਆਂ ਨੂੰ ਕਿਸ ਤਰ੍ਹਾਂ ਦਾ ਲੱਗਦਾ? ਤਾਂ ਸਰ, ਪ੍ਰਿੰਸੀਪਲ ਮੈਮ ਤਾਂ ਪ੍ਰਿੰਸੀਪਲ ਮੈਮ ਨੇ, ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਇਹ ਵੀ ਮੈਮ ਸਾਇੰਸ ਦੇ ਨਾਲ ਸੰਬੰਧ ਰੱਖਦੇ ਨੇ। ਮੈਮ, ਜਦੋਂ ਤੁਸੀਂ ਵੀ ਸਾਇੰਸ ਦੇ ਨਾਲ ਸੰਬੰਧ ਰੱਖਦੇ ਹੋ, ਸਰ ਨੇ ਸਾਇੰਸ ਦੇ ਨਾਲ, ਕਿਸ ਤਰ੍ਹਾਂ ਦਾ ਲੱਗਦਾ ਵੀ ਸਾਇੰਸ ਨੂੰ ਅੱਗੇ ਵਧਾਉਣ ਵਾਲਾ ਕੋਈ? ਬਹੁਤ ਅੱਛਾ ਲੱਗ ਰਿਹਾ ਜੀ। ਇਹਦੇ 'ਚ ਤਾਂ ਕੋਈ ਦੋਸ਼ ਵੱਖਰੇ ਹੈ ਹੀ ਨਹੀਂ ਕੁਛ ਇਹਦੇ 'ਚ, ਕਿਉਂਕਿ ਅਸੀਂ ਬਹੁਤ ਲੱਕੀ ਹਾਂ, ਮੇਰਾ ਸਕੂਲ ਬਹੁਤ ਲੱਕੀ ਹੈ ਕਿ ਸਰ ਸਾਡੇ ਨਾਲ ਨੇ, ਔਰ ਅਸੀਂ ਹੁਣ ਤੱਕ ਇਹਨਾਂ ਕੋਲੋਂ ਸਿੱਖੀ ਜਾ ਰਹੇ ਹਾਂ। ਚਾਹੇ ਇੰਨੇ ਸਾਲ ਹੋ ਗਏ ਜੌਬਸ ਕਰਦੇ ਹਾਂ, ਬਟ ਰੋਜ਼ ਹੀ ਕੋਈ ਨਵੀਂ ਇਹੋ ਜਿਹੀ ਗੱਲ ਸਿਖਾ ਦਿੰਦੇ ਤਾਂ ਸਾਨੂੰ ਲੱਗਦਾ ਵੀ ਇਹ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਸੀ। ਸੋ ਆਈ ਐਮ ਵੈਰੀ ਪ੍ਰਾਊਡ ਆਫ ਦਿਸ ਸਕੂਲ ਆਲਸੋ, and I am also proud that he is part of this institute and I am here heading this institute. Thank you so much. ਤੁਹਾਨੂੰ ਮੈਮ ਜਿਸ ਤਰ੍ਹਾਂ ਲੱਗਦਾ ਹੁੰਦਾ ਕਿ ਸਰਕਾਰੀ ਸਕੂਲ ਆ, ਪਤਾ ਨਹੀਂ ਉੱਥੇ ਕੀ ਹੋਊਗਾ, ਕੀ ਮਾਹੌਲ ਹੋਊਗਾ, ਪਰ ਜੋ ਅਸੀਂ ਇੱਥੇ ਆ ਕੇ ਦੇਖਿਆ, ਪ੍ਰਾਈਵੇਟ ਨੂੰ ਵੀ ਮਾਤ ਪਾਉਂਦਾ। ਮਤਲਬ ਲੱਗਦਾ ਕਿ ਸਰ ਦੇ ਜੋ ਇਹ ਕੰਮ ਨੇ, ਲੋਕਾਂ ਦੀ ਥਿੰਕਿੰਗ ਬਦਲਣਗੇ ਕਿ ਸਰਕਾਰੀ ਸਕੂਲਾਂ 'ਚ ਵੀ ਪੜ੍ਹਾਈ ਵਧੀਆ ਹੁੰਦੀ ਹੈ। ਬਿਲਕੁਲ ਜੀ, ਬਦਲੇਗੀ, ਕਿਉਂਕਿ ਮੈਂ ਇਸ ਸਕੂਲ 'ਚ ਆਲਮੋਸਟ 24 ਇਅਰਸ ਤੋਂ ਕੰਮ ਕਰ ਰਹੀ ਹਾਂ। ਚਾਹੇ ਪਹਿਲੇ ਐਜ਼ ਅ ਲੈਕਚਰਰ ਸੀ, ਹੁਣ ਐਜ਼ ਅ ਪ੍ਰਿੰਸੀਪਲ। ਜੋ ਮੈਂ ਇਸ ਸਕੂਲ ਦੀ ਗਰੋਥ ਦੇਖੀ ਹੈ, ਤੇ ਸਕੂਲ ਗਵਰਨਮੈਂਟ ਸਕੂਲ ਹੀ ਹੈ, ਚਾਹੇ ਡਿਪਾਰਟਮੈਂਟ ਨੇ ਸਪੋਰਟ ਕੀਤੀ ਹੈ, ਚਾਹੇ ਸਰਕਾਰ ਨੇ ਕੀਤੀ ਹੈ, ਪਰ ਅਸਲੀ ਜੋ ਇਨਪੁਟ ਹੈ ਉਹ ਤਾਂ ਸਾਰੇ ਟੀਚਰਸ ਦੀ ਹੋਈ ਹੈ। ਜਦ ਤੱਕ ਅਸੀਂ ਲੋਕ ਸਾਰੇ ਟੀਮ ਵਰਕ ਦੀ ਤੌਰ ਤੇ ਇਹਨੂੰ ਅੱਗੇ ਨਹੀਂ ਲੈ ਕੇ ਜਾਵਾਂਗੇ ਤਾਂ ਇਕੱਲੀ ਇਨਫਰਾਸਟ੍ਰਕਚਰ ਤਾਂ ਕੁਝ ਵੀ ਨਹੀਂ ਕਰ ਸਕੇਗੀ। ਤੇ ਫਿਰ ਸਰ ਨੇ ਤਾਂ ਚਾਰ ਚਾਂਦ ਹੀ ਲਗਾਤੇ ਸਾਡੇ ਸਕੂਲ ਨੂੰ। ਤੇ ਜਦੋਂ ਬੱਚਿਆਂ ਦੇ ਮਾਪਿਆਂ ਨਾਲ ਤੁਸੀਂ ਪੇਰੈਂਟਸ ਮੀਟਿੰਗ ਕਰਦੇ ਹੋਵੋਗੇ, ਉਹ ਕਿਸ ਤਰ੍ਹਾਂ ਦਾ ਕਹਿੰਦੇ ਨੇ ਕਿ ਬੱਚੇ ਕੀ ਇਦਾਂ ਦਾ ਲੱਗਦਾ, ਉਹਨਾਂ ਨੂੰ ਕੀ ਸਿੱਖਦੇ ਨੇ ਇੱਥੇ, ਤੁਹਾਨੂੰ ਫੀਡਬੈਕ ਜ਼ਰੂਰ ਦਿੰਦੇ ਹੋਣਗੇ? ਬਿਲਕੁਲ ਜੀ, ਫੀਡਬੈਕ ਤਾਂ ਤੁਸੀਂ ਇੱਥੋਂ ਹੀ ਦੇਖ ਲਓ ਕਿ ਪਹਿਲਾਂ ਤਾਂ ਸੀ ਕਿ ਪਟਿਆਲੇ ਦੇ ਆਸ-ਪਾਸ ਤੋਂ ਹੀ ਸਾਡੇ ਸਕੂਲ ਐਡਮਿਸ਼ਨ ਲੈਣਾ ਚਾਹੁੰਦੇ ਸੀਗੇ। ਹੁਣ ਅੱਜ ਰੀਸੈਂਟਲੀ ਚੰਨੋ ਹੈ, ਚਾਹੇ 25 ਕਿਲੋਮੀਟਰ ਤੋਂ, ਉਹ ਕਹਿੰਦੇ ਸੀ ਆਪਣੇ ਬੱਚੇ ਨੂੰ ਪੜ੍ਹਾਉਣਾ ਹੀ ਇੱਥੇ ਹੈ। ਨਾਭੇ ਤੋਂ ਆ ਰਹੇ, ਇਹ ਸਾਰਾ ਸਰ ਨੇ ਦੇ ਕੰਮ ਨੂੰ ਦੇਖ ਕੇ, ਜਾਂ ਜੋ ਵੀ ਇਹ ਸਕੂਲ ਦਾ ਇਨਫਰਾਸਟ੍ਰਕਚਰ ਜੋ ਵੀ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਵੀ ਇਹ ਸਕੂਲ ਤਾਂ ਫਿਰ ਹੋਰ ਅਸੀਂ ਬਾਕੀ ਸਕੂਲਾਂ ਵਿੱਚ ਤਾਂ ਕਿਉਂ ਜਾਈਏ, ਇੱਥੇ ਸਭ ਕੁਝ ਹੈ। ਮੋਰ ਓਵਰ ਜੋ ਗਵਰਨਮੈਂਟ ਸਕੂਲ ਦੇ ਟੀਚਰਸ ਹੈ, ਮੋਰ ਕੁਆਲੀਫਾਈਡ ਹੈ, ਮੋਰ ਐਕਸਪੀਰੀਅੰਸਡ ਹੈ, ਤਾਂ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਬਾਕੀਆਂ ਨਾਲੋਂ ਫਰਕ ਹੀ ਹੈ। ਪ੍ਰਾਈਵੇਟ ਸਕੂਲ ਥੋੜ੍ਹਾ ਜਿਹਾ ਡਰਾਬੈਕ ਰਹਿ ਜਾਂਦਾ ਹੈ ਵੀ ਨਿਊਲੀ ਅਪੁਆਇੰਟਡ ਹੁੰਦੇ ਹੈ, ਉਹਨਾਂ ਨੂੰ ਇੰਨਾ ਐਕਸਪੀਰੀਅੰਸ ਨਹੀਂ ਹੁੰਦਾ।
ਔਰ ਇਸ ਜੌਬ 'ਚ ਐਕਸਪੀਰੀਅੰਸ ਬਹੁਤ ਮੈਟਰ ਕਰਦਾ ਹੈ। ਸੋ ਸਾਡੇ ਕੋਲ ਤਾਂ ਬਹੁਤ ਐਡਮਿਸ਼ਨਸ ਆ ਰਹੀਆਂ ਨੇ, ਤਾਂ ਹੋਪਫੁਲੀ ਇਹ ਵੀਡੀਓ ਨੂੰ ਦੇਖ ਕੇ ਹੋਰ ਵੀ ਬੱਚੇ ਅਟਰੈਕਟ ਹੋਣਗੇ ਤੇ ਸਾਡੇ ਕੋਲ ਆ ਕੇ ਐਡਮਿਸ਼ਨ ਲਾਂਗੇ ਐਂਡ ਦੇ ਆਰ ਵੈਲਕਮ ਟੂ ਆਰ ਸਕੂਲ। ਕਿੱਥੇ ਗਏ ਮਾਸਟਰ ਜੀ? ਮੈਡਮ ਤਾਂ ਕਹਿ ਰਹੇ ਕਿ ਤੁਸੀਂ ਤਾਂ 4 ਚੰਦ ਲਗਾਤੇ ਸਕੂਲ ਨੂੰ। 4 ਚੰਦ ਤਾਂ ਇਹਨਾਂ ਨੇ ਲਗਾਏ ਹੋਏ ਆ ਜੀ, ਮੈਂ ਤਾਂ ਮਤਲਬ ਇਹਨਾਂ ਦੇ ਦੱਸੇ ਹੋਏ ਰਾਹਾਂ ਤੇ ਹੀ ਤੁਰ ਰਿਹਾ। ਉਹ ਸੁਰਜੀਤ ਪਾਤਰ ਜੀ ਕਹਿੰਦੇ ਮੈਂ ਰਾਹਾਂ ਤੇ ਨਹੀਂ ਮੈਂ ਤੁਰਦਾ ਤਾਂ ਰਾਹ ਬਣਦੇ ਨੇ। ਅਸੀਂ ਤਾਂ ਉਹਨਾਂ ਤੇ ਰਾਹ ਜਿਹੜੇ ਬਣੀ ਜਾਣ ਤੇ ਉਹਨਾਂ ਤੇ ਸਾਡੇ ਵਿਦਿਆਰਥੀ ਅੱਗੇ ਆ ਕੇ ਦੇਸ਼ ਦੀ ਸੇਵਾ ਦੇ ਵਿੱਚ ਯੋਗਦਾਨ ਪਾਉਣ। ਸਾਡਾ ਤਾਂ ਇਹੀ ਮੰਤਵ ਹੈ ਸਾਡੇ ਸਾਰੇ ਸਾਥੀਆਂ ਦਾ। ਤਾਂ ਸਾਡਾ ਇੱਥੇ ਸਾਥੀ ਵੀ ਹੋਰ ਅਧਿਆਪਕ ਜੀ ਦੇ ਹੁੰਦੇ ਨੇ। ਸਰ, ਕਿਸ ਤਰ੍ਹਾਂ ਦਾ ਲੱਗਦਾ ਜਦੋਂ ਤੁਹਾਡੇ ਇੱਕ ਅਧਿਆਪਕ ਸਾਥੀ ਜਦੋਂ ਇੰਨਾ ਵਧੀਆ ਕੰਮ ਕਰਦੇ ਨੇ ਤਾਂ ਲੋਕ ਉਹਨਾਂ ਦੀ ਬਾਹਰੋਂ ਆ ਕੇ ਪ੍ਰਸ਼ੰਸਾ ਕਰਦੇ ਨੇ? ਦੇਖਿਓ, ਜਿਹੜੀ ਮੇਨ ਗੱਲ ਹੁੰਦੀ ਹੈ ਨਾ, ਸਿੱਖਿਆ ਦਾ ਮੰਤਵ ਹੀ ਦੇਣਾ, ਜਿਹੜਾ ਸਾਰੀ ਉਮਰ ਵਿਅਕਤੀ ਸਿੱਖਦਾ ਹੀ ਰਹਿੰਦਾ। ਉਹ ਦੇਣ ਦੇ ਵਿਚਕਾਰ ਯੋਗਦਾਨ ਦੋਨਾਂ ਚੀਜ਼ਾਂ ਦਾ ਬੜਾ ਬਰਾਬਰ ਚੱਲਦਾ ਹੈ, ਵਿਗਿਆਨ ਦਾ ਵੀ ਹੈ, ਮਨ ਦਾ ਵੀ ਹੈ। ਜਿਹੜੀ ਖੇਡ ਇਹ ਇੱਥੇ ਖੇਡ ਰਹੇ ਨੇ ਨਾ, ਮੈਂ ਇਹਨੂੰ ਖੇਡ ਹੀ ਕਹਿਣਾ ਕਿਉਂਕਿ ਵਰਤ ਰਿਹਾ ਸਮਾਜ ਦੇ ਵਿਚਕਾਰ, ਹੈ ਨਾ, ਬਹੁਤ ਵੱਡੀ ਦੇਣ ਹੈ। ਇਹ ਵਿਗਿਆਨ ਦੇ ਨਾਲ ਮਨ ਨਾਲ ਖੇਡ ਰਹੇ ਨੇ, ਔਰ ਜਦ ਤੱਕ ਅਸੀਂ ਕਿਸੇ ਦੇ ਮਨ ਨੂੰ ਨਾ ਟੁੰਬੀਏ ਉਦੋਂ ਤੱਕ ਕਿਸੇ ਵੀ ਰਾਹ ਤੇ ਅਸੀਂ ਵਿਦਿਆਰਥੀ ਨੂੰ ਨਹੀਂ ਚਲਾ ਸਕਦੇ। ਤਾਂ ਮੈਂ ਇਹਨਾਂ ਨੂੰ ਇਕੱਲਾ ਵਿਗਿਆਨੀ ਨਹੀਂ ਮੰਨਦਾ, ਮੈਂ ਇਹਨਾਂ ਨੂੰ ਮਨੋਵਿਗਿਆਨੀ ਮੰਨਦਾ ਕਿ ਇਹ ਬੱਚੇ ਦੇ ਮਨ ਨੂੰ ਸਮਝਦੇ ਨੇ, ਫਿਰ ਵਿਗਿਆਨ ਦੀ ਰਾਹ ਤੇ ਲੈ ਕੇ ਆਉਂਦੇ ਨੇ, ਫਿਰ ਤਰੱਕੀਆਂ ਨੇ, ਅਰਸ਼ਾਂ ਨੇ। ਇਹ ਤਾਂ ਹੈ ਹੀ ਕਲਿਆਣ। ਅਸੀਂ ਉਹਨੂੰ ਕਲਿਆਣਕਾਰੀ ਰਾਜ ਮੰਨਦੇ ਹਾਂ ਜਿੱਥੇ ਅਸੀਂ ਕੰਮ ਕਰਦੇ ਹਾਂ। ਇੱਥੇ ਜਿਹੜਾ ਆਉਂਦਾ ਉਹਦਾ ਕਲਿਆਣ ਹੀ ਹੁੰਦਾ। ਤਾਂ ਚੜ੍ਹਦੀ ਕਲਾ ਮਹਾਰਾਜ ਦੇ ਰਹੇ ਨੇ, ਅਸੀਂ ਚੱਲ ਰਹੇ ਹਾਂ, ਅਸੀਂ ਆਪਣਾ ਨਿੱਤ ਕਰਮ ਕਰਦੇ ਹਾਂ, ਰੋਜ਼ ਇੱਥੇ ਆਉਂਦੇ ਹਾਂ, ਜਿਹੜਾ ਕਾਰਜ ਕਰਨਾ ਹੈ। ਜਿਹੜਾ ਕਿਸੇ ਦੇ ਮਨ ਨੂੰ ਟੁੰਬਿਆ ਜਾਂਦਾ ਉਹ ਖਿੱਚਿਆ ਆਉਂਦਾ, ਉਹ ਹੋਰਾਂ ਨੂੰ ਵੀ ਖਿੱਚੀ ਲਿਆਉਂਦਾ। ਬਸ ਉਸੇ ਰਾਹ ਤੇ ਚੱਲਦੇ ਇਹ ਹੁਣ ਕਲਿਆਣਕਾਰੀ ਰਾਜ ਪਤਾ ਨਹੀਂ ਕਿੱਥੇ ਜਾ ਕੇ ਰੁਕੂਗਾ। ਅਸੀਂ ਤਾਂ ਅਰਸ਼ਾਂ ਦੀ ਡਾਰੀ ਸੋਚੀ ਬੈਠੇ ਹਾਂ ਵੀ ਕੋਈ ਨਾ ਕੋਈ ਦਿਨ ਅਜਿਹਾ ਆਊਗਾ ਜਿੱਥੇ ਕਲਿਆਣ, ਆਓ ਮਿਜ਼ਾਈਲ ਹੈ, ਆਓ ਅਰਸ਼ ਹੈ, ਸਕਾਈ ਇਜ਼ ਦਾ ਲਿਮਿਟ। ਸਾਡੇ ਲਈ ਉਦੋਂ ਨੇੜੇ ਤਾਂ ਕੁਝ ਹੈ ਹੀ ਨਹੀਂ, ਸੋਚ ਵੀ ਨਹੀਂ ਸਕਦੇ। ਜਿਸ ਤਰ੍ਹਾਂ ਸਰ ਆਪਾਂ ਫਿਲਮਾਂ 'ਚ ਦੇਖਦੇ ਹੁੰਦੇ ਆ ਕਿ ਦਿਖਾਉਂਦੇ ਨੇ ਇੱਕ ਸਰਕਾਰੀ ਸਕੂਲ ਦੀ ਇਮੇਜ ਬਣਾਈ ਹੋਈ ਹੈ ਕਿ ਮੁਰਗੇ ਬਣਾ ਦਿਓ ਬੱਚਿਆਂ ਨੂੰ, ਡੰਡੇ ਮਾਰ ਲਓ। ਮੈਨੂੰ ਤਾਂ ਨਹੀਂ ਲੱਗਦਾ ਇਸ ਸਕੂਲ 'ਚ ਕਿਸੇ ਨੂੰ ਇਦਾਂ ਹੁੰਦਾ ਹੋਣਾ। ਦੇਖੋ, ਗੱਲ ਇਹ ਹੁੰਦਾ ਹੈ, ਬਲੀਫ ਸਿਸਟਮ ਬਹੁਤ ਵੱਡੀ ਚੀਜ਼ ਹੈ। ਸਾਡਾ ਜਿਹੜਾ ਸਮਾਜ ਹੈ ਨਾ ਉਹ ਬਲੀਫ ਸਿਸਟਮ ਤੇ ਹੀ ਚੱਲੀ ਜਾਂਦਾ। ਹਲੇ ਵੀ ਬਿੱਲੀ ਰਸਤਾ ਕੱਟਦੀ ਅਸੀਂ ਰੁਕ ਜਾਂਦੇ ਹਾਂ, ਪਰ ਅਸੀਂ ਮਨੋਵਿਗਿਆਨੀ ਹੋ ਗਏ। ਹੁਣ ਵਿਦਿਆਰਥੀ ਇੱਥੇ ਆ ਕੇ ਦੇਖਦਾ ਕਿ ਜੇ ਉਹਦੇ ਥੱਪੜ ਵੀ ਪਿਆ ਉਹਦੇ ਭਲੇ ਲਈ ਪਿਆ। ਇਹ ਨਹੀਂ ਹੈ ਕਿ ਘੂਰ ਜ਼ਰੂਰੀ ਹੈ ਨਾ, ਬਿਨਾ ਕੁੰਡਾ ਹਾਥੀ ਲੁੰਡਾ ਉਹਦਾ ਕੋਈ ਸਵਾਦ ਹੀ ਨਹੀਂ ਹੈਗਾ, ਉਹ ਜ਼ਰੂਰੀ ਹੈ। ਇੱਥੇ ਜਿਹੜੀ ਦੇਖਾ ਹੈ, ਬਾਕੀ ਉਹੀ ਗੱਲ ਆ, ਬਲੀਫ ਸਿਸਟਮ ਆ, ਜਦੋਂ ਅਸੀਂ ਉਹਦੇ ਤੇ ਚੱਲੀ ਜਾਂਦੇ ਹਾਂ। ਪਰ ਲੋਕਾਂ ਦਾ ਦ੍ਰਿਸ਼ਟੀਕੋਣ ਬਹੁਤ ਬਦਲ ਗਿਆ, ਬਹੁਤ ਜ਼ਿਆਦਾ ਬਦਲ ਗਿਆ। ਨਿਗਾਰ ਇੰਨਾ ਕੁ ਆਇਆ ਸੀ ਕਿ ਲੋਕਾਂ ਦੀ ਸੋਚ ਇੱਕ ਵਾਰੀ ਬਿਲਕੁਲ ਨਾ ਪੱਖੀ ਹੋ ਗਈ ਕਿ ਨਹੀਂ ਜੀ ਪ੍ਰਾਈਵੇਟ ਸੰਸਥਾਵਾਂ 'ਚ ਬਹੁਤ ਕੁਛ ਹੈ। ਪਰ ਜਿਹੜਾ ਹੁਣ ਇੱਥੋਂ ਗੇਟ ਤੋਂ ਐਂਟਰ ਕਰਦਾ ਨਾ, ਉਹ ਜਦੋਂ ਤੱਕ ਅੱਗੇ ਜਾਂਦਾ ਹੈ ਉਹ ਸੋਚਦਾ ਜਾਂਦਾ ਕਿ ਅਸੀਂ ਕਿਤੇ ਹੋਰ ਹੀ ਲੈ ਤੇ ਚੱਲੇ ਹੋਏ ਸੀ। ਇਹ ਕਿਉਂ ਹੁੰਦਾ ਕਿ ਲੋਕ 10ਵੀਂ ਤੱਕ ਹੀ ਪ੍ਰਾਈਵੇਟ ਸਕੂਲਾਂ 'ਚ ਭਰਦੇ ਨੇ, ਉਦੋਂ ਬਾਅਦ ਕਿਉਂ ਨਹੀਂ ਆਉਂਦੇ? 11ਵੀਂ 12ਵੀਂ ਵੱਡੇ ਇੰਸਟੀਚਿਊਟ ਨੇ, ਸਾਰਿਆਂ ਦੀ ਇੱਛਾ ਇਹੀ ਹੁੰਦੀ ਹੈ ਕਿ ਸਾਡਾ ਬੱਚਾ ਗਵਰਨਮੈਂਟ ਸੈਕਟਰ ਦੇ ਵਿਚਕਾਰ ਗਵਰਨਮੈਂਟ ਇੰਸਟੀਚਿਊਟ 'ਚ ਪੜ੍ਹੇ। ਕਾਰਨ ਸਿਰਫ ਮਾਨਸਿਕਤਾ ਦਾ ਹੈ। ਉਹ ਵਿਸ਼ਵਾਸ ਬਣਿਆ ਵੀ ਪ੍ਰਾਈਵੇਟ ਕਿਤੇ ਵਧੀਆ, ਮਾੜਾ ਕੋਈ ਵੀ ਨਹੀਂ ਹੈ। ਜਿਹੜਾ ਸਿੱਖਿਆ ਵੰਡ ਰਿਹਾ ਉਹ ਮਾੜਾ ਤਾਂ ਹੋ ਹੀ ਨਹੀਂ ਸਕਦਾ। ਪਰ ਗੱਲ ਇਹ ਹੈ ਲੀਹ ਤੇ ਚੱਲਣ ਦੀ। ਉਹਨਾਂ ਨੂੰ ਬਦਲਾਅ ਕੌਣ ਲੈ ਕੇ ਆਏਗਾ? ਜਾਂ ਮੀਡੀਆ ਲੈ ਕੇ ਆਏਗਾ ਜਾਂ ਅਸੀਂ ਲੈ ਕੇ ਆਵਾਂਗੇ? ਫਰੰਟ ਲਾਈਨ ਵਰਕਰ ਆ, ਵੀ ਆਰ ਫਾਈਟਿੰਗ। ਤੇ ਤੁਸੀਂ ਵੀ ਨਾਲ ਸਾਡੇ ਰਲੇ ਹੋਏ ਹੋ। ਇੱਕ ਦਿਨ ਇਹ ਜਿਹਾ ਆਊਗਾ, ਲੋਕਾਂ ਦੀ ਉਹ ਮਾਨਸਿਕਤਾ ਬਦਲੇਗੀ, ਉਹ ਬਲੀਫ ਸਿਸਟਮ ਜ਼ਰੂਰ ਬਦਲੇਗਾ। ਮਾਸਟਰ ਜੀ, ਹਰੇਕ ਕੋਈ ਜਗ੍ਹਾ ਹੁੰਦੀ ਹੈ ਉਹਦਾ ਇੱਕ ਕੋਈ ਨਾ ਕੋਈ ਖਿੱਚ ਦਾ ਕੇਂਦਰ ਹੁੰਦਾ। ਮੈਨੂੰ ਲੱਗਦਾ ਇਸ ਸਕੂਲ ਦੇ ਖਿੱਚ ਦਾ ਕੇਂਦਰ ਤੁਸੀਂ ਹੋਈ ਹੋ। ਨਹੀਂ, ਮੈਂ ਖਿੱਚ ਦਾ ਕੇਂਦਰ ਨਹੀਂ, ਖਿੱਚ ਦਾ ਕੇਂਦਰ ਮੇਰੇ ਅਧਿਆਪਕ ਸਾਥੀ ਹੈ। ਇਹ ਤਾਂ ਮੈਨੂੰ ਮਤਲਬ ਵੀ ਵਡਿਆਈ ਦੇ ਦਿੰਦੇ ਆ, ਪਰ ਖਿੱਚ ਦਾ ਕੇਂਦਰ ਅਸਲ ਦੇ ਵਿੱਚ ਇਹ ਸਤਿਕਾਰਯੋਗ ਮੇਰੇ ਅਧਿਆਪਕ ਸਾਥੀ ਹੈ। ਮੈਂ ਤੁਹਾਨੂੰ ਦੱਸਿਆ ਵੀ ਕੋਈ ਉੱਤੇ ਚੜ੍ਹ ਕੇ ਰੰਗ ਕਰ ਰਿਹਾ, ਕੋਈ ਘੋੜੀ ਦੇ ਉੱਤੇ ਚੜ੍ਹ ਕੇ, ਹੈ ਨਾ ਜੀ, ਇਸ ਤਰ੍ਹਾਂ ਕੋਈ ਇੱਟਾਂ ਲਗਾ ਕੇ ਕਰ ਰਿਹਾ, ਕੋਈ ਆਪਣੇ ਕਮਰੇ ਦੀ ਸਫਾਈ ਕਰ ਰਿਹਾ, ਕੋਈ ਝਾੜੂ ਚੱਕੀ ਫਿਰਦਾ। ਹਰ ਇੱਕ ਦੀ ਮੈਂ ਇੱਥੇ ਗੱਲ ਕਰਾਂ, ਸਭ ਤੋਂ ਵੱਡੀ ਗੱਲ ਮੈਨੂੰ ਮਾਣ ਮਹਿਸੂਸ ਉਦੋਂ ਹੁੰਦਾ ਹੈ ਕਿ ਜਦੋਂ ਮੈਂ ਦੇਖਦਾ ਵੀ ਹਰ ਸਾਥੀ ਦਾ ਸਹਿਯੋਗ ਹੈ ਤੇ ਕੋਆਪਰੇਸ਼ਨ ਨਾਲ ਚੱਲਦੀਆਂ ਹੁੰਦੀਆਂ ਇੰਸਟੀਟਿਊਸ਼ਨਸ ਜਿਹੜੀਆਂ ਚੱਲਦੀਆਂ ਹੁੰਦੀਆਂ ਜੀ। ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਾਰੇ ਸਾਥੀ ਇਹਨਾਂ ਦੇ ਇੱਥੇ ਮੌਜੂਦ ਨੇ। ਪ੍ਰਿੰਸੀਪਲ ਮੈਮ ਨੇ ਦੱਸਿਆ ਕਿ ਕਿਵੇਂ ਉਹਨਾਂ ਨੂੰ ਇੱਥੇ ਖੁਸ਼ੀ ਹੁੰਦੀ ਹੈ ਕਿ ਸਰ ਇੱਥੇ ਨਾਲ ਇਹਨਾਂ ਦੇ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਨੇ। ਤਾਂ ਮੈਡਮ, ਤੁਸੀਂ ਕਿੱਦਾਂ ਦੇਖਦੇ ਹੋ ਜਦੋਂ ਤੁਹਾਡੇ ਸਾਥੀ ਇੰਨੀਆਂ ਉਚਾਈਆਂ ਤੇ ਪਹੁੰਚਦੇ ਨੇ ਤੇ ਸਾਰੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਨੇ? हाँ जी सर, बहुत ही अच्छा लगता है। वी फील सो प्राउड ऑफ हिम एवरी डे। मैं तो अज इन्हों मैं तुसी तो जी सोशल मीडिया ते छाए हुए हो, जो अजकल सारे सोशल मीडिया के थ्रू ही अपनी ऐड हो रही है। टीवी तो कोई बहुत घट लोग देखते हैं। सो साडे स्कूल का जिहड़ा कह लो एक चिराग है, हीरा है। एंड मैं तो सर नूं बहुत बारी कहनी कि सर तुहानूं तो इंटरनेशनल टीचर्स अवार्ड मिलना चाहिए, क्योंकि नेशनल तो बाद एक इंटरनेशनल बचता है। और ये मेरी विश है कि अगर ये सर नूं मैं अप्लाई करन, इन्होंने कोई इस तरह की इंटरनेशनल रिकोगनीशन मिलनी चाहिए है। इज हैज़ सच अ कैलीबर, इन्ने ईजी वे नाल साइंस टीच करते हैं। लाइक आई ऑल्सो बीइंग अ साइंस स्टूडेंट, आई कैन फील
ਲਾਈਕ ਅਸੀਂ ਜਦੋਂ ਪੜ੍ਹਦੇ ਸੀ ਸਾਨੂੰ ਅਗਰ ਇਦਾਂ ਦੇ ਟੀਚਰ ਮਿਲੇ ਹੁੰਦੇ ਮੈਂਟਰ ਮਿਲੇ ਹੁੰਦੇ ਤਾਂ ਸ਼ਾਇਦ ਪਤਾ ਨਹੀਂ ਕਿਤੇ ਤੇ ਕਿਤੇ ਪਹੁੰਚ ਜਾਂਦੇ। ਸੋ ਥੀਸ ਸਟੂਡੈਂਟਸ ਆਰ ਵੈਰੀ ਲੱਕੀ। ਮੈਂ ਦੇਖਦੀ ਹਾਂ ਇਹ ਇੰਨੇ ਇੰਟਰਸਟ ਨਾਲ ਸਾਇੰਸ ਦੇ ਐਕਸਪੈਰੀਮੈਂਟਸ ਕਰਦੇ ਆ, ਪੂਰੀ ਜਿਸ ਤਰ੍ਹਾਂ ਖੁੱਭ ਜਾਂਦੇ ਨੇ ਉਹ ਕੰਮ ਦੇ ਵਿੱਚ, ਔਰ ਇੰਨੇ ਈਜ਼ੀ ਵੇ ਨਾਲ ਕਿ ਮੈਨੂੰ ਲੱਗਦਾ ਹੈ ਕਿ ਜੋ ਸਾਇੰਸ ਜਿਸ ਤਰ੍ਹਾਂ ਸਾਨੂੰ ਲੱਗਦਾ ਹੈ ਕਿ ਇੱਕ ਫੋਬੀਆ ਹੁੰਦਾ ਕਿ ਸਾਇੰਸ ਮਸਟ ਬੀ ਅ ਡਿਫਿਕਲਟ ਸਬਜੈਕਟ, but I think it is not. When some good teachers teach them and students take interest, and it is very easy. And ਕਲਿਆਣ ਸਕੂਲ ਦੇ ਵਿੱਚ ਤਾਂ ਮੈਨੂੰ ਲੱਗਦਾ ਸਭ ਦਾ ਕਲਿਆਣ ਹੀ ਹੋਏਗਾ, ਜਿਹੜਾ ਵੀ ਕੋਈ ਵੀ ਸਬਜੈਕਟ ਇੱਥੇ ਲਏ, ਚਾਹੇ ਕੋਈ ਬੱਚਾ ਆਰਟਸ ਵਿੱਚ ਆ ਰਿਹਾ, ਚਾਹੇ ਕਾਮਰਸ ਆ ਰਿਹਾ, ਚਾਹੇ ਵੋਕੇਸ਼ਨਲ, ਆਈ ਬੀਇੰਗ ਅ ਵੋਕੇਸ਼ਨਲ ਲੈਕਚਰਰ, ਤੋਂ ਆਈ ਮਸਟ ਸੇ ਕਿ ਸਾਰੇ ਹੀ ਸਾਇੰਸ ਦੀ ਮੈਡੀਕਲ ਔਰ ਨਾਨ ਮੈਡੀਕਲ, ਤਾਂ ਇੱਥੇ ਜਿਹੜੇ ਵੀ ਸਟੂਡੈਂਟਸ ਆਉਣਗੇ ਉਹ ਆਪਣੇ ਆਪ ਨੂੰ ਬਹੁਤ ਹੀ ਲੱਕੀ ਮਹਿਸੂਸ ਕਰਨਗੇ ਕਿ ਅਸੀਂ ਇਸ ਸਕੂਲ ਦੇ ਪਾਸ ਆਊਟ ਹੈ। ਐਂਡ ਅਸੀਂ ਸਰ ਲਈ ਗੁੱਡ ਵਿਸ਼ੇਸ ਦਿੰਦੇ ਹਾਂ। ਤੇ ਮਾਸਟਰ ਜੀ ਤੁਹਾਡਾ ਜਿਹੜਾ ਸਕੂਲ ਦਾ ਸਟਾਫ ਹੈ ਉਹ ਵੀ ਬੜਾ ਮਾਣ ਮਹਿਸੂਸ ਕਰਦਾ ਹੋਣਾ, ਤੁਸੀਂ ਇੱਥੇ ਹਾਂ, ਏਦਾਂ ਮੈਂ ਲਾਉਂਦੇ ਹੋ। ਉਲਟਾ ਮੈਂ ਮਾਣ ਮਹਿਸੂਸ ਕਰਦਾ ਕਿ ਮੈਨੂੰ ਇਹਨਾਂ ਸਾਥੀਆਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ, ਮੈਨੂੰ ਐਸੇ ਪ੍ਰਿੰਸੀਪਲ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਹੜਾ ਕਿ ਪ੍ਰਿੰਸੀਪਲ ਹਮੇਸ਼ਾ ਉਤਸ਼ਾਹਿਤ ਕਰਦਾ ਹੈ ਕਿ ਹਾਂ ਜਸਵਿੰਦਰ ਜੀ ਤੁਸੀਂ ਇਹ ਕੰਮ ਕਰੋ, ਅਸੀਂ ਤੁਹਾਡੇ ਨਾਲ ਆ। ਮੇਰੇ ਸਾਥੀ ਜਦੋਂ ਰੰਗ ਕਰਦੇ ਸੀ ਨਾ, ਉਹਨਾਂ ਨੇ ਆਪਣੇ ਕੱਪੜਿਆਂ ਦਾ ਖਿਆਲ ਨਹੀਂ ਰੱਖਿਆ। ਮੈਨੂੰ ਯਾਦ ਹੈ ਕਿ ਸਾਥੀ ਉੱਪਰ ਚੜ ਕੇ, ਹੁਣ ਮੈਂ ਇਕੱਲੇ ਇਕੱਲੇ ਦਾ ਨਾਮ ਰਹੂੰਗਾ ਨਾ ਤਾਂ ਕਿਸੇ ਦਾ ਨਾਮ ਰਹਿ ਗਿਆ ਤਾਂ ਮਹਿਸੂਸ ਹੋਊਗਾ ਮੈਨੂੰ, ਹੈ ਨਾ। ਤਾਂ ਸਾਰਿਆਂ ਨੇ ਮਤਲਬ ਰਲ ਮਿਲ ਕੇ ਇਹ ਚੀਜ਼ਾਂ ਬਣਾਈਆਂ, ਔਰ ਮੈਨੂੰ ਬੜਾ ਇਸ ਤੇ ਮਾਣ ਮਹਿਸੂਸ ਹੁੰਦਾ ਵੀ ਮੈਨੂੰ ਮੌਕਾ ਮਿਲਿਆ, ਮੈਂ ਉਹਨਾਂ ਦੇ ਨਾਲ ਕੰਮ ਕਰ ਰਿਹਾ, ਮੈਂ ਮਾਣ ਮਹਿਸੂਸ ਕਰਦਾ। ਤਾਂ ਖਤਮ ਕਰ ਦਈਏ ਸਰ? ਨਹੀਂ ਮੇਰਾ ਤਾਂ ਤੁਸੀਂ ਦੇਖੋ ਜੀ, ਇਹਦਾ ਤੁਹਾਡੇ ਸਮੇਂ ਦੀ ਥੋੜੀ ਘਾਟ ਹੈ ਆਪਣੇ ਕੋਲ। ਤਾਂ ਇਹ ਤੁਸੀਂ ਦੇਖਿਆ ਕਿ ਮਾਸਟਰ ਜਸਵਿੰਦਰ ਸਿੰਘ ਜੀ ਸਾਡੇ ਨਾਲ ਸੀਗੇ, ਕਿੰਨਾ ਕੁਝ ਦਿਖਾਇਆ ਇਹਨਾਂ ਨੇ। ਸਕੂਲ ਵੀ ਤੁਸੀਂ ਦੇਖਿਆ ਕਿ ਕਿੰਨਾ ਕੁ ਵਧੀਆ ਬਣਾਇਆ ਹੋਇਆ, ਟੈਕਨੋਲੋਜੀਕਲ ਪਾਰਕ ਤੁਸੀਂ ਦੇਖਿਆ, ਤੇ ਇੱਕ ਇਕੱਲੀ ਇਕੱਲੀ ਚੀਜ਼ ਦਾ ਸਿਧਾਂਤ ਇਹਨਾਂ ਨੇ ਸਮਝਾਉਣ ਦੀ ਸਾਨੂੰ ਕੋਸ਼ਿਸ਼ ਕੀਤੀ ਹੈ ਕਿ ਸਾਇੰਸ ਹੈ ਕੀ ਹੈ। ਜਦੋਂ ਅਸੀਂ ਕੋਈ ਵੀ ਮੈਜਿਕ ਸ਼ੋਅ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ, ਹੈਰਾਨ ਹੁੰਦੇ ਹਾਂ ਕਿ ਉਹ ਜਾਦੂਗਰ ਨੇ, ਕਿਹੜਾ ਉਹਦੇ ਹੱਥਾਂ ਦੇ ਵਿੱਚ ਇਹੋ ਜਿਹਾ ਜਾਦੂ ਹੈ ਕਿ ਇਹ ਹੋ ਗਿਆ। ਪਰ ਇਹਨਾਂ ਨੇ ਸਮਝਾਉਣ ਦੀ ਬਹੁਤ ਹੱਦ ਤੱਕ ਕੋਸ਼ਿਸ਼ ਕਰ ਦਿੱਤੀ ਹੈ ਕਿ ਜਾਦੂ ਨਹੀਂ ਕੁਝ ਵੀ ਹੁੰਦਾ, ਤਾਂ ਉਹ ਸਭ ਕੁਝ ਸਾਇੰਸ ਹੁੰਦਾ। ਤਾਂ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਲੋਕ ਸਾਇੰਸ ਨੂੰ ਸਮਝਣਗੇ ਤੇ ਇਸ ਵੀਡੀਓ ਤੋਂ ਬਾਅਦ ਜ਼ਰੂਰ ਇਹ ਕਹਿਣਗੇ ਕਿ ਹਾਂ ਸਾਇੰਸ ਅਤੇ ਮੈਥਸ ਸੌਖਾ ਸਬਜੈਕਟ ਹੈ। ਤਾਂ ਹੋਰ ਖਬਰਾਂ ਦੀ ਸਾਡੇ ਨਾਲ ਜੁੜੇ ਰਹੋ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਸਨਮਜੀਤ ਸਿੰਘ, ਔਨ 에ਅਰ।